ਚਲੋ ਬੇਸਿਕਲੀ ਆਪਾਂ ਥੋੜਾ ਜਿਹਾ ਕੱਲ੍ਹ ਵਾਲਾ ਪੇਪਰ ਡਿਸਕਸ ਕਰ ਲੈਂਦੇ ਆ। ਕੱਲ੍ਹ ਵਾਲਾ ਜਿਹੜਾ ਪੇਪਰ ਸੀਗਾ ETT ਦਾ, ਮੈਂ ਗਰੁੱਪ ਦੇ ਵਿੱਚ ਵੀ ਭੇਜਤਾ ਸੀਗਾ ਨਾ, ਜਿਹੜਾ ਪੰਜਾਬੀ ਵਾਲਾ ਸੀਗਾ ਵੀ ਪੰਜਾਬੀ ਵਾਲਾ ਇੱਕ ਵਾਰ ਪੜ੍ਹ ਲਿਓ। ਉਹਦੇ 'ਚ ਗ੍ਰਾਮਰ ਸੀ, ਜਿਹੜੀ ਗ੍ਰਾਮਰ ਵਾਲਾ ਪਾਰਟ ਬਹੁਤ ਘੱਟ ਸੀਗਾ। ਜਿਹੜਾ 100 ਨੰਬਰ ਦਾ ਪੇਪਰ ਆਇਆ ਸੀਗਾ ਉਹਦੇ 'ਚ ਮੇਰੇ ਖਿਆਲ 20-25 ਕੁਐਸਚਨ ਹੋਣਗੇ ਸਾਰੇ ਗ੍ਰਾਮਰ ਦੇ, ਪਰ ਉਹ 20-25 ਸੀ ਜਿਹੜੇ ਉਹ ਹੈਗੇ ਸੌਖੇ ਸੀਗੇ, ਉਹ ਜ਼ਿਆਦਾ ਔਖੇ ਨਹੀਂ ਸੀ ਗ੍ਰਾਮਰ ਵਾਲੇ। ਠੀਕ ਪੱਧਰੀ ਸੀਗਾ ਉਹਨਾਂ ਦਾ ਲੈਵਲ, ਐਡਾ ਔਖਾ ਨਹੀਂ ਸੀਗਾ। ਜਿਹੜਾ ਚਲੋ ਦੂਜਾ ਪੇਪਰ ਸੀਗਾ, ਜਿਹੜੇ ਬਾਕੀ ਰੈਸਟ ਆਫ ਦਾ ਕੁਐਸਚਨ ਸੀਗੇ ਉਹ ਸੀਗੇ ਆਪਣੇ ਦੂਜਾ ਜਿਹੜਾ ਸਾਹਿਤ ਵਾਲਾ ਸਿਲੇਬਸ ਆ ਸਾਰੇ ਦੇ ਸਾਰੇ ਉਹਦੇ ਤੋਂ ਹੈਗੇ, ਉਹ ਵੀ ਨਹੀਂ ਔਖੇ ਸੀ, ਪਰ ਕਿਉਂਕਿ ਆਪਣੇ ਪੜ੍ਹੇ ਨਹੀਂ ਸੀ ਤਾਂ ਕਰਕੇ ਔਖੇ ਲੱਗਦੇ ਹੋਣੇ। ਇੰਗਲਿਸ਼ ਆਈ ਸੀ ਜਿਹੜੀ, ਉਹ ਵੀ ਕੋਈ ਬਾਹਲੀ ਔਖੀ ਨਹੀਂ ਆਈ ਸੀ, ਬਹੁਤ ਜ਼ਿਆਦਾ ਸੌਖੀ ਇੰਗਲਿਸ਼ ਸੀਗੀ। ਹਿੰਦੀ ਚਲੋ ਆਪਾਂ ਨੂੰ ਹੈ ਨਹੀਂ ਗੀ। ਤੇ ਕੱਲ੍ਹ ਜਿਹੜਾ ਪੇਪਰ ਆਇਆ ਸੀਗਾ ਐਵਰੇਜ ਦਾ ਪੇਪਰ ਸੀਗਾ। ਜਿਹੜਾ ਦੂਸਰਾ ਪੇਪਰ ਵੀ ਹੋਇਆ ਉਹਨਾਂ ਦਾ ਸਬਜੈਕਟ ਵਾਲਾ, ਉਹ ਵੀ ਐਵਰੇਜ ਪੇਪਰ ਸੀ। ਨਾ ਹੀ ਵਾਲਾ ਸੌਖਾ ਸੀ, ਨਾ ਹੀ ਵਾਲਾ ਔਖਾ ਸੀਗਾ। ਆਹ ਪੈਡਾਗੋਗੀ ਦੇ ਵਿੱਚੋਂ ਵੀ ਜਿਹੜਾ ਆਪਾਂ ਨੇ ਉਹ ਕੁਐਸਚਨ ਕੀਤਾ ਸੀ ਗ੍ਰੇਗਰ ਮੈਂਡਲ ਵਾਲਾ, ਕਿ ਫਾਦਰ ਆਫ ਜੈਨੇਟਿਕਸ ਵਾਲਾ ਕੀਤਾ ਸੀਗਾ, ਜਿਹੜੇ ਮਟਰਾਂ ਦਾ ਐਕਸਪੈਰੀਮੈਂਟ ਕੀਤਾ ਸੀ ਜਿਹੜੇ ਨੇ, ਉਹਦੇ 'ਚੋਂ ਕੁਐਸਚਨ ਪੁੱਛਿਆ ਹੋਇਆ ਸੀ। ਗੱਲ ਉਹੀ ਵੱਡੀਆਂ ਟੀਆਂ ਛੋਟੀਆਂ ਟੀਆਂ ਦਾ ਉਹ ਕੁਐਸਚਨ ਆਇਆ ਹੋਇਆ ਸੀਗਾ ਉਹਦੇ 'ਚ। ਤਾਂ ਇਹੀ ਹੈ ਵੀ ਕੁਐਸਚਨ ਆਉਣਗੇ ਇਹਦੇ ਵਿੱਚੋਂ ਹੀ, ਪਰ ਆਉਣਗੇ ਘੁਮਾ ਫਿਰਾ ਕੇ ਜਿਹੜਾ ਕੁਛ ਕਰੀ ਜਾਂਦੇ। ਹੁਣ ਇਹ ਨਹੀਂ ਹੈਗਾ ਕਿ ਡਿਟੋ ਕੁਐਸਚਨ ਆਊਗਾ, ਹੁਣ ਕੁਐਸਚਨ ਤੁਹਾਡੇ ਤੋਂ ਘੁਮਾ ਫਿਰਾ ਕੇ ਪੁੱਛਿਆ ਜਾਊਗਾ ਕਿਸੇ ਨਾ ਕਿਸੇ ਤਰੀਕੇ ਨਾਲ। ਹੁਣ ਉਹਦੇ 'ਚ ਉਹਨਾਂ ਨੇ ਕੀ ਦਿੱਤਾ ਸੀਗਾ ਕੱਲ੍ਹ ਵਾਲੇ ਕੁਐਸਚਨ ਦੇ ਵਿੱਚ, ਉਹਨਾਂ ਨੇ ਦੇ ਦਿੱਤਾ ਕਿ ਦੋ ਪੌਦੇ ਦੇਤੇ ਉਹਨਾਂ ਨੇ, ਉਹੀ ਕੱਲ੍ਹ ਵਾਲੇ ਜਿਹੜੀ ਆਪਾਂ ਨੇ ਗੱਲ ਕੀਤੀ ਸੀ। ਉਹਨਾਂ ਨੇ ਲਾਸਟ ਸਟੇਜ ਦੇ ਉੱਪਰ ਜਾ ਕੇ ਪੁੱਛ ਲਿਆ ਵੀ ਉਹਦਾ ਕੰਬੀਨੇਸ਼ਨ ਕੀ ਹੋਊਗਾ। ਹੁਣ ਜੇਕਰ ਇੱਕ ਨਾਰਮਲ ਬੰਦਾ ਜੰਪਸ਼ਨ ਲਾਉਂਦਾ ਸਿੱਧੀ, ਤਾਂ ਉਹ ਲਾਊਗਾ ਕਿ ਜੇ ਲੰਬੇ ਪੌਦੇ ਹੋਏ ਨੇ ਤਾਂ ਵੱਡੀ ਟੀ ਹੋਊਗੀ, ਹੈ ਨਾ। ਪਰ ਹੁਣ ਆਪਾਂ ਨੇ ਪੜ੍ਹਿਆ ਸੀ ਜਦੋਂ ਇੱਕ ਵਾਰ ਕ੍ਰਾਸ ਬਰੀਡਿੰਗ ਹੋ ਗਈ ਤਾਂ ਛੋਟੀ ਟੀ ਵਾਲੇ ਗੁਣ ਵੀ ਹੈਗੇ ਨੇ, ਬੇਸ਼ੱਕ ਉਹ ਲੁਕੇ ਰਹਿ ਗਏ, ਹੈ ਨਾ। ਉਹਦੇ 'ਚ ਆਉਣਾ ਕੀ ਚਾਹੀਦਾ ਸੀਗਾ ਵੀ ਛੋਟੀ ਟੀ ਵਾਲਾ ਗੁਣ ਚਾਹੇ ਲੁਕਿਆ ਰਹਿ ਗਿਆ ਹੋਊਗਾ, ਹੈਗਾ ਨਾ, ਚਾਹੇ ਤੀਜੀ ਜਨਰੇਸ਼ਨ ਚ ਆ ਜਾਏ, ਚਾਹੇ ਤੀਜੀ 'ਚ ਆ ਜਾਏ ਚਾਹੇ ਚੌਥੀ 'ਚ ਆ ਜਾਏ, ਪਰ ਹੈਗਾ ਉਹਦੇ 'ਚ ਬੇਸ਼ੱਕ ਸਾਹਮਣੇ ਨਹੀਂ ਆਇਆ। ਤਾਂ ਉਹ ਕਈਆਂ ਨੇ ਕੁਐਸਚਨ ਨੂੰ ਗਲਤ ਕੀਤਾ ਹੋਇਆ ਹੈ। ਬਾਕੀ ਕੱਲ੍ਹ ਤੁਸੀਂ ਪੰਜਾਬੀ ਦਾ ਪੜ੍ਹਿਆ ਹੋਊਗਾ, ਪੰਜਾਬੀ ਦੇ ਵਿੱਚ ਤੁਸੀਂ ਇੱਕ ਬੇਸਿਕ ਜਿਹਾ ਕੁਐਸਚਨ ਆਇਆ ਸੀ ਜਿਹੜਾ ਕਾਫੀ ਬੰਦਿਆਂ ਨੇ ਗਲਤ ਕੀਤਾ, ਕਿ ਸਵਰ ਤੇ ਵਿਅੰਜਨ ਦੇ ਵਿੱਚ ਕੀ ਡਿਫਰੈਂਸ ਹੈ। ਕਿਹਨੂੰ ਪਤਾ ਵੀ ਸਵਰ ਤੇ ਵਿਅੰਜਨ 'ਚ ਡਿਫਰੈਂਸ ਕੀ ਹੈ। ਪੰਜਾਬੀ ਦੇ ਵਿੱਚ ਕਿੰਨੇ ਸਵਰ ਨੇ? 3, ਬਾਕੀ ਸਾਰੇ ਵਿਅੰਜਨ ਨੇ। ਵਿਅੰਜਨ ਦੇ ਸਵਰ ਦੇ ਵਿੱਚ ਡਿਫਰੈਂਸ ਆਇਆ ਸੀ ਕੱਲ੍ਹ ਪੇਪਰ 'ਚ। ਸਵਰ ਕਾਲਾ ਸੀ ਜੀ। ਸਵਰ ਤੇ ਵਿਅੰਜਨ 'ਚ ਕੀ ਫਰਕ ਹੈ? ਉਹਨਾਂ ਨੇ ਪੁੱਛਿਆ ਹੋਇਆ ਸੀ ਕੋਈ ਸਟੇਟਮੈਂਟ ਦੇ ਕੇ ਵੀ ਇਹ ਸਵਰ ਬੇਰੁਕੇ ਆਵਾਜ਼ ਜਿਹੜੀ ਬਾਹਰ ਨਿਕਲਦੀ ਹੈ ਉਹ ਸਵਾਰ ਆ ਗਿਆ। ਵਿਅੰਜਨ ਕੀ ਹੈ? ਵਿਅੰਜਨ ਨੂੰ ਜਦੋਂ ਤੁਸੀਂ ਬੋਲੋਗੇ ਤਾਂ ਤੁਹਾਨੂੰ ਰੁਕਣਾ ਪਊਗਾ। ਸਵਰ ਹੈ ਜਿਹੜਾ ਊੜਾ ਬੋਲਿਆ ਮੈਂ ਇੱਕ ਵਾਰ 'ਚ ਹੀ ਬੋਲੀ ਗਿਆ, ਪਰ ਮੈਂ ਜੇ ਸੱਸਾ ਬੋਲੂੰ ਸੱਸਾ, ਮੈਨੂੰ ਰੁਕਣਾ ਪੈ ਰਿਹਾ ਵਿੱਚ। ਹਾ ਮੈਨੂੰ ਰੁਕਣਾ ਪੈ ਰਿਹਾ ਨਾ। ਜਿੱਥੇ ਰੋਕ ਪੈਦਾ ਹੋ ਰਹੀ ਹੈ ਉਹ ਕੀ ਚੀਜ਼ ਹੈ? ਵਿਅੰਜਨ। ਜਿੱਥੇ ਰੋਕ ਪੈਦਾ ਨਹੀਂ ਹੋ ਰਹੀ ਉਹ ਕੀ ਹੈ? ਸਵਰ। ਤਾਂ ਬੇਸਿਕ ਕੁਐਸਚਨ ਸੀ, ਕੋਈ ਬਾਹਲੇ ਔਖੇ ਕੁਐਸਚਨ ਹੈ ਨਹੀਂ ਸੀ ਗ੍ਰਾਮਰ ਦੇ। ਲਗਾ ਅੱਖਰਾਂ ਕਿੰਨੀਆਂ ਹੁੰਦੀਆਂ ਨੇ? ਲਗਾ ਅੱਖਰਾਂ ਆਇਆ ਹੋਇਆ ਸੀ ਗੱਲ, 3 ਲਗਾ ਅੱਖਰਾਂ ਹੁੰਦੀਆਂ ਨੇ, ਕਿਹੜੀਆਂ? ਬਿੰਦੀ ਲਿਪੀ ਤੇ ਆਦਿਕ। ਹਾਂ ਬਸ ਸਿੰਪਲ ਕੁਐਸਚਨ ਸੀ, ਗ੍ਰਾਮਰ ਕੋਈ ਜ਼ਿਆਦਾ ਔਖੀ ਨਹੀਂ ਆਈ ਸੀ, ਸੌਖੀ ਸੀ ਗ੍ਰਾਮਰ। ਦੇਖੀਏ ਹੁਣ। ਹਾਂਜੀ, ਸਾਡਾ ਨੈਕਸਟ ਟੌਪਿਕ ਲੈ ਕੇ ਹਾਜ਼ਰ ਆਪਾਂ ਹੈਗਾ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦਾ, ਜਿਹਦਾ ਨਾਮ ਹੈਗਾ ਜੀਨ ਪਿਆਜੇ। ਤਾਂ ਜੀਨ ਪਿਆਜੇ ਸੀਗਾ ਜਿਹੜਾ ਉਹਨੇ ਥਿਊਰੀ ਦਿੱਤੀ ਸੀ, ਇੱਕ ਥਿਊਰੀ ਆਫ ਕੋਗਨੈਟਿਵ ਡਿਵੈਲਪਮੈਂਟ। ਤਾਂ ਡਿਵੈਲਪਮੈਂਟ ਬੇਸਿਕਲੀ ਆਪਣਾ ਜਿਹੜਾ ਇਹ ਸਿਲੇਬਸ ਦਾ ਨਾਮ ਕੀ ਹੈ? ਚਾਈਲਡ ਡਿਵੈਲਪਮੈਂਟ। ਅਸੀਂ ਨੇ ਪਹਿਲੇ ਦਿਨ ਹੀ ਪੜ੍ਹਿਆ ਸੀਗਾ ਕਿ ਬੱਚੇ ਦਾ ਜਦੋਂ ਜਨਮ ਹੁੰਦਾ ਹੈ ਤਾਂ ਜਨਮ ਤੋਂ ਲੈ ਕੇ ਐਂਡ ਤੱਕ ਬੱਚਾ ਜਿਹੜਾ ਉਹ ਕੁਛ ਨਾ ਕੁਛ ਸਿੱਖਦਾ ਜਾਂਦਾ ਹੈ। ਤਾਂ ਜਸਟ ਅਸੀਂ ਨੇ ਕੀ ਦੇਖਣਾ ਹੈ ਕਿ ਕਿਹੜੇ ਸਾਲ ਦੇ ਵਿੱਚ ਬੱਚੇ ਨੇ ਕਿਹੜੀ ਚੀਜ਼ ਸਿੱਖੀ ਹੈ। ਇਸੇ ਚੀਜ਼ ਬਾਰੇ, ਬੱਚੇ ਦੇ ਵਿਕਾਸ ਦੌਰਾਨ ਲਰਨਿੰਗ ਬਾਰੇ ਕਿ ਬੱਚਾ ਕਿਵੇਂ ਸਿੱਖ ਰਿਹਾ ਹੈ। ਵੱਖੋ ਵੱਖਰੇ ਬੰਦਿਆਂ ਨੇ ਵੱਖੋ ਵੱਖਰੀਆਂ ਧਾਰਨਾਵਾਂ ਦਿੱਤੀਆਂ ਨੇ, ਵੱਖੋ ਵੱਖਰੇ ਵਿਚਾਰ ਦਿੱਤੇ ਨੇ, ਉਹਨਾਂ ਵਿਚਾਰਾਂ ਬਾਰੇ ਡਿਸਕਸ਼ਨ ਹੋਊਗੀ। ਸਾਡੇ ਆਪਣੇ ਵੀ ਕੋਈ ਵਿਚਾਰ ਹੋ ਸਕਦੇ ਨੇ, ਤੁਸੀਂ ਵੀ ਦੇ ਸਕਦੇ ਹੋ। ਤਾਂ ਇਹ ਕੀ ਹੈ? ਇਹ ਇੱਕ ਮੈਟਰ ਹੈ ਕਿ ਖੁੱਲ੍ਹਾ ਕੰਮ ਹੈ, ਕੋਈ ਵੀ ਸਾਈਕੋਲੋਜਿਸਟ ਹੈ, ਕੋਈ ਵੀ ਵਿਚਾਰ ਹੈ ਜਿਹੜੇ ਦੇ ਸਕਦਾ ਹੈ। ਪਰ ਕਿਤੇ ਨਾ ਕਿਤੇ ਕੀ ਹੈ, ਇਹ ਅੰਜੰਪਸ਼ਨਾਂ ਨੇ ਜਿਹੜੀਆਂ ਇਹ ਵੈਲਿਡ ਹੁੰਦੀਆਂ ਨੇ ਕਿਤੇ ਨਾ ਕਿਤੇ, ਹੈ ਨਾ। ਤਾਂ ਅਗਲਾ ਕੋਈ ਇਹ ਸੁੱਤਾ ਉੱਠ ਕੇ ਕਹਿ ਦਿੰਦਾ ਕਿ ਹਾਂਜੀ ਆਹ ਚੀਜ਼ ਐਵੇਂ ਹੋਊਗੀ, ਤਾਂ ਪਹਿਲਾਂ ਉਹ ਆਬਜ਼ਰਵੇਸ਼ਨ ਕਰਦਾ, ਉਹ 'ਤੇ ਸਟੱਡੀ ਕਰਦਾ, ਕੋਈ ਨਾ ਕੋਈ ਐਕਸਪੈਰੀਮੈਂਟ ਕਰਕੇ ਦੇਖਦਾ। ਜਿਵੇਂ ਜੀਨ ਪਿਆਜੇ ਦੀ ਗੱਲ ਕਰੀਏ ਅਸੀਂ, ਜੀਨ ਪਿਆਜੇ ਨੇ ਬਹੁਤ ਸਾਰੇ ਐਕਸਪੈਰੀਮੈਂਟ ਕੀਤੇ, ਬਹੁਤ ਆਬਜ਼ਰਵੇਸ਼ਨ ਸੀ ਜਿਹੜੀ ਬਹੁਤ ਜ਼ਿਆਦਾ ਲੰਬੀ ਸੀ ਜੀਨ ਪਿਆਜੇ ਦੀ। ਉਹਨੇ ਈਵਨ ਆਪਦੇ ਬੱਚਿਆਂ ਤੇ, ਆਪਦੇ ਰਿਸ਼ਤੇਦਾਰਾਂ ਦੇ ਬੱਚਿਆਂ ਦੇ, ਜਾਂ ਹੋਰ ਕਾਫੀ ਸਾਰੇ ਜਿੰਨੇ ਵੀ ਉਹਦੀ ਅਪਰੋਚ ਦੇ ਵਿੱਚ ਹੈਗੇ ਸੀ,
ਉਹਨਾਂ ਬੱਚਿਆਂ ਦੇ ਉੱਪਰ ਲਗਾਤਾਰ ਆਬਜ਼ਰਵੇਸ਼ਨ ਰੱਖੀ ਕਿ ਇੰਨੇ ਸਾਲ ਦਾ ਜਦੋਂ ਕੀ ਕਰ ਰਿਹਾ ਹੈ, ਇੰਨੇ ਮਹੀਨਿਆਂ ਦਾ ਕੀ ਕਰ ਰਿਹਾ ਹੈ, ਤੇ ਉਸ ਤੋਂ ਬਾਅਦ ਜਦੋਂ ਉਹਨੇ ਸਾਰੀ ਚੀਜ਼ ਨੂੰ ਕਨਕਲੂਡ ਕੀਤਾ ਫਿਰ ਇੱਕ ਥਿਊਰੀ ਡਿਵੈਲਪ ਕੀਤੀ ਜਿਹਨੂੰ ਉਹਨੇ ਨਾਮ ਦਿੱਤਾ ਥਿਊਰੀ ਆਫ ਕੋਗਨੀਟਿਵ ਡਿਵੈਲਪਮੈਂਟ। ਤਾਂ ਕਿਹਨੇ ਦਿੱਤੀ ਸੀ ਇਹ? ਜੀਨ ਪਿਆਜੇ ਨੇ। ਇਹਨੂੰ ਕੀ ਕਿਹਾ ਜਾਂਦਾ? ਜੀਨ ਪਿਆਜੇ ਨੂੰ ਚਾਈਲਡ ਸਾਈਕੋਲੋਜੀ ਦਾ ਫਾਦਰ ਕਿਹਾ ਜਾਂਦਾ, ਫਾਦਰ ਆਫ ਚਾਈਲਡ ਸਾਈਕੋਲੋਜੀ। ਕੋਗਨੀਟਿਵ ਡਿਵੈਲਪਮੈਂਟ ਦਾ ਵੀ ਇਹਨੂੰ ਫਾਦਰ ਹੀ ਬੋਲਿਆ ਜਾਂਦਾ। ਉਸ ਤੋਂ ਬਾਅਦ ਇਹਨੂੰ ਬੋਲਿਆ ਜਾਂਦਾ ਰੈਡੀਕਲ ਕੰਸਟਰਕਟਿਵਿਸਟ, ਯਾਨੀ ਕਿ ਇਹਨੂੰ ਬੋਲਿਆ ਜਾਂਦਾ ਰਚਨਾਵਾਦੀ ਬੋਲਿਆ ਜਾਂਦਾ ਇਹਨਾਂ ਨੂੰ, ਕੰਸਟਰਕਟਿਵਿਸਟ ਨੂੰ। ਰੈਡੀਕਲ ਦਾ ਮਤਲਬ ਹੁੰਦਾ ਜਿਹੜੇ ਬਦਲਾਵ ਦੀ ਗੱਲ ਕਰਦੇ ਨੇ, ਯਾਨੀ ਕਿ ਇੱਕ ਬੱਚਾ ਹੈ ਜਿਹੜਾ ਉਹ ਕਹਿੰਦਾ ਕਿ ਉਹ ਆਪਣੇ ਵਿਕਾਸ ਦੇ ਦੌਰਾਨ ਅਲੱਗ-ਅਲੱਗ ਚੀਜ਼ਾਂ ਨੇ ਜਿਹੜੀਆਂ ਉਹ ਸਿੱਖਦਾ ਰਹਿੰਦਾ ਹੈ, ਉਹਦੇ ਤਜਰਬੇ ਦੇ ਆਧਾਰ ਤੇ ਚੀਜ਼ਾਂ ਨੇ ਜਿਹੜੀਆਂ ਉਹ ਬਦਲਦੀਆਂ ਰਹਿੰਦੀਆਂ ਨੇ। ਉਹ ਅੱਗੇ ਆਪਾਂ ਗੱਲ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਗੱਲ ਕਰਦਾ। ਹੈਗਾ ਕਿੱਥੋਂ ਦਾ ਸੀਗਾ? ਉਹ ਸਵਿਟਜ਼ਰਲੈਂਡ ਦਾ ਸੀਗਾ, ਖੁਦ ਆਪਣਾ ਜਿਹੜਾ ਜੀਨ ਪਿਆਜੇ ਸੀਗਾ। ਤਾਂ ਉਹਦੀ ਥਿਊਰੀ ਹੈ ਥਿਊਰੀ ਆਫ ਕੋਗਨੀਟਿਵ ਡਿਵੈਲਪਮੈਂਟ। ਇਹਦੇ ਚੋਂ ਮੋਸਟਲੀ ਹਰ ਪੇਪਰ ਦੇ ਵਿੱਚ ਕੁਐਸਚਨ ਨੇ ਜਿਹੜੇ ਪੁੱਛੇ ਜਾਂਦੇ ਨੇ। ਬੇਸਿਕਲੀ ਇਹਦੀਆਂ ਕੁਝ ਟਰਮਾਂ ਨੇ, ਕੁਝ ਨਾਮ ਨੇ ਕਿ ਇਹਨਾਂ ਟਰਮਾਂ ਦਾ ਮਤਲਬ ਕੀ ਹੈ, ਜਾਂ ਇਹਦੀਆਂ ਜਿਵੇਂ ਉਹ ਸਟੇਜਸ ਪੜਾਂਗੇ ਅਸੀਂ, ਕਿਹੜੀ ਸਟੇਜ ਕਿੰਨੇ ਸਾਲ ਤੋਂ ਲੈ ਕੇ ਕਿੰਨੇ ਸਾਲ ਤੱਕ ਹੈ। ਤਾਂ ਇਹ ਕੁਐਸਚਨ ਇਹਦੇ ਵਿੱਚੋਂ ਇੱਕ ਅੱਧਾ ਆਲਮੋਸਟ ਹਰ ਪੇਪਰ ਦੇ ਵਿੱਚ ਪੁੱਛੇ ਹੀ ਜਾਂਦੇ, ਕਿਉਂਕਿ ਇਹਨੇ ਬਹੁਤ ਜ਼ਿਆਦਾ ਬਰੀਕ ਸਟੱਡੀ ਕੀਤੀ ਹੈ। ਕਿਹਦੇ ਉੱਪਰ ਸਟੱਡੀ ਕੀਤੀ ਹੈ? ਕੋਗਨੀਟਿਵ ਡਿਵੈਲਪਮੈਂਟ ਦੇ ਉੱਪਰ। ਕੋਗਨੀਟਿਵ ਮਤਲਬ ਬੱਚਾ ਸੋਚਦਾ ਕਿਵੇਂ ਹੈ, ਹਨਾ, ਉਹਦੀਆਂ ਮੈਂਟਲ ਜਿਹੜੀਆਂ ਪ੍ਰੋਸੈਸਿਸ ਨੇ, ਮੈਂਟਲ ਥਾਟ ਨੇ, ਉਹ ਡਿਵੈਲਪ ਕਿਸ ਤਰੀਕੇ ਨਾਲ ਹੋ ਰਹੇ। ਤਾਂ ਹੁਣ ਸਭ ਤੋਂ ਪਹਿਲਾਂ ਇੱਕ ਚੀਜ਼ ਦੀ ਗੱਲ ਕਰਦਾ ਹੈ ਬੰਦਾ, ਸਕੀਮਾ ਦੀ ਗੱਲ ਕਰਦਾ ਹੈ। ਇੱਕ ਲੈਂਗੁਏਜ ਦਾ ਬੰਦਾ ਹੋ ਹੈਗਾ ਨੋਮ ਚੋਮਸਕੀ, ਉਹ ਵੀ ਇਸੇ ਚੀਜ਼ ਦੀ ਗੱਲ ਕਰਦਾ। ਉਹ ਅਸੀਂ ਅੱਗੇ ਪੜਾਂਗੇ ਜਦੋਂ ਅਸੀਂ ਪੜਾਂਗੇ ਕਿ ਬੱਚੇ ਦੇ ਵਿੱਚ ਲੈਂਗੁਏਜ ਡਿਵੈਲਪਮੈਂਟ ਕਿਵੇਂ ਹੁੰਦੀ ਹੈ। ਤਾਂ ਹੁਣ ਸਕੀਮਾ ਦੀ ਗੱਲ ਕਰਦਾ। ਉਹ ਸਕੀਮਾ ਕੀ ਕਹਿੰਦਾ ਹੈ ਕਿ ਇੱਕ ਬੱਚੇ ਦਾ ਜਿਹੜਾ ਮੰਨ ਲਓ ਇਹ ਬ੍ਰੇਨ ਹੈ, ਤਾਂ ਬ੍ਰੇਨ ਦੇ ਵਿੱਚ ਛੋਟੇ-ਛੋਟੇ ਉਹਦੇ ਕਮਰੇ ਬਣੇ ਹੋਏ ਨੇ। ਕਿਸੇ ਕਮਰੇ ਦੇ ਵਿੱਚ ਕੋਈ ਜਾਣਕਾਰੀ ਪਈ ਹੈ, ਕਿਸੇ ਕਮਰੇ ਦੇ ਵਿੱਚ ਕੋਈ ਜਾਣਕਾਰੀ ਪਈ ਹੈ, ਕਿਸੇ ਕਮਰੇ ਦੇ ਵਿੱਚ ਕੋਈ ਜਾਣਕਾਰੀ ਪਈ ਹੈ। ਸਕੀਮਾਸ ਯਾਨੀ ਕਿ ਛੋਟੇ-ਛੋਟੇ ਖਾਕੇ ਬੱਚੇ ਦੇ ਬ੍ਰੇਨ ਦੇ ਵਿੱਚ ਪਹਿਲਾਂ ਤੋਂ ਹੀ ਬਣੇ ਹੋਏ ਨੇ। ਤਾਂ ਉਹ ਖਾਕਿਆਂ ਦੇ ਵਿੱਚ ਉਹ ਜਾਣਕਾਰੀ ਸਟੋਰ ਕਰਦਾ ਹੈ। ਜਿੱਥੇ ਉਹਨੂੰ ਉਹਦੇ ਵਿੱਚ ਮੋਡੀਫਾਈ ਕਰਨ ਦੀ ਲੋੜ ਹੈ, ਜਿੱਥੇ ਉਹਨੂੰ ਆਪਣੇ ਕਮਰਿਆਂ ਦੇ ਵਿੱਚ ਭਰੀ ਹੋਈ ਸੂਚਨਾ ਨੂੰ ਬਦਲਣ ਦੀ ਲੋੜ ਹੈ, ਤਾਂ ਉੱਥੇ ਉਹਨੂੰ ਬਦਲ ਦਿੰਦਾ ਹੈ। ਜਿੱਥੇ ਉਹਦੀ ਗਲਤ ਕੋਈ ਸੂਚਨਾ ਹੁੰਦੀ ਹੈ ਉਹਨੂੰ ਢਾਹ ਕੇ ਉੱਥੇ ਨਵਾਂ ਖਾਕਾ ਜਿਹੜਾ ਤਿਆਰ ਕਰ ਲੈਂਦਾ। ਜਾਨੀ ਕਿ ਸਾਡਾ ਬ੍ਰੇਨ ਹੈ ਜਿਹੜਾ, ਬ੍ਰੇਨ ਦੇ ਵਿੱਚ ਅਸੀਂ ਨੇ ਛੋਟੇ-ਛੋਟੇ ਪਾਰਟਸ, ਛੋਟੇ-ਛੋਟੇ ਸਕੀਮਾਸ ਆਲਰੇਡੀ ਡਿਵੈਲਪਡ ਨੇ। ਤਾਂ ਅਸੀਂ ਉਹਨਾਂ ਨੂੰ ਕੀ ਕਰਨਾ ਹੈ, ਆਪਣੇ ਐਕਸਪੀਰੀਅੰਸ ਦੇ ਆਧਾਰ ਤੇ ਉਹਨਾਂ ਦੇ ਵਿੱਚ ਨਵੀਂ ਜਾਣਕਾਰੀ ਐਡ ਕਰਨੀ ਹੈ, ਤੇ ਪੁਰਾਣੀ ਜੇਕਰ ਕੰਮ ਦੀ ਹੋਈ ਅਸੀਂ ਸਾਂਭ ਕੇ ਰੱਖਣੀ ਹੈ, ਨਹੀਂ ਕੰਮ ਦੀ ਤਾਂ ਅਸੀਂ ਉਹਨੂੰ ਖਤਮ ਕਰਨਾ ਹੈ ਨਾ। ਤਾਂ ਇਸ ਤਰੀਕੇ ਦੀ ਗੱਲ ਕੌਣ ਕਰਦਾ ਹੈ? ਜੀਨ ਪਿਆਜੇ ਕਰਦਾ। ਹੁਣ ਇਹ ਚੀਜ਼ ਨੂੰ ਸਮਝਾਉਣ ਵਾਸਤੇ ਕਿ ਇੱਕ ਖਾਕਾ ਜਿਹੜਾ ਬੱਚੇ ਦਾ, ਜਿਹੜਾ ਬੱਚੇ ਨੇ ਆਪਣੇ ਦਿਮਾਗ ਦੇ ਵਿੱਚ ਕੋਈ ਚੀਜ਼ ਬਿਠਾਈ ਹੋਈ ਹੈ, ਤਾਂ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ, ਇਹਨੂੰ ਸਮਝਾਉਣ ਵਾਸਤੇ ਸਾਡਾ ਜਿਹੜਾ ਜੀਨ ਪਿਆਜੇ ਹੈ ਉਹ ਕੁਝ ਸ਼ਬਦਾਂ ਦਾ ਸਹਾਰਾ ਲੈਂਦਾ। ਇੱਕ ਹੈਗਾ ਇਕੁਲਿਬ੍ਰੇਸ਼ਨ, ਇੱਕ ਹੈਗੀ ਹੈ ਅਡੈਪਟੇਸ਼ਨ, ਇੱਕ ਆਰਗੇਨਾਈਜੇਸ਼ਨ ਹੈ। ਇੱਕ ਸਾਡੇ ਕੋਲ ਜਿਹੜਾ ਅਡੈਪਟੇਸ਼ਨ ਹੈ ਇਹਦੇ ਦੋ ਪਾਰਟ ਨੇ, ਅਕਮੋਡੇਸ਼ਨ ਐਂਡ ਅਸੀਮੀਲੇਸ਼ਨ। ਤਾਂ ਮੋਸਟ ਆਫ ਦਾ ਕੁਐਸਚਨ ਜਿਹੜੇ ਪੁੱਛੇ ਜਾਂਦੇ ਨੇ ਇਹਨਾਂ ਦੋਨਾਂ ਦੇ ਵਿੱਚੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ। ਜਿਹੜੇ ਆ ਦੋ ਚੀਜ਼ਾਂ ਇਹਨਾਂ ਦੇ ਵਿੱਚੋਂ ਕੁਐਸਚਨ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ। ਪਹਿਲਾਂ ਅਸੀਂ ਉੱਪਰੋਂ ਦੇਖ ਲਈਏ ਇਕੁਲਿਬ੍ਰੇਸ਼ਨ ਦਾ ਮਤਲਬ ਕੀ ਹੁੰਦਾ ਹੈ, ਅਸੀਂ ਨੇ ਪੜ੍ਹੀ ਹੈ ਸਾਰਿਆਂ ਨੇ। ਇਹਨੂੰ ਅਸੀਂ ਬੋਲਦੇ ਹਾਂ ਸੰਤੁਲਨ। ਤੁਸੀਂ ਬੈਲੈਂਸ ਸਟੇਟ ਦੇ ਵਿੱਚ ਕਦੋਂ ਹੋਵੋਗੇ? ਜਦੋਂ ਜਾਨੀ ਕਿ ਕੋਈ ਚੀਜ਼ ਤੁਹਾਨੂੰ ਡਿਸਟਰਬ ਨਹੀਂ ਕਰ ਰਹੀ। ਮੰਨ ਲਓ ਤੁਹਾਨੂੰ ਹੁਣ ਪੇਪਰ ਦਾ ਸਿਲੇਬਸ ਹੈ, ਬਹੁਤ ਕੁਝ ਆਉਂਦਾ ਹੈ ਨਾ, ਅਸੀਂ ਸਾਰੇ ਤਿਆਰੀ ਕਰ ਰਹੇ ਹਾਂ। ਮੰਨ ਲਓ ਸਾਨੂੰ ਬਹੁਤ ਕੁਝ ਆ ਰਿਹਾ, ਜਿਹੜਾ ਸਿਲੇਬਸ ਸੀ ਤੁਸੀਂ ਮੰਨ ਲਓ ਸਬਜੈਕਟ ਦਾ ਸਿਲੇਬਸ ਸਾਰਾ ਕਵਰ ਕਰ ਲਿਆ, ਕਿਤਾਬ ਦੇ ਵਿੱਚ ਤੁਸੀਂ ਇੱਕ ਵੀ ਅੱਖਰ ਹੈ ਜਿਹੜਾ ਨਹੀਂ ਛੱਡਿਆ। ਹਰ ਇੱਕ ਚੀਜ਼ ਦੀ ਇਕੱਲੀ ਤੁਹਾਨੂੰ ਤਿਆਰੀ ਹੈ, ਜਾਨੀ ਕਿ ਕਿਹੜੀ ਸਟੇਟ ਚੋਂ? ਬੈਲੈਂਸ ਸਟੇਟ ਚੋਂ। ਪਰ ਹੁਣ ਜੇ ਅਸੀਂ ਦੇਖੀਏ ਕੱਲ ATT ਦਾ ਪੇਪਰ ਹੋਇਆ ਸੀ, ਉਹਦੇ ਬਿਹਾਫ ਦੇ ਉੱਪਰ ਇੱਕ ਅਜੰਪਸ਼ਨ ਲਾਈਏ ਕਿ ਕੱਲ ਜਿਵੇਂ ਉਹਨਾਂ ਦਾ ਸਬਜੈਕਟ ਹੈਗਾ ਸੀ ਉਹਦੇ ਵਿੱਚ SST, ਤਾਂ SST ਦੇ ਵਿੱਚ ਉਹਨਾਂ ਨੇ ਕੋਈ ਵੀ ਜਿਹੜਾ ਸਬਜੈਕਟ ਦੇ ਨਾਲ ਰੈਲੀਵੈਂਟ ਕੁਐਸਚਨ ਨਹੀਂ ਪਾਇਆ। ਉਹਨਾਂ ਨੇ ਸਾਰੀ ਦੀ ਸਾਰੀ ਕਰੰਟ ਅਫੇਅਰ ਪਾ ਦਿੱਤੀ, ਜਦ ਕਿ ਸਿਲੇਬਸ ਦੇ ਵਿੱਚ ਕਰੰਟ ਅਫੇਅਰ ਸਾਨੂੰ ਦਿੱਤੀ ਨਹੀਂ ਹੋਈ। ਤਾਂ ਹੁਣ ਤੁਹਾਡੇ ਵਾਸਤੇ ਵੀ ਕੀ ਹੈ, ਇੱਕ ਡਿਸਇਕੁਇਲਿਬ੍ਰਿਅਮ ਹੋ ਸਕਦਾ, ਤੁਸੀਂ ਅਸੰਤੁਲਿਤ ਹੋ ਸਕਦੇ ਹੋ ਕਿ ਜੇਕਰ ਉਹਨਾਂ ਦੇ ਪੇਪਰ ਦੇ ਵਿੱਚ ਉਹਨਾਂ ਨੇ ਕਰੰਟ ਅਫੇਅਰ ਪਾਤਾ ਤਾਂ ਤੁਹਾਡੇ ਪੇਪਰ ਦੇ ਵਿੱਚ ਵੀ ਕਰੰਟ ਅਫੇਅਰ ਪਾਇਆ ਜਾ ਸਕਦਾ ਹੈ ਨਾ। ਤਾਂ ਜਾਣੀ ਕਿ ਕੁਝ ਸਮੇਂ ਦੇ ਲਈ ਜਿਹੜੀ ਸਾਡੀ ਬੈਲੈਂਸ ਦੇ ਵਿੱਚ ਸਟੇਟ ਸੀ ਕਿ ਅਸੀਂ ਸਬਜੈਕਟ ਦਾ ਸਾਰਾ ਕੁਝ ਪੜ੍ਹ ਲਿਆ, ਤਾਂ ਹੁਣ ਅਸੀਂ ਕਾਹਦੇ 'ਚ ਆ ਗਏ? ਡਿਸਬੈਲੈਂਸ ਦੇ ਵਿੱਚ ਆ ਗਏ, ਜਿਹੜੀ ਅਸੀਂ ਇੱਧਰ ਪ੍ਰੋਸੈਸ ਦੇ ਵਿੱਚ ਗੱਲ ਕਰਾਂਗੇ। ਕੁਝ ਸਮੇਂ ਦੇ ਲਈ ਡਿਸਬੈਲੈਂਸ ਹੋ ਗਿਆ, ਪਰ ਫਿਰ ਤੁਸੀਂ ਕੀ ਕਰੋਗੇ? ਤੁਸੀਂ ਹੁਣ ਜਾ ਕੇ ਕਰੰਟ ਅਫੇਅਰ ਹੈ ਜਿਹੜਾ ਉਹ ਵੀ ਕਵਰ ਕਰ ਲਓਗੇ। ਜਦੋਂ ਕਰੰਟ ਅਫੇਅਰ ਕਵਰ ਹੋ ਗਿਆ ਤੁਸੀਂ ਫਿਰ ਦੁਬਾਰੇ ਫਿਰ ਕਿਹੜੀ ਸਟੇਟ ਦੇ ਵਿੱਚ ਆ ਜਾਓਗੇ? ਇਕੁਇਲਿਬ੍ਰਿਅਮ ਦੇ ਵਿੱਚ ਦੁਬਾਰੇ ਫਿਰ ਸੰਤੁਲਿਤ ਹੋ ਜਾਓਗੇ। ਤਾਂ ਇਹਨਾਂ ਚੀਜ਼ਾਂ ਬਾਰੇ ਗੱਲ ਕੌਣ ਕਰਦਾ? ਜੀਨ ਪਿਆਜੇ ਕਰਦਾ।
ਹੁਣ ਇਹਦੇ 'ਚ ਇੱਕ ਇਹ ਬੋਲਦਾ ਹੈ ਆਰਗੇਨਾਈਜੇਸ਼ਨ ਕਰਨੀ, ਯਾਨੀ ਕਿ ਤੁਸੀਂ ਕਲਾਸੀਫਾਈ ਕਰ ਸਕਦੇ ਹੋ ਇਨਫੋਰਮੇਸ਼ਨ ਨੂੰ। ਖਿਚੜੀ ਨਹੀਂ ਪੱਕਦੀ ਸਾਡੇ ਬ੍ਰੇਨ ਦੇ ਅੰਦਰ ਕਿਸੇ ਚੀਜ਼ ਦੀ, ਤਾਂ ਹਰ ਚੀਜ਼ ਹੈ ਜਿਹੜੀ ਤੁਹਾਨੂੰ ਪਤਾ ਹੈ ਕਿ ਲਾਲ ਰੰਗ ਕਿਹੜਾ ਜੀ, ਹਰਾ ਰੰਗ ਕਿਹੜਾ, ਪੀਲਾ ਰੰਗ ਕਿਹੜਾ, ਤਾਂ ਵੱਖੋ ਵੱਖਰੀਆਂ ਚੀਜ਼ਾਂ ਤੁਹਾਡੇ ਬ੍ਰੇਨ ਦੇ ਵਿੱਚ ਪਹਿਲਾਂ ਤੋਂ ਫਿੱਟ ਨੇ। ਤੁਸੀਂ ਚੀਜ਼ਾਂ ਨੂੰ ਕਲਾਸੀਫਾਈ ਕਰ ਸਕਦੇ ਹੋ। ਤੁਸੀਂ ਜਿਓਗ੍ਰਾਫੀਕਲ ਬੇਸਿਸ ਤੇ ਦੱਸ ਸਕਦੇ ਹੋ ਕਿ ਪੰਜਾਬ ਜਿਹੜਾ ਹੈ ਜਿਓਗ੍ਰਾਫੀਕਲ ਕਿਹੜੇ ਜਿਓਗ੍ਰਾਫੀਕਲ ਏਰੀਆ ਦੇ ਵਿੱਚ ਆਉਂਦਾ ਹੈ, ਕੇਰਲਾ ਜਿਹੜਾ ਉਹ ਕਿੱਥੇ ਆਉਂਦਾ ਹੈ ਨਾ, ਵੈਸਟ ਬੰਗਾਲ ਕਿਹੜੀ ਸਾਈਡ ਤੇ ਹੈ ਨਾ, ਯਾਨੀ ਕਿ ਹਰ ਇੱਕ ਚੀਜ਼ ਅਸੀਂ ਕਲਾਸੀਫਾਈ ਕਰ ਸਕਦੇ ਹਾਂ ਜਿਹੜੇ ਵੀ ਬੇਸਿਸ ਦੇ ਉੱਪਰ ਕਲਾਸੀਫਾਈ ਕਰਨੀ ਹੋਵੇ ਅਸੀਂ। ਤਾਂ ਆਰਗੇਨਾਈਜੇਸ਼ਨ ਪਲੱਸ ਕਲਾਸੀਫਿਕੇਸ਼ਨ ਹੋ ਗਿਆ। ਅਡੈਪਟੇਸ਼ਨ ਹੈ ਜਿਹੜੀ ਇਹ ਦੋ ਚੀਜ਼ਾਂ ਦੇ ਵਿੱਚ ਹੈਗੀ ਹੈ ਸਾਡੇ ਕੋਲ, ਇੱਕ ਹੈਗੀ ਹੈ ਅਕਮੋਡੇਸ਼ਨ, ਦੂਸਰੀ ਸਾਡੇ ਕੋਲ ਹੈਗੀ ਹੈ ਐਸੀਮੀਲੇਸ਼ਨ। ਹੁਣ ਅਕਮੋਡੇਸ਼ਨ ਕੀ ਹੈ? ਅਕਮੋਡੇਸ਼ਨ ਜਦੋਂ ਤੁਹਾਡੇ ਕੋਲ ਇੱਕ ਖਾਕਾ ਤਿਆਰ ਹੋਇਆ ਹੈ, ਕੋਈ ਤੁਹਾਡੇ ਕੋਲ ਪੁਰਾਣੀ ਜਾਣਕਾਰੀ ਹੈਗੀ ਸੀ, ਹੁਣ ਉਸ ਜਾਣਕਾਰੀ ਨੂੰ ਜਦੋਂ ਤੁਹਾਨੂੰ ਮੋਡੀਫਾਈ ਕਰਨਾ ਪੈ ਗਿਆ, ਇੱਥੇ 3 ਵਰਡ ਲਿਖੇ ਹੋਏ ਨੇ, ਉਸ ਇਨਫੋਰਮੇਸ਼ਨ ਦੇ ਵਿੱਚ ਤੁਹਾਨੂੰ ਐਡਜਸਟਮੈਂਟ ਕਰਨੀ ਪੈਗੀ, ਮੈਨੂਪਲੇਟ ਯਾਨੀ ਕਿ ਉਹਨੂੰ ਬਦਲਣਾ ਪੈ ਗਿਆ, ਮੋਡੀਫਾਈ ਯਾਨੀ ਕਿ ਉਹਨੂੰ ਚੇਂਜ ਕਰਨਾ ਪੈ ਗਿਆ। ਹੁਣ ਜਾਂ ਤਾਂ ਤੁਸੀਂ ਸਾਰੀ ਦੀ ਸਾਰੀ ਉਹ ਸੂਚਨਾ ਸੀ ਜਿਹੜੀ ਉਹ ਚੇਂਜ ਕਰਤੀ, ਜਾਂ ਫਿਰ ਇੱਕ ਨਵਾਂ ਹੀ ਖਾਕਾ ਤਿਆਰ ਕਰ ਲਿਆ, ਤਾਂ ਇਸ ਪ੍ਰੋਸੈਸ ਨੂੰ ਉਹ ਕਾਹਦਾ ਨਾਮ ਦਿੰਦਾ ਹੈ? ਅਕਮੋਡੇਸ਼ਨ ਦਾ। ਯਾਨੀ ਕਿ ਇਹਨੂੰ ਕੀ ਕਹਿੰਦਾ ਉਹਨੇ ਪੰਜਾਬੀ ਜਿਹਨੂੰ ਬੋਲਦੇ ਨੇ ਸਮਾਯੋਜਨ। ਹੁਣ ਦੂਸਰੇ ਪਾਸੇ ਜਦੋਂ ਤੁਸੀਂ ਨਵੀਂ ਚੀਜ਼ ਐਡ ਕਰੋਗੇ ਆਪਣੇ ਅੰਦਰ, ਤਾਂ ਉਹਨੂੰ ਤੁਸੀਂ ਪੁਰਾਣੀ ਦੇ ਨਾਲ ਵੀ ਆਪਣਾ ਸੰਬੰਧ ਸਥਾਪਿਤ ਕਰਨ ਵਾਸਤੇ ਵਰਤੋਗੇ। ਯਾਨੀ ਕਿ ਪਹਿਲਾਂ ਵਾਲੀ ਜਾਣਕਾਰੀ ਤੇ ਜਿਹੜੀ ਹੋਣ ਵਾਲੀ ਜਾਣਕਾਰੀ ਹੈ ਉਹਦੇ ਵਿੱਚ ਸੰਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰੋਗੇ, ਯਾਨੀ ਕਿ ਐਸੀਮਿਲੇਟ ਕਰਨ ਦੀ ਕੋਸ਼ਿਸ਼ ਕਰੋਗੇ। ਹੁਣ ਜਦੋਂ ਤੁਸੀਂ ਪੁਰਾਣੀ ਜਾਣਕਾਰੀ ਤੇ ਨਵੀਂ ਜਾਣਕਾਰੀ ਦੇ ਵਿੱਚ ਕੋਈ ਕਨੈਕਸ਼ਨ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਇਟ ਮੀਨਸ ਅਸੀਂ ਕਿਹੜੀ ਸਟੇਟ 'ਚ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ? ਇਕੁਇਲਿਬ੍ਰੇਸ਼ਨ ਦੇ ਵਿੱਚ, ਅਸੀਂ ਸੰਤੁਲਿਤ ਸਟੇਜ ਦੇ ਵਿੱਚ ਜਾਣ ਦੀ ਗੱਲ ਕਰ ਰਹੇ ਹਾਂ। ਹੁਣ ਫੋਰ ਐਗਜ਼ਾਮਪਲ ਇੱਧਰ ਇਹਨੇ ਪ੍ਰੋਸੈਸ ਸਮਝਾਇਆ ਕਿ ਐਕਚੁਅਲ ਦੇ ਵਿੱਚ ਇਹ ਸਾਰਾ ਪ੍ਰੋਸੈਸ ਹੈ ਜਿਹੜਾ ਕੰਮ ਕਿਵੇਂ ਕਰੂਗਾ। ਤਾਂ ਇੱਕ ਤਾਂ ਉਹਨੇ ਇਹ ਰਾਉਂਡ ਟੇਬਲ ਦਿੱਤਾ ਹੋਇਆ ਸਾਨੂੰ, ਇਹਦੇ 'ਚ ਉਹ ਕੀ ਕਹਿੰਦਾ ਹੈ ਕਿ ਸਾਡੇ ਕੋਲ ਮੰਨ ਲਓ ਇੱਕ ਸਕੀਮਾ, ਜਿਹਨੂੰ ਅਸੀਂ ਖਾਕਾ ਕਿਹਾ ਸੀ, ਜਿਸ ਨੂੰ ਅਸੀਂ ਇੱਕ ਕਮਰਾ ਕਿਹਾ ਸੀਗਾ ਕਿ ਬੱਚੇ ਨੇ ਆਪਣੇ ਅੰਦਰ ਕੀ ਹੈ ਕੋਈ ਸਕੀਮਾ ਤਿਆਰ ਕੀਤਾ ਹੋਇਆ, ਕੋਈ ਖਾਕਾ ਪਹਿਲਾਂ ਤੋਂ ਤਿਆਰ ਕੀਤਾ ਹੋਇਆ। ਹੁਣ ਉਹਦੇ ਕੋਲ ਕੋਈ ਨਵੀਂ ਜਾਣਕਾਰੀ ਆ ਗਈ, ਯਾਨੀ ਕਿ ਉਹ ਕੀ ਕਰ ਰਿਹਾ ਹੈ? ਅਕਮੋਡੇਟ ਕਰ ਰਿਹਾ ਹੈ। ਪੁਰਾਣੀ ਨੂੰ ਕੀ ਕਰੂਗਾ? ਉਹ ਮੋਡੀਫਾਈ ਕਰੂਗਾ, ਉਹਦੇ ਵਿੱਚ ਮੈਨੂਪੂਲੇਸ਼ਨ ਕਰੂਗਾ ਤੇ ਜਾਂ ਫਿਰ ਉਸ ਨੂੰ ਐਡਜਸਟ ਕਰੂਗਾ। ਹੁਣ ਐਡਜਸਟ ਕਰਨ ਤੋਂ ਬਾਅਦ ਅਗਲਾ ਪਾਰਟ ਕਿਹੜਾ, ਜਦੋਂ ਐਡਜਸਟ ਹੋ ਗਿਆ ਉਹਨੂੰ ਬੋਲਾਂਗੇ ਅਸੀਂ ਐਸੀਮਿਲੇਸ਼ਨ। ਹੁਣ ਸਾਡੇ ਕੋਲ ਇੱਕ ਖਾਕਾ ਸੀ ਜਿਹੜਾ ਪਹਿਲਾਂ ਵਾਲਾ, ਉਹਦੇ 'ਚ ਅਸੀਂ ਕੋਈ ਨੌਲੇਜ ਐਡ ਕਰਕੇ ਆਪਣੇ ਕੋਲ ਸੰਭਾਲ ਕੇ ਰੱਖ ਲਈ, ਜਾਣੀ ਕਿ ਅਸੀਂ ਖੁਦ ਦੀ ਨੌਲੇਜ ਕੀ ਕਰ ਲਈ? ਅਪਡੇਟ ਕਰ ਲਈ। ਹੁਣ ਅਪਡੇਟ ਕਰਨ ਤੋਂ ਪਹਿਲਾਂ ਬਾਅਦ ਜਿਹੜਾ ਉਹ ਸਕੀਮਾ ਸੀ ਸਾਡਾ ਪਹਿਲਾਂ ਵਾਲਾ, ਉਹ ਪਹਿਲਾਂ ਵਾਲਾ ਨਹੀਂ ਰਿਹਾ, ਉਹਦੇ ਵਿੱਚ ਕੀ ਹੋ ਗਿਆ? ਹੁਣ ਬਦਲਾਅ ਹੋ ਗਿਆ। ਹੁਣ ਹੋ ਸਕਦਾ ਇੱਥੇ ਕੋਈ ਹੋਰ ਦੁਬਾਰੇ ਇਨਫੋਰਮੇਸ਼ਨ ਆ ਜੀ, ਦੁਬਾਰੇ ਫਿਰ ਉਹੀ ਖਾਕਾ ਹੈ ਜਿਹੜਾ ਸਾਨੂੰ ਉਹ ਚੇਂਜ ਕਰਨਾ ਪਏਗਾ। ਮੰਨ ਲਓ ਅਸੀਂ ਸਪੋਰਟਸ ਦਾ ਸਮਾਨ ਹੈ ਸਾਡੇ ਸਕੂਲ ਦੇ ਵਿੱਚ, ਤਾਂ ਆਪਾਂ ਸਕੂਲ ਦੇ ਵਿੱਚ ਸਪੋਰਟਸ ਦਾ ਸਮਾਨ ਹੈ ਜਿਹੜਾ ਹਰ ਸਾਲ ਮੰਗਵਾਉਂਦੇ ਆ, ਹਰ ਸਾਲ ਖਰਾਬ ਹੋ ਜਾਂਦਾ, ਫਿਰ ਅਸੀਂ ਕੀ ਕਰਦੇ ਹਾਂ? ਨਵਾਂ ਮੰਗਵਾ ਲੈਂਦੇ ਹਾਂ। ਤਾਂ ਜਿਵੇਂ ਜਿਵੇਂ ਜਿਹੜੀਆਂ ਧਾਰਨਾਵਾਂ ਪੁਰਾਣੀਆਂ ਨੇ ਸਾਡੀਆਂ ਉਹ ਬਦਲਦੀਆਂ ਜਾਂਦੀਆਂ ਨੇ, ਅਸੀਂ ਨਵੀਆਂ ਧਾਰਨਾਵਾਂ ਉਹਨਾਂ ਦੇ ਵਿੱਚ ਕੀ ਕਰਦੇ ਜਾਂਦੇ ਹਾਂ? ਐਡ ਕਰਦੇ ਜਾਂਦੇ ਹਾਂ। ਉਹ ਇਹ ਚੀਜ਼ ਕਿਤੇ ਲਾਗੂ ਕਰ ਰਿਹਾ ਦੀਨ ਪਿਆਰੇ, ਉਹ ਬੱਚਿਆਂ ਦੇ ਲਾਗੂ ਕਰ ਰਿਹਾ ਕਿ ਬੱਚੇ ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਨਹੀਂ ਸਿੱਖ ਜਾਂਦੇ, ਉਹ ਇੱਕ ਇੱਕ ਸ਼ਬਦ ਕਰਕੇ ਹੌਲੀ ਹੌਲੀ ਆਪਣਾ ਭੰਡਾਰ ਹੈ ਜਿਹੜਾ ਉਹ ਵਧਾਉਂਦੇ ਨੇ। ਹੁਣ ਕੀ ਕਹਿੰਦਾ ਕਿ ਮੰਨ ਲਓ ਅਸੀਂ ਕੋਈ ਇੱਕ ਖਾਕਾ ਸੀ ਜਿਹੜਾ ਐਸੀਮਿਲੇਟ ਕਰਕੇ ਰੱਖ ਲਿਆ, ਮਤਲਬ ਕੀ ਹੈ ਕਿ ਇੱਕ ਕੋਈ ਚੀਜ਼ ਉੱਡੀ ਜਾਂਦੀ ਸੀ, ਇੱਕ ਛੋਟਾ ਬੱਚਾ ਖੜਾ ਸੀ, ਕੋਈ ਚੀਜ਼ ਉੱਡ ਕੇ ਲੰਘ ਗਈ, ਤਾਂ ਤੁਸੀਂ ਉਹਨੂੰ ਕਹਿਤਾ ਬੱਚੇ ਨੂੰ ਕਿ ਕੀ ਚੀਜ਼ ਹੈ? ਇਹ ਪੰਛੀ ਹੈ, ਠੀਕ ਹੈ। ਹੁਣ ਉੜਦਾ ਦੇਖਿਆ ਬੱਚਾ ਸੀ ਜਿਹੜਾ ਉਹ ਡਿਸਿਪਲਿਨ ਦੇ ਵਿੱਚ ਸੀਗਾ, ਜਦੋਂ ਤੁਸੀਂ ਦੱਸਤਾ ਪੰਛੀ ਹੈ ਤਾਂ ਉਹ ਕਾਹਦੇ 'ਚ ਆ ਗਿਆ? ਸੰਤੁਲਨ ਦੇ ਵਿੱਚ ਆ ਗਿਆ, ਕਿ ਤੁਸੀਂ ਉਹਨੂੰ ਦੱਸਤਾ ਕਿ ਕੀ ਚੀਜ਼ ਹੈ? ਪੰਛੀ। ਹੁਣ ਅਗਲੇ ਦਿਨ ਕੀ ਹੋਇਆ? ਬੱਚਾ ਬਾਹਰ ਨਿਕਲਿਆ, ਫੇਰ ਕੁਝ ਉੱਡੀ ਜਾਂਦਾ ਸੀਗਾ, ਉਹ ਬੱਚੇ ਨੇ ਤੁਹਾਨੂੰ ਕਹਿਤਾ ਕਿ ਉਹ ਪੰਛੀ ਉੱਡਿਆ ਜਾਂਦਾ। ਹੁਣ ਉਹ ਪੰਛੀ ਐਕਚੁਅਲ ਦੇ ਵਿੱਚ ਕੀ ਸੀ? ਚਿੜੀ ਸੀ। ਹੁਣ ਤੁਸੀਂ ਬੱਚੇ ਨੂੰ ਦੱਸਣ ਦੀ ਕੋਸ਼ਿਸ਼ ਕਰੋਗੇ ਕਿ ਇਹ ਹੈਗਾ ਤਾਂ ਪੰਛੀ ਹੈ, ਪਰ ਇਹ ਪੰਛੀਆਂ ਦੇ ਵੀ ਅੱਗੇ ਜਿਹੜੀਆਂ ਕਿਸਮਾਂ ਹੁੰਦੀਆਂ ਨੇ, ਇਹ ਕੀ ਹੈ? ਚਿੜੀ ਹੈ। ਹੁਣ ਪਹਿਲਾਂ ਬੱਚੇ ਨੂੰ ਇੰਨਾ ਪਤਾ ਸੀ ਕਿ ਉੱਡਣ ਵਾਲੀ ਚੀਜ਼ ਕਿਹੜੀ ਹੁੰਦੀ ਹੈ? ਪੰਛੀ ਹੁੰਦਾ। ਹੁਣ ਤੁਸੀਂ ਉਹਨੂੰ ਇੱਕ ਕੈਟਾਗਰੀ ਹੋਰ ਦਿੱਤੀ ਕਿ ਕੀ ਹੈ? ਇਹ ਚਿੜੀ ਹੈ। ਹੁਣ ਚਿੜੀ ਉਹਦੇ ਵਾਸਤੇ ਕੀ ਹੋ ਗਈ? ਨਵੀਂ ਸਿਚੁਏਸ਼ਨ ਹੋ ਗਈ, ਉਹਨੂੰ ਤੁਸੀਂ ਨਵੀਂ ਸਥਿਤੀ ਦੇ ਵਿੱਚ ਪਾਤਾ, ਉਹਨੂੰ ਇੱਕ ਨਵੀਂ ਟਰਮ ਦੇਤੀ, ਇੱਕ ਨਵਾਂ ਸ਼ਬਦ ਦੇਤਾ। ਹੁਣ ਜਦੋਂ ਨਵਾਂ ਸ਼ਬਦ ਆ ਗਿਆ, ਹੁਣ ਬੱਚਾ ਆ ਗਿਆ ਵੀ ਪੰਛੀ ਵੀ ਉੜਦਾ, ਚਿੜੀ ਵੀ ਉੜਦੀ ਹੈ ਨਾ, ਦੋਨੇ ਚੀਜ਼ਾਂ ਕੀ ਹੋ ਰਹੀਆਂ ਨੇ? ਉੱਡ ਰਹੀਆਂ ਨੇ। ਹੁਣ ਉਹ ਫੇਰ ਕੀ ਹੋ ਗਿਆ? ਇੱਥੇ ਡਿਸਇਕੁਇਲਿਬ੍ਰਿਅਮ ਆ ਗਿਆ ਉਹਦੇ ਵਿੱਚ ਕੀ ਹੋ ਗਿਆ? ਦੁਬਾਰੇ ਫਿਰ ਅਸੰਤੁਲਿਤ ਹੋ ਗਿਆ ਵੀ ਉੱਡਣ ਵਾਲੀ ਚੀਜ਼ ਆ ਉਹ ਪੰਛੀ ਹੁੰਦੀ ਹੈ ਕਿ ਫਿਰ ਉਹ ਚਿੜੀ ਹੈ। ਪਰ ਫਿਰ ਉਹ ਅਕਮੋਡੇਟ ਕਰਦਾ ਹੈ, ਜਿਹੜਾ ਪੁਰਾਣਾ ਖਾਕਾ ਦਿਮਾਗ 'ਚ ਉਹਦੇ 'ਚ ਤਿਆਰ ਹੋਇਆ ਸੀ ਉਹਦੇ 'ਚ ਉਹ ਚੇਂਜ ਕਰਨਾ ਸ਼ੁਰੂ ਕਰਦਾ। ਉਹ ਘਰ ਦੇ ਨੂੰ ਸਮਝਾਉਂਦੇ ਨੇ ਜਾਂ ਤੁਸੀਂ ਉਹਨੂੰ ਸਮਝਾਉਂਦੇ ਹੋ ਕਿ ਜਿਹੜੀ ਵੀ ਕੋਈ ਚੀਜ਼ ਉੱਡਦੀ ਹੈ ਉਹਨੂੰ ਅਸੀਂ ਕੀ
ਕਹਿੰਦੇ ਆ, ਪੰਛੀ ਕਹਿੰਦੇ ਆ, ਪਰ ਪੰਛੀ ਇੱਕੋ ਤਰ੍ਹਾਂ ਦੇ ਨਹੀਂ, ਬਹੁਤ ਤਰ੍ਹਾਂ ਦੇ ਨੇ ਤੇ ਉਹ ਬਹੁਤ ਤਰ੍ਹਾਂ ਦੇ ਵਿੱਚੋਂ ਚਿੜੀ ਹੈ ਜਿਹੜੀ ਉਹ ਵੀ ਕੀ ਹੈ, ਇੱਕ ਕਿਸਮ ਹੈ। ਹੁਣ ਬੱਚਾ ਇਹ ਗੱਲ ਸਮਝ ਗਿਆ, ਉਹਨੇ ਅਕੋਮੋਡੇਟ ਕਰ ਲਈ, ਉਹਨੇ ਆਪਣਾ ਖਾਕਾ ਚੇਂਜ ਕਰ ਲਿਆ ਕਿ ਉੱਡਣ ਵਾਲੀ ਚੀਜ਼ ਕੀ ਹੁੰਦੀ ਹੈ, ਪੰਛੀ ਹੁੰਦਾ, ਤੇ ਚਿੜੀ ਹੈ ਜਿਹੜੀ ਉਹ ਚਿੜੀ ਪੰਛੀਆਂ ਦੀ ਇੱਕ ਕਿਸਮ ਹੈ। ਤਾਂ ਇਸ ਤੋਂ ਬਾਅਦ ਉਹ ਇਸ ਜਾਣਕਾਰੀ ਨਾਲ ਕੀ ਹੋ ਗਿਆ, ਸੰਤੁਲਿਤ ਹੋ ਗਿਆ। ਠੀਕ ਹੈ, ਹੁਣ ਸੰਤੁਲਿਤ ਹੋਣ ਤੋਂ ਬਾਅਦ ਅਗਲੇ ਦਿਨ ਕੋਈ ਚੀਜ਼ ਹੋਰ ਉੱਡੀ ਜਾਂਦੀ ਸੀ। ਹੁਣ ਉਹ ਉੱਡਣ ਵਾਲਾ ਆਏਗਾ ਸੀ ਜਹਾਜ਼। ਹੁਣ ਬੱਚਾ ਉੱਡਣ ਵਾਲੀ ਚੀਜ਼ ਨੂੰ ਕੀ ਸਮਝਿਆ ਹੋਇਆ ਹਾਲੇ ਤੱਕ ਵੀ ਪੰਛੀ ਉੱਡ ਸਕਦਾ, ਹਾਲੇ ਤੱਕ ਉਹਨੇ ਜਹਾਜ਼ ਦੇਖਿਆ ਨਹੀਂ ਸੀ। ਹੁਣ ਫੇਰ ਕੀ ਹੋਇਆ, ਉਹ ਬੱਚਾ ਉਹਨੂੰ ਕਹੂਗਾ ਪੰਛੀ ਕਹਿ ਸਕਦਾ, ਚਿੜੀ ਦਾ ਪੁੱਛ ਸਕਦਾ ਵੀ ਇਹ ਕਿਸ ਪੰਛੀ ਦੀ ਕਿਸਮ ਹੈ। ਹੁਣ ਫੇਰ ਪ੍ਰੋਬਲਮ ਪੈਦਾ ਹੋ ਗਈ, ਹੁਣ ਘਰ ਦੇ ਕਹਿਣਗੇ ਵੀ ਇਹ ਪੰਛੀ ਦੀ ਕੀ ਚੀਜ਼ ਹੈ, ਜਹਾਜ਼ ਆ। ਹੁਣ ਉਹਦੇ ਸਾਹਮਣੇ ਫੇਰ ਕੀ ਹੋ ਗਈ, ਇੱਕ ਨਵੀਂ ਸਥਿਤੀ ਖੜੀ ਹੋ ਗਈ, ਇੱਕ ਨਵੀਂ ਸਿਚੁਏਸ਼ਨ, ਇੱਕ ਨਵੀਂ ਮੁਸ਼ਕਿਲ ਉਹਦੇ ਸਾਹਮਣੇ ਪੈਦਾ ਹੋ ਗਈ। ਜਦੋਂ ਨਵੀਂ ਮੁਸ਼ਕਿਲ ਪੈਦਾ ਹੋਊਗੀ ਫੇਰ ਕੀ ਹੋਊਗਾ, ਫੇਰ ਕਿਹੜੀ ਸਟੇਟ ਚਲਾ ਜਾਊਗਾ, ਉਹ ਅਸੰਤੁਲਿਤ ਸਟੇਟ ਚਲਾ ਜਾਊਗਾ। ਹੁਣ ਉਹ ਸੋਚੂਗਾ ਵੀ ਉੜਦਾ ਪੰਛੀ ਸੀ, ਇਹਨਾਂ ਨੇ ਆਖਿਆ ਚਿੜੀ ਕੀ ਸੀਗੀ, ਇੱਕ ਪੰਛੀ ਦੀ ਕਿਸਮ ਸੀ, ਪਰ ਹੁਣ ਜਹਾਜ਼ ਵੀ ਉੱਡਣ ਲੱਗ ਗਿਆ ਜਿਹੜਾ ਕਿ ਪੰਛੀਆਂ ਦੇ ਵਿੱਚ ਨਹੀਂ ਆਉਂਦਾ। ਹੁਣ ਹੌਲੀ ਹੌਲੀ ਫਿਰ ਘਰ ਦੇ ਉਹਨੂੰ ਕੀ ਹੈ, ਜਾਂ ਤੁਸੀਂ ਸਿਖਾਓਗੇ ਜਾਂ ਹੌਲੀ ਹੌਲੀ ਉਹ ਆਪਦੇ ਆਪ ਇਹ ਗਿਆਨ ਗ੍ਰਹਿਣ ਕਰੂਗਾ ਵੀ ਨਹੀਂ ਯਾਰ ਇਹ ਚੀਜ਼ ਹੈ ਜਿਹੜੀ ਬੰਦੇ ਨੇ ਬਣਾਈ ਹੈ, ਤੇ ਇਹ ਚੀਜ਼ ਦੇ ਵਿੱਚ ਇਹੋ ਜਿਹੀਆਂ ਅਸੀਂ ਨੇ ਡਿਵਾਈਸਿਸ ਫਿੱਟ ਕੀਤੀਆਂ ਨੇ ਕਿ ਇਹ ਕੀ ਹੋ ਸਕਦੀ ਹੈ, ਉੱਡ ਸਕਦੀ ਹੈ। ਉਹਨੇ ਜਿਹੜੀ ਪੁਰਾਣੀ ਇਨਫੋਰਮੇਸ਼ਨ ਸੀਗੀ ਕਿ ਇਕੱਲਾ ਪੰਛੀ ਉੱਡ ਸਕਦਾ, ਤਾਂ ਹੁਣ ਉਹਨੇ ਕੀ ਬਣਾ ਲਿਆ ਕਿ ਕੌਣ ਉੱਡ ਸਕਦਾ, ਜਹਾਜ਼ ਵੀ ਉੱਡ ਸਕਦਾ। ਇਹਨੇ ਇਸ ਜਾਣਕਾਰੀ ਨੂੰ ਐਸੀਮੂਲੇਟ ਕਰਕੇ ਇੱਕ ਖਾਕਾ ਹੋਰ ਤਿਆਰ ਕਰਤਾ ਕਿ ਕੀ ਚੀਜ਼ ਉੱਡਦੀ ਹੈ, ਜਹਾਜ਼। ਹੁਣ ਹੋ ਸਕਦਾ ਕੱਲ੍ਹ ਨੂੰ ਰੋਕੇਟ ਆ ਗਿਆ, ਕੋਈ ਹੋਰ ਚੀਜ਼ ਆ ਗਿਆ ਨਾ, ਜਾਨੀ ਕਿ ਉਹ ਕੀ ਹੈ, ਜਿਹੜੀ ਉਹਦੇ ਕੋਲੇ ਐਗਜ਼ਿਸਟਿੰਗ ਨੌਲੇਜ ਹੈ। ਐਗਜ਼ਿਸਟਿੰਗ ਦਾ ਮਤਲਬ ਕੀ ਹੈ ਕਿ ਜਿਹੜੇ ਕੋਲੇ ਤੁਹਾਡੇ ਕੋਲ ਗਿਆਨ ਪਹਿਲਾਂ ਤੋਂ ਹੀ ਮੌਜੂਦ ਹੈ, ਤੁਸੀਂ ਉਸੇ ਗਿਆਨ ਨੂੰ ਕੀ ਕਰਦੇ ਜਾ ਰਹੇ ਹੋ, ਮੋਡੀਫਾਈ ਕਰਦੇ ਜਾ ਰਹੇ ਹੋ, ਅਪਡੇਟ ਕਰਦੇ ਜਾ ਰਹੇ ਹੋ ਉਸੇ ਗਿਆਨ ਨੂੰ। ਤੇ ਜਦੋਂ ਅਸੀਂ ਇਸ ਏਜ ਦੇ ਵਿੱਚ ਆ ਗਏ, ਅਸੀਂ ਚੀਜ਼ਾਂ ਨੂੰ ਸੌਖੀਆਂ ਸਮਝ ਜਾਂਦੇ ਹਾਂ। ਬੱਚੇ ਵਾਸਤੇ ਇਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਿਆਦਾ ਔਖਾ ਹੈ। ਹੁਣ ਮੰਨ ਲਓ ਕਿ ਇਹੀ ਬੱਚਾ ਸੀ, ਇੱਕ ਭੂਤਾਂ ਪ੍ਰੇਤਾਂ 'ਚ ਆਪਾਂ ਵਿਸ਼ਵਾਸ ਨਹੀਂ ਕਰਦੇ, ਮੰਨ ਲਓ ਕਿ ਉਹ ਕਿਸੇ ਬੰਦੇ ਨੂੰ ਉੱਡਦਾ ਦੇਖ ਲੈਂਦਾ, ਕੋਈ ਬੰਦਾ ਉੱਡਣ ਲੱਗ ਜਾਂਦਾ ਕਮਰੇ 'ਚ। ਹੁਣ ਬੱਚਾ ਉਹਨੂੰ ਦੇਖ ਕੇ ਹੱਸ ਸਕਦਾ, ਤੇ ਉੱਥੇ ਅਸੀਂ ਬੈਠੇ ਹੋਏ ਅਸੀਂ ਡਰ ਸਕਦੇ ਹਾਂ, ਕਿਉਂਕਿ ਅਸੀਂ ਰਿਐਲਿਟੀ ਦੇ ਨੇੜੇ ਆ ਕਿ ਬੰਦਾ ਐਵੇਂ ਉੱਡ ਨਹੀਂ ਸਕਦਾ ਨਾ, ਕਿਉਂਕਿ ਬੰਦੇ ਕੋਲ ਉੱਡਣ ਲਈ ਖੰਭ ਹੋਣੇ ਚਾਹੀਦੇ ਨੇ, ਖੰਭਾਂ ਨਾਲ ਉੱਡ ਸਕਦਾ। ਪਰ ਬੱਚਾ ਉਸੇ ਚੀਜ਼ ਦੇ ਉੱਪਰ ਕੀ ਹੋ ਸਕਦਾ, ਹੱਸ ਸਕਦਾ ਕਿ ਜਿਵੇਂ ਪੰਛੀ ਉੱਡਿਆ ਸੀ, ਚਿੜੀ ਉੱਡੀ ਸੀ, ਜਹਾਜ਼ ਵੀ ਉੱਡ ਗਿਆ, ਬੰਦਾ ਵੀ ਉੱਡ ਸਕਦਾ ਹੈ ਨਾ। ਜਾਨੀ ਕਿ ਬੱਚਾ ਹਲੇ ਕੀ ਹੈ, ਗਰੋਇੰਗ ਸਟੇਜ ਦੇ ਵਿੱਚ ਹੈ। ਆਲੇ ਦੁਆਲੇ ਵਾਲੀਆਂ ਚੀਜ਼ਾਂ ਉਹਨੂੰ ਕੀ ਕਰ ਰਹੀਆਂ ਨੇ, ਸਿਖਾ ਰਹੀਆਂ ਨੇ। ਜਿਹੜੇ ਉਹਦੇ ਬ੍ਰੇਨ ਦੇ ਵਿੱਚ ਸਕੀਮਾਜ਼ ਬਣੇ ਹੋਏ ਨੇ, ਜਿਹੜੇ ਉਹਦੇ ਬ੍ਰੇਨ ਦੇ ਵਿੱਚ ਖਾਕੇ ਬਣੇ ਹੋਏ ਨੇ, ਉਹ ਕੀ ਕਰ ਰਿਹਾ, ਉਹਨਾਂ ਨੂੰ ਟਾਈਮ ਤੇ ਅਪਡੇਟ ਕਰ ਰਿਹਾ। ਅਪਡੇਟ ਕਿਵੇਂ ਕਰੂਗਾ, ਫਿਰ ਉਹ ਅਗਲੇ ਪ੍ਰੋਸੈਸ ਦੇ ਵਿੱਚ ਦੱਸਦਾ ਕਿ ਕਿਹੜੇ ਤਰੀਕੇ ਨਾਲ ਅਪਡੇਟ ਹੋਊਗਾ। ਤਾਂ ਇਹਦੀ ਇੱਕ ਚੀਜ਼ ਹੈ ਜਿਹੜੀ ਉਹ ਬੜੀ ਇਹਦੀ ਆਹ ਚੀਜ਼ ਬੜੀ ਇੰਪੋਰਟੈਂਟ ਹੈ। ਇਹ ਵੀ ਬੜਾ ਕਨਫਿਊਜ਼ਨ ਹੈ ਵੀ ਹੁਣ ਕੁਛ ਕੀ ਕਹਿੰਦੇ ਨੇ, ਕੁਛ ਸਾਈਕੋਲੋਜਿਸਟ ਕਹਿੰਦੇ ਨੇ ਕਿ ਲਰਨਿੰਗ ਦੇ ਨਾਲ ਡਿਵੈਲਪਮੈਂਟ ਹੁੰਦੀ ਹੈ, ਕਿ ਜਦੋਂ ਬੰਦਾ ਸਿੱਖੀ ਜਾਂਦਾ, ਸਿੱਖਣ ਦੇ ਨਾਲ ਕੀ ਹੋਈ ਜਾਂਦਾ, ਵਿਕਾਸ ਹੋ ਰਿਹਾ ਹੈ। ਪਰ ਕੁਝ ਬੰਦੇ ਜਿਵੇਂ ਇਹ ਜੀਨ ਤੇ ਕੀ ਕਹਿੰਦਾ ਵਿਕਾਸ ਦੇ ਨਾਲ ਲਰਨਿੰਗ ਹੋਊਗੀ। ਜਿਵੇਂ ਜਿਵੇਂ ਤੁਸੀਂ ਵੱਡੇ ਹੋਈ ਜਾਓਗੇ, ਤੁਸੀਂ ਕੀ ਹੋਈ ਜਾਓਗੇ, ਲਰਨਿੰਗ ਕਰੀ ਜਾਓਗੇ। ਹੁਣ ਇੱਕ ਛੋਟਾ ਬੱਚਾ ਹੈ ਨਾ, ਇੱਕ ਛੋਟਾ ਜਿਹਾ ਬੱਚਾ ਹੈ ਕਿ ਉਹ 20 ਸਾਲ ਵਾਲੇ ਬੱਚੇ ਵਾਲੀ ਐਕਟੀਵਿਟੀਆਂ ਕਰ ਸਕਦਾ। ਅਸੀਂ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਜਦੋਂ ਪੜ੍ਹਦੇ ਹਾਂ, ਪ੍ਰਿੰਸੀਪਲਸ ਆਫ ਸਪੋਰਟਸ ਸਾਇੰਸ ਪੜ੍ਹਦੇ ਹਾਂ, ਕਿ ਅਸੀਂ ਉਹਦੇ ਵਿੱਚ ਏਜ ਦਾ ਖਿਆਲ ਰੱਖਦੇ ਹਾਂ ਕਿ ਜਦੋਂ ਕਿਸੇ ਨੂੰ ਵੀ ਅਸੀਂ ਸਪੋਰਟਸ ਟ੍ਰੇਨਿੰਗ ਦੇਣੀ ਹੈ ਤਾਂ ਉਹਨੂੰ ਕੀ ਦੇਵਾਂਗੇ, ਅਸੀਂ ਏਜ ਵਾਈਜ਼ ਦੇਵਾਂਗੇ, ਅਸੀਂ ਜੈਂਡਰ ਵਾਈਜ਼ ਵੀ ਦੇਵਾਂਗੇ। ਇਕੱਲੀ ਇਹ ਨਹੀਂ ਕਿ 2 ਸਾਲ ਦਾ ਤੇ 10 ਸਾਲ ਦੇ ਬੱਚੇ ਦਾ ਫਰਕ ਹੈ, ਤਾਂ ਅਸੀਂ ਕੁੜੀਆਂ ਤੇ ਮੁੰਡਿਆਂ ਨੂੰ ਕੀ ਕਰਾਂਗੇ, ਡਿਫਰੈਂਸ਼ੀਏਟ ਕਰਾਂਗੇ। ਉਸ ਤੋਂ ਬਾਅਦ ਗੇਮ ਵੀ ਦੇਖਾਂਗੇ, ਟ੍ਰੇਨਿੰਗ ਦੇਣ ਤੋਂ ਬਾਅਦ ਅਸੀਂ ਲੈਵਲ ਵੀ ਦੇਖਾਂਗੇ ਕਿਸ ਲੈਵਲ ਦੀ ਹੈ ਨਾ। ਤਾਂ ਕੀ ਹੈ, ਇਹ ਡਿਫਰੈਂਟ ਹੈ, ਹਰ ਇੱਕ ਚੀਜ਼ ਕੀ ਹੈ, ਵੱਖੋ ਵੱਖਰੀ ਹੈ। ਟ੍ਰੇਨਿੰਗ ਜਿਹੜੀ ਕਾਹਦੇ ਉੱਪਰ ਡਿਪੈਂਡ ਕਰ ਰਹੀ ਹੈ, ਬੱਚੇ ਦੀ ਜੈਂਡਰ ਉੱਪਰ ਵੀ ਡਿਪੈਂਡ ਹੈ ਤੇ ਉਸ ਦੀ ਏਜ ਦੇ ਉੱਪਰ ਵੀ ਡਿਪੈਂਡ ਕਰ ਰਹੀ ਹੈ। ਤਾਂ ਹੁਣ ਕੁਝ ਬੰਦੇ ਕੀ ਕਹਿ ਰਹੇ ਨੇ ਕਿ ਡਿਵੈਲਪਮੈਂਟ ਕਿਹਦੇ ਵੱਲ ਲੈ ਕੇ ਜਾ ਰਹੀ ਹੈ, ਸਾਨੂੰ ਲਰਨਿੰਗ ਦੇ ਵੱਲ ਲੈ ਕੇ ਜਾ ਰਹੀ ਹੈ। ਕੁਝ ਬੰਦੇ ਕੀ ਕਹਿੰਦੇ ਨੇ ਕਿ ਲਰਨਿੰਗ ਸਾਨੂੰ ਕਿਹਦੇ ਵੱਲ ਲੈ ਕੇ ਜਾ ਰਹੀ ਹੈ, ਡਿਵੈਲਪਮੈਂਟ ਦੇ ਵੱਲ ਲੈ ਕੇ ਜਾ ਰਹੀ ਹੈ। ਹੁਣ ਇਹ ਕਨਫਿਊਜ਼ਨ ਹੈ, ਕੋਈ ਕਹਿੰਦਾ ਕਿ ਦੋਨੋਂ ਸੇਮ ਚੱਲਦੀਆਂ ਨੇ, ਬੰਦਾ ਡਿਵੈਲਪ ਵੀ ਹੋ ਰਿਹਾ ਤੇ ਨਾਲ ਦੀ ਨਾਲ ਲਰਨ ਵੀ ਕਰ ਰਿਹਾ। ਪਰ ਪਿਆਜੇ ਦੇ ਸੀਨ ਦੇ ਵਿੱਚ ਕੀ ਹੈ, ਇਹ ਕਹਿੰਦਾ ਪਹਿਲਾਂ ਬੰਦਾ ਵਿਕਾਸ ਕਰੂਗਾ, ਫਿਰ ਕੀ ਹੋਊਗਾ, ਉਹ ਸਿੱਖੂਗਾ। ਹੁਣ ਜੇਕਰ ਮੈਂ ਕਹਿਦਾ ਕਿ ਸਾਈਨ ਕੋਸ ਥੀਟਾ ਤੁਹਾਨੂੰ ਮੈਂ ਪਹਿਲੀ ਕਲਾਸ ਦੇ ਵਿੱਚ ਕਰਾ ਦੂੰਗਾ, ਕੌਣ ਕਰਾ ਸਕਦਾ, ਕਿਉਂਕਿ ਹਾਲੇ ਡਿਵੈਲਪਮੈਂਟ ਹੀ ਨਹੀਂ ਹੋਈ ਬੱਚੇ ਦੀ ਉੱਥੇ ਤੱਕ, ਹੈ ਨਾ। ਤਾਂ ਤੁਹਾਡਾ ਜਿਹੜਾ ਲੈਵਲ ਆਫ ਲਰਨਿੰਗ ਹੈ ਉਹ ਕਾਹਦੇ ਨਾਲ, ਇਹ ਕਹਿੰਦਾ ਕਾਹਦੇ ਨਾਲ ਆਊਗਾ। ਇੱਥੇ ਅਸੀਂ ਇੱਕ ਚੀਜ਼ ਪੜਾਂਗੇ, ਬਾਇਓਲੋਜੀਕਲ ਮੈਚਿਓਰੇਸ਼ਨ। ਇਹ ਪਹਿਲੀ ਟਰਮ ਕੀ ਵਰਤਦਾ,
ਜਿੰਨਾ ਟਾਈਮ ਤੁਸੀਂ ਬਾਇਓਲੋਜੀਕਲ ਮੈਚੁਰ ਨਹੀਂ ਹੁੰਦੇ ਉਨਾ ਟਾਈਮ ਤੁਸੀਂ ਸਹੀ ਤਰੀਕੇ ਨਾਲ ਲਰਨ ਨਹੀਂ ਕਰ ਸਕਦੇ। ਹਰ ਇੱਕ ਚੀਜ਼ ਦੀ ਇੱਕ ਖਾਸ ਉਮਰ ਹੈ ਸਿੱਖਣ ਦੀ, ਤਾਂ ਤੁਸੀਂ ਉਸੇ ਉਮਰ ਦੇ ਵਿੱਚ ਜਾ ਕੇ ਉਹ ਚੀਜ਼ਾਂ ਸਿੱਖ ਸਕੋਗੇ। ਇਹ ਨਹੀਂ ਹੈ ਕਿ ਤੁਸੀਂ ਬਾਪ ਦੇ ਜੰਮਦੇ ਬੱਚੇ ਨੂੰ ਕੋਈ ਚੀਜ਼ ਸਿਖਾ ਲਓਗੇ, ਹਨਾ। ਅਸੀਂ ਹਰ ਇੱਕ ਜੰਮਦੇ ਬੱਚੇ ਨੂੰ ਹਰ ਇੱਕ ਚੀਜ਼ ਨਹੀਂ ਸਿਖਾ ਸਕਦੇ। ਤਾਂ ਜਿਵੇਂ ਜਿਵੇਂ ਜਿਹੜੀ ਚੀਜ਼ ਵਾਸਤੇ ਉਹਦੀ ਏਜ ਹੈ ਜਿਹੜੀ ਉਹ ਸਹੀ ਹੋਊਗੀ, ਵੈਲਿਡ ਹੋਊਗੀ, ਉਸੇ ਤਰੀਕੇ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ, ਉਹ ਚੀਜ਼ਾਂ ਸਿਖਾ ਸਕਦੇ ਹਾਂ। ਚਲੋ ਪਹਿਲੀ ਚੀਜ਼ ਇਹਦੀ ਦੇਖੋ ਅੱਗੇ ਆ ਕੇ ਜੀ। ਪਹਿਲੀ ਚੀਜ਼ ਆਉਂਦੀ ਹੈ ਇਹ ਡਿਵੈਲਪਮੈਂਟ ਨੂੰ ਕੀ ਕਹਿੰਦਾ, ਡਿਸਕੰਟੀਨਿਊਸ ਕਹਿੰਦਾ। ਵਿਕਾਸ ਇਹ ਕਹਿੰਦਾ ਕੀ ਕਹਿੰਦਾ, ਡਿਸਕੰਟੀਨਿਊਸ ਹੈ, ਲਗਾਤਾਰ ਨਹੀਂ ਚੱਲਦਾ ਵਿਕਾਸ ਇਹ ਅਸੀਂ ਨੇ ਪਹਿਲਾਂ ਵੀ ਗੱਲ ਕੀਤੀ ਸੀ। ਇਹ ਕੀ ਕਹਿੰਦਾ ਹੈ ਕਿ ਪਹਿਲਾਂ ਇੱਕ ਸਟੇਜ ਤੱਕ ਪਹੁੰਚਦੇ ਹਾਂ ਅਸੀਂ, ਇੱਕ ਸਟੇਜ ਤੋਂ ਮੈਚੁਰ ਹੋ ਕੇ ਫਿਰ ਅਸੀਂ ਅਗਲੀ ਸਟੇਜ 'ਚ ਜਾਂਦੇ ਹਾਂ, ਇਸ ਸਟੇਜ ਤੋਂ ਫਿਰ ਅਸੀਂ ਨੈਕਸਟ ਸਟੇਜ ਦੇ ਵਿੱਚ ਜਾਂਦੇ ਹਾਂ। ਯਾਨੀ ਕਿ ਇਹ ਡਿਵੈਲਪਮੈਂਟ ਨੂੰ ਕੀ ਕਹਿ ਰਿਹਾ ਹੈ, ਡਿਸਕੰਟੀਨਿਊਸ ਕਹਿ ਰਿਹਾ ਹੈ। ਜੇਕਰ ਕੰਟੀਨਿਊਸ ਹੁੰਦੀ ਹੈ ਫਿਰ ਅਸੀਂ ਕੀ ਕਰਦੇ, ਗ੍ਰਾਫ ਸਿੱਧਾ ਹੀ ਚਲਾਉਂਦੇ। ਪਰ ਜਦੋਂ ਅਸੀਂ ਇੱਕ ਵਾਰ ਇੱਥੇ ਪਹੁੰਚ ਕੇ ਕੁਝ ਸਮਾਂ ਅਸੀਂ ਕੀ ਕਰਾਂਗੇ, ਰੁਕਾਂਗੇ, ਫਿਰ ਅਸੀਂ ਇਹਨੂੰ ਕ੍ਰੋਸ ਕਰਕੇ ਨੈਕਸਟ ਸਟੇਜ ਤੇ, ਫਿਰ ਨੈਕਸਟ ਤੇ, ਫਿਰ ਨੈਕਸਟ ਤੇ। ਤਾਂ ਇੱਥੇ ਕੀ ਹੈ, ਕੀ ਚੀਜ਼ ਹੋ ਗਈ, ਡਿਸਕੰਟੀਨਿਊਸ ਹੋ ਗਈ। ਹੁਣ ਜਾਣੀ ਕਿ ਏਜ ਵਾਈਜ਼ ਸਾਨੂੰ ਪੜ੍ਹਨ ਦੀ ਕਿਉਂ ਲੋੜ ਪਈ, ਜਿੱਥੇ ਅਸੀਂ ਉਮਰ ਦੀ ਗੱਲ ਕਰਦੇ ਹਾਂ ਤਾਂ ਉਮਰ ਦੇ ਹਿਸਾਬ ਨਾਲ ਜਦੋਂ ਅਸੀਂ ਚੀਜ਼ ਸਿੱਖ ਰਹੇ ਹਾਂ, ਇਟ ਮੀਨਸ ਚੀਜ਼ਾਂ ਕੀ ਨੇ, ਡਿਸਕੰਟੀਨਿਊਸ ਨੇ, ਹਨਾ। ਜੇ ਤਾਂ ਕੰਟੀਨਿਊਸ ਹੁੰਦੇ ਆ ਫਿਰ ਤਾਂ 1 2 3 4 ਸਾਲ ਲਗਾਤਾਰ ਹਰ ਸਾਲ ਹਰ ਨਵੀਂ ਚੀਜ਼ ਐਡ ਹੋਈ ਜਾਣੀ ਸੀ, ਲਗਾਤਾਰ ਬਹੁਤ ਤੇਜ਼ੀ ਨਾਲ ਅਸੀਂ ਡਿਵੈਲਪਮੈਂਟ ਕਰ ਲੈਣੀ ਸੀ। ਪਰ ਕਿਉਂਕਿ ਕੁਝ ਉਮਰ ਹੈ, ਜਿਵੇਂ ਹੁਣ ਅਸੀਂ ਚਾਈਲਡਹੁੱਡ ਦੀ ਉਮਰ ਕਹਿੰਦੇ ਹਾਂ ਕਿ 3 ਸਾਲ ਤੋਂ ਲੈ ਕੇ 12 ਸਾਲ ਤੱਕ ਹੈ, ਤਾਂ ਉਹਦੀਆਂ ਕੁਝ ਕੀ ਨੇ ਲਿਮਿਟੇਸ਼ਨਸ ਨਹੀਂ ਕਿ ਬੱਚਾ ਉਸ ਉਮਰ ਦੇ ਵਿੱਚ ਆਹੀ ਚੀਜ਼ਾਂ ਸਿੱਖ ਸਕਦਾ, ਹਨਾ। ਤਾਂ ਉਹ ਕੀ ਹੈ, ਇੱਕ ਡਿਸਕੰਟੀਨਿਊਸ ਪ੍ਰੋਸੈਸ ਹੈ, ਕਿਹਦੇ ਅਕੋਰਡਿੰਗ, ਜੀਨ ਪਿਆਜੇ ਦੇ ਅਕੋਰਡਿੰਗ। ਬਹੁਤ ਸਾਰੇ ਹੋਰ ਹੈਗੇ ਨੇ ਜਿਹੜੇ ਕੰਟੀਨਿਊਸ ਕਹਿੰਦੇ ਨੇ, ਪਰ ਜੀਨ ਪਿਆਜੇ ਕੀ ਕਹਿੰਦਾ ਕਿ ਇਹ ਕਿਹੜੀ ਪ੍ਰੋਸੈਸ ਹੈ, ਡਿਸਕੰਟੀਨਿਊਸ। ਕਈ ਵਾਰ ਸਵਾਲ ਪੁੱਛ ਲਿਆ ਜਾਂਦਾ ਕਿ ਜੀਨ ਪਿਆਜੇ ਦੇ ਅਨੁਸਾਰ ਡਿਵੈਲਪਮੈਂਟ ਕੀ ਹੈ, ਕੰਟੀਨਿਊਸ ਹੈ ਤੇ ਜਾਂ ਫਿਰ ਡਿਸਕੰਟੀਨਿਊਸ। ਤਾਂ ਕਿਹੜੀ ਹੈ ਇਹ, ਡਿਸਕੰਟੀਨਿਊਸ। ਅਗਲਾ ਇਹ ਪੁੱਛਿਆ ਜਾ ਸਕਦਾ ਕਿ ਡਿਵੈਲਪਮੈਂਟ ਤੋਂ ਬਾਅਦ ਲਰਨਿੰਗ ਹੁੰਦੀ ਹੈ, ਜਿਵੇਂ ਜਿਵੇਂ ਸਾਡੀ ਡਿਵੈਲਪਮੈਂਟ ਹੋ ਰਹੀ ਹੈ ਉਵੇਂ ਉਵੇਂ ਅਸੀਂ ਕੀ ਕਰਾਂਗੇ, ਲਰਨ ਕਰਾਂਗੇ। ਇਹ ਕਿਹੜੇ ਬੰਦੇ ਨੇ ਆਖਿਆ ਸੀਗਾ, ਜੀਨ ਪਿਆਜੇ ਨੇ ਆਖਿਆ। ਅਗਲੀ ਗੱਲ ਇਹ ਜੀਨ ਪਿਆਜੇ ਜਿਹੜਾ ਬੱਚਿਆਂ ਨੂੰ ਕੀ ਕਹਿੰਦਾ ਸੀ, ਕਹਿੰਦਾ ਬੱਚੇ ਕੀ ਨੇ, ਲਿਟਲ ਸਾਇੰਟਿਸਟ ਨੇ। ਬੱਚੇ ਕੀ ਕਰ ਰਹੇ ਨੇ, ਹਰ ਚੀਜ਼ ਨੂੰ ਐਕਸਪਲੋਰ ਕਰ ਰਹੇ ਨੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ। ਉਸ ਤੋਂ ਬਾਅਦ ਕੀ ਕਹਿੰਦਾ, ਉਹ ਐਕਟਿਵ ਬਿਲਡਰ ਆਫ ਨੌਲੇਜ। ਬੱਚੇ ਕੀ ਨੇ, ਨੌਲੇਜ ਨੂੰ ਐਕਟਿਵਲੀ ਬਿਲਡ ਕਰ ਰਹੇ ਨੇ। ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਹੋਣਗੇ, ਉਹ ਤੁਹਾਨੂੰ ਇਹ ਨਹੀਂ ਪਤਾ ਕਿ ਇੱਕ ਸਵਾਲ ਕਿੰਨੀ ਵਾਰੀ ਰਿਪੀਟ ਕਰਦੇ ਨੇ। ਇਹ ਨਹੀਂ ਪਤਾ ਵੀ ਜਿਹੜੀ ਚੀਜ਼ ਤੁਸੀਂ ਸੋਚੀ ਨਾ ਹੋਵੇ ਉੱਥੋਂ ਉਹ ਸਵਾਲ ਪੁੱਛ ਲੈਣ। ਯਾਨੀ ਕਿ ਉਹ ਕੀ ਕਰ ਰਹੇ ਨੇ, ਆਪਣੀ ਨੌਲੇਜ ਬਿਲਡ ਕਰਨ ਦੇ ਲਈ ਤੁਹਾਨੂੰ ਕੁਐਸਚਨ ਕਰ ਰਹੇ ਨੇ। ਤੇ ਉਹ ਇਹਦੇ ਵਿੱਚ ਕੀ ਹੈ, ਤੁਸੀਂ ਧੱਕੇ ਨਾਲ ਨਹੀਂ ਸਿਖਾ ਰਹੇ ਉਹਨਾਂ ਨੂੰ, ਉਹ ਆਪ ਕੁਐਸਚਨ ਕਰ ਰਹੇ ਨੇ। ਇਟ ਮੀਨਸ ਕੀ ਨੇ, ਉਹ ਐਕਟਿਵ ਨੇ। ਤਾਂ ਐਕਟਿਵ ਜਿਹੜੀ ਨੌਲੇਜ ਦੀ ਬਿਲਡਿੰਗ ਹੈ, ਜਿਹੜੀ ਉਹ ਨੌਲੇਜ ਬਿਲਡ ਕਰ ਰਹੇ ਨੇ, ਉਹ ਐਕਟਿਵਲੀ ਕਰ ਰਹੇ ਨੇ, ਨਾ ਕਿ ਪੈਸਿਵਲੀ, ਹਨਾ। ਉਹ ਤੁਹਾਡੇ ਤੋਂ ਸਵਾਲ ਪੁੱਛ ਕੇ ਹੋ ਸਕਦਾ ਕਈ ਵਾਰ ਅਸੀਂ ਇਰੀਟੇਟ ਵੀ ਹੋ ਜਾਂਦੇ ਹਾਂ, ਬੱਚਾ ਇੰਨੇ ਜ਼ਿਆਦਾ ਕੁਐਸਚਨ ਕਰਦਾ, ਪਰ ਕਰਦਾ ਕਿਉਂ ਹੈ, ਕਿਉਂਕਿ ਉਹ ਨੌਲੇਜ ਇਕੱਠੀ ਕਰਨਾ ਚਾਹ ਰਿਹਾ। ਇਹ ਅੱਗੇ ਫਿਰ ਉਹਨੇ ਕੁਝ ਸਟੈਪ ਦਿੱਤੇ ਹੋਏ ਨੇ ਜੀਨ ਪਿਆਜੇ ਨੇ। ਉਹ ਕੀ ਕਹਿੰਦਾ ਹੈ, ਕਿਉਂਕਿ ਉਹਨੇ ਇੱਥੇ ਕੀ ਆਖਿਆ ਕਿ ਡਿਵੈਲਪਮੈਂਟ ਕਿੱਧਰ ਨੂੰ ਜਾ ਰਹੀ ਹੈ, ਲਰਨਿੰਗ ਵੱਲ ਨੂੰ ਜਾ ਰਹੀ ਹੈ, ਸਿੱਖਣ ਵੱਲ ਨੂੰ। ਤਾਂ ਉਹ ਪਹਿਲਾਂ ਕੀ ਕਹਿੰਦਾ ਕਿ ਪਹਿਲਾਂ ਸਾਡਾ ਕੀ ਹੋਣਾ ਜ਼ਰੂਰੀ ਹੈ, ਬਾਇਓਲੋਜੀਕਲ ਮੈਚੁਰ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਬਾਇਓਲੋਜੀਕਲ ਮੈਚੁਰ ਹੋਈ ਜਾਓਗੇ ਤਾਂ ਤੁਹਾਡੀ ਸਿੱਖਣ ਦੀ ਜਿਹੜੀ ਸ਼ਕਤੀ ਹੈ ਉਸ ਤਰੀਕੇ ਨਾਲ ਵੱਧਦੀ ਜਾਊਗੀ। ਐਕਸਪੀਰੀਅੰਸ ਮੀਨਸ ਤੁਸੀਂ ਐਕਟੀਵਿਟੀਆਂ ਕਰਕੇ ਬਹੁਤ ਚੀਜ਼ਾਂ ਸਿੱਖਦੇ ਹੋ। ਜਿਵੇਂ ਸਾਡਾ ਫਿਜ਼ੀਕਲ ਐਜੂਕੇਸ਼ਨ ਦਾ ਫੀਲਡ ਹੀ, ਅਸੀਂ ਕੀ ਕਹਿੰਦੇ ਹਾਂ ਕਿ ਲਰਨਿੰਗ ਥਰੂ ਫਿਜ਼ੀਕਲ ਐਕਟੀਵਿਟੀਜ਼, ਹੈ ਨਾ, ਜਾਂ ਐਜੂਕੇਸ਼ਨ ਥਰੂ ਫਿਜ਼ੀਕਲ ਐਕਟੀਵਿਟੀਜ਼। ਤਾਂ ਇਹ ਵੀ ਕੀ ਕਹਿੰਦਾ ਕਿ ਬੱਚੇ ਕੋਲ ਜਿਹੜਾ ਤਜਰਬਾ ਆਉਂਦਾ ਹੈ ਤਾਂ ਉਹ ਫਿਜ਼ੀਕਲ ਐਕਟੀਵਿਟੀਜ਼ ਦੇ ਰਾਹੀਂ ਆਉਂਦਾ। ਤੇ ਉਹ ਐਕਟੀਵਿਟੀਜ਼ ਨੇ ਜਿਹੜੀਆਂ ਇਕੱਲੀਆਂ ਸਪੋਰਟਸ ਵਾਲੀਆਂ ਦੀ ਨਹੀਂ ਗੱਲ ਕਰਦਾ, ਬਾਕੀ ਘਰੇ ਵੀ ਬੱਚਾ ਬਹੁਤ ਕੁਝ ਲਗਾਤਾਰ ਕਰਦਾ ਰਹਿੰਦਾ। ਤਾਂ ਉਹ ਕਹਿੰਦਾ ਐਕਸਪੀਰੀਅੰਸ ਬੱਚੇ ਕੋਲ ਕਿੱਥੋਂ ਆ ਰਿਹਾ, ਲਗਾਤਾਰ ਜਿਹੜੀਆਂ ਵੀ ਐਕਟੀਵਿਟੀਜ਼ ਦੇ ਵਿੱਚ ਉਹ ਇਨਵੋਲਵ ਹੋ ਰਿਹਾ। ਸੋਸ਼ਲ ਇਨਫੋਰਮੇਸ਼ਨ, ਸੁਸਾਇਟੀ ਦੇ ਉੱਪਰ ਹਾਲੇ ਜਿਹੜਾ ਜੀਨ ਪਿਆਜੇ ਆ ਘੱਟ ਜ਼ੋਰ ਦਿੰਦਾ, ਇਹਦਾ ਜ਼ਿਆਦਾ ਜ਼ੋਰ ਜਿਹੜਾ ਹੈਗਾ ਜੀਨ ਪਿਆਜੇ ਦਾ ਉਹ ਹੈਗਾ ਹੈਰੀਡਿਟੀ ਦੇ ਉੱਪਰ। ਇਹ ਹੈਰੀਡਿਟੀ ਨੂੰ ਜ਼ਿਆਦਾ ਫੋਕਸ ਕਰਕੇ ਚੱਲਦਾ ਜੀਨ ਪਿਆਜੇ। ਤਾਂ ਉਹ ਕਹਿੰਦਾ ਕਿ ਕੁਛ ਨਾ ਕੁਛ ਅਸੀਂ ਸੋਸ਼ਲ ਇਨਫੋਰਮੇਸ਼ਨ ਤੋਂ ਵੀ ਸਿੱਖਦੇ ਹਾਂ, ਕਿਉਂਕਿ ਅਸੀਂ ਨੇ ਗੱਲ ਕੀਤੀ ਸੀ ਕਿ ਐਰਿਸਟੋਟਲ ਨੇ ਕੀ ਕਿਹਾ ਸੀਗਾ ਕਿ ਅਸੀਂ ਕੀ ਹਾਂ, ਸੋਸ਼ਲ ਐਨੀਮਲ ਹਾਂ, ਹਨਾ। ਤਾਂ ਸੁਸਾਇਟੀ ਦੇ ਵਿੱਚ ਅਸੀਂ ਰਹਿੰਦੇ ਹਾਂ, ਤਾਂ ਸੁਸਾਇਟੀ ਤੋਂ ਕੁਛ ਨਾ ਕੁਛ ਤੁਸੀਂ ਲੈਂਦੇ ਦਿੰਦੇ ਰਹੋਗੇ। ਕੁਛ ਤੁਸੀਂ ਨੇ ਕਿਸੇ ਨੂੰ ਦੱਸਤਾ ਵੀ ਕਿਸੇ ਨੇ ਤੁਹਾਨੂੰ ਕੋਈ ਗੱਲ ਦੱਸਤੀ, ਤਾਂ ਇਸ ਤਰੀਕੇ ਨਾਲ ਗੱਲ ਚੱਲਦੀ ਰਹਿੰਦੀ ਹੈ। ਇਕੁਇਲਿਬਰੀਅਮ ਕਿ ਜਦੋਂ ਤੁਹਾਡੇ ਕੋਲੇ ਪੁਰਾਣੀ ਤੇ ਨਵੀਂ ਨੌਲੇਜ ਦੇ ਵਿੱਚ ਬੈਲੈਂਸ ਆਉਂਦਾ, ਉਹ ਸਟੇਟ ਨੂੰ ਅਸੀਂ ਕੀ ਆਖਿਆ, ਇਕੁਇਲਿਬਰੀਅਮ। ਤਾਂ ਇਹ 4 ਸਟੇਜਾਂ ਵੀ ਕਿਹਨੇ ਦਿੱਤੀਆਂ ਨੇ, ਜੀਨ ਪਿਆਜੇ ਨੇ ਦਿੱਤੀਆਂ ਨੇ। ਉਸ ਤੋਂ ਬਾਅਦ ਇਹਨੇ ਇੱਕ ਗੱਲ ਹੋਰ ਕੀ ਆਖੀ ਵੀ, ਇਹ ਕਹਿੰਦਾ ਭਾਸ਼ਾ ਦਾ ਵਿਕਾਸ ਹੈ ਜਿਹੜਾ ਉਹ ਪਹਿਲਾਂ ਕੀ ਹੈ, ਥੌਟ ਤੋਂ ਹੁੰਦਾ।
ਹੁਣ ਬੱਚੇ ਦੇ ਅੱਖਾਂ ਦੇ ਸਾਹਮਣੇ ਕੋਈ ਚੀਜ਼ ਦਿਖ ਰਹੀ ਹੈ, ਮੰਨ ਲਓ ਆਹ ਚੀਜ਼ ਬੱਚੇ ਨੂੰ ਦਿਖ ਗਈ, ਹੁਣ ਬੱਚੇ ਦੇ ਮਨ 'ਚ ਕੁਛ ਤਾਂ ਸੋਚੂਗਾ ਵੀ ਇਹ ਕੀ ਚੀਜ਼ ਦਿਖ ਰਹੀ ਹੈ ਮੈਨੂੰ, ਹਨਾ। ਉਹ ਤੋਂ ਬਾਅਦ ਫਿਰ ਇਹਨੂੰ ਡਿਸਕ੍ਰਾਈਬ ਕਰਨ ਦੇ ਲਈ ਸਾਨੂੰ ਕੀ ਚਾਹੀਦਾ ਹੈ? ਭਾਸ਼ਾ ਚਾਹੀਦੀ ਹੈ। ਭਾਸ਼ਾ ਕੱਲ ਤੁਸੀਂ ਪੰਜਾਬੀ ਦੇ ਵਿੱਚ ਪੜ੍ਹ ਕੇ ਹਟੇ ਹੋਵੋਗੇ। ਭਾਸ਼ਾ ਐਕਚੁਅਲ ਦੇ ਵਿੱਚ ਹੈਗੀ ਕੀ ਹੈ? ਭਾਸ਼ਾ ਇੱਕ ਇਹੋ ਜਿਹਾ ਮੀਡੀਅਮ ਹੈ, ਇੱਕ ਇਹੋ ਜਿਹਾ ਸਾਧਨ ਹੈ ਜਿਹਦੇ ਰਾਹੀਂ ਅਸੀਂ ਆਪਣੇ ਵਿਚਾਰ ਆਦਾਨ ਪ੍ਰਦਾਨ ਕਰਦੇ ਹਾਂ। ਭਾਸ਼ਾ ਲਿਖਤੀ ਵੀ ਹੋ ਸਕਦੀ ਹੈ, ਭਾਸ਼ਾ ਜਿਹੜੀ ਉਹ ਬੋਲ ਚਾਲ ਦੀ ਵੀ ਹੋ ਸਕਦੀ ਹੈ। ਹੁਣ ਜੇ ਕਿਤੇ ਸਾਡੇ ਕੋਲ ਭਾਸ਼ਾ ਨਾ ਹੁੰਦੀ ਤਾਂ ਜਿਹੜੀਆਂ ਮੇਰੇ ਮਨ ਦੇ ਵਿੱਚ ਗੱਲਾਂ ਨੇ, ਜਿਹੜੀਆਂ ਮੇਰੇ ਦਿਲ ਦੇ ਵਿੱਚ ਗੱਲਾਂ ਨੇ, ਉਹ ਮੇਰੇ ਅੰਦਰ ਰਹਿ ਜਾਂਦੀਆਂ, ਜਿਹੜੀਆਂ ਤੁਹਾਡੇ ਅੰਦਰ ਨੇ ਉਹ ਤੁਹਾਡੇ ਅੰਦਰ ਰਹਿ ਜਾਂਦੀਆਂ। ਬੇਸਿਕਲੀ ਜੇ ਅਸੀਂ ਆਪਣੇ ਵਿਚਾਰਾਂ ਨੂੰ ਐਕਸਪ੍ਰੈਸ ਹੀ ਨਹੀਂ ਕਰ ਸਕਣਾ ਸੀ। ਹੁਣ ਅਸੀਂ ਆਪਣੇ ਵਿਚਾਰ ਐਕਸਪ੍ਰੈਸ ਕਾਹਦੇ ਰਾਹੀਂ ਕਰਦੇ ਹਾਂ? ਦੋ ਤਰੀਕਿਆਂ ਨਾਲ, ਜਾਂ ਲਿਖ ਕੇ ਕਰ ਸਕਦੇ ਹਾਂ ਤੇ ਜਾਂ ਫਿਰ ਬੋਲ ਕੇ ਕਰ ਸਕਦੇ ਹਾਂ। ਤਾਂ ਉਹ ਕੀ ਕਹਿੰਦਾ ਹੈ ਕਿ ਜਦੋਂ ਬੱਚਾ ਕਿਸੇ ਚੀਜ਼ ਨੂੰ ਪਹਿਲੀ ਵਾਰੀ ਦੇਖਦਾ ਤਾਂ ਉਹਦੇ ਮਨ 'ਚ ਕੀ ਆਊਗਾ? ਇੱਕ ਵਿਚਾਰ ਆਊਗਾ। ਮੰਨ ਲਓ ਬੱਚੇ ਨੇ ਫੋਨ ਦੇਖਿਆ, ਉਹਨੇ ਦੇਖਿਆ ਵੀ ਇਹ ਕੀ ਚੀਜ਼ ਹੈ, ਇੱਕ ਥਾਟ ਆਇਆ, ਉਹਨੂੰ ਭਾਸ਼ਾ ਕੀ ਦੇ ਰਹੀ ਹੈ? ਇੱਕ ਸ਼ਬਦ ਦੇ ਰਹੀ ਹੈ ਵੀ ਇਹ ਚੀਜ਼ ਕੀ ਹੈ। ਵਿਚਾਰ ਆਇਆ, ਵਿਚਾਰ ਤੋਂ ਫਿਰ ਉਹ ਕੀ ਸੋਚੂਗਾ ਵੀ ਜਾਂ ਅਸੀਂ ਉਹਨੂੰ ਦੱਸਾਂਗੇ ਕਿ ਇਹ ਕੀ ਚੀਜ਼ ਹੈ ਜੀ, ਇਹ ਮੋਬਾਈਲ ਫੋਨ ਹੈ ਜੀ, ਇਹ ਚੌਕ ਹੈ, ਇਹ ਬੋਰਡ ਹੈ। ਤਾਂ ਪਹਿਲਾਂ ਉਹਨੂੰ ਦੇਖ ਕੇ ਸੋਚੂਗਾ ਵੀ ਕੀ ਚੀਜ਼ ਹੋ ਸਕਦੀ ਹੈ। ਪਹਿਲਾਂ ਉਹਦੇ ਦਿਮਾਗ 'ਚ ਇੱਕ ਥਾਟ ਹੋਊਗਾ ਤੇ ਭਾਸ਼ਾ ਉਸੇ ਥਾਟ ਨੂੰ ਕੀ ਦੇ ਦੂਗੀ? ਇੱਕ ਨਾਮ ਦੇ ਦੂਗੀ, ਇੱਕ ਨਾਮਕਰਨ ਕਰ ਦੂਗੀ ਉਸਦਾ। ਉਸ ਤੋਂ ਬਾਅਦ ਇਹ ਸ਼ਬਦ ਬਹੁਤ ਕੁਐਸਚਨਾਂ ਦੇ ਵਿੱਚ ਆਇਆ ਵੀ ਈਗੋਸੈਂਟਰਿਕ ਸਪੀਚ ਦੀ ਗੱਲ ਕਿਹਨੇ ਕੀਤੀ ਹੈ? ਈਗੋਸੈਂਟਰਿਕ ਸਪੀਚ ਦੀ ਗੱਲ ਵੀ ਕਿਸ ਨੇ ਕੀਤੀ ਹੈ? ਜੀਨ ਪਿਆਜੇ ਨੇ। ਈਗੋਸੈਂਟਰਿਕ ਮਤਲਬ ਬੱਚਾ ਕੀ ਹੈ? ਬਹੁਤ ਜ਼ਿਆਦਾ ਇੱਕ ਈਗੋ ਰੱਖਦਾ ਤੇ ਉਹ ਆਪਣੇ ਆਪ ਨਾਲ ਹੀ ਗੱਲਾਂ ਜਿਹੜੀਆਂ ਲਗਾਤਾਰ ਕਰਦਾ ਰਹਿੰਦਾ। ਬੱਚਾ ਆਪਦੇ ਆਪ ਦੇ ਨਾਲ ਹੀ ਬੋਲਦਾ ਰਹਿੰਦਾ। ਇਸ ਨੂੰ ਅਸੀਂ ਕੀ ਬੋਲਦੇ ਹਾਂ? ਈਗੋਸੈਂਟਰਿਕ ਸਪੀਚ। ਕੋਲੈਕਟਿਵ ਮੋਨੋਲੋਗ। ਕੋਲੈਕਟਿਵ ਮੋਨੋਲੋਗ ਕੀ ਹੈ ਕਿ ਜਦੋਂ ਸਾਰੇ ਬੱਚੇ ਨੇ ਜਿਹੜੇ ਉਹ ਗੱਲ ਤਾਂ ਕਰ ਰਹੇ ਨੇ ਪਰ ਆਪਸ ਦੇ ਵਿੱਚ ਨਹੀਂ ਕਰ ਰਹੇ। ਇਹਨੂੰ ਜੋੜਿਆ ਗਿਆ ਸਾਡੇ ਜਿਵੇਂ ਟ੍ਰੈਡੀਸ਼ਨਲ ਮੈਥਡ ਦੇ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਦੇਖਿਆ ਨਾ ਕਿ ਬੱਚੇ ਦੇ ਸਕੂਲਾਂ ਦੇ ਵਿੱਚ ਪਹਾੜੇ ਪੜ੍ਹ ਰਹੇ ਨੇ ਬੱਚੇ। ਹੁਣ ਸਾਰੇ ਦੇ ਸਾਰੇ ਬੱਚੇ ਉੱਚੀ ਉੱਚੀ ਬੋਲ ਰਹੇ ਨੇ, ਜਾਂ ਕੋਈ ਪਾਠ ਪੜ੍ਹ ਰਹੇ ਨੇ, ਸਾਰੇ ਦੇ ਸਾਰੇ ਬੱਚੇ ਉੱਚੀ ਉੱਚੀ ਬੋਲ ਰਹੇ ਨੇ। ਹੁਣ ਨਾ ਤਾਂ ਕੋਈ ਇੱਕ ਬੱਚਾ ਉਹਨੂੰ ਸਮਝਣ ਵਾਸਤੇ ਪੜ੍ਹ ਰਿਹਾ, ਨਾ ਹੀ ਦੂਜੇ ਨੂੰ ਸਮਝਾਉਣ ਵਾਸਤੇ ਪੜ੍ਹ ਰਿਹਾ, ਉੱਚੀ ਉੱਚੀ ਬੋਲ ਰਹੇ ਨੇ। ਇਸ ਚੀਜ਼ ਨੂੰ ਅਸੀਂ ਕੀ ਕਹਿੰਦੇ ਆ? ਹੈਗੀ ਸਾਰੀ ਕਲਾਸ ਉਹ ਇਕੱਠੀ ਹੈ, ਬੈਠੇ ਸਾਰੇ ਉਹ ਇਕੱਠੇ ਨੇ, ਪਰ ਕਰ ਕੀ ਰਹੇ ਨੇ? ਮੋਨੋਲੋਗ, ਯਾਨੀ ਕਿ ਉਹ ਇੱਕ ਦੂਸਰੇ ਨਾਲ ਵਾਰਤਾਲਾਪ ਨਹੀਂ ਹੋ ਰਹੀ, ਇਕੱਲੇ ਹੀ ਬੋਲ ਰਹੇ ਨੇ। ਹੈਗੇ ਇਕੱਠ ਦੇ ਵਿੱਚ ਨੇ, ਬੋਲ ਕੀ ਰਹੇ ਨੇ? ਉਹ ਸਿੰਗਲ ਇਕੱਲੇ ਬੋਲ ਰਹੇ ਨੇ। ਕੋਲੈਕਟਿਵ ਮੋਨੋਲੋਗ ਕਰਨ ਨੂੰ ਵੀ ਕਿਹਨੇ ਦਿੱਤੀ ਹੈ? ਜੀਨ ਪਿਆਜੇ ਨੇ। ਉਸ ਤੋਂ ਬਾਅਦ ਵੀ ਆਹ ਸਟੇਜਸ ਨੇ। ਤਾਂ ਇਹ ਜਿਹੜੀਆਂ ਡਿਵੈਲਪਮੈਂਟ ਦੀਆਂ ਸਟੇਜਸ ਨੇ, ਜਿਹੜੀ ਅਸੀਂ ਆਹ ਚੀਜ਼ ਪੜ੍ਹੀ ਸੀ ਇੱਥੇ ਕੋਗਨੈਟਿਵ ਡਿਵੈਲਪਮੈਂਟ, ਕਿ ਥਿਊਰੀ ਆਫ ਕੋਗਨੈਟਿਵ ਡਿਵੈਲਪਮੈਂਟ ਦੀਆਂ ਜਿਹੜੀਆਂ ਸਟੇਜਸ ਨੇ ਉਹ ਕਿੰਨੀਆਂ ਨੇ? 4। ਅਸੀਂ ਜਦੋਂ ਪਹਿਲੇ ਦਿਨ ਪੜ੍ਹਿਆ ਸੀਗਾ ਚਾਈਲਡ ਡਿਵੈਲਪਮੈਂਟ ਬਾਰੇ, ਅਸੀਂ ਨੇ ਪੜ੍ਹਿਆ ਸੀਗਾ ਕਿ ਪ੍ਰੀਨੈਟਲ ਸਟੇਜ ਹੁੰਦੀ ਹੈ ਜਦੋਂ ਬੱਚਾ ਗਰਭ ਦੇ ਵਿੱਚ ਹੁੰਦਾ। ਫਿਰ ਅਸੀਂ ਪੜ੍ਹਿਆ ਸੀ ਇਨਫੈਂਸੀ ਪੀਰੀਅਡ ਆਉਂਦਾ ਜਿਹਨੂੰ ਸ਼ਿਸ਼ੂ ਕਾਲ ਕਹਿੰਦੇ ਨੇ। ਫਿਰ ਅਰਲੀ ਚਾਈਲਡਹੁੱਡ ਆਉਂਦਾ, ਫਿਰ ਉਸ ਤੋਂ ਬਾਅਦ ਲੇਟਰ ਚਾਈਲਡਹੁੱਡ ਆਉਂਦਾ ਤੇ ਫਿਰ ਉਸ ਤੋਂ ਬਾਅਦ ਐਡੋਲਸੈਂਸ ਆਉਂਦਾ। ਹੁਣ ਉਸੇ ਗੱਲ ਸਾਰੇ ਉਮੀ ਕਰ ਰਹੇ ਨੇ ਪਰ ਉਹਨੂੰ ਨਾਮ ਦੇਖੋ ਵੱਖਰੇ ਵੱਖਰੇ ਦੇ। ਅਸੀਂ ਪੜ੍ਹਿਆ ਸੀ ਇਨਫੈਂਸੀ ਪੀਰੀਅਡ ਕਿੰਨੇ ਤੋਂ ਕਿੰਨੇ ਤੱਕ ਹੈ? 0 ਤੋਂ 2 ਸਾਲ ਤੱਕ। ਤਾਂ ਉਸੇ ਇਨਫੈਂਸੀ ਪੀਰੀਅਡ ਨੂੰ ਕੀ ਨਾਮ ਦਿੰਦਾ? ਸੈਂਸੀ ਮੋਟਰ ਸਟੇਜ। ਇਹਨੇ ਕੀ ਨਾਮ ਦਿੱਤਾ? ਜੀਨ ਪਿਆਜੇ ਨੇ ਸੈਂਸਰੀ ਮੋਟਰ ਸਟੇਜ ਦਿੱਤਾ। ਇਹੋ ਅਸੀਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ? ਸੰਵੇਦ ਗਤੀ। ਸੰਵੇਦ ਯਾਨੀ ਕਿ ਸਾਡੀਆਂ ਸੈਂਸਿਸ। ਜਦੋਂ ਬੱਚਾ ਕਾਹਦੇ ਰਾਹੀਂ ਸਿੱਖ ਰਿਹਾ? ਆਪਣੀਆਂ ਸੈਂਸਿਸ ਦੇ ਰਾਹੀਂ। ਬੱਚਾ ਬੋਲਣਾ ਸਿੱਖ ਰਿਹਾ, ਬੱਚਾ ਸੁਣਨਾ ਸਿੱਖ ਰਿਹਾ ਹੈ ਨਾ, ਸੁੰਘਣਾ ਸਿੱਖ ਰਿਹਾ ਕਿਸੇ ਚੀਜ਼ ਨੂੰ। ਤੇ ਪਲੱਸ ਉਹ ਸਿੱਖੂਗਾ ਕਾਹਦੇ ਨਾਲ? ਮੋਟਰ ਸ਼ਬਦ ਆਪਣੇ ਫਿਜ਼ੀਕਲ ਚ ਆਮ ਵਰਤਿਆ ਜਾਂਦਾ। ਮੋਟਰ ਮੀਨਸ ਮੂਵਮੈਂਟ। ਮੋਟਰ ਦਾ ਮਤਲਬ ਕੀ ਹੁੰਦਾ? ਮੂਵਮੈਂਟਸ। ਤਾਂ ਹੁਣ ਬੱਚਾ ਜਿਹੜਾ ਸਿੱਖ ਕਾਹਦੇ ਰਾਹੀਂ ਰਿਹਾ? ਨਾਲੇ ਤਾਂ ਉਹ ਸੈਂਸ ਦੇ ਰਾਹੀਂ ਸਿੱਖ ਰਿਹਾ, ਪਲੱਸ ਐਜ਼ ਵੈਲ ਐਜ਼ ਕਾਹਦੇ ਰਾਹੀਂ ਸਿੱਖ ਰਿਹਾ? ਐਕਟੀਵਿਟੀਜ਼ ਦੇ ਰਾਹੀਂ, ਯਾਨੀ ਕਿ ਮੋਟਰ ਮੂਵਮੈਂਟਸ ਦੇ ਰਾਹੀਂ ਬੱਚਾ ਕੀ ਕਰ ਰਿਹਾ? ਸਿੱਖ ਰਿਹਾ। ਹੁਣ ਛੋਟਾ ਹੁੰਦਾ ਜਦੋਂ ਬੱਚਾ 0 ਤੋਂ 2 ਸਾਲ ਦੇ ਵਿੱਚ ਤਾਂ ਬੱਚੇ ਨੂੰ ਸਿੱਖਣ ਦੀ ਉਹਨੇ ਕੀ ਆਖਿਆ? ਬੱਚਾ ਕਾਹਦੇ ਰਾਹੀਂ ਸਿੱਖੂਗਾ? ਸੰਵੇਦ ਦੇ ਰਾਹੀਂ ਤੇ ਗਤੀ ਦੇ ਰਾਹੀਂ। ਸੰਵੇਦ ਯਾਨੀ ਕਿ ਸੈਂਸ, ਜਿਹੜੀਆਂ ਸਾਡੀਆਂ 5 ਸੈਂਸਸ ਨੇ ਉਹਨਾਂ ਦੇ ਰਾਹੀਂ। ਹੁਣ ਇਹਦੇ ਵਿੱਚ ਵੀ ਇੱਕ ਚੀਜ਼ ਅਸੀਂ ਪਹਿਲਾਂ ਵੀ ਇਹਦੀ ਗੱਲ ਕੀਤੀ ਸੀ, ਇੱਕ ਸ਼ਬਦ ਇਹ ਬਹੁਤ ਵਾਰ ਪੁੱਛਿਆ ਜਾਂਦਾ ਕਿ ਆਬਜੈਕਟ ਪਰਮਾਨੈਂਸ ਕੀ ਹੁੰਦਾ? ਤਾਂ ਆਬਜੈਕਟ ਪਰਮਾਨੈਂਸ ਦੀ ਜਿਹੜੀ ਏਜ ਹੈ ਉਹ ਹੈਗੀ ਹੈ 9 ਤੋਂ ਲੈ ਕੇ 11 ਮਹੀਨੇ। ਯਾਨੀ ਕਿ ਕੋਈ ਬੱਚਾ 9 ਮਹੀਨੇ ਦੇ ਵਿੱਚ ਸਿੱਖ ਜਾਂਦਾ, ਕੋਈ 10 ਦੇ ਵਿੱਚ ਤੇ ਕੋਈ 11 ਦੇ ਵਿੱਚ ਸਿੱਖ ਜਾਂਦਾ। ਆਬਜੈਕਟ ਪਰਮਾਨੈਂਸ ਦਾ ਮਤਲਬ ਹੈਗਾ ਕਿ ਬੱਚਾ ਜਿਹੜਾ ਉਹ ਚੀਜ਼ਾਂ ਦੀ ਜਾਣਕਾਰੀ ਰੱਖਣਾ ਸ਼ੁਰੂ ਕਰ ਦਿੰਦਾ। ਆਪਾਂ ਨੇ ਉਦਾਹਰਨ ਲਈ ਸੀਗੀ ਕਿ ਬੱਚਾ ਮੰਨ ਲਓ 5-6 ਮਹੀਨੇ ਦਾ, ਤੁਸੀਂ ਉਹਨੂੰ ਫੋਨ ਫੜਾਇਆ, ਉਹ ਫੋਨ ਫੜ ਕੇ ਖੁਸ਼ ਹੈ। ਉਸ ਤੋਂ ਬਾਅਦ ਤੁਸੀਂ ਉਹ ਤੋਂ ਫੋਨ ਹੈ ਜਿਹੜਾ ਖੋਹ ਵੀ ਲੈਂਦੇ ਹੋ ਤਾਂ ਬੱਚੇ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨੂੰ ਕੋਈ ਹੋਰ ਚੀਜ਼ ਫੜਾ ਦਿਓ। ਕਿਉਂ? ਕਿਉਂਕਿ ਹਲੇ ਉਹਨੂੰ ਪਤਾ ਹੀ ਨਹੀਂ ਕਿ ਕਿਹੜੀ ਚੀਜ਼ ਕਿਹੜੀ ਹੈ।
ਪਰ ਜਦੋਂ ਉਹ 9-10 ਮਹੀਨਿਆਂ ਦਾ ਹੋ ਜਾਂਦਾ ਤਾਂ ਉਹ ਆਬਜੈਕਟ ਪਰਮਾਨੈਂਸ ਕਰ ਲੈਂਦਾ, ਉਹ ਚੀਜ਼ਾਂ ਨੂੰ ਯਾਦ ਰੱਖਣਾ ਸ਼ੁਰੂ ਕਰ ਲੈਂਦਾ। ਜੇਕਰ ਉਹ ਤੋਂ ਫੋਨ ਖੋ ਕੇ ਕੁਝ ਹੋਰ ਪੜਾਉਣ ਦੀ ਕੋਸ਼ਿਸ਼ ਕਰੋਗੇ, ਉਹ ਪੜੂਗਾ ਨਹੀਂ, ਉਹ ਕਹੂਗਾ ਮੈਨੂੰ ਕੀ ਚਾਹੀਦਾ, ਫੋਨ ਹੀ ਚਾਹੀਦਾ। ਕਿਉਂਕਿ ਉਹਨੇ ਕੀ ਕਰ ਲਿਆ, ਚੀਜ਼ਾਂ ਬਾਰੇ ਜਾਣਨਾ ਸਿੱਖ ਲਿਆ, ਉਹਨੂੰ ਪਤਾ ਲੱਗਣ ਲੱਗ ਗਿਆ ਕਿ ਕਿਹੜੀ ਚੀਜ਼ ਕਿਹੜੀ ਹੈ, ਕਿਹੜੀ ਚੀਜ਼ ਕਿਹੜੀ ਹੈ। ਅਸੀਂ ਮੋਸਟਲੀ ਸਾਰੇ ਛੋਟੇ ਬੱਚੇ ਨਾਲ ਇੱਕ ਕਿਰਿਆ ਕਰਦੇ, ਅਸੀਂ ਕਹਿੰਦੇ ਬੱਚੇ ਨੂੰ ਕਿ ਝਾਅ ਕਰਦੇ। ਹੁਣ ਝਾਅ ਕਰਨਾ ਜਿਹੜਾ ਪਾਰਟ ਹੈ ਉਹ ਵੀ ਕਾਹਦਾ, ਆਬਜੈਕਟ ਪਰਮਾਨੈਂਸ ਦਾ ਹੈ। ਕਿ ਜਦੋਂ ਬੱਚਾ ਹਲੇ 9 ਮਹੀਨੇ ਤੋਂ ਛੋਟਾ ਹੈ ਤਾਂ ਤੁਸੀਂ ਲੁਕ ਜਾਂਦੇ ਹੋ, ਤਾਂ ਬੱਚੇ ਵਾਸਤੇ ਤੁਸੀਂ ਕੀ ਉਹ ਹੈ ਨਹੀਂ ਗੇ ਉਸ ਟਾਈਮ ਤੇ। ਯਾਨੀ ਕਿ ਬੱਚੇ ਨੂੰ ਜਿਹੜੀ ਚੀਜ਼ ਦਿਖ ਰਹੀ ਹੈ ਉਹ ਉਸੇ ਚੀਜ਼ ਤੇ ਬਿਲੀਵ ਕਰ ਰਿਹਾ ਹੈ। ਤੁਸੀਂ ਲੁਕੋ ਲਿਆ ਆਪਦੇ ਆਪ ਨੂੰ, ਕਿਸੇ ਕੱਪੜੇ 'ਚ ਲੁਕੋ ਲਿਆ, ਹੱਥਾਂ 'ਚ ਲੁਕੋ ਲਿਆ, ਤਾਂ ਉਹਦੇ ਵਾਸਤੇ ਕੀ ਹੋ, ਤੁਸੀਂ ਗਾਇਬ ਹੋ। ਪਰ ਇੱਕਦਮ ਤੁਸੀਂ ਕੱਪੜਾ ਉਹਦੇ ਤੋਂ ਹਟਾਤਾ ਤਾਂ ਇੱਕਦਮ ਤੁਸੀਂ ਉੱਥੇ ਪ੍ਰੈਜ਼ੈਂਟ ਹੋ ਜਾਂਦੇ, ਤਾਂ ਬੱਚਾ ਹੱਸਣ ਲੱਗ ਜਾਂਦਾ ਹੈ ਨਾ। ਗੱਲ ਛੋਟੀ ਜਿਹੀ ਤੇ ਬੱਚਾ ਕਿੰਨਾ ਹੱਸਦਾ, ਪਰ ਅਸਲ ਦੇ ਵਿੱਚ ਹੋ ਕੀ ਰਿਹਾ ਉੱਥੇ ਹਾਲੇ ਉਹਦਾ ਆਬਜੈਕਟ ਪਰਮਾਨੈਂਸ ਨਹੀਂ ਹੋਇਆ। ਉਹਨੂੰ ਲੱਗਿਆ ਵੀ ਇਹ ਇੱਕੋ ਲਗਤ ਗਾਇਬ ਹੋ ਕੇ ਕਿਵੇਂ ਆ ਗਿਆ। ਕਿਉਂਕਿ ਹਾਲੇ ਉਹਦੀ ਡਿਵੈਲਪਮੈਂਟ ਉਹਦੀ ਨਹੀਂ ਹੋਈ ਕਿ ਉਹ ਇਸ ਚੀਜ਼ ਨੂੰ ਸਮਝ ਸਕੇ। ਤਾਂ ਇਹ ਉਹਦੀ ਸਮਝ ਕਦੋਂ ਆ ਕੇ ਬਣਦੀ ਹੈ, ਜਦੋਂ ਉਹ 9 ਤੋਂ 11 ਮਹੀਨਿਆਂ ਦਾ ਹੋ ਜਾਂਦਾ। ਫਿਰ ਉਹ ਆਬਜੈਕਟਸ ਨੂੰ ਸਿੱਖਣਾ ਸ਼ੁਰੂ ਕਰ ਦਿੰਦਾ ਕਿ ਹਾਂ ਆਹ ਕੀ ਚੀਜ਼ ਹੈ, ਆਹ ਕੀ ਚੀਜ਼ ਹੈ। ਫਿਰ ਜਦੋਂ ਉਹਦੇ ਕੋਲੋਂ ਕੋਈ ਚੀਜ਼ ਖੋਹੋਗੇ ਫਿਰ ਉਹ ਕਹੂਗਾ ਨਹੀਂ ਮੈਨੂੰ ਆਹੀ ਚੀਜ਼ ਚਾਹੀਦੀ ਹੈ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਫਿਰ ਇਸ ਦੇ ਵਿੱਚ ਬੱਚਾ ਕੀ ਹੈ, ਜਿਹੜਾ ਇਨਫੈਂਸੀ ਪੀਰੀਅਡ ਹੈ ਜਾਂ ਜਿਹਨੂੰ ਇਹਨੂੰ ਸੈਂਸਰੀ ਮੋਟਰ ਸਟੇਜ ਕਿਹਾ ਜੀਨ ਪਿਆਜੇ ਨੇ, ਇਹਦੇ ਵਿੱਚ ਬੱਚਾ ਕੀ ਕਰਨਾ ਸ਼ੁਰੂ ਕਰ ਦਿੰਦਾ, ਜਿਵੇਂ ਅੰਗੂਠਾ ਚੂਸਣਾ ਹੋ ਗਿਆ ਜਾਂ ਬ੍ਰੈਸਟ ਫੀਡਿੰਗ ਕਰਦਾ ਮਦਰ ਤੋਂ ਨਾ, ਜਾਂ ਚੁੰਗਣੀ ਚੁੰਗਦਾ ਬੱਚਾ, ਤਾਂ ਇਹਦੇ ਵਿੱਚ ਬੱਚਾ ਸਕਿੰਗ ਸ਼ੁਰੂ ਕਰ ਦਿੰਦਾ। ਗ੍ਰੈਸਪਿੰਗ ਚੀਜ਼ਾਂ ਨੂੰ ਪਕੜਨਾ ਸ਼ੁਰੂ ਕਰ ਦਿੰਦਾ, ਬੱਚੇ ਦੀ ਹੋਲਡਿੰਗ ਕਪੈਸਿਟੀ ਇਸੇ ਪੀਰੀਅਡ ਦੇ ਵਿੱਚ ਬਣ ਜਾਂਦੀ ਹੈ। ਬੱਚਾ ਦੇਖਣਾ ਸ਼ੁਰੂ ਕਰ ਲੈਂਦਾ, ਸੁਣਨਾ ਸ਼ੁਰੂ ਕਰ ਲੈਂਦਾ, ਰੁੜਨ ਲੱਗ ਜਾਂਦਾ, 2 ਸਾਲ ਦਾ ਤੁਰਨ ਲੱਗ ਜਾਂਦਾ, ਇੱਕ ਅੱਧਾ ਸ਼ਬਦ ਵੀ ਬੋਲਣਾ ਸ਼ੁਰੂ ਕਰ ਲੈਂਦਾ। ਤੇ ਸਭ ਤੋਂ ਮੋਸਟ ਇੰਪੋਰਟੈਂਟ ਬੱਚਾ ਨਕਲ ਹੈ ਜਿਹੜੀ ਉਹ ਨਕਲ ਇਸ ਏਜ ਦੇ ਵਿੱਚ ਸਿੱਖਣੀ ਸ਼ੁਰੂ ਕਰ ਦਿੰਦਾ। ਨੈਕਸਟ ਸਟੇਜ ਸਾਡੇ ਕੋਲ ਸੈਕਿੰਡ ਆਉਂਦੀ ਹੈ ਜੀ। ਸੈਕਿੰਡ ਸਟੇਜ ਦਾ ਨਾਮ ਕੀ ਹੈ, ਪ੍ਰੀ ਆਪਰੇਸ਼ਨਲ ਸਟੇਜ। ਇਹਨੂੰ ਪੰਜਾਬੀ ਦੇ ਵਿੱਚ ਅਸੀਂ ਬੋਲਦੇ ਹਾਂ ਪੂਰਵ ਕਿਰਿਆ ਪੜਾਅ। ਹੁਣ ਇਹਦੀ ਏਜ ਕੀ ਹੈ ਸਾਡੇ ਕੋਲੇ 2 ਤੋਂ 6 ਸਾਲ, ਯਾਨੀ ਕਿ 2 ਤੋਂ ਬਾਅਦ ਜਾਂ 3 ਤੋਂ 6 ਵੀ ਕਹਿ ਸਕਦੇ ਹੋ, ਤੀਜਾ ਸਾਲ ਇਨਕਲੂਡ ਕਰਕੇ 3 ਤੋਂ 6 ਸਾਲ। ਜਿਹੜੇ ਅਸੀਂ ਉੱਧਰ ਪੜ੍ਹਿਆ ਸੀ ਉੱਧਰ ਇਹਨੂੰ ਅਸੀਂ ਕੀ ਆਖਿਆ ਸੀਗਾ ਜਰਨਲ ਦੇ ਵਿੱਚ ਅਰਲੀ ਚਾਈਲਡਹੁੱਡ, ਉਧਰ ਅਸੀਂ ਨੇ ਕੀ ਆਖਿਆ ਸੀ ਇਸ ਏਜ ਨੂੰ ਅਰਲੀ ਚਾਈਲਡਹੁੱਡ। ਇਹਨਾਂ ਨੇ ਕੀ ਨਾਮ ਦਿੱਤਾ ਇੱਥੇ ਪ੍ਰੀ ਆਪਰੇਸ਼ਨਲ। ਚੀਜ਼ਾਂ ਉਸੇ ਤਰੀਕੇ ਨਾਲ ਹੀ ਚੱਲ ਰਹੀਆਂ ਨੇ, ਬਸ ਕੀ ਡਿਫਰੈਂਸ ਹੋ ਗਿਆ, ਨਾਮ ਬਦਲ ਗਏ ਇੱਥੇ ਆ ਕੇ। ਇਹ ਸਾਰੇ ਨਾਂ ਹੀ ਬਦਲਣਗੇ, ਸਾਰੇ ਦੇ ਸਾਰੇ ਜਿੰਨੇ ਵੀ ਬੰਦੇ ਹੈਗੇ ਨੇ ਤਾਂ ਨਾਮ ਇਹ ਕੀ ਕਰੀ ਜਾਣਗੇ, ਚੇਂਜ ਕਰੀ ਜਾਣਗੇ। ਕਹਾਣੀ ਉਹੀ ਆ, ਬੱਚਾ ਸਾਰਾ ਕੁਝ ਸਿੱਖੋ ਨਹੀਂ ਰਿਹਾ, ਬਸ ਇਹਨਾਂ ਦਾ ਨਜ਼ਰੀਆ ਬਦਲੀ ਜਾਂਦਾ ਕਿ ਕੋਈ ਬੰਦਾ ਕਹਿੰਦਾ ਕਿ ਨਹੀਂ ਇਸ ਤਰੀਕੇ ਨਾਲ ਬੱਚਾ ਸਿੱਖ ਰਿਹਾ, ਕੋਈ ਕਹਿੰਦਾ ਜੀ ਨਹੀਂ ਇਸ ਤਰੀਕੇ ਨਾਲ ਬੱਚਾ ਸਿੱਖ ਰਿਹਾ। ਕਹਾਣੀ ਸਾਰੀ ਉਹੀ ਹੈ, ਸੁਣਾਉਣ ਦਾ ਢੰਗ ਸਾਰਿਆਂ ਦਾ ਵੱਖੋ ਵੱਖਰਾ। ਪ੍ਰੀ ਆਪਰੇਸ਼ਨਲ ਸਟੇਜ ਦੇ ਵਿੱਚ ਏਜ ਕੀ ਹੈ ਬੱਚੇ ਦੀ 2 ਤੋਂ 6 ਸਾਲ। ਵੀ ਆਹ ਇੱਕ ਇਹਨੂੰ ਤਾਂ ਪੱਕਾ ਯਾਦ ਕਰ ਲਿਓ ਵੀ ਕਿੰਨੇ ਤੋਂ ਲੈ ਕੇ ਕਿੰਨੇ ਸਾਲ ਤੱਕ ਦੀ ਉਮਰ ਹੈ। ਇਹ ਕੁਐਸਚਨ ਬਹੁਤ ਰਿਪੀਟ ਹੁੰਦਾ ਹੈ। 4 ਸਟੇਜਾਂ ਦੇ ਵਿੱਚ ਕੋਈ ਇੱਕ ਸਟੇਜ ਦੇ ਕੇ ਪੁੱਛ ਲਿਆ ਜਾਂਦਾ ਕਿ ਇਹਦਾ ਪੀਰੀਅਡ ਕੀ ਹੈ। 0 ਤੋਂ 2 ਸਾਲ ਕਿਹੜੀ ਹੁੰਦੀ ਹੈ, ਪਲੱਸ ਹੁਣ ਜੇ ਇਹ ਅਸੀਂ ਤਾਂ ਦੱਸ ਸਕਾਂਗੇ ਜੇਕਰ ਸਾਨੂੰ ਆਹ ਚੀਜ਼ ਯਾਦ ਹੋਊਗੀ ਕਿ ਇਹਦਾ ਨਾਮ ਕੀ ਹੈ ਅਸਲੀ, ਹੈ ਨਾ। ਸੈਂਸਰੀ ਮੋਟਰ ਸਭ ਤੋਂ ਪਹਿਲੀ ਹੈ ਜਿਹਨੂੰ ਅਸੀਂ ਇਨਫੈਂਸੀ ਪੀਰੀਅਡ ਦੇ ਬਰਾਬਰ ਰੱਖ ਸਕਦੇ ਹਾਂ। ਇਹਦਾ ਕਾਲ ਕੀ ਹੈ 0 ਤੋਂ 2 ਸਾਲ। ਤਾਂ ਇਹ ਤੁਹਾਨੂੰ ਨਾਮ ਪਲੱਸ ਏਜ ਇਹ ਤਾਂ ਪੱਕਾ ਯਾਦ ਹੋਣਾ ਚਾਹੀਦਾ। ਜੇਕਰ ਤੁਹਾਨੂੰ ਆਹ ਚੀਜ਼ ਯਾਦ ਰਹੇਗੀ ਵੀ ਸਾਲ ਕਿਹੜੇ ਕਿਹੜੇ ਨੇ, ਜੇਕਰ ਤੁਹਾਨੂੰ ਪਿੱਛੋਂ ਕੋਈ ਗੱਲ ਭੁੱਲ ਵੀ ਜਾਂਦੀ ਹੈ ਨਾ, ਤਾਂ ਤੁਸੀਂ ਇੱਕ ਆਪਦੇ ਬੱਚੇ ਦੀ ਐਗਜ਼ਾਮਪਲ ਲੈ ਕੇ ਤੁਸੀਂ ਜੱਜਮੈਂਟ ਲਾ ਸਕਦੇ ਹੋ ਵੀ ਇਹਦਾ ਆਨਸਰ ਕੀ ਆ ਸਕਦਾ। ਪਰ ਸਾਨੂੰ ਆਹ ਚੀਜ਼ ਨਹੀਂ ਭੁੱਲਣੀ ਚਾਹੀਦੀ, ਸਟੇਜ ਦਾ ਨਾਮ ਕੀ ਹੈ ਪਲੱਸ ਸਟੇਜ ਦੀ ਜਿਹੜੀ ਏਜ ਹੈ ਇਹਦੇ ਵਿੱਚ ਕਿੰਨੇ ਤੋਂ ਕਿੰਨੇ ਸਾਲ ਆਉਂਦੀ ਹੈ। ਇਹ 2 ਚੀਜ਼ਾਂ ਸਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਬਾਕੀ ਚੀਜ਼ ਅਸੀਂ ਜੱਜਮੈਂਟ ਵੀ ਲਾ ਸਕਦੇ ਹਾਂ ਨਾ ਕਿ ਇਸ ਏਜ ਦੇ ਵਿੱਚ ਆਹ ਚੀਜ਼ ਬੱਚਾ ਜਿਹੜਾ ਆਹ ਚੀਜ਼ ਕਰਨੀ ਸ਼ੁਰੂ ਕਰ ਦਿੰਦਾ। ਨੈਕਸਟ ਸਾਡੇ ਕੋਲ ਆ ਗਈ ਸੀਗੀ ਪ੍ਰੀ ਆਪਰੇਸ਼ਨਲ। ਸੈਕਿੰਡ ਹੈਗੀ ਹੈ ਪ੍ਰੀ ਆਪਰੇਸ਼ਨਲ। ਪ੍ਰੀ ਆਪਰੇਸ਼ਨਲ ਸਟੇਜ 2 ਤੋਂ 6 ਸਾਲ ਹੈ। ਹੁਣ ਇਹਦੇ 'ਚ ਬੱਚੇ ਜਿਹੜਾ ਭਾਸ਼ਾ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ। ਉਧਰ ਵੀ ਅਸੀਂ ਇਹੀ ਪੜ੍ਹਿਆ ਸੀਗਾ ਕਿ ਅਰਲੀ ਚਾਈਲਡਹੁੱਡ ਦੇ ਵਿੱਚ ਬੱਚਾ ਕੀ ਹੈ ਭਾਸ਼ਾ ਦਾ ਵਿਕਾਸ ਕਰਨਾ ਸ਼ੁਰੂ ਕਰ ਦਿੰਦਾ। ਨੈਕਸਟ ਸਾਡੇ ਕੋਲ ਆਉਂਦਾ ਇਹਦੇ ਵਿੱਚ ਬੱਚਾ ਸਿੰਬੋਲੀਕਲ ਚੀਜ਼ਾਂ ਚਿੰਨ੍ਹ ਵੀ ਸਿੱਖਣ ਲੱਗ ਜਾਂਦਾ ਕਿ ਆਹ ਚਿੰਨ੍ਹ ਕਿਹਦਾ ਜੀ, ਹੈ ਨਾ। ਬੱਚੇ ਦੇ ਵਿੱਚ ਸਿੰਬੋਲੀਕਲ ਡਿਵੈਲਪਮੈਂਟ ਹੈ ਜਿਹੜੀ ਉਹ ਵੀ ਸ਼ੁਰੂ ਹੋ ਜਾਂਦੀ ਹੈ। ਈਗੋਸੈਂਟਰਿਕ ਇੱਥੇ ਅਸੀਂ ਟਰਮ ਪੜ੍ਹ ਕੇ ਗਏ ਹਾਂ ਈਗੋਸੈਂਟਰਿਕ, ਹੈ ਨਾ। ਕਿ ਬੱਚਾ ਕੀ ਹੈ ਈਗੋਸੈਂਟਰਿਕ ਹੋ ਜਾਂਦਾ। ਹਰ ਇੱਕ ਚੀਜ਼ ਉਹ ਦੇਖਦਾ ਕਿ ਬਸ ਜਿਹੜਾ ਕੁਝ ਹੈਗਾ ਮੈਂ ਹੀ, ਆਪਦੇ ਆਪ ਨਾਲ ਗੱਲਾਂ ਬਾਤਾਂ ਕਰਦਾ ਰਹਿੰਦਾ, ਜਾਣੀ ਕਿ ਆਪਦੇ ਆਪ ਨੂੰ ਇੰਪੋਰਟੈਂਟ ਸਮਝਣਾ ਸ਼ੁਰੂ ਕਰ ਦਿੰਦਾ ਈਗੋਸੈਂਟਰਿਕ। ਤਾਂ ਇਹ ਕਿਹੜੇ ਫੇਜ਼ ਦੇ ਵਿੱਚ ਹੁੰਦਾ ਹੈ, ਪ੍ਰੀ ਆਪਰੇਸ਼ਨਲ ਸਟੇਜ ਦੇ ਵਿੱਚ। ਇਹ ਵੀ ਯਾਦ ਰੱਖਣਾ ਕਿ ਕਿਹੜੀ ਫੇਜ਼ ਦੇ ਵਿੱਚ ਹੈ। ਇਹ ਕੁਐਸਚਨ ਵੀ ਪੁੱਛ ਲਿਆ ਜਾਂਦਾ ਬਹੁਤ ਵਾਰ ਕਿ ਹਾਲਾਂਕਿ ਬਹੁਤ ਜ਼ਿਆਦਾ ਫੋਕਸ ਹੈ ਜਿਹੜਾ ਈਗੋਸੈਂਟਰਿਕ ਦੇ ਉੱਪਰ ਜੀਨ ਪਿਆਜੇ ਨੇ ਨਹੀਂ ਕੀਤਾ ਸੀ।
ਉਸ ਤੋਂ ਬਾਅਦ ਬੱਚਾ ਜਿਹੜਾ ਇਮੀਟੇਸ਼ਨ ਕਰਦਾ ਹੈ ਤਾਂ ਦੂਜਿਆਂ ਵਾਂਗ ਉਹ ਸਿੱਖਣਾ ਵੀ ਸ਼ੁਰੂ ਕਰਦਾ ਹੈ ਕਿ ਬੰਦਾ ਕੀ ਕਰ ਰਿਹਾ, ਉਹ ਕੀ ਕਰ ਰਿਹਾ, ਉਹ ਕੀ ਕਰ ਰਿਹਾ, ਉਹ ਵੀ ਇਸ ਏਜ ਦੇ ਵਿੱਚ ਆ ਕੇ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਇਹਦੇ ਵਿੱਚ ਜਿਹੜਾ ਲੌਜੀਕ ਲਾਉਂਦਾ ਬੰਦਾ, ਲੌਜੀਕ ਬਹੁਤ ਬੱਚੇ ਦਾ ਮਾੜਾ ਹੁੰਦਾ। ਇਹਦੇ 'ਚ ਬੱਚੇ ਦੀ ਜਿਹੜੀ ਲੌਜੀਕਲ ਰੀਜ਼ਨਿੰਗ ਹੁੰਦੀ ਹੈ ਉਹ ਬਹੁਤ ਜ਼ਿਆਦਾ ਵੀਕ ਹੁੰਦੀ ਹੈ। ਬੱਚਾ ਸਹੀ ਲੌਜਿਕ ਨਹੀਂ ਲਾ ਸਕਦਾ, ਇਹਦੇ ਵਿੱਚ ਉਹਦੀ ਲੌਜਿਕ ਨੇ ਜਿਹੜੇ ਬਿਲਕੁਲ ਬੇਅਰਥ ਹੁੰਦੇ ਨੇ ਇਸ ਦੇ ਵਿੱਚ। ਇਰਰਿਵਰਸਿਬਿਲਟੀ ਹੁੰਦੀ ਹੈ ਕਿ ਕੋਈ ਚੀਜ਼ ਇੱਕ ਸਟੇਜ ਤੋਂ ਜਦੋਂ ਦੂਜੀ ਸਟੇਜ ਦੇ ਵਿੱਚ ਚੇਂਜ ਹੋ ਗਈ, ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਬਦਲਣ ਤੋਂ ਬਾਅਦ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਵਾਪਸ ਪਹਿਲੇ 'ਚ ਆ ਸਕਦੀ ਹੈ ਕਿ ਨਹੀਂ ਆ ਸਕਦੀ। ਸਭ ਤੋਂ ਸਿੰਪਲ ਐਗਜ਼ਾਮਪਲ ਇਹਦੀ ਹੈਗੀ ਹੈ ਕਿ ਜੇਕਰ ਤੁਸੀਂ ਬੱਚੇ ਸਾਹਮਣੇ ਪਾਣੀ ਤੋਂ ਬਰਫ਼ ਜਮਾਤੀ, ਇੱਕ ਸਟੇਟ ਤੋਂ ਦੂਜੀ ਸਟੇਟ 'ਚ ਪਾਣੀ ਚਲਾ ਗਿਆ, ਹੁਣ ਬੱਚੇ ਨੂੰ ਇਸ ਏਜ ਦੇ ਵਿੱਚ ਉਹਦੀ ਕਿਉਂਕਿ ਲੌਜਿਕ ਹਾਲੇ ਬਹੁਤ ਮਾੜਾ ਬੱਚੇ ਦਾ, ਤਾਂ ਉਹ ਇਹ ਨਹੀਂ ਸੋਚ ਸਕਦਾ ਕਿ ਬਰਫ਼ ਤੋਂ ਦੁਬਾਰੇ ਪਾਣੀ ਵੀ ਬਣ ਸਕਦਾ। ਤਾਂ ਇਸ ਏਜ ਦੇ ਵਿੱਚ ਜਿਹੜਾ ਅਰਲੀ ਚਾਈਲਡਹੁੱਡ ਕਹਿ ਸਕਦੇ ਹਾਂ ਤੇ ਜਾਂ ਫਿਰ ਪ੍ਰੀ ਆਪਰੇਸ਼ਨਲ ਕਹਿ ਸਕਦੇ ਹਾਂ, ਇਸ ਪੀਰੀਅਡ ਦੇ ਵਿੱਚ ਬੱਚੇ ਦੇ ਵਿੱਚ ਇਰਰਿਵਰਸਿਬਿਲਟੀ ਥਿੰਕਿੰਗ ਹੈ ਜਿਹੜੀ ਉਹ ਡਿਵੈਲਪ ਨਹੀਂ ਹੋਈ ਹੁੰਦੀ। ਬੱਚਾ ਜਿਹੜਾ ਇਹ ਨਹੀਂ ਸੋਚ ਸਕਦਾ ਕਿ ਇੱਕ ਸਟੇਟ ਤੋਂ ਦੂਸਰੀ ਸਟੇਟ ਦੇ ਵਿੱਚ ਜਾਣ ਤੋਂ ਬਾਅਦ ਕੀ ਪਹਿਲੀ 'ਚ ਵਾਪਸ ਜਾ ਸਕਦਾ ਕਿ ਨਹੀਂ। ਜਿਵੇਂ ਆਇਨਸਟਾਈਨ ਦੀ ਵੀ ਥਿਊਰੀ ਇੱਥੇ ਹੈ ਨਾ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ E = mc², ਯਾਨੀ ਕਿ એનર્ਜੀ ਨੂੰ ਕਾਹਦੇ 'ਚ ਕਨਵਰਟ ਕਰਨਾ, ਮੈਟਰ 'ਚ। ਅਸੀਂ ਮੈਟਰ, ਸਾਡੀ ਡੈਥ ਹੋ ਗਈ ਤਾਂ ਕੀ ਮੰਨਿਆ ਜਾਂਦਾ ਸੀ, ਕੀ ਬਣ ਗਏ ਬਾਅਦ 'ਚੋਂ એનર્ਜੀ। ਹੁਣ ਬਾਅਦ 'ਚੋਂ ਮੈਟਰ ਬਣਾਂਗੇ ਕਿ ਨਹੀਂ ਬਣਾਂਗੇ ਪਤਾ ਨਹੀਂ ਨਾ। ਇੱਥੇ ਉਹੀ ਗੱਲ ਇੱਥੇ ਹੈ ਕਿ ਬੱਚੇ ਦੀ ਹਲੇ ਤਰਕ ਕਿੱਥੇ ਖੜਾ ਬੱਚੇ ਦਾ। ਹੁਣ ਪਾਣੀ ਤੋਂ ਬਰਫ਼ ਦਾ ਪਤਾ ਲੱਗ ਗਿਆ, ਹਲੇ ਇਹ ਨਹੀਂ ਪਤਾ ਕਿ ਬਰਫ਼ ਤੋਂ ਦੁਬਾਰੇ ਪਾਣੀ ਬਣ ਸਕਦਾ ਕਿ ਨਹੀਂ। ਕੰਟਰੈਕਸ਼ਨ ਮਤਲਬ ਹੁੰਦਾ ਬੱਚੇ ਦਾ ਜਿਹੜਾ ਧਿਆਨ ਹੈ ਉਹ ਬਾਹਲੀਆਂ ਚੀਜ਼ਾਂ ਤੇ ਨਹੀਂ ਲਾ ਸਕਦਾ, ਸਿਰਫ ਇੱਕੋ ਚੀਜ਼ ਤੇ ਧਿਆਨ ਲਾ ਸਕਦਾ। ਜੇਕਰ ਉਹਨੂੰ ਮਲਟੀਟਾਸਕਿੰਗ ਦੇ ਕੰਮ ਦੇ ਦੋਗੇ, ਇੱਕੋ ਸਮੇਂ ਤੇ ਬਹੁਤ ਕੰਮ ਕਰਨ ਨੂੰ ਕਹਿ ਦੋਗੇ ਤਾਂ ਉਹ ਬਹੁਤ ਕੰਮ ਇੱਕੋ ਸਮੇਂ ਤੇ ਨਹੀਂ ਕਰ ਸਕੂਗਾ। ਐਨੀਮਿਜ਼ਮ ਇਹਦੇ 'ਚ ਜਾਣੀ ਕਿ ਬੱਚਾ ਜਿਹੜਾ ਥੋੜ੍ਹੀਆਂ ਹਰਕਤਾਂ ਕਰਦਾ ਉਹ ਅਜੀਬ ਕਰਦਾ। ਹੁਣ ਜਦੋਂ ਬੱਚਾ ਇਸ ਸਟੇਜ ਦੇ ਵਿੱਚ ਹੁੰਦਾ ਤਾਂ ਮੰਨ ਲਓ ਬੱਚਾ ਭੱਜਿਆ ਜਾ ਰਿਹਾ, ਭੱਜਿਆ ਜਾਂਦਾ ਮੰਜੇ 'ਚ ਬੱਚਾ ਰੋਣ ਲੱਗ ਗਿਆ, ਤਾਂ ਅਸੀਂ ਕੀ ਕਹਿੰਦੇ ਆ ਵੀ ਕੁਝ ਨਹੀਂ ਹੁੰਦਾ, ਮੈਂ ਮੰਜੇ ਨੂੰ ਮਾਰੂ, ਤਾਂ ਅਸੀਂ ਮੰਜੇ ਦੇ ਥੱਪੜ ਲਾ ਦਿੰਦੇ ਹਾਂ। ਬੱਚਾ ਕੀ ਹੈ ਕਿ ਕੋਈ ਗੱਲ ਨਹੀਂ, ਮੇਰੇ ਵੱਜੀ ਉਹਦੇ ਵੀ ਮਾਰੀ, ਹਿਸਾਬ ਬਰਾਬਰ ਹੋ ਗਿਆ ਨਾ। ਅਦਲੇ ਦਾ ਬਦਲਾ ਲੈਣ ਵਾਲਾ ਕੰਮ ਕਿ ਬੱਚਾ ਡਿੱਗ ਗਿਆ, ਅਸੀਂ ਬੱਚੇ ਨੂੰ ਆਮ ਘਰੇ ਵਰਤਦੇ ਹਾਂ ਕਿ ਉਹ ਕੀੜੀ ਮਾਰਦੀ ਹੈ ਨਾ, ਅਸੀਂ ਬੱਚੇ ਨੂੰ ਕਹਿ ਦਿੰਦੇ ਹਾਂ, ਬੱਚਾ ਇਹਨੇ ਖੁਸ਼ ਹੋ ਜਾਂਦਾ ਵੀ ਠੀਕ ਹੈ ਕੋਈ ਗੱਲ ਨਹੀਂ। ਜਾਣੀ ਕਿ ਉਹ ਕੀ ਹੈ ਕਿ ਬੱਚਾ ਕੀ ਸਮਝਦਾ, ਐਨੀਮਿਜ਼ਮ ਦਾ ਮਤਲਬ ਕੀ ਹੈ ਕਿ ਜਿਵੇਂ ਮੈਨੂੰ ਦੁੱਖ ਦਰਦ ਹੁੰਦਾ, ਜਿਵੇਂ ਮੈਂ ਹੱਸਦਾ, ਜਿਹੜੀਆਂ ਨਿਰਜੀਵ ਚੀਜ਼ਾਂ ਨੇ ਉਹਨਾਂ ਦੇ ਵਿੱਚ ਵੀ ਫੀਲਿੰਗਸ ਹੈਗੀਆਂ ਨੇ, ਉਹ ਦੋਨਾਂ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਪਾਉਂਦਾ। ਤਾਂ ਕਰਕੇ ਜੇ ਤੁਸੀਂ ਮੰਜੇ ਨੂੰ ਕੁੱਟ ਮਾਰਨ ਦੀ ਗੱਲ ਕਰਦੇ ਹੋ, ਬੈੱਡ ਨੂੰ ਮਾਰਨ ਦੀ ਗੱਲ ਕਰਦੇ ਹੋ, ਫਰਸ਼ ਨੂੰ ਕੁੱਟਣ ਦੀ ਗੱਲ ਕਰਦੇ ਹੋ, ਤਾਂ ਬੱਚਾ ਇਹਨਾਂ ਦੇ ਵਿੱਚ ਕੀ ਹੈ, ਖੁਸ਼ ਹੋ ਜਾਂਦਾ। ਕੋਈ ਉਹਦਾ ਗੁੱਟੇ ਕੁੱਟਿਆ ਹੈ ਨਾ, ਉਹਦੇ ਮਾਰਦੇ ਕਰਦੇ ਹੋ ਤਾਂ ਬੱਚਾ ਕੀ ਹੈ, ਖੁਸ਼ ਹੋਊਗਾ। ਕਿਉਂਕਿ ਉਹਨੂੰ ਇਹ ਹੈ ਕਿ ਜਿਹੜੀ ਸਜ਼ਾ ਮੈਨੂੰ ਮਿਲੀ ਸੀ ਬਰਾਬਰ ਉਹਨੂੰ ਵੀ ਦੇਤੀ। ਇਸ ਚੀਜ਼ ਨੂੰ ਬੋਲਿਆ ਜਾਂਦਾ ਐਨੀਮਿਜ਼ਮ, ਯਾਨੀ ਕਿ ਪੰਜਾਬੀ ਜਿਹਨੂੰ ਅਸੀਂ ਕਹਿੰਦੇ ਆ ਅਜੀਬ ਬਾਤ। ਉਸ ਤੋਂ ਨੈਕਸਟ ਸਟੇਜ ਸਾਡੇ ਕੋਲ ਆਉਂਦੀ ਹੈ ਕੰਕਰੀਟ ਆਪਰੇਸ਼ਨਲ ਸਟੇਜ। ਇਸ ਸਟੇਜ ਦਾ ਜਿਹੜਾ ਟਾਈਮ ਹੈ ਜੀ ਉਹ ਹੈਗਾ 7 ਤੋਂ ਲੈ ਕੇ 11 ਸਾਲ ਤੱਕ। ਇਹਨੂੰ ਪੰਜਾਬੀ ਦੇ ਵਿੱਚ ਅਸੀਂ ਕੀ ਬੋਲਦੇ ਹਾਂ, ਸਥੂਲ। ਅਸੀਂ ਸੂਖਮ ਤੋਂ ਸਥੂਲ ਦੀ ਗੱਲ ਕਰਦੇ ਹਾਂ। ਕੰਕਰੀਟ ਦਾ ਮਤਲਬ ਜਦੋਂ ਕਿਸੇ ਮੂਰਤ ਦੀ ਗੱਲ ਕਰਦੇ ਹਾਂ ਅਸੀਂ, ਹੈ ਨਾ, ਮੂਰਤ ਗਿਆਨ ਦੀ ਗੱਲ ਕਰਦੇ ਹਾਂ, ਸਥੂਲ ਦੀ ਗੱਲ ਕਰਦੇ ਹਾਂ, ਕੰਕਰੀਟ ਦੀ ਗੱਲ ਕਰਦੇ ਹਾਂ, ਜਿਹੜੀ ਚੀਜ਼ ਨੂੰ ਅਸੀਂ ਹੱਥ ਲਾ ਕੇ ਦੇਖ ਸਕਦੇ ਹੋਈਏ ਉਹਦੀ ਗੱਲ ਕਰਦੇ ਹਾਂ। ਤਾਂ ਇਹਦਾ ਟਾਈਮ ਪੀਰੀਅਡ ਕੀ ਹੈ, 7 ਤੋਂ ਲੈ ਕੇ 11 ਸਾਲ। ਤਾਂ ਇਹਦੇ ਵਿੱਚ ਬੱਚਾ ਥੋੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਜਿਹੜੇ ਚੀਜ਼ਾਂ ਦੇ ਤੇ ਜਾਂ ਫਿਰ ਸੁਸਾਇਟੀ ਦੇ, ਉਹ ਸਿੱਖਣੇ ਸ਼ੁਰੂ ਕਰ ਲੈਂਦਾ। ਹੁਣ ਪਹਿਲਾਂ ਵਾਲੀ ਸਟੇਟ ਨਾਲੋਂ ਇੱਕ ਫਰਕ ਪੈ ਗਿਆ ਕਿ ਬੱਚਾ ਇੱਥੇ ਤਰਕ ਕਰਨਾ ਸ਼ੁਰੂ ਕਰ ਦਿੰਦਾ। ਉਹ ਚੀਜ਼ਾਂ ਪਿੱਛੇ ਕਾਰਨ ਹੈ ਜਿਹੜਾ ਉਹ ਲੱਭਣਾ ਸ਼ੁਰੂ ਕਰ ਦਿੰਦਾ। ਉਹਦੇ ਸਵਾਲ ਪੁੱਛਣ ਦੀ ਦਰ ਹੈ ਜਿਹੜੀ ਇੱਥੇ ਵੱਧ ਵੀ ਜਾਂਦੀ ਹੈ, ਪਲੱਸ ਬੱਚਾ ਜਿਹੜਾ ਖੁਦ ਐਫਰਟ ਕਰਨੇ ਸ਼ੁਰੂ ਕਰ ਦਿੰਦਾ। ਇੰਡਕਟਿਵ ਲੌਜਿਕ, ਬੱਚਾ ਸੌਖੇ ਤੋਂ ਔਖੇ ਵੱਲ ਨੂੰ ਜਾ ਸਕਦਾ ਹੈ, ਸੌਖਾ ਤੋਂ ਆਸਾਨ ਤੋਂ ਜਿਹੜਾ ਔਖਾ ਕੰਮ ਹੈ, ਸਿੰਪਲ ਤੋਂ ਕੰਪਲੈਕਸ ਕੋਈ ਕੰਮ ਕਰ ਸਕਦਾ ਹੈ। ਅਮੂਰਤ ਤੇ ਕਲਪਨਾ ਨਾਲ ਸੰਘਰਸ਼, ਹਾਲੇ ਕਿਉਂਕਿ ਆਪਾਂ ਨੇ ਗੱਲ ਕਾਹਦੀ ਜਿਹੜੀ ਸਟੇਟ ਹੈ ਇਹ ਕੰਕਰੀਟ, ਜਿਹਨੂੰ ਅਸੀਂ ਸਥੂਲ ਕਿਹਾ, ਹਾਲੇ ਬੱਚੇ ਦੇ ਵਿੱਚ ਕਲਪਨਾ ਹੈ ਜਾਂ ਹਾਈਪੋਥੀਸਿਸ ਹੈ, ਉਹਨਾਂ ਦੇ ਵਿੱਚ ਬੱਚਾ ਕੰਕਰੀਟ ਨਾਲ ਕੰਪੈਰੀਜ਼ਨ ਨਹੀਂ ਕਰ ਪਾਉਂਦਾ। ਯਾਨੀ ਕਿ ਅਸਲੀਅਤ ਤੇ ਕਲਪਨਾ ਦੇ ਵਿੱਚ ਡਿਫਰੈਂਸ ਹਾਲੇ ਬੱਚਾ ਸਮਝ ਨਹੀਂ ਪਾ ਰਿਹਾ ਇਸ ਸਟੇਜ ਦੇ ਵਿੱਚ, ਕੰਕਰੀਟ ਦੇ ਵਿੱਚ। ਹਾਲੇ ਬੱਚੇ ਦੀ ਉਮਰ ਕਿੰਨੀ ਹੈ, 7 ਤੋਂ 11 ਸਾਲ। ਤਾਂ ਉਹਦੇ ਹੀਰੋ ਵੀ ਕਿਹੜੇ ਹੋਣਗੇ ਇਹ ਜਿਹੀ ਉਮਰ ਦੇ ਵਿੱਚ। ਅਸੀਂ ਜਦੋਂ ਛੋਟੇ ਸੀ ਅਸੀਂ ਸ਼ਕਤੀਮਾਨ ਬਹੁਤ ਦੇਖਦੇ ਸੀ, ਹੈ ਨਾ, ਆਰਿਆਮਾਨ ਵਰਗੇ ਹੋ ਗਏ, ਜਿਹੜੀਆਂ ਚੀਜ਼ਾਂ ਹਾਈਪੋਥੈਟੀਕਲ ਸੀਗੀਆਂ ਨਾ, ਉਹ ਚੀਜ਼ਾਂ ਵਧੀਆ ਲੱਗਦੀਆਂ ਨੇ। ਕਿਉਂਕਿ ਹਾਲੇ ਅਸੀਂ ਰਿਐਲਿਟੀ ਤੋਂ ਥੋੜਾ ਜਿਹਾ ਦੂਰ ਹਾਂ। ਉਸ ਤੋਂ ਬਾਅਦ ਇਹਨਾਂ ਚੀਜ਼ਾਂ ਨਾਲ ਸਾਡਾ ਸੰਘਰਸ਼ ਚੱਲ ਰਿਹਾ। ਹਾਲੇ ਅਗਲੀ ਸਟੇਜ ਦੇ ਵਿੱਚ ਜਾ ਕੇ ਪਤਾ ਲੱਗੂਗਾ ਸਾਨੂੰ ਕਿ ਅਮੂਰਤ ਚੀਜ਼ਾਂ ਕੀ ਨੇ।
ਉਸ ਤੋਂ ਬਾਅਦ ਇੱਕ ਇਹਦੇ ਵਿੱਚ ਵੀ ਇਹ ਟਰਮ ਦਿੱਤੀ ਹੋਈ ਹੈ ਇਸ ਸਟੇਜ ਦੇ ਵਿੱਚ ਇਹ ਵੀ ਯਾਦ ਰੱਖਿਓ ਕਿਹੜੀ ਸਟੇਜ ਹੈ ਇਹ ਕੰਕਰੀਟ ਆਪਰੇਸ਼ਨ CCS ਦਾ ਮਤਲਬ ਕੀ ਹੈ ਕੰਜ਼ਰਵੇਸ਼ਨ ਲਾ ਆਫ ਕੰਜ਼ਰਵੇਸ਼ਨ ਕੀ ਕਹਿੰਦਾ ਕਿ ਮੰਨ ਲਓ ਤੁਸੀਂ ਇੱਕ ਗਲਾਸ ਹੈ ਜਿਹੜਾ ਉਹ ਬਹੁਤ ਲੰਬਾ ਲੈ ਲਿਆ ਹਨਾ ਤੇ ਇੱਕ ਮੰਨ ਲਓ ਤੁਸੀਂ ਨੇ ਗਲਾਸ ਹੈ ਜਿਹੜਾ ਉਹ ਜ਼ਿਆਦਾ ਚੌੜਾ ਲੈ ਲਿਆ ਹੁਣ ਦੋਨਾਂ ਦੇ ਵਿੱਚ ਮੰਨ ਲਓ 1 ਲੀਟਰ ਪਾਣੀ ਉਸ ਪੈ ਸਕਦਾ 1 ਲੀਟਰ ਪਾਣੀ ਉਸ ਪੈ ਸਕਦਾ ਤਾਂ ਇੱਥੇ ਬੱਚਾ ਜਿਹੜਾ ਕਿਉਂਕਿ ਲੌਜੀਕ ਲਾਉਣਾ ਉਹਨੇ ਸ਼ੁਰੂ ਕਰ ਲਿਆ ਉਹ ਪਤਾ ਲੱਗ ਜੂਗਾ ਕਿ ਚਾਹੇ ਭਾਂਡਿਆਂ ਦਾ ਜਿਹੜਾ ਆਕਾਰ ਹੈ ਉਹ ਵੱਖੋ ਵੱਖਰਾ ਔਰ ਕੁਆਂਟੀਟੀ ਦੋਨਾਂ ਸੇਮ ਹੋਊਗੀ ਜਿਹੜਾ ਪਾਣੀ ਦੀ ਮਾਤਰਾ ਹੋਊਗੀ ਉਹ 'ਚ ਵੀ 1 ਲੀਟਰ ਹੈ ਤੇ ਉਹਦੇ 'ਚ ਵੀ 1 ਲੀਟਰ ਹੈ ਭਾਂਡਾ ਲੰਬਾ ਜਾਂ ਚੌੜਾ ਹੋਣ ਨਾਲ ਕੋਈ ਫਰਕ ਮਾਤਰਾ ਤੇ ਕੋਈ ਫਰਕ ਨਹੀਂ ਪੈ ਰਿਹਾ ਹੈ ਨਾ ਇਹ ਕੀ ਹੈ ਬੱਚਾ ਇਹਦੇ ਚ ਆ ਕੇ ਸਿੱਖਣਾ ਸ਼ੁਰੂ ਕਰ ਦਿੰਦਾ ਇਹਨੂੰ ਅਸੀਂ ਸਟੋਰ ਕਰਿਆ ਜਾਂਦੇ ਹਾਂ ਇਹ ਪਹਿਲਾ ਕੀ ਆ ਕੰਜ਼ਰਵੇਸ਼ਨ ਕਈ ਵਾਰ CCS ਦੀ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ ਦੂਸਰਾ ਹੈਗਾ ਕਲਾਸੀਫਿਕੇਸ਼ਨ ਬੱਚਾ ਚੀਜ਼ਾਂ ਨੂੰ ਈਜ਼ੀਲੀ ਕਲਾਸੀਫਾਈ ਕਰ ਸਕਦਾ ਵਰਗੀਕਰਨ ਕਰ ਸਕਦਾ ਵੱਖੋ ਵੱਖਰੀਆਂ ਚੀਜ਼ਾਂ ਨੂੰ ਅੱਡੋ ਅੱਡ ਕਰ ਸਕਦਾ ਸੀਰੀਏਸ਼ਨ ਹੁੰਦਾ ਹੈ ਸੀਰੀਅਲ ਨੰਬਰ ਦੇ ਨਾਲ ਬੱਚਾ ਜਿਹੜਾ ਚੀਜ਼ਾਂ ਨੂੰ ਜੇਕਰ ਉਹਨੂੰ ਕੋਈ ਤੁਸੀਂ ਚੀਜ਼ ਤੋੜ ਮਰੋੜ ਕੇ ਫੜਾ ਦੋਗੇ ਤਾਂ ਉਹਨੂੰ ਉਹ ਸੀਰੀਜ਼ ਦੇ ਵਿੱਚ ਲਾ ਸਕਦਾ ਕੋਈ ਉਹਨੂੰ ਤੁਸੀਂ ਫੋਟੋਆਂ ਸੀ ਉਹ ਤੋੜ ਕੇ ਦੇ ਦਿੱਤੀਆਂ ਨਾ ਉਹਨੂੰ ਸੀਰੀਜ਼ ਦੇ ਵਿੱਚ ਲਾ ਲੂਗਾ ਕੋਈ ਅਲਫਾਬੈਟ ਦੀ ਸੀਰੀਜ਼ ਹੈ ਉਹਨੂੰ ਉਹ ਜੋੜ ਕੇ ਸੀਰੀਜ਼ ਦੇ ਵਿੱਚ ਲਾ ਸਕਦਾ ਯਾਨੀ ਕਿ ਇਹ ਜਿਹੜੀ ਰੀਜ਼ਨਿੰਗ ਆ ਬੱਚੇ ਦੇ ਵਿੱਚ ਚੀਜ਼ਾਂ ਨੂੰ ਸੀਰੀਜ਼ ਦੇ ਵਿੱਚ ਲਾਉਣ ਦੀ ਇਸ ਏਜ ਦੇ ਵਿੱਚ ਆ ਜਾਂਦੀ ਹੈ ਰਿਵਰਸੀਬਲ ਥਿੰਕਿੰਗ ਅਸੀਂ ਪਹਿਲਾਂ ਵੀ ਪੜ੍ਹ ਕੇ ਗਏ ਪਿਛਲੀ ਜਿਹੜੀ ਸਟੇਟ ਸੀ ਉਹਦੇ ਵਿੱਚ ਥਿੰਕਿੰਗ ਕਿਹੜੇ ਸੀਗੇ ਇਹ ਰਿਵਰਸੀਬਲ ਯਾਨੀ ਕਿ ਬੱਚਾ ਸੀ ਜਿਹੜਾ ਉਹ ਇੱਕ ਪਾਸੇ ਹੀ ਸੋਚ ਸਕਦਾ A ਤੋਂ B ਤੇ ਜਾ ਸਕਦਾ ਪਰ B ਤੋਂ A ਤੇ ਨਹੀਂ ਆ ਸਕਦਾ ਪਰ ਅਗਲੀ ਸਟੇਟ ਦੇ ਵਿੱਚ ਕੀ ਹੈ ਬੱਚਾ A ਤੋਂ B ਤੇ B ਤੋਂ A ਤੇ ਵੀ ਆ ਜਾਂਦਾ ਯਾਨੀ ਕਿ ਇੱਥੇ ਪਤਾ ਲੱਗ ਗਿਆ ਹੁਣ ਕਿ ਜੇ ਪਾਣੀ ਤੋਂ ਬਰਫ਼ ਬਣੀ ਹੈ ਤਾਂ ਬਰਫ਼ ਖੁਰ ਕੇ ਕੀ ਬਣੂ ਬਾਰੇ ਵਾਪਸ ਪਾਣੀ ਬਣੂਗਾ ਤਾਂ ਇਹ ਕਿਹੜੀ ਸਟੇਟ ਦੇ ਵਿੱਚ ਪੋਸੀਬਲ ਹੈ ਕੰਕਰੀਟ ਸਟੇਟ ਦੇ ਵਿੱਚ ਲਾਸਟ ਸਟੇਟ ਸਾਡੇ ਕੋਲ ਹੈਗੀ ਹੈ ਜੀ ਫਾਰਮਲ ਆਪਰੇਸ਼ਨ ਜਿਹੜੇ ਕੁਐਸਚਨ ਨੇ ਉਹ ਮੋਸਟਲੀ ਆ ਤਿੰਨ ਸਟੇਟਾਂ ਦੇ ਵਿੱਚ ਹੀ ਪੁੱਛੇ ਜਾਂਦੇ ਨੇ ਆ ਤਿੰਨੋਂ ਸਟੇਜ ਨੇ ਜਿਹੜੀਆਂ ਇਹ ਜ਼ਿਆਦਾ ਇੰਪੋਰਟੈਂਟ ਨੇ ਨੈਕਸਟ ਸਾਡੇ ਕੋਲ ਹੈਗੀ ਆ ਫਾਰਮਲ ਆਪਰੇਸ਼ਨਲ ਸਟੇਜ ਹੁਣ ਇਹ ਤੋਂ ਬਾਅਦ ਦੀ ਸਾਰੀ ਉਮਰ ਜਿਵੇਂ ਸਾਡੀ ਐਡੋਲਸੈਂਸ ਹੈ ਜਿਹੜੀ ਉਹਨੂੰ ਅਸੀਂ ਕੀ ਕਹਿੰਦੇ ਆ ਕਿ ਕਈ ਜਾਂ 12 ਤੋਂ 19 ਲਿਖਿਆ ਕਈਆਂ ਕਿਤਾਬਾਂ ਦੇ ਵਿੱਚ 13 ਤੋਂ 19 ਲਿਖਿਆ ਹੈ ਨਾ ਐਡੋਲਸੈਂਸ ਨੂੰ ਤਾਂ ਇਹ ਵਿਆਜੇ ਕਹਿੰਦਾ ਇਹ ਤੋਂ ਬਾਅਦ ਦੀ ਸਾਰੀ ਜਿਹੜੀ ਸਟੇਟ ਹੈ ਉਹ ਕਿਹੜੀ ਕਹਿੰਦੇ ਇਹਨੂੰ ਫਾਰਮਲ ਆਪਰੇਸ਼ਨ ਤਾਂ ਇਹਨੂੰ ਪੰਜਾਬੀ ਚ ਅਸੀਂ ਕੀ ਕਹਿੰਦੇ ਆ ਰਸਮੀ ਕਿਰਿਆ ਪ੍ਰਣਾਲੀ ਹੁਣ ਇਹਦੇ ਵਿੱਚ ਕੀ ਹੈ ਅਮੂਰਤ ਸ਼ਬਦਾਂ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਮੈਂ ਗੱਲ ਕਰਦਾ ਕਿ ਇੱਕ ਰੁੱਖ ਹੈ ਹੁਣ ਰੁੱਖ ਇੱਕ ਅਮੂਰਤ ਸ਼ਬਦ ਹੈ ਤਾਂ ਇਹਦੇ ਬਾਰੇ ਹੁਣ ਸਮਝ ਜਾਂਦਾ ਕਿ ਰੁੱਖ ਅੱਡੋ ਅੱਡ ਤਰ੍ਹਾਂ ਦੇ ਹੋ ਸਕਦੇ ਨੇ ਪੰਛੀ ਵੀ ਅਮੂਰਤ ਸ਼ਬਦ ਹੈ ਜਾਨਵਰ ਵੀ ਅਮੂਰਤ ਸ਼ਬਦ ਹੈ ਮਨੁੱਖ ਵੀ ਕੀ ਹੈ ਅਮੂਰਤ ਸ਼ਬਦ ਹੈ ਇਹ ਸਾਰੇ ਸ਼ਬਦ ਕੀ ਨੇ ਅਮੂਰਤ ਨੇ ਹਨਾ ਤਾਂ ਉਹ ਅਮੂਰਤ ਤੇ ਮੂਰਤ ਦੇ ਵਿੱਚ ਡਿਫਰੈਂਸ ਕਰਨਾ ਜਿਹੜਾ ਉਹ ਸਟਾਰਟ ਕਰ ਦਿੰਦਾ ਨੈਕਸਟ ਦੇ ਵਿੱਚ ਕੀ ਹੈ ਲੌਜੀਕ ਆ ਉਹਦਾ ਜਿਹੜਾ ਉਹ ਹੋਰ ਸਟਰੋਂਗ ਹੋ ਜਾਂਦਾ ਹੈ ਡਿਡਕਸ਼ਨ ਇਹ ਆਪਾਂ ਨੇ ਵੀ ਪੜ੍ਹਿਆ ਸੀ ਕਿ ਇੰਡਕਟਿਵ ਤੇ ਡਿਡਕਟਿਵ ਰੀਜ਼ਨਿੰਗ ਹੈ ਜਿਹੜੀ ਇਹ ਕਿਹਨੇ ਦਿੱਤੀ ਸੀਗੀ ਐਰਿਸਟੋਟਲ ਨੇ ਇਹ ਆਪਾਂ ਪਹਿਲਾਂ ਪੜ੍ਹਿਆ ਇੰਡਕਟਿਵ ਤੇ ਡਿਡਕਟਿਵ ਰੀਜ਼ਨਿੰਗ ਕਿਹਨੇ ਅਰਸਤੂ ਨੇ ਦਿੱਤੀ ਸੀ ਇੰਡਕਟਿਵ ਤੇ ਡਿਡਕਟਿਵ ਜਦੋਂ ਅਸੀਂ ਨੇ ਕੀ ਪੜ੍ਹਿਆ ਸੀਗਾ ਟੀਚਿੰਗ ਮੈਥਡ ਪੜ੍ਹੇ ਸੀ ਉਹਦੇ ਵਿੱਚ ਟੀਚਿੰਗ ਮੈਥਡ ਆਇਆ ਸੀ ਇੱਕ ਸਾਇੰਟਿਫਿਕ ਮੈਥਡ ਸੀਗਾ ਜਿਹੜਾ ਫ੍ਰਾਂਸਿਸ ਬੇਕਨ ਨੇ ਸ਼ੁਰੂ ਕੀਤਾ ਸੀ ਪਰ ਇੰਡਕਟਿਵ ਤੇ ਡਿਡਕਟਿਵ ਰੀਜ਼ਨਿੰਗ ਹੈ ਜਿਹੜੀ ਉਹ ਕਿਹਨੇ ਦਿੱਤੀ ਸੀਗੀ ਐਰਿਸਟੋਟਲ ਨੇ ਦਿੱਤੀ ਸੀਗੀ ਡਿਡਕਟਿਵ ਇੰਡਕਟਿਵ ਕਿੱਧਰ ਨੂੰ ਜਾਣਾ ਸੀ ਅਸੀਂ ਨੇ ਸੌਖੇ ਤੋਂ ਔਖੇ ਵੱਲ ਡਿਡਕਟਿਵ ਇਹਦਾ ਉਲਟਾ ਹੈ ਔਖੇ ਤੋਂ ਸੌਖੇ ਵੱਲ ਤਾਂ ਇਸ ਏਜ ਦੇ ਵਿੱਚ ਪਹੁੰਚ ਕੇ ਬੱਚਾ ਔਖੇ ਤੋਂ ਸੌਖੇ ਪਾਸੇ ਵੱਲ ਵੀ ਜਾ ਸਕਦਾ ਉਸ ਤੋਂ ਬਾਅਦ ਪਿਆਜੇ ਨੇ ਵੀ ਇਹ ਗੱਲ ਵੀ ਆਖੀ ਸੀ ਕਹਿੰਦਾ ਫੋਕਸ ਔਨ ਕੁਆਲਿਟੇਟਿਵ ਚੇਂਜ ਇਨ ਲਰਨਿੰਗ ਹੈ ਨਾ ਉਹਨੇ ਕਾਹਦੇ ਉੱਪਰ ਫੋਕਸ ਕੀਤਾ ਸੀਗਾ ਕਿ ਲਰਨਿੰਗ ਦੇ ਵਿੱਚ ਚੇਂਜ ਆ ਜਿਹੜਾ ਉਹ ਕੀ ਹੋਣਾ ਚਾਹੀਦਾ ਕੁਆਲਿਟੇਟਿਵ ਹੋਣਾ ਚਾਹੀਦਾ ਆਇਨਸਟਾਈਨ ਇਹਨਾਂ ਦੀ ਥਿਊਰੀ ਬਾਰੇ ਕੀ ਆਖਿਆ ਸੀਗਾ ਉਹ ਕਹਿੰਦਾ ਸੋ ਸਿੰਪਲ ਓਨਲੀ ਅ ਜੀਨੀਅਸ ਕੁਡ ਹੈਵ ਥਾਊਟ ਆਫ ਇਟ ਉਹ ਕਹਿੰਦਾ ਕਿ ਇਹੋ ਜਿਹੀ ਗੱਲ ਕੋਈ ਜੀਨੀਅਸ ਬੰਦਾ ਹੀ ਸੋਚ ਸਕਦਾ ਜਿਹੜਾ ਇਹ ਥਿਊਰੀ ਬਾਰੇ ਵਿਚਾਰ ਕੀਤਾ ਸੀ ਆਇਨਸਟਾਈਨ ਨੇ ਉਹ ਕਹਿੰਦਾ ਕਿ ਐਡੀ ਜਿਹੜੀ ਸੂਖਮ ਗੱਲ ਹੈ ਨਾ ਐਡੀ ਜਿਹੜੀ ਤਰਕ ਵਾਲੀ ਗੱਲ ਹੈ ਬੱਚਿਆਂ ਦੇ ਸਿੱਖਣ ਬਾਰੇ ਉਹ ਕੋਈ ਜੀਨੀਅਸ ਬੰਦਾ ਹੀ ਦੇ ਸਕਦਾ ਤਾਂ ਆਇਨਸਟਾਈਨ ਨੇ ਕਿਹਦੀ ਥਿਊਰੀ ਬਾਰੇ ਆਖੀ ਸੀ ਇਹ ਗੱਲ ਜਿਹੜੀ ਉਹਨੇ ਕੋਗਨੀਟਿਵ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਸੀ ਜੀਨ ਪਿਆਜੇ ਨੇ ਤਾਂ ਇੱਕ ਵਾਰ ਥੋੜਾ ਜਿਹਾ ਦੁਬਾਰਾ ਦੇਖ ਲੈਂਦੇ ਹਾਂ ਵੀ ਜਿਹੜੇ ਦੇ ਮੇਨ ਪੁਆਇੰਟ ਨੇ ਇੱਕ ਤਾਂ ਉਹਨੇ ਐਸੀਮਿਲੇਸ਼ਨ ਤੇ ਅਡੈਪਟੇਸ਼ਨ ਜਿਹੜੀਆਂ ਦੋ ਚੀਜ਼ਾਂ ਹੁੰਦੀਆਂ ਨੇ ਕਿ ਅਸੀਂ ਜਦੋਂ ਖਾਤੇ ਨੂੰ ਮੋਡੀਫਾਈ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਉਹਨੂੰ ਐਸੀਮਿਲੇਟ ਕਰ ਲੈਂਦੇ ਹਾਂ ਉਸ ਤੋਂ ਬਾਅਦ ਉਹਨੇ ਗੱਲ ਕੀ ਕੀਤੀ ਸੀਗੀ ਕਿ ਜਦੋਂ ਵੀ ਸਾਡੇ ਕੋਲੇ ਨਵੀਂ ਸਿਚੁਏਸ਼ਨ ਆਊਗੀ ਤਾਂ ਅਸੀਂ ਕਿਹੜੀ ਸਟੇਟ ਬਾਰੇ ਜਾਣੀ ਜਿਹੜੀ ਅਸਤੋਲਿਤ ਕਰੂਗੀ ਸਾਨੂੰ ਤੇ ਜਾਂ ਫਿਰ ਉਹ ਕਾਹਦੇ 'ਚ ਜਾਊਗੀ ਡਿਸ ਇਕੁਇਲਿਬਰੀਅਮ ਦੇ ਵਿੱਚ ਤਾਂ ਲਾਸਟ ਸਟੇਜ ਜਿਹੜੀ ਅਸੀਂ ਅਚੀਵ ਕਰਾਂਗੇ ਉਹ ਕਿਹੜੀ ਹੋਊਗੀ ਇਕੁਇਲਿਬਰੀਅਮ ਹੋਊਗੀ ਆਹ ਪ੍ਰੋਸੈਸ ਸੀਗਾ ਇਹਦੇ ਵਿੱਚ ਇੱਕ ਜਿਹੜੀ ਮੇਨ ਚੀਜ਼ ਹੈ ਕਿ ਇਹਨੇ ਕੀ ਆਖਿਆ ਸੀਗਾ ਕਿ ਡਿਵੈਲਪਮੈਂਟ ਕੀ ਹੈ ਡਿਸਕੰਟੀਨਿਊਸ ਹੈ ਕੰਟੀਨਿਊਸ ਨਹੀਂ ਹੈਗੀ
ਡਿਵੈਲਪਮੈਂਟ ਕੀ ਹੈ, ਡਿਸਕੰਟੀਨਿਊਸ। ਦੂਸਰੀ ਗੱਲ ਇਹਨੇ ਕੀ ਆਖੀ ਸੀ, ਡਿਵੈਲਪਮੈਂਟ ਦੇ ਨਾਲ ਲਰਨਿੰਗ ਹੋਵੇ। ਇਹ ਤੋਂ ਬਾਅਦ ਜਿਹੜਾ ਬੰਦਾ ਪੜਾਂਗੇ ਉਹ ਕਹਿੰਦਾ ਕਿ ਲਰਨਿੰਗ ਦੇ ਨਾਲ ਡਿਵੈਲਪਮੈਂਟ ਹੁੰਦੀ ਹੈ, ਪਰ ਇਹ ਕੀ ਕਹਿ ਰਿਹਾ ਕਿ ਜਦੋਂ ਡਿਵੈਲਪਮੈਂਟ ਹੋਊਗੀ ਫਿਰ ਕੀ ਹੋਊਗੀ, ਲਰਨਿੰਗ। ਜਾਣੀ ਕਿ ਏਜ ਦਾ ਇੱਕ ਪੱਧਰ ਹੈ ਬੰਦੇ ਦੇ ਸਿੱਖਣ ਦਾ ਵੀ, ਉਮਰ ਦੇ ਨਾਲ ਨਾਲ ਕੀ ਹੋਊਗਾ, ਉਹ ਵੱਧਦਾ ਰਹੂਗਾ ਜਿਵੇਂ ਜਿਵੇਂ ਸਾਡੀ ਡਿਵੈਲਪਮੈਂਟ ਹੋਊਗੀ। ਅਗਲਾ ਕੁਐਸਚਨ ਵੀ ਜਿਹੜਾ ਪੁੱਛਿਆ ਜਾ ਸਕਦਾ ਸਾਨੂੰ ਇਹ ਹੈਗਾ ਥੌਟ ਲੈਂਗੁਏਜ ਦਾ। ਪਹਿਲਾਂ ਬੱਚੇ ਦੇ ਮਨ 'ਚ ਵਿਚਾਰ ਆਉਂਦਾ, ਫਿਰ ਭਾਸ਼ਾ ਦਾ ਕੋਈ ਸ਼ਬਦ ਹੈ ਜਿਹੜਾ ਉਹਦੇ ਨਾਲ ਬੱਚਾ ਕੀ ਕਰਦਾ, ਉਹਨੂੰ ਆਪਣੀ ਸੋਚ ਦੇ ਵਿੱਚ ਢਾਲਦਾ। ਈਗੋਸੈਂਟਰਿਕ ਹੈ ਬੱਚਾ, ਆਪਣੇ ਆਪ ਬਾਰੇ ਸੋਚ ਰਿਹਾ, ਆਪਣੇ ਆਪ ਨਾਲ ਗੱਲਾਂ ਕਰ ਰਿਹਾ। ਕਲੈਕਟਿਵ ਮੋਨੋਲੋਗ ਕਰ ਰਿਹਾ ਬੱਚਾ। ਕਲੈਕਟਿਵ ਮੋਨੋਲੋਗ ਕੀ ਹੈ ਕਿ ਬੈਠੇ ਸਾਰੇ ਇੱਕੋ ਕਲਾਸ ਦੇ ਵਿੱਚ ਨੇ, ਪਰ ਚੀਜ਼ ਵੀ ਇੱਕੋ ਪੜ੍ਹ ਰਹੇ ਨੇ, ਪਰ ਉਹਨਾਂ ਦਾ ਇੱਕ ਦੂਸਰੇ ਨਾਲ ਕੋਈ ਸੰਬੰਧ ਨਹੀਂ। ਇਕੱਲਾ ਬੱਚਾ ਆਪੋ ਆਪਣੇ ਆਪ ਪੜ੍ਹ ਰਿਹਾ। 4 ਸਟੇਜਾਂ ਇਹ ਨੇ। ਸੈਂਸਰੀ ਮੋਟਰ ਸਟੇਜ, ਇਹਦਾ ਟਾਈਮ ਦੇਖ ਲਓ 0 ਤੋਂ 2 ਸਾਲ ਹੈ। ਪ੍ਰੀ ਆਪਰੇਸ਼ਨਲ ਹੈ 2 ਤੋਂ 6 ਸਾਲ ਹੈ। ਕੰਕਰੀਟ ਆਪਰੇਸ਼ਨਲ 7 ਤੋਂ 11 ਸਾਲ ਹੈ। ਲਾਸਟ ਹੈਗੀ ਆ ਫਾਰਮਲ ਆਪਰੇਸ਼ਨਲ, ਇਹਦਾ 12 ਤੋਂ ਉੱਪਰ ਜਿਹੜਾ ਵੀ ਟਾਈਮ ਹੈ ਉਹ ਸਾਰਾ ਇਸ ਹੈ। ਤਾਂ ਇਹ ਸਾਰੀਆਂ ਇਹਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। ਇੱਕ ਇਹ ਨੂੰ ਧਿਆਨ ਨਾਲ ਪੜ੍ਹਦੇ ਵੀ ਇਹ ਕੁਐਸਚਨ ਬਹੁਤ ਰਿਪੀਟ ਹੁੰਦਾ। ਆਬਜੈਕਟ ਪਰਮਾਨੈਂਸ 9 ਤੋਂ 11 ਮਹੀਨੇ ਦੇ ਵਿੱਚ ਬੱਚਾ ਸਿੱਖ ਜਾਂਦਾ। ਆਬਜੈਕਟ ਪਰਮਾਨੈਂਸ ਦਾ ਮਤਲਬ ਕਿ ਉਸ ਤੋਂ ਪਹਿਲਾਂ ਜੇ ਬੱਚੇ ਨੂੰ ਕੋਈ ਚੀਜ਼ ਤੁਸੀਂ ਦਿਖਾ ਕੇ ਲੁਕੋ ਲਓਗੇ ਤਾਂ ਬੱਚੇ ਨੂੰ ਕੋਈ ਅਸਰ ਨਹੀਂ ਹੋਣਾ, ਕਿਉਂਕਿ ਜਿਹੜੀ ਚੀਜ਼ ਉਹਨੂੰ ਦਿਖਦੀ ਹੈ ਹਲੇ ਬਸ ਉਹੀ ਹੈ, ਜਦੋਂ ਲੁਕ ਗਈ ਤਾਂ ਲੁਕ ਗਈ। ਪਰ 9 ਤੋਂ ਜਦੋਂ ਮਹੀਨਿਆਂ ਤੋਂ ਉਹ ਟੱਪਣਾ ਸ਼ੁਰੂ ਹੋ ਜਾਂਦਾ ਤਾਂ ਉਹ ਚੀਜ਼ਾਂ ਦੀ ਯਾਦ ਸ਼ਕਤੀ ਬਣਨ ਲੱਗ ਜਾਂਦੀ ਉਹਦੇ ਅੰਦਰ। ਉਹ ਸਮਝ ਜਾਂਦਾ ਕਿ ਜਿਹੜੀ ਚੀਜ਼ ਦਿਖਾਈ ਗਈ ਸੀ ਉਹ ਮੈਂ ਤੁਹਾਨੂੰ ਭੁੱਲ ਹੀ ਗਈ ਹੈ, ਹੁਣ ਤਾਂ ਉਹ ਵਾਪਸ ਉਸੇ ਚੀਜ਼ ਦੀ ਮੰਗ ਕਰਦਾ ਹੈ। ਇਸ ਚੀਜ਼ ਨੂੰ ਅਸੀਂ ਕੀ ਕਹਿੰਦੇ ਆ, ਆਬਜੈਕਟ ਪਰਮਾਨੈਂਸ। ਤਾਂ ਇਹ ਯਾਦ ਰੱਖ ਲਿਓ। ਇਸ ਦੇ ਵਿੱਚੋਂ ਇਹਦੇ ਵਿੱਚੋਂ ਈਗੋਸੈਂਟਰਿਕ ਹੈਗਾ ਵੀ, ਈਗੋਸੈਂਟਰਿਕ ਯਾਦ ਰੱਖ ਲਿਓ। ਇਹਦੇ ਵਿੱਚੋਂ ਜਿਹੜਾ ਹੈ ਇਹ ਯਾਦ ਰੱਖ ਲਿਓ, CCS ਹੈ ਜਿਹੜਾ ਕੰਜ਼ਰਵੇਸ਼ਨ ਹੈਗਾ, ਸਾਡੇ ਕੋਲ ਕਲਾਸੀਫਿਕੇਸ਼ਨ ਹੈਗਾ ਤੇ ਸੀਰੀਏਸ਼ਨ ਹੈਗਾ। ਉਸ ਤੋਂ ਬਾਅਦ ਰਿਵਰਸਿਬਿਲਿਟੀ ਹੋ ਗਈ ਤੇ ਰਿਵਰਸਿਬਿਲਿਟੀ ਇਹ ਕਰਮਾਂ ਨੇ, ਇਹ ਯਾਦ ਰੱਖ ਲਿਓ। ਬਸ ਇਹ ਹੈਗੀ ਹੈ ਸਾਡੀ ਜੀਨ ਪਿਆਜੇ ਦੀ ਥਿਊਰੀ। ਕਾਹਦੇ ਨਾਲ ਰਿਲੇਟਡ ਹੈ ਇਹ, ਚਾਈਲਡ ਦੀ ਡਿਵੈਲਪਮੈਂਟ ਨਾਲ ਹੀ ਰਿਲੇਟਡ ਹੈ। ਪਰ ਡਿਵੈਲਪਮੈਂਟ ਕਿਹੜੀ ਦੀ ਗੱਲ ਕੀਤੀ ਗਈ ਹੈ ਇੱਥੇ, ਕੋਗਨੈਟਿਵ ਦੀ। ਕੋਗਨੈਟਿਵ ਜਾਣੀ ਕਿ ਸਾਡੇ ਮਨ ਦੀ, ਸਾਡੇ ਬ੍ਰੇਨ ਦੀ ਗੱਲ ਕੀਤੀ ਗਈ ਹੈ। ਤਾਂ ਇਹ ਜੀਨ ਪਿਆਜੇ ਦੀ ਥਿਊਰੀ ਸੀ ਕੋਗਨੈਟਿਵ ਡਿਵੈਲਪਮੈਂਟ ਦੀ। ਹਾਂਜੀ, ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਵਿੱਚ ਅਸੀਂ ਨੈਕਸਟ ਥਿਊਰੀ ਕਰਾਂਗੇ ਚਾਈਲਡ ਡਿਵੈਲਪਮੈਂਟ ਸਟੇਜ ਦੀ ਜਿਹੜੀ ਹੈਗੀ ਹੈ, ਉਹ ਹੈਗੀ ਹੈ ਲੋਰੈਂਸ ਕੋਹਲਬਰਗ ਦੀ। ਲੋਰੈਂਸ ਕੋਹਲਬਰਗ ਸੀ ਜਿਹੜੇ ਅਮਰੀਕਨ ਸਾਈਕੋਲੋਜਿਸਟ ਸੀ। ਇਹਨਾਂ ਦੀ ਥਿਊਰੀ ਦਾ ਨਾਮ ਹੈਗਾ ਥਿਊਰੀ ਆਫ ਮੋਰਲ ਡਿਵੈਲਪਮੈਂਟ। ਥਿਊਰੀ ਆਫ ਮੋਰਲ ਡਿਵੈਲਪਮੈਂਟ ਯਾਨੀ ਕਿ ਨੈਤਿਕਤਾ ਦੀ ਗੱਲ ਕੀਤੀ ਹੈ ਇਹਨਾਂ ਨੇ। ਹੁਣ ਇਹਨਾਂ ਦੀ ਥਿਊਰੀ ਹੈ ਜਿਹੜੇ ਇਹ ਬੇਸਿਕਲੀ ਸਾਡੀ ਨੈਤਿਕ ਕਦਰਾਂ ਕੀਮਤਾਂ ਦੇ ਉੱਪਰ ਡਿਪੈਂਡ ਹੈ। ਇਹਨਾਂ ਨੇ ਬਹੁਤ ਸੋਹਣੀਆਂ ਐਗਜ਼ਾਮਪਲਸ ਦਿੱਤੀਆਂ ਨੇ, ਪਰ ਉਹ ਐਗਜ਼ਾਮਪਲਸ ਨੇ ਜਿਹੜੀਆਂ ਕਿਸੇ ਨਾ ਕਿਸੇ ਕਾਰਨ ਕਰਕੇ ਕ੍ਰਿਟੀਸਾਈਜ਼ ਵੀ ਹੋਈਆਂ ਨੇ। ਅਸੀਂ ਸ਼ੁਰੂ ਕਰਦੇ ਹਾਂ ਆਪਣੀ ਥਿਊਰੀ ਹੈ ਜਿਹੜੀ। ਤਾਂ ਪਹਿਲੀ ਚੀਜ਼ ਜਿਹੜਾ ਇਹਨਾਂ ਨੇ ਵਰਡ ਯੂਜ਼ ਕੀਤਾ ਥਿਊਰੀ ਦੇ ਵਿੱਚ, ਉਹ ਕੀ ਕੀਤਾ ਇਹਨਾਂ ਨੇ, ਮੋਰਲ। ਹੁਣ ਮੋਰਲ ਦਾ ਮਤਲਬ ਕੀ ਹੈ, ਨੈਤਿਕਤਾ। ਨੈਤਿਕਤਾ ਮਤਲਬ ਕੀ ਹੈ ਕਿ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਚੀਜ਼ ਗਲਤ ਹੈ। ਹੁਣ ਸਾਰੀ ਕਹਾਣੀ ਕਾਤੇ ਖੜੀ ਹੈ ਕਿ ਗਲਤ ਕੀ ਹੈ ਤੇ ਸਹੀ ਕੀ ਹੈ। ਅਸੀਂ ਸਾਰੀ ਜ਼ਿੰਦਗੀ ਇਸੇ ਚੀਜ਼ ਦੇ ਨਾਲ ਸਫ਼ਰ ਕਰੀ ਜਾਂਦੇ ਹਾਂ ਕਿ ਕੀ ਸਾਨੂੰ ਕਰਨਾ ਚਾਹੀਦਾ ਤੇ ਜਾਂ ਕੀ ਸਾਨੂੰ ਨਹੀਂ ਕਰਨਾ ਚਾਹੀਦਾ। ਤੇ ਦੂਸਰਾ, ਸਹੀ ਤੇ ਗਲਤ ਦੀ ਡੈਫੀਨੇਸ਼ਨ ਕੀ ਹੈ। ਇੱਕ ਚੀਜ਼ ਪ੍ਰਤੀ ਕਿਸੇ ਦਾ ਨਜ਼ਰੀਆ ਕੋਈ ਹੋ ਸਕਦਾ ਤੇ ਉਸੇ ਚੀਜ਼ ਪ੍ਰਤੀ ਕਿਸੇ ਹੋਰ ਦਾ ਨਜ਼ਰੀਆ ਕੁਝ ਹੋਰ ਹੋ ਸਕਦਾ। ਅਸੀਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੱਕ ਕਿਤਾਬ ਜਿਹੜੀ 10,000 ਬੰਦੇ ਨੇ ਪੜ੍ਹ ਲਈ ਤਾਂ ਉਹ ਇੱਕ ਕਿਤਾਬ ਨਹੀਂ ਰਹੀ, 10,000 ਕਿਤਾਬ ਬਣ ਗਈ, ਕਿਉਂਕਿ ਹਰ ਬੰਦਾ ਜਿਹੜਾ ਉਹ ਵੱਖੋ ਵੱਖਰੇ ਨਜ਼ਰੀਏ ਦੇ ਨਾਲ ਕਿਤਾਬ ਪੜ੍ਹੂਗਾ। ਇਸੇ ਤਰੀਕੇ ਨਾਲ ਅਸੀਂ ਭਗਤ ਸਿੰਘ ਦੀ ਗੱਲ ਕਰੀਏ, ਭਗਤ ਸਿੰਘ ਸਾਡੇ ਲਈ ਹੋ ਸਕਦਾ ਕਿ ਅਸੀਂ ਉਹਨਾਂ ਨੂੰ ਆਪਣਾ ਆਈਡੀਅਲ ਮੰਨਦੇ ਹਾਂ, ਹੋ ਸਕਦਾ ਕੋਈ ਉਹਨਾਂ ਨੂੰ ਹੋਰ ਨਜ਼ਰ ਨਾਲ ਦੇਖਦਾ ਹੋਵੇ। ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਮਾਣਾ ਸਾਰਾ ਉਹਦਾ ਨਾਸ਼ ਕਰਤਾ ਸੀਗਾ ਨਾ, ਅਸੀਂ ਆਪਣੀ ਨਜ਼ਰ ਦੇ ਵਿੱਚ ਹੀਰੋ ਮੰਨਦੇ ਹਾਂ, ਪਰ ਮੁਸਲਿਮ ਉਹਨਾਂ ਨੂੰ ਕਿਸੇ ਹੋਰ ਨਜ਼ਰ ਨਾਲ ਦੇਖਦੇ ਨੇ। ਹੁਣ ਪਰ ਅਸਲ ਦੇ ਵਿੱਚ ਐਕਚੁਅਲ ਦੇ ਵਿੱਚ ਰਾਈਟ ਤੇ ਰੌਂਗ ਕੀ ਹੈ, ਗਲਤ ਤੇ ਸਹੀ ਹੈਗਾ ਕੀ ਹੈ, ਅਸੀਂ ਕਿਸ ਤਰੀਕੇ ਨਾਲ ਇਹਨੂੰ ਦੇਖਾਂਗੇ। ਤਾਂ ਸਾਰੀ ਥਿਊਰੀ ਇਹਨਾਂ ਦੀ ਇਸੇ ਚੀਜ਼ ਦੇ ਉੱਪਰ ਹੈ, ਮੋਰਲ ਡਿਵੈਲਪਮੈਂਟ ਦੇ ਉੱਪਰ, ਕੋਹਲਬਰਗ ਦੀ। ਹੁਣ ਇਹਦੇ 'ਚ ਇਹਨਾਂ ਨੇ ਇੱਕ ਤਾਂ ਗੱਲ ਕੀਤੀ ਹੈ ਵੀ ਕਈ ਵਾਰ ਇਹ ਸਵਾਲ ਪੁੱਛ ਲਿਆ ਜਾਂਦਾ ਕਿ ਮੋਰਲ ਡਾਇਲੇਮਾ ਦੀ ਗੱਲ ਕਿਹਨੇ ਕੀਤੀ ਹੈ, ਮੋਰਲ ਡਾਇਲੇਮਾ ਦੀ ਗੱਲ ਕਿਹਨੇ ਕੀਤੀ ਹੈ। ਤਾਂ ਮੋਰਲ ਡਾਇਲੇਮਾ ਯਾਨੀ ਕਿ ਦੁਬਿਧਾ ਦੀ ਗੱਲ ਕਿਹਨੇ ਕੀਤੀ ਹੈ, ਇਹ ਕੀਤੀ ਹੈ ਕੋਹਲਬਰਗ ਨੇ। ਇੱਕ ਜਿਹੜਾ ਸਭ ਤੋਂ ਪਹਿਲਾ ਕੰਮ ਸਾਈਕੋਲੋਜੀ ਦੇ ਵਿੱਚ ਹੋਇਆ ਸੀ, ਸਾਈਕੋਲੋਜੀ ਦੇ ਨਾਲ ਰਿਲੇਟਡ ਜੇਕਰ ਕਿਸੇ ਨੇ ਕੋਈ ਨੋਵਲ ਲਿਖਿਆ, ਉਹ ਬੰਦਾ ਹੈਗਾ ਸੀਗਾ ਫਿਓਦਰ ਦੋਸਤੋਵਸਕੀ। ਫਿਓਦਰ ਦੋਸਤੋਵਸਕੀ ਨੇ ਇੱਕ ਨਾਵਲ ਲਿਖਿਆ ਸੀਗਾ ਜਿਹਦਾ ਨਾਮ ਹੈਗਾ ਸੀ ਕ੍ਰਾਈਮ ਐਂਡ ਪਨਿਸ਼ਮੈਂਟ। ਉਹਦੇ 'ਚ ਕੀ ਹੁੰਦਾ ਹੈ ਕਿ ਇੱਕ ਬੰਦਾ ਹੈ, ਉਸ ਬੰਦੇ ਤੋਂ ਕਤਲ ਹੋ ਗਿਆ, ਕੋਈ ਬੰਦਾ ਉਹ ਤੋਂ ਕਤਲ ਹੋ ਜਾਂਦਾ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਕਤਲ ਹੋ ਗਿਆ।
ਹਨਾ। ਪਰ ਉਹ ਬੰਦਾ ਚੈਨ ਨਾਲ ਨਹੀਂ ਰਹਿ ਸਕਦਾ ਉਸ ਤੋਂ ਬਾਅਦ, ਤੇ ਐਟ ਦੀ ਲਾਸਟ ਜਾ ਕੇ ਕੀ ਉਹਨੂੰ ਕੀ ਕਰਨਾ ਪੈਂਦਾ, ਸਰੈਂਡਰ ਕਰਨਾ ਪੈਂਦਾ ਕਿ ਮੈਥੋਂ ਕੀ ਹੋ ਗਈ, ਗਲਤੀ ਹੋ ਗਈ, ਮੈਥੋਂ ਕਤਲ ਹੋ ਗਿਆ। ਤਾਂ ਇਹ ਕੀ ਹੈ ਕਿ ਹੁਣ ਮੋਰਲ ਨੇ ਉਹਦੇ ਕਿ ਕੀ ਸਹੀ ਸੀ ਕੀ ਗਲਤ ਸੀ। ਉਹਨੂੰ ਪਤਾ ਸੀ ਕਤਲ ਕਰਨਾ ਗਲਤ ਹੈ, ਤਾਂ ਉਸ ਤੋਂ ਬਾਅਦ ਕੀ ਹੈ, ਉਹਨੂੰ ਪਤਾ ਸੀਗਾ ਕਿ ਸਮਾਜ ਦੇ ਹਿਸਾਬ ਦੇ ਨਾਲ ਕਤਲ ਦੀ ਆਹ ਸਜ਼ਾ ਹੋਣੀ ਚਾਹੀਦੀ ਹੈ, ਤਾਂ ਉਹਨੂੰ ਉਹ ਚੀਜ਼ ਵੱਢ ਕੇ ਖਾ ਰਹੀ ਹੈ, ਅੰਦਰੋਂ ਵੱਢ ਕੇ ਖਾ ਰਹੀ ਹੈ। ਐਟ ਲਾਸਟ ਉਹ ਕੀ ਕਰਦਾ, ਜਾ ਕੇ ਸਰੈਂਡਰ ਕਰਦਾ। ਇਸੇ ਤਰੀਕੇ ਦੇ ਨਾਲ ਇੱਕ ਮੂਵੀ ਆਈ ਸੀ, ਹਾਲੀਵੁੱਡ ਨੇ ਬਣਾਈ ਸੀ, ਮੂਵੀ ਦਾ ਨਾਮ ਹੈਗਾ ਸੀ ਦ ਮਕੈਨਿਸਟ। ਦ ਮਕੈਨਿਸਟ ਹੈ, ਇੱਕ ਬੰਦਾ ਹੈ, ਉਹ ਕਾਰ ਡਰਾਈਵ ਕਰ ਰਿਹਾ। ਕਾਰ ਡਰਾਈਵ ਕਰਦੇ ਤੋਂ ਇੱਕ ਵਾਰੀ ਕਾਰ ਹੈ ਜਿਹੜੀ ਕਿਸੇ ਬੱਚੇ ਦੇ ਵਿੱਚ ਲੱਗਦੀ ਹੈ, ਬੱਚੇ ਦੀ ਡੈਥ ਹੋ ਗਈ। ਹੁਣ ਬੱਚੇ ਦੀ ਡੈਥ ਹੋ ਗਈ, ਕਿਸੇ ਨੂੰ ਕੁਝ ਨਹੀਂ ਪਤਾ ਕਿਵੇਂ ਹੋਈ, ਬੱਚੇ ਦੀ ਡੈਥ ਹੋਈ, ਬੱਚੇ ਦਾ ਸੰਸਕਾਰ ਹੋ ਗਿਆ, ਸਾਰਾ ਕੁਝ ਹੋ ਗਿਆ। ਪਰ ਉਹ ਬੰਦੇ ਦੇ ਦਿਮਾਗ ਦੇ ਵਿੱਚ ਗੱਲ ਬੈਠੀ ਕਿ ਮੈਥੋਂ ਬਹੁਤ ਗਲਤ ਹੋਇਆ, ਬਹੁਤ ਮਾੜਾ ਹੋਇਆ। ਉਸ ਤੋਂ ਬਾਅਦ ਉਹਦੀ ਹਾਲਤ ਇੰਨੀ ਬੁਰੀ ਹੋ ਜਾਂਦੀ ਹੈ, ਬਹੁਤ ਜ਼ਿਆਦਾ ਕ੍ਰਿਟੀਕਲ ਹਾਲਤ ਹੋ ਜਾਂਦੀ ਹੈ ਉਸ ਬੰਦੇ ਦੀ। ਉਹਨੂੰ ਨੀਂਦ ਨਹੀਂ ਆਉਂਦੀ, ਭੁੱਖ ਨਹੀਂ ਲੱਗਦੀ, ਉਹ ਇੱਕ ਵੀ ਸਾਲ ਲਈ ਇੱਕ ਦਿਨ ਵੀ ਨਹੀਂ ਸੁੱਤਾ ਹੁੰਦਾ ਸੀ ਪੂਰੇ ਸਾਲ ਦੇ ਵਿੱਚ, ਹੈ ਨਾ। ਤਾਂ ਐਟ ਲਾਸਟ ਉਹ ਸੌਂਦਾ ਕਿੱਥੇ ਆ, ਫਿਰ ਐਟ ਲਾਸਟ ਆਪਣੇ ਆਪ ਨੂੰ ਜਾ ਕੇ ਉਹ ਸਰੈਂਡਰ ਕਰਦਾ। ਜੇਲ੍ਹ ਦੇ ਵਿੱਚ ਜਾ ਕੇ ਨੀਂਦ ਆਉਂਦੀ ਹੈ ਬਹੁਤ ਸਾਰੇ ਸਾਲਾਂ ਦੇ ਬਾਅਦ ਉਸ ਬੰਦੇ ਨੂੰ। ਉਹ ਵੀ ਕਾਹਦੇ ਦੇ ਵਿੱਚ ਫਸ ਗਿਆ, ਮੋਰੈਲਿਟੀ ਦੇ ਵਿੱਚ ਫਸ ਗਿਆ ਕਿ ਸਹੀ ਕੀ ਹੈ, ਗਲਤ ਕੀ ਹੈ। ਹਾਲਾਂਕਿ ਪਤਾ ਕਿਸੇ ਨੂੰ ਕੁਝ ਨਹੀਂ, ਇਕੱਲੇ ਉਹਨੂੰ ਹੀ ਪਤਾ ਕਿ ਉਹ ਬੱਚਾ ਕਿਤੋਂ ਮਰਿਆ, ਮੈਥੋਂ ਮਰਿਆ। ਤਾਂ ਇਸੇ ਤਰੀਕੇ ਨਾਲ ਇੱਕ ਆਪਣੀ ਹਿੰਦੀ ਦੇ ਵਿੱਚ ਮੂਵੀ ਬਣੀ ਸੀ ਚੱਕਰਵਿਊਹ। ਚੱਕਰਵਿਊਹ ਦੇ ਵਿੱਚ ਕੀ ਹੈ, ਜਿਵੇਂ ਉਹਦੀ ਆਪਣੇ ਅਰਜਨ ਰਾਮਪਾਲ ਦੀ ਸ਼ਾਇਦ, ਉਹਦੇ ਵਿੱਚ ਕੀ ਹੈ, ਉਹਨਾਂ ਨੇ ਆਪਣਾ ਇੱਕ ਬੰਦਾ ਤਿਆਰ ਕੀਤਾ ਹੁੰਦਾ। ਬੰਦਾ ਤਿਆਰ ਕਰਕੇ ਜਿਹੜੇ ਨਕਸਲਾਈਟ ਹੁੰਦੇ ਨੇ, ਨਕਸਲਾਈਟਾਂ ਨੂੰ ਵਿੱਚ ਵੜ ਕੇ ਉਹਨਾਂ ਦੀ ਮੂਵਮੈਂਟ ਬਾਰੇ ਖਬਰ ਦੇਣੀ ਹੁੰਦੀ ਆ। ਹੁਣ ਉਹ ਬੰਦਾ ਜਿਹੜਾ ਪੁਲਿਸ ਦਾ ਬੰਦਾ ਹੁੰਦਾ ਹੈ, ਕਿਹਦੇ ਵਿੱਚ ਐਂਟਰ ਹੋ ਜਾਂਦਾ ਹੈ, ਨਕਸਲੀਏਟ ਦੇ ਵਿੱਚ ਐਂਟਰ ਹੋ ਜਾਂਦਾ ਹੈ, ਸਾਰੀ ਜਾਣਕਾਰੀ ਲੈ ਲੈਂਦਾ ਹੈ। ਪਰ ਐਂਡ ਤੇ ਜਾ ਕੇ ਉਹਨੂੰ ਲੱਗਦਾ ਯਾਰ ਵੀ ਇਹ ਲੋਕ ਤਾਂ ਸਹੀ ਗੱਲ ਵਾਸਤੇ ਲੜ ਰਹੇ ਨੇ, ਹੈਗਾ ਪੁਲਿਸ ਵਾਲਾ ਉਹਨਾਂ ਸਾਰਿਆਂ ਨੂੰ ਫੜਾਉਣ ਵਾਸਤੇ ਗਿਆ, ਪਰ ਉਹ ਉਹਦੀ ਉਹਨਾਂ ਦਾ ਕੀ ਬਣ ਜਾਂਦਾ, ਨੇਤਾ ਬਣ ਕੇ ਉਹ ਆਪਦੇ ਦੋਸਤਾਂ ਨੂੰ ਹੀ ਲੜਦਾ ਫਿਰ ਲਾਸਟ ਤੇ, ਹੈ ਨਾ। ਯਾਨੀ ਕਿ ਗੱਲ ਕਾਹਦੀ ਹੁਣ ਮੋਰੈਲਿਟੀ ਦੀ ਹੈ ਕਿ ਸਹੀ ਚੀਜ਼ ਕੀ ਹੈ ਤੇ ਗਲਤ ਚੀਜ਼ ਕੀ ਹੈ, ਇਸੇ ਤੇ ਸਾਰੀ ਕਹਾਣੀ ਖੜੀ ਹੈ। ਤਾਂ ਇਹਦੇ ਵਾਸਤੇ ਇਸ ਬੰਦੇ ਨੇ ਕੀ ਕੀਤਾ, ਇਸ ਬੰਦੇ ਨੇ ਬਹੁਤ ਸਾਰੇ ਲੋਕਾਂ ਤੋਂ ਕੁਐਸਚਨੀਅਰ ਭਰਵਾਏ, ਬਹੁਤ ਬੰਦਿਆਂ ਨੂੰ ਨੇ ਕੀ ਕੀਤੀ, ਇੱਕ ਸਿਚੁਏਸ਼ਨ ਦਿੱਤੀ ਤੇ ਉਹਦਾ ਨਾਮ ਰੱਖਿਆ ਨੇ ਹਾਈਨਸ ਡਾਇਲੇਮਾ। ਹਾਈਨ ਇੱਕ ਬੰਦੇ ਦਾ ਨਾਮ ਰੱਖਦਾ ਉਹ, ਤੇ ਉਹਨੂੰ ਡਾਇਲੇਮਾ ਬੋਲਦਾ। ਇਹਦੇ 'ਚ ਕੀ ਆ, ਉਹ ਜਿਵੇਂ ਤੁਸੀਂ ਬਹੁਤ ਸਾਰੇ ਜਾਣੇ ਬੈਠੇ ਹੋ ਨਾ, ਜਾਂ ਜਿਹੜੇ ਸੁਣ ਵੀ ਰਹੇ ਨੇ ਆਪਾਂ ਨੂੰ, ਤਾਂ ਇਹਦੇ 'ਚ ਕੀ ਆਉਂਦਾ ਹੈ, ਉਹ ਬੰਦਾ ਜਿਹੜਾ ਹਾਈਨ ਹੈ ਉਹਦੀ ਘਰ ਵਾਲੀ ਹੈ ਘਰੇ, ਹਾਈਨ ਦੀ ਘਰੇ ਘਰ ਵਾਲੀ ਹੈ ਤੇ ਉਹ ਬਿਮਾਰ ਹੈ, ਤੇ ਉਹਦੀ ਦਵਾਈ ਹੈ ਜਿਹੜੀ ਕਿਸੇ ਨਾ ਕਿਸੇ ਦੁਕਾਨ ਤੋਂ ਮਿਲਣੀ ਹੈ, ਉਹਦੀ ਮੈਡੀਸਨ। ਹੁਣ ਉਹਦੀ ਮੈਡੀਸਨ ਹੈ ਜਿਹੜੀ ਜਦੋਂ ਦੁਕਾਨ ਤੇ ਲੈਣ ਜਾਂਦਾ, ਉਹ ਮੈਡੀਸਨ ਬਹੁਤ ਮਹਿੰਗੀ ਹੈ, ਉਹਦੇ ਕੋਲ ਉਹਨੇ ਪੈਸੇ ਨਹੀਂ ਹੈਗੇ। ਉਹ ਤੋਂ ਬਾਅਦ ਉਹ ਇੱਧਰ ਉੱਧਰ ਜਾਂਦਾ, ਜਿੰਨੇ ਪੈਸੇ ਹੋਰ ਇਕੱਠੇ ਹੁੰਦੇ ਨੇ ਇਕੱਠੇ ਕਰਦਾ, ਦੁਕਾਨ ਵਾਲੇ ਕੋਲ ਜਾਂਦਾ, ਤਾਂ ਫਿਰ ਵੀ ਉਹਦੇ ਪੈਸੇ ਪੂਰੇ ਨਹੀਂ ਹੋ ਰਹੇ। ਉਹ ਬਥੇਰੀਆਂ ਤਰਲੇ ਮਿੰਨਤਾਂ ਕਰਦਾ ਕਿ ਮੇਰੀ ਵਾਈਫ ਹੈ ਜਿਹੜੀ ਉਹ ਮਰ ਜੂਗੀ ਜੇ ਉਹਨੂੰ ਮੈਡੀਸਨ ਨਾ ਮਿਲੀ, ਤੂੰ ਮੈਨੂੰ ਮੈਡੀਸਨ ਹੈ ਜਿਹੜੀ ਦੇ ਦੇ। ਪਰ ਉਹਨੂੰ ਮੈਡੀਸਨ ਨਹੀਂ ਦੇ ਰਿਹਾ, ਉਹ ਕਹਿੰਦਾ ਵੀ ਜਿੱਥੇ ਮਰਜ਼ੀ ਜਾ, ਜਾਂ ਤਾਂ ਪੂਰੇ ਪੈਸੇ ਦੇ ਮੈਨੂੰ ਜੇ ਮੈਡੀਸਨ ਲੈਣੀ ਹੈ, ਨਹੀਂ ਆਪਣੀ ਜਿੱਥੋਂ ਮਰਜ਼ੀ ਲੈ। ਹੁਣ ਇਸ ਸਿਚੁਏਸ਼ਨ ਦੇ ਵਿੱਚ ਕੀ ਉਹ ਕੁਐਸਚਨ ਦਿੰਦਾ ਕਰਨ ਵਾਸਤੇ। ਹੁਣ ਕਹਿੰਦਾ ਵੀ ਜੇ ਤੁਸੀਂ ਉਸ ਬੰਦੇ ਦੀ ਥਾਂ ਤੇ ਹੁੰਦੇ, ਤੁਹਾਡੇ ਕੋਲ ਪੈਸੇ ਨਹੀਂ ਪੂਰੇ ਹੈਗੇ, ਹੁਣ ਕੀ ਤੁਸੀਂ ਉਸ ਦੁਕਾਨ ਤੋਂ ਚੋਰੀ ਕਰਕੇ ਲੈ ਕੇ ਆਓਗੇ? ਤੁਹਾਨੂੰ ਮੈਡੀਸਨ ਚਾਹੀਦੀ ਹੈ, ਪੈਸੇ ਤੁਹਾਡੇ ਕੋਲ ਪੂਰੇ ਹੋ ਨਹੀਂ ਰਹੇ। ਹੁਣ ਇਸ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਤੁਹਾਡੀ ਵਾਈਫ ਹੈ ਜਿਹੜੀ ਉਹ ਮਰ ਜੂਗੀ, ਕੀ ਤੁਸੀਂ ਇਸ ਦੇ ਵਿੱਚ ਚੋਰੀ ਕਰੋਗੇ ਕਿ ਨਹੀਂ ਕਰੋਗੇ ਇਸ ਸਿਚੁਏਸ਼ਨ ਦੇ ਵਿੱਚ? ਹੁਣ ਓਬਵੀਅਸ ਹੈ ਕਿ ਵੱਖੋ ਵੱਖਰੇ ਬੰਦੇ ਨੇ ਕਿ ਜਾਣ ਤੋਂ ਵੱਧ ਕੇ ਤਾਂ ਕੁਝ ਨਹੀਂ ਹੈਗਾ, ਚੋਰੀ ਕਰ ਲੂਗਾ ਕੋਈ ਗੱਲ ਨਹੀਂ। ਉਹ ਨਾਲ ਹੀ ਉਹ ਅਗਲੀ ਸਿਚੁਏਸ਼ਨ ਦਿੰਦਾ ਕਿ ਜੇ ਚੋਰੀ ਕਰ ਲਈ, ਮੰਨ ਲਓ ਠੀਕ ਹੈ ਉਹਦੀ ਵਾਈਫ ਬਚ ਗਈ, ਕਿ ਉਹ ਤੋਂ ਬਾਅਦ ਉਹਨੂੰ ਪੁਲਿਸ ਨੂੰ ਸਰੈਂਡਰ ਕਰਨਾ ਚਾਹੀਦਾ ਕਿ ਨਹੀਂ, ਕਿਉਂਕਿ ਉਹਨੇ ਕਿਤੇ ਨਾ ਕਿਤੇ ਸੋਸਾਇਟੀ ਦੇ ਰੂਲ ਸੀ ਜਿਹੜੇ ਬਣੇ ਹੋਏ ਉਹ ਤਾਂ ਤੋੜੇ ਨੇ, ਹਨਾ। ਉਹ ਤੋਂ ਬਾਅਦ ਹੈ ਕਿ ਜਦੋਂ ਹੁਣ ਇੱਥੇ ਦੋ ਸਿਚੁਏਸ਼ਨ ਦੇ ਰਿਹਾ, ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਜੇ ਕਰਨਾ ਚਾਹੀਦਾ ਕਿਉਂ ਕਰਨਾ ਚਾਹੀਦਾ, ਜੇ ਨਹੀਂ ਕਰਨਾ ਚਾਹੀਦਾ ਤਾਂ ਕਿਉਂ ਨਹੀਂ ਕਰਨਾ ਚਾਹੀਦਾ। ਹੁਣ ਅਗਲੀ ਸਿਚੁਏਸ਼ਨ ਦਿੰਦਾ ਉਹ ਕਿ ਜੇਕਰ ਜਿਹੜੀ ਔਰਤ ਮਰ ਰਹੀ ਸੀ ਉਹ ਉਹਦੀ ਜਾਣਕਾਰ ਨਾ ਹੁੰਦੀ, ਉਹ ਅਜਨਬੀ ਹੁੰਦੀ, ਫਿਰ ਕੀ ਕਰਦਾ? ਦੁਨੀਆ 'ਚ ਬਹੁਤ ਲੋਕ ਮਰ ਰਹੇ ਨੇ। ਹੁਣ ਕੀ ਉਹਦੀ ਆਪਣੀ ਘਰ ਵਾਲੀ ਸੀ ਤਾਂ ਕਰਕੇ ਉਹ ਚੋਰੀ ਕਰ ਗਿਆ, ਹਨਾ, ਚੋਰੀ ਕਰਕੇ ਚੁਰਾ ਲਿਆ ਜਾਂ ਇੰਨਾ ਉਹ ਭੱਜਿਆ ਫਿਰਦਾ ਸੀ। ਜੇਕਰ ਉਹ ਔਰਤ ਇੱਕ ਅਜਨਬੀ ਔਰਤ ਹੁੰਦੀ, ਫਿਰ ਤੁਸੀਂ ਕੀ ਕਰਦੇ? ਕੀ ਫਿਰ ਵੀ ਤੁਸੀਂ ਚੋਰੀ ਕਰਦੇ? ਕੀ ਫਿਰ ਵੀ ਤੁਸੀਂ ਉਨੇ ਹੀ ਐਫਰਟ ਕਰਦੇ ਜਿੰਨੇ ਕਿ ਤੁਸੀਂ ਹੁਣ ਕਰ ਰਹੇ ਹੋ ਉਹਦੇ ਪਤਾ ਹੋਣ ਤੇ? ਚਲੋ ਫਿਰ ਹੋਰ ਸਿਚੁਏਸ਼ਨ ਦਿੰਦਾ ਕਿ ਸਪੋਜ਼ ਉਹ ਇੱਕ ਇਨਸਾਨ ਵੀ ਨਹੀਂ ਹੈ, ਕਿ ਉਹ ਕੋਈ ਜਾਨਵਰ ਹੈ ਤੁਹਾਡਾ, ਹਨਾ, ਜਾਂ ਤੁਹਾਡੇ ਘਰੇ ਪਾਲਿਆ ਹੋਇਆ ਵੀ ਕੁੱਤਾ, ਉਹ ਮਰਨ ਦੇ ਕਿਨਾਰੇ ਹੈ, ਕਿ ਤੁਸੀਂ ਉਹਦੇ ਲਈ ਵੀ ਇੰਨੇ ਐਫਰਟ ਕਰਦੇ? ਯਾਨੀ ਕਿ ਗੱਲ ਕਾਹਦੀ ਕਰ ਰਹੇ ਆ? ਮੋਰੈਲਿਟੀ ਦੀ। ਇੱਕ ਤੁਹਾਡਾ ਆਪਣਾ ਘਰ ਦਾ ਕੋਈ ਮੈਂਬਰ ਮਰਨ ਕਿਨਾਰੇ ਪਿਆ, ਉਹਦੇ ਲਈ ਤੁਸੀਂ ਕਿੰਨੇ ਐਫਰਟ ਕਰ ਰਹੇ ਹੋ? ਇੱਕ ਉਹ ਬੰਦਾ ਕੋਈ ਮਰਨ ਕਿਨਾਰੇ ਪਿਆ ਜਿਹਨੂੰ ਅਸੀਂ ਜਾਣਦੇ ਵੀ ਨਹੀਂ, ਤੇ ਜਾਂ ਫਿਰ ਇੱਕ ਮਨੁੱਖੀ ਨਹੀਂ ਹੈਗਾ, ਇੱਕ ਕੋਈ ਨਾ ਕੋਈ ਜਾਨਵਰ ਹੈ, ਹਨਾ, ਕਿ ਉਸ ਜਾਨਵਰ ਹੈ ਜਿਹੜਾ ਉਹ ਔਨ ਦਾ ਸਟੇਜ ਦੀ ਡੈਥ ਤੇ ਬੈਠਾ ਹੈ।
ਡੈਥ ਦੀ ਸਟੇਜ ਤੇ ਬੈਠਾ ਕਿ ਐਟ ਦਾ ਲਾਸਟ ਪੁਆਇੰਟ ਬੈਠਾ, ਉਹਦੀ ਡੈਥ ਹੋਣ ਵਾਲੀ ਆ। ਤਾਂ ਵੱਖੋ ਵੱਖਰੀਆਂ ਸਿਚੁਏਸ਼ਨਾਂ ਦਿੰਦਾ ਸਾਰਿਆਂ ਨੂੰ। ਤਾਂ ਹਰ ਬੰਦਾ ਕੋਈ ਨਾ ਕੋਈ ਆਨਸਰ ਲਾਊਗਾ, ਚਾਹੇ ਉਹ ਇਹ ਕਹੇ ਮੈਂ ਚੋਰੀ ਕਰੂੰਗਾ, ਕੋਈ ਕਹੇ ਮੈਂ ਨਹੀਂ ਕਰੂੰਗਾ, ਹਨਾ। ਕੋਈ ਜਿਹੜੇ ਰੂਲ ਰੈਗੂਲੇਸ਼ਨ ਦੇ ਪੱਕੇ ਹੋਣਗੇ ਉਹ ਕੀ ਗੱਲ ਕਰਨਗੇ, ਉਹ ਕਹਿਣਗੇ ਵੀ ਸੁਸਾਇਟੀ ਦੇ ਰੂਲ ਨਹੀਂ ਭੰਗ ਹੋਣੇ ਚਾਹੀਦੇ। ਜੇ ਨਹੀਂ ਹੈਗੀ ਉਹਨੂੰ ਦਵਾਈ ਤਾਂ ਕੋਈ ਮਿਹਨਤ ਕਰੇ ਜਾਂ ਜਿੱਥੋਂ ਮਰਜ਼ੀ ਪੈਸੇ ਲੈ ਕੇ ਆਵੇ, ਜਿੰਨੇ ਪੈਸੇ ਉਹਦੇ ਬਣਦੇ ਨੇ ਪੈਸੇ ਦੇਵੇ, ਜਾਂ ਉਹਦੇ ਨਾਲ ਆਧਾਰ ਕਰੇ, ਉਹਦੇ ਨਾਲ ਰਿਲੇਸ਼ਨਸ਼ਿਪ ਬੌਂਡ ਕਰੇ, ਹਨਾ। ਤਾਂ ਸਭ ਦਾ ਨਜ਼ਰੀਆ ਕੀ ਹੋਊਗਾ, ਅਲੱਗ-ਅਲੱਗ ਹੋਊਗਾ ਨਾ। ਜਿਵੇਂ ਅਸੀਂ ਇੱਕ ਇੰਗਲਿਸ਼ ਦੇ ਵਿੱਚ ਸਾਨੂੰ ਇੱਕ ਛੋਟੇ ਹੁੰਦੇ ਨੂੰ 8ਵੀਂ 9ਵੀਂ ਦੇ ਵਿੱਚ ਮੇਰੇ ਖਿਆਲ ਇੱਕ ਚੈਪਟਰ ਸੀਗਾ ਕਿ ਰੂਲਸ ਆਰ ਫॉर ਹਿਊਮਨਸ ਔਰ ਹਿਊਮਨਸ ਆਰ ਫॉर ਰੂਲਸ, ਕਿ ਰੂਲ ਰੈਗੂਲੇਸ਼ਨ ਮਨੁੱਖਾਂ ਲਈ ਨੇ ਜਾਂ ਫਿਰ ਮਨੁੱਖ ਰੂਲ ਰੈਗੂਲੇਸ਼ਨਸ ਲਈ ਨੇ। ਇਹ ਚੈਪਟਰ ਦੇ ਵਿੱਚ ਸੀਗਾ ਕਿ ਇੱਕ ਔਰਤ ਹੈ ਜਿਹੜੀ, ਇੱਕ ਔਰਤ ਦੇ ਕੋਲ ਕੁੱਤਾ ਹੈ, ਬਾਹਰ ਫੋਰਨ ਦੀ ਕਹਾਣੀ ਸੀਗੀ। ਤਾਂ ਉਹ ਕੁੱਤੇ ਦੇ ਨਾਲ ਬੱਸ ਦੇ ਵਿੱਚ ਚੜ੍ਹਨ ਲੱਗਦੀ ਹੈ, ਤਾਂ ਉੱਥੇ ਰੂਲ ਸੀਗਾ ਕਿ ਕੋਈ ਬੱਸ ਦੇ ਵਿੱਚ ਆਪਦੇ ਪੈਟ ਨੂੰ ਲੈ ਕੇ ਨਹੀਂ ਚੜ੍ਹ ਸਕਦਾ, ਬੱਸ ਦੇ ਉੱਪਰ ਬੈਠ ਸਕਦਾ। ਤਾਂ ਹੁਣ ਠੰਡ ਬਹੁਤ ਜ਼ਿਆਦਾ ਹੈ ਪਰ ਬੱਸ ਸਾਰੀ ਖਾਲੀ ਹੈ। ਹੁਣ ਜੇ ਤਾਂ ਬੱਸ ਭਰੀ ਹੁੰਦੀ, ਕੁੱਤਾ ਕਿਸੇ ਨੂੰ ਡਿਸਟਰਬ ਕਰ ਰਿਹਾ ਹੁੰਦਾ ਤਾਂ ਵੱਖਰੀ ਗੱਲ ਸੀ। ਹੁਣ ਜਦੋਂ ਬੱਸ ਦੇ ਵਿੱਚ ਕੋਈ ਹੈ ਨਹੀਂ ਤਾਂ ਕੀ ਉਹਨੂੰ ਔਰਤ ਨੂੰ ਬੱਸ ਦੇ ਵਿੱਚ ਬਿਠਾਉਣਾ ਚਾਹੀਦਾ, ਤੇ ਜਾਂ ਫਿਰ ਉਹਦਾ ਰੂਲ ਆਵੇ ਪੂਰੀ ਠੰਡ ਪੈ ਰਹੀ ਹੈ, ਬੇਸ਼ੱਕ ਉੱਪਰ ਮਰੇ ਖੱਬੇ ਕੁਛ ਮਰਜ਼ੀ ਹੋਵੇ, ਉਹਨੂੰ ਰੂਲ ਦੇ ਅਕੋਰਡਿੰਗ ਉੱਪਰ ਹੀ ਬਿਠਾਉਣਾ ਚਾਹੀਦਾ, ਹੈ ਨਾ। ਤਾਂ ਇਹ ਸਾਰੀਆਂ ਹੁਣ ਗੱਲਾਂ ਕੀ ਨੇ, ਮੋਰੈਲਿਟੀ ਦੀਆਂ ਗੱਲਾਂ ਨੇ, ਨੈਤਿਕਤਾ ਦੀਆਂ ਗੱਲਾਂ ਨੇ। ਕਿਸੇ ਦਾ ਨਜ਼ਰੀਆ ਕੁਛ ਹੋ ਸਕਦਾ, ਕਿਸੇ ਦਾ ਨਜ਼ਰੀਆ ਕੁਛ ਹੋ ਸਕਦਾ। ਤਾਂ ਇਸੇ ਨਜ਼ਰੀਏ ਦੀ ਗੱਲ ਕਿਹੜੇ ਬੰਦੇ ਨੇ ਕੀਤੀ ਹੈ, ਕੋਲਰ ਨੇ ਕੀਤੀ ਹੈ। ਇਹਨੂੰ ਨਾਮ ਕੀ ਦਿੱਤਾ ਉਹਨੇ, ਮੋਰਲ ਡਿਵੈਲਪਮੈਂਟ ਦਾ। ਤਾਂ ਮੋਰਲ ਡਿਵੈਲਪਮੈਂਟ ਦੇ ਵਿੱਚ ਉਹ ਪਹਿਲੀ ਗੱਲ ਕਰਦਾ, ਪਹਿਲੀ ਸਟੇਜ ਦਿੰਦਾ ਪ੍ਰੀ ਕਨਵੈਂਸ਼ਨਲ ਸਟੇਜ। ਪ੍ਰੀ ਕਨਵੈਂਸ਼ਨਲ ਸਟੇਜ ਕਹਿੰਦਾ ਉਹ ਕਿ ਜਦੋਂ ਹਲੇ ਕੋਈ ਬਾਹਲੀ ਜ਼ਿਆਦਾ ਪਰੰਪਰਾਵਾਂ ਦੇ ਵਿੱਚ ਇਨਸਾਨ ਹੈ ਜਿਹੜਾ ਨਹੀਂ ਫਸਿਆ, ਬੱਚੇ ਨੂੰ ਬਾਹਲੇ ਜ਼ਿਆਦਾ ਡੀਪ ਰੂਲ ਰੈਗੂਲੇਸ਼ਨਸ ਦਾ ਨਹੀਂ ਪਤਾ, ਹਲੇ ਬੱਚੇ ਨੂੰ ਕਹਿੰਦਾ ਕਾਹਦਾ ਪਤਾ ਹੈ, ਪਨਿਸ਼ਮੈਂਟ ਐਂਡ ਓਬੀਡੀਐਂਸ। ਸਾਡੇ ਘਰੇ ਇੱਕ ਛੋਟਾ ਬੱਚਾ ਹੈ, ਉਹ ਸਾਡੀ ਗੱਲ ਕਾਹਤੋਂ ਮੰਨਦਾ, ਉਹਨੂੰ ਪਤਾ ਹੈ ਕਿ ਜੇ ਉਹਨੇ ਗੱਲ ਨਾ ਮੰਨੀ ਉਹਦੇ ਕੁੱਟ ਪਊਗੀ। ਆਪਣੇ ਘਰੇ ਬੱਚਾ ਸਾਡੀ ਗੱਲ ਬੇਸਿਕਲੀ ਕਾਹਤੋਂ ਮੰਨ ਰਿਹਾ ਹੈ, ਜਦੋਂ ਵੀ ਬੱਚਾ ਗਲਤੀ ਕਰਦਾ ਤਾਂ ਕੀ ਪੈਂਦੀ ਹੈ, ਉਹਦੇ ਬੱਚੇ ਦੇ ਕੁੱਟ ਪੈ ਰਹੀ ਹੈ। ਹੁਣ ਬੱਚਾ ਜਿਹੜਾ ਉਹ ਰੂਲ ਰੈਗੂਲੇਸ਼ਨ ਨੂੰ ਮੰਨਦਾ ਰਿਹਾ, ਇਸ ਕਰਕੇ ਨਹੀਂ ਕਿ ਉਹਦੇ ਅੰਦਰ ਕੋਈ ਮੋਰੈਲਿਟੀ ਹੈ। ਕਾਹਤੋਂ ਮੰਨ ਰਿਹਾ ਹੈ, ਉਹ ਕੀ ਤੋਂ ਡਰਦਾ, ਉਹ ਪੁਨਿਸ਼ਮੈਂਟ ਤੋਂ ਡਰ ਰਿਹਾ ਨਾ, ਉਹ ਸਜ਼ਾ ਤੋਂ ਡਰ ਰਿਹਾ, ਤਾਂ ਕਰਕੇ ਤੁਹਾਡੀ ਗੱਲ ਉਹ ਮੰਨ ਰਿਹਾ ਹੈ। ਹੁਣ ਉਹਨੂੰ ਸਜ਼ਾ ਦਾ ਡਰ ਹੈ, ਤਾਂ ਕਰਕੇ ਤੁਹਾਡੀ ਗੱਲ ਉਹ ਮੰਨੀ ਜਾਊਗਾ, ਜਿਹੜੀ ਵੀ ਗੱਲ ਕਹੋਗੇ, ਕਿਉਂਕਿ ਉਹਨੂੰ ਪਤਾ ਜੇ ਮੈਂ ਗੱਲ ਨਾ ਮੰਨੀ ਫੇਰ ਕੀ ਹੈ, ਮੇਰੀ ਕੁੱਟ ਪਊਗੀ। ਤਾਂ ਇਹ ਪਹਿਲੀ ਸਟੇਜ ਹੈ, ਪਹਿਲੀ ਸਾਡੀ ਸਟੇਜ ਹੈ ਕਿ ਜਿਹਦੀ ਉਹ ਗੱਲ ਕਰਦਾ ਹੈ ਪਨਿਸ਼ਮੈਂਟ ਐਂਡ ਓਬੀਡੀਐਂਸ ਦੀ, ਕਿ ਬੱਚਾ ਜਿਹੜਾ ਰੂਲ ਰੈਗੂਲੇਸ਼ਨ ਫੋਲੋ ਤਾਂ ਕਰ ਰਿਹਾ ਪਰ ਕਰ ਕਾਹਦੇ ਡਰ ਤੋਂ ਰਿਹਾ, ਪਨਿਸ਼ਮੈਂਟ ਦੇ ਤੋਂ। ਫਿਰ ਨੈਕਸਟ ਸਟੇਜ ਦੇ ਵਿੱਚ ਜਾਂਦਾ ਉਹ, ਨੈਕਸਟ ਸਟੇਜ ਦੇ ਵਿੱਚ ਉਹ ਕੀ ਕਹਿੰਦਾ ਕਿ ਇਹਦੇ 'ਚ ਉਹ ਪਰਸਨਲ ਰਿਵਾਰਡ ਤੇ ਮਿਊਚੁਅਲ ਐਕਸਚੇਂਜ ਦੀ ਗੱਲ ਕਰਦਾ ਹੈ ਕਿ ਇੱਕ ਬੱਚਾ ਹੈ ਜਿਹੜਾ, ਉਹ ਬੱਚਾ ਕੀ ਕਰੂਗਾ, ਕਿਸੇ ਜੇਕਰ ਉਹਨੂੰ ਤੁਸੀਂ ਕੋਈ ਕੰਮ ਕਰਨ ਦੇ ਲਈ ਕਹੋਗੇ ਤਾਂ ਉਹ ਮਿਊਚੁਅਲ ਐਕਸਚੇਂਜ ਦੀ ਗੱਲ ਕਰੂਗਾ ਤੇ ਜਾਂ ਫਿਰ ਰਿਵਾਰਡ ਦੀ ਗੱਲ ਕਰੂਗਾ। ਯਾਨੀ ਕਿ ਉਹ ਇਹ ਕਹੂਗਾ ਕਿ ਮੈਨੂੰ ਬਦਲੇ 'ਚ ਕੀ ਮਿਲੂਗਾ ਜੇਕਰ ਮੈਂ ਤੇਰਾ ਕੰਮ ਕਰਦਾ ਹਾਂ ਨਾ। ਤੁਸੀਂ ਬੱਚੇ ਤੋਂ ਕੋਈ ਕੰਮ ਕਰਾਉਣੇ, ਉਹ ਇੱਛਾ ਕਰਦਾ ਕਿ ਮੈਨੂੰ ਜਾਂ ਟੌਫੀ ਲਿਆ ਕੇ ਦਿਓ, ਜੀ ਮੈਨੂੰ ਚਾਕਲੇਟ ਲਿਆ ਕੇ ਦਿਓ, ਮੈਂ ਤਾਂ ਕਰ ਦੂੰ, ਉਹ ਬਦਲੇ 'ਚ ਤੁਹਾਡੇ ਤੋਂ ਕੁਛ ਨਾ ਕੁਛ ਭਾਲੂਗਾ। ਤਾਂ ਇਹ ਕੀ ਹੈ, ਸਾਡੀ ਸੈਕਿੰਡ ਸਟੇਜ ਹੈ ਪਰਸਨਲ ਰਿਵਾਰਡ। ਇਹਦੇ 'ਚ ਇੱਕ ਕੁਐਸਚਨ ਫਾਰਮ ਹੁੰਦਾ, ਉਹ ਆਪਾਂ ਲਾਸਟ ਤੇ ਗੱਲ ਕਰਾਂਗੇ। ਨੈਕਸਟ ਸਾਡੇ ਕੋਲ ਆ ਜਾਂਦੀ ਹੈ ਦੂਸਰੀ ਸਟੇਜ, ਜਿਹਨੂੰ ਉਹ ਕਨਵੈਨਸ਼ਨਲ ਦਾ ਨਾਮ ਦਿੰਦਾ। ਕਨਵੈਨਸ਼ਨਲ ਦੇ ਵਿੱਚ ਕੀ ਹੈ, ਤੀਜੀ ਸਾਡੇ ਕੋਲ ਸਟੇਜ ਆਉਂਦੀ ਹੈ। ਤੀਜੀ ਸਟੇਜ ਦੇ ਵਿੱਚ ਉਹ ਗੱਲ ਕਾਹਦੀ ਕਰਦਾ ਹੈ, ਗੁੱਡ ਬॉय ਐਂਡ ਗੁੱਡ ਗਰਲ, ਚੰਗਾ ਮੁੰਡਾ ਅਤੇ ਚੰਗੀ ਕੁੜੀ। ਯਾਨੀ ਕਿ ਇਸ ਉਮਰ ਦੇ ਵਿੱਚ ਆ ਕੇ ਅਸੀਂ ਦੇਖਿਆ ਹੋਊਗਾ ਜਿਹੜੇ ਬੱਚੇ ਛੋਟੇ ਨੇ 10 ਤੋਂ 13 ਸਾਲ ਦੇ ਨੇ, ਯਾਨੀ ਕਿ ਜਿਹੜੇ ਚੌਥੀ ਪੰਜਵੀਂ ਛੇਵੀਂ ਵਿੱਚ ਪੜ੍ਹਦੇ ਨੇ, ਉਹ ਬੱਚੇ ਨੇ ਨਾ ਜਿਹੜੇ, ਉਹ ਜੇਕਰ ਤੁਸੀਂ ਉਹਨਾਂ ਨੂੰ ਕੰਮ ਕਹਿ ਦੋਗੇ ਕੋਈ ਨਾ ਕੋਈ, ਤਾਂ ਉਹ ਤੁਹਾਡੇ ਸਾਹਮਣੇ ਚੰਗਾ ਬਣਨ ਵਾਸਤੇ ਉਹਨੂੰ ਬਹੁਤ ਖੁਸ਼ੀ ਕਰਨਗੇ। ਉਹ ਤੁਹਾਡੇ ਤੋਂ ਫਿਰ ਫੀਡਬੈਕ ਲੈਣਗੇ, ਸਰ ਜੀ ਠੀਕ ਕਰਿਆ ਜੀ, ਮੈਂ ਕੀਤਾ ਜੀ, ਹੈ ਨਾ। ਯਾਨੀ ਕਿ ਉਹ ਕਹਿੰਦਾ ਵੀ ਕਿਹੜੀ ਸਟੇਜ ਹੈ ਇਹ, ਜਿੱਥੇ ਬੱਚੇ ਕੀ ਕਰਦੇ ਨੇ, ਆਪਣੀ ਆਇਡੈਂਟੀਟੀ ਚੰਗੀ ਬਣਾਉਣਾ ਚਾਹੁੰਦੇ ਨੇ ਤੁਹਾਡੇ ਸਾਹਮਣੇ, ਹੈ ਨਾ। ਉਹ ਤੁਹਾਡੇ ਸਾਹਮਣੇ ਆਪਣੀ ਛਾਪ ਹੈ ਜਿਹੜੀ ਉਹ ਚੰਗੀ ਛੱਡਣਾ ਚਾਹੁੰਦੇ ਨੇ। ਤੇ ਸੈਕੰਡ ਥਿੰਗ ਉਹ ਕੀ ਕਰਨਾ ਚਾਹੁੰਦੇ ਨੇ, ਡਿਵੈਲਪਿੰਗ ਗੁੱਡ ਰਿਲੇਸ਼ਨਸ਼ਿਪਸ। ਉਹ ਆਪਣੀ ਜਿਹੜੀ ਵੀ ਉਹਦੇ ਉੱਪਰ ਅਥਾਰਟੀ ਹੈ, ਚਾਹੇ ਉਹਦੇ ਪੇਰੈਂਟਸ ਨੇ, ਚਾਹੇ ਆਲੇ ਦੁਆਲੇ ਵਾਲੇ ਗੁਆਂਢੀ ਨੇ, ਤੇ ਚਾਹੇ ਉਹਦੇ ਅਧਿਆਪਕ ਨੇ, ਉਹਨਾਂ ਦੇ ਨਾਲ ਉਹ ਕੀ ਕਰ ਰਿਹਾ ਹੈ, ਗੁੱਡ ਰਿਲੇਸ਼ਨਸ਼ਿਪ ਬੌਂਡ ਜਿਹੜਾ ਉਹ ਕਰ ਰਿਹਾ ਹੈ, ਵਧੀਆ ਰਿਲੇਸ਼ਨਸ਼ਿਪ ਡਿਵੈਲਪ ਕਰ ਰਿਹਾ ਉਹ ਜਿਹੜੇ ਵੀ ਉਹਦੇ ਅਰਾਊਂਡ ਪੀਪਲਸ ਹੈਗੇ ਨੇ। ਤਾਂ ਉਹ ਕਾਹਦੇ ਚੱਕਰ 'ਚ ਹੈ, ਆਪਣੀ ਆਇਡੈਂਟੀਟੀ ਵਧੀਆ ਬਣਾਉਣ ਦੇ ਚੱਕਰ 'ਚ ਹੈ। ਇਸ ਕਰਕੇ ਇਹ ਕੁਐਸਚਨ ਬਹੁਤ ਪੁੱਛਿਆ ਜਾਂਦਾ ਕਿ ਗੁੱਡ ਬॉय ਐਂਡ ਗੁੱਡ ਗਰਲ ਹੈ ਜਿਹੜੀ, ਇਹਦਾ ਕਨਸੈਪਟ ਕਿਹੜੇ ਬੰਦੇ ਨੇ ਦਿੱਤਾ, ਇਹ ਕੋਲਬਰਗ ਨੇ ਦਿੱਤਾ ਸੀਗਾ। ਤੇ ਗੱਲ ਜਿਹੜੇ ਸਟੇਟ 'ਚ ਕਰਦਾ ਉਹ ਕਨਵੈਨਸ਼ਨਲ ਸਟੇਟ ਦੇ ਵਿੱਚ ਕਰਦਾ। ਇੱਕ ਵੀ ਇਹਦੀ ਉਮਰ ਰਹਿ ਗਈ ਆਪਣੀ ਦੱਸਣੀ, ਤਾਂ ਇਹਦੀ ਉਮਰ ਹੈ ਜਿਹੜੀ ਇਹ ਵੱਖੋ ਵੱਖਰੀ ਲਿਖੀ ਮਿਲੀ, ਮੈਂ ਕ੍ਰੋਸ ਚੈੱਕ ਵੀ ਕੀਤੀ ਸੀ। ਕਿਤੇ ਤਾਂ ਇਹ ਉਮਰ 0 ਤੋਂ 7 ਸਾਲ ਲਿਖੀ ਹੋਈ ਹੈ, ਕਿਤੇ 0 ਤੋਂ 10 ਸਾਲ ਲਿਖੀ ਹੋਈ ਹੈ। ਪਰ ਇਹਦੀ ਏਜ ਦੇ ਨਾਲ ਸੰਬੰਧਿਤ ਹਾਲੇ ਤੱਕ ਕਦੇ ਵੀ ਸਵਾਲ ਹੈ ਜਿਹੜਾ ਨਹੀਂ ਪੁੱਛਿਆ ਗਿਆ ਕਿ ਕਿੰਨੇ ਤੋਂ ਕਿੰਨੇ ਤੱਕ ਉਮਰ ਹੈਗੀ ਆ। ਜਸਟ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਜਿਹੜੇ ਪੁੱਛੇ ਜਾਂਦੇ ਨੇ। ਐਵੇਂ ਇਹਦੀ ਉਮਰ ਹੈ ਜਿਹੜੀ ਕਿਤੇ 8 ਤੋਂ 13, ਕਿਤੇ 10 ਤੋਂ 13 ਦੀ।
ਨੈਕਸਟ ਸਾਡੇ ਕੋਲ ਆ ਜਾਂਦਾ ਹੈ ਜਦੋਂ ਬੱਚਾ ਹੋਰ ਵੱਡਾ ਹੁੰਦਾ ਹੈ ਤਾਂ ਫਿਰ ਉਹ ਬੱਚਾ ਕੀ ਹੈ ਉਹ ਡਿਸਪਲਿਨ ਫੋਲੋ ਕਰਨਾ ਸ਼ੁਰੂ ਕਰ ਦਿੰਦਾ ਹੈ ਹਨਾ ਕਿ ਜਦੋਂ ਕੋਈ ਬੱਚਾ ਗਲਤੀ ਕਰਦਾ ਜੇਕਰ ਕਲਾਸ ਦੇ ਵਿੱਚ ਤਾਂ ਉਹ ਨਾਲ ਦੀ ਨਾਲ ਬੱਚਾ ਦੱਸਦਾ ਕਿ ਸਰ ਜੀ ਉਹ ਐਂ ਕਰ ਰਿਹਾ ਜੀ ਉਹ ਐਂ ਕਰ ਰਿਹਾ ਨਾ ਬੱਚਾ ਦੂਜੇ ਬੱਚੇ ਦੀ ਸ਼ਿਕਾਇਤ ਲੈ ਕੇ ਤੁਹਾਡੇ ਕੋਲ ਆਊਗਾ ਕਿਉਂਕਿ ਉਹ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਪਤਾ ਵੀ ਜੇਕਰ ਅਸੀਂ ਨੇ ਜਿਹੜੇ ਰੂਲ ਰੈਗੂਲੇਸ਼ਨ ਹੈਗੇ ਨੇ ਜੇ ਉਹ ਫੋਲੋ ਨਾ ਕੀਤੇ ਤਾਂ ਸੋਸ਼ਲ ਜਿਹੜਾ ਸਾਡੇ ਨੋਰਮਸ ਨੇ ਉਹ ਖਰਾਬ ਹੋ ਜਾਣਗੇ ਤਾਂ ਬੱਚਾ ਜਿਹੜਾ ਉਹ ਭੱਜ ਕੇ ਦੱਸਣਾ ਹੋਊਗਾ ਕਿ ਜੀ ਉਹ ਇਹ ਕਰ ਰਿਹਾ ਜੀ ਉਹ ਕਰ ਰਿਹਾ ਉਹ ਇੱਕ ਦੂਸਰੇ ਦੀਆਂ ਸ਼ਿਕਾਇਤਾਂ ਨੇ ਜਿਹੜੀਆਂ ਲਾਉਣਗੇ ਵੀ ਕੀ ਜਿਹੜੀਆਂ ਸਹੀ ਹੋਣਗੀਆਂ ਉਹ ਸਹੀ ਆ ਕੇ ਬਿਲਕੁਲ ਸੱਚੋ ਸੱਚੀ ਦੱਸਣਗੇ ਕਿ ਜੀ ਉਹ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇਹ ਸਾਡੀ ਚੌਥੀ ਸਟੇਜ ਹੈ ਜਿਹਨੂੰ ਕੀ ਕਿਹਾ ਜਾਂਦਾ ਹੈ ਮੇਨਟੇਨਿੰਗ ਸੋਸ਼ਲ ਆਰਡਰ ਜਾਂ ਲਾ ਐਂਡ ਆਰਡਰ ਬੋਲਿਆ ਜਾਂਦਾ ਹੈ ਲਾਸਟ ਸਟੇਜ ਹੈ ਸਾਡੇ ਕੋਲ ਹੈਗੀ ਹੈ ਪੋਸਟ ਕਨਵੈਨਸ਼ਨਲ ਇਹਦੇ ਚ ਦੋ ਸਟੇਜਾਂ ਨੇ ਇੱਕ ਹੈਗੀ ਹੈ ਸੋਸ਼ਲ ਕੰਟਰੈਕਟ ਜਾਂ ਫਿਰ ਇੰਡੀਵਿਜੂਅਲ ਰਾਈਟ ਤੇ ਦੂਸਰਾ ਹੈਗਾ ਯੂਨੀਵਰਸਲ ਪ੍ਰਿੰਸੀਪਲ ਪਹਿਲੀ ਚੀਜ਼ ਤਾਂ ਵੀ ਇਹਦੇ ਚ ਜਿਹੜੀ ਇਹ ਸਟੇਟ ਦੀ ਗੱਲ ਕਰਦਾ ਹੈ ਉਹ ਕਹਿੰਦਾ ਵੀ ਇੱਥੇ ਤੱਕ ਮਸਾਂ ਕਹਿੰਦਾ ਸਾਰੀ ਪਾਪੂਲੇਸ਼ਨ ਦੇ ਵਿੱਚ 10 ਤੋਂ 15% ਬੰਦੇ ਪਹੁੰਚਦੇ ਨੇ ਅਸੀਂ ਇੰਨੇ ਜਾਣੇ ਬੈਠੇ ਆ ਨਾ ਸਾਡੇ ਟ੍ਰੈਫਿਕ ਰੂਲਸ ਤੇ ਰੈਗੂਲੇਸ਼ਨ ਬਣੇ ਹੋਏ ਨੇ ਤਾਂ ਅਸੀਂ ਕਿੰਨੇ ਕਾ ਵੀ ਜਿਹੜੇ ਹੈਲਮਟ ਪਾ ਕੇ ਬਾਹਰ ਨਿਕਲਦੇ ਆ ਸਾਡੇ ਕੋਲੇ ਜਿਹੜੇ ਲਾਇਸੈਂਸ ਵਗੈਰਾ ਦਾ ਜਿੰਨੇ ਵੀ ਕਾਗਜ਼ ਪੱਤਰ ਟ੍ਰੈਫਿਕ ਰੂਲਸ ਦੇ ਅਕੋਰਡਿੰਗ ਸਾਡੇ ਕੋਲ ਹੋਣੇ ਚਾਹੀਦੇ ਨੇ ਸਾਡੇ ਕੋਲੇ ਕੀ ਕੁਝ ਹੈਗਾ ਤਾਂ ਉਹ ਕਹਿੰਦਾ ਵੀ ਇਹ ਸਟੇਜ ਤੋਂ ਬਹੁਤ ਸਾਰੇ ਮਨੁੱਖ ਨੇ ਜਿਹੜੇ 85 ਤੋਂ 90% ਉਹ ਪਿੱਛੇ ਹੀ ਰਹਿ ਜਾਂਦੇ ਨੇ ਅਜੇ ਤੱਕ ਤਾਂ ਸਿਰਫ 10 ਤੋਂ 15% ਬੰਦੇ ਹੀ ਪਹੁੰਚਦੇ ਨੇ ਜਿਹੜੇ ਹਰ ਇੱਕ ਚੀਜ਼ 'ਚ ਕੀ ਹੋਣਗੇ ਪੱਕੇ ਹੋਣਗੇ ਇੱਕ ਬੰਦੇ ਦਾ ਨਾਮ ਨਹੀਂ ਯਾਦ ਰਿਹਾ ਮੈਨੂੰ ਇੱਕ ਫੋਰਨ ਦਾ ਬੰਦਾ ਸੀ ਸ਼ਾਇਦ ਜੀਨ ਜੈਕ ਰੋਸੋ ਸੀਗਾ ਜਾਂ ਕੋਈ ਹੋਰ ਤਾਂ ਉਹ ਬੰਦਾ ਕਹਿੰਦੇ ਵੀ ਇੰਨਾ ਜ਼ਿਆਦਾ ਟਾਈਮ ਦਾ ਪੱਕਾ ਸੀਗਾ ਲੋਕਾਂ ਨੇ ਉਹਨੂੰ ਤੁਰੇ ਜਾਂਦੇ ਨੂੰ ਦੇਖ ਕੇ ਜਾਂ ਜਿਹੜਾ ਉਹਦਾ ਡੇਲੀ ਦਾ ਸ਼ਡਿਊਲ ਹੁੰਦਾ ਸੀ ਉਹਨੂੰ ਦੇਖ ਕੇ ਲੋਕ ਘੜੀਆਂ ਠੀਕ ਕਰਦੇ ਸੀਗੇ ਉਹ ਬੰਦਾ ਟਾਈਮ ਦਾ ਇੰਨਾ ਜ਼ਿਆਦਾ ਪੱਕਾ ਸੀਗਾ ਵੀ ਉਹ ਬੰਦੇ ਨੂੰ ਕੰਮ ਕਰਦਾ ਦੇਖ ਕੇ ਉਹ ਇੰਨੇ ਵਜੇ ਇਹ ਕੰਮ ਕਰਦਾ ਇੰਨੇ ਵਜੇ ਇੱਥੇ ਖੜਾ ਹੁੰਦਾ ਇੰਨੇ ਵਜੇ ਇੱਥੇ ਖੜਾ ਹੁੰਦਾ ਲੋਕ ਆਪਣੀਆਂ ਘੜੀਆਂ ਜਾਂ ਟਾਈਮ ਪੀਸ ਸਹੀ ਕਰਨ ਵਾਸਤੇ ਟਾਈਮ ਸਹੀ ਕਰਨ ਵਾਸਤੇ ਉਸ ਬੰਦੇ ਨੂੰ ਵਰਤਦੇ ਸੀ ਇੰਨਾ ਜ਼ਿਆਦਾ ਪੰਕਚੁਅਲ ਸੀ ਪਰ ਇੱਥੇ ਜਦੋਂ ਸਾਹੀ ਨੂੰ ਕੀ ਕਹਿੰਦਾ ਕਿ ਕਿੰਨੇ ਬੰਦੇ ਪਹੁੰਚ ਰਹੇ ਨੇ ਸਿਰਫ 10 ਤੋਂ 15% ਬਾਕੀ ਸਾਰੇ ਇੱਧਰ ਦੀਆਂ ਪਹਿਲੀਆਂ ਦੋ ਲੈਵਲ ਨੇ ਜਿਹੜੇ ਉਹਨਾਂ 'ਚ ਹੀ ਫਸ ਕੇ ਰਹਿ ਜਾਂਦੇ ਨੇ ਤਾਂ ਇੱਥੇ ਪਹੁੰਚ ਕੇ ਅਸੀਂ ਕਾਹਦੀ ਗੱਲ ਕਰਦੇ ਹਾਂ ਸੋਸ਼ਲ ਸਮਾਜ ਦੇ ਨਾਲ ਕੋਈ ਸੰਧੀ ਕਰਦੇ ਆ ਨਾ ਸੰਧੀ ਕਰਨ ਤੋਂ ਬਾਅਦ ਉਹ ਕੀ ਹੈ ਕਹਿੰਦਾ ਅਸੀਂ ਇੰਡੀਵਿਜੂਅਲ ਰਾਈਟ ਦੀ ਗੱਲ ਕਰਦੇ ਹਾਂ ਕਿ ਹਰ ਇੱਕ ਇਨਸਾਨ ਦਾ ਜਿਹੜਾ ਕੋਈ ਨਾ ਕੋਈ ਪਰਸਨਲ ਰਾਈਟ ਹੈਗਾ ਸਾਡਾ ਹਰ ਇੱਕ ਬੰਦੇ ਦਾ ਕੋਈ ਨਾ ਕੋਈ ਹੱਕ ਹੈਗਾ ਫਿਰ ਉਹ ਯੂਨੀਵਰਸਲ ਪ੍ਰਿੰਸੀਪਲ ਦੀ ਗੱਲ ਕਰਦਾ ਕਿ ਜਿਵੇਂ ਉਹਨੇ ਹੈਂਸ ਦਾ ਡਾਇਲੇਮਾ ਦਿੱਤਾ ਸੀਗਾ ਵੀ ਉਹਦੀ ਵਾਈਫ ਹੈ ਜਿਹੜੀ ਉਹ ਮਰ ਰਹੀ ਆ ਤਾਂ ਉੱਥੇ ਵੀ ਕੋਈ ਨਾ ਕੋਈ ਯੂਨੀਵਰਸਲ ਵੀ ਹੋਊਗਾ ਯੂਨੀਵਰਸਲ ਕੀ ਸੀਗਾ ਕਿ ਉਹ ਬੰਦਾ ਜਿਹੜਾ ਮੈਡੀਕਲ ਸਟੋਰ ਵਾਲਾ ਸੀਗਾ ਵੀ ਜੇ ਕਿਤੇ ਉਹਦੇ 'ਚ ਵੀ ਨੈਤਿਕਤਾ ਪੂਰੀ ਹੁੰਦੀ ਤਾਂ ਕੋਈ ਗੱਲ ਨਹੀਂ ਸੀ ਉਹ ਉਹਦੇ ਨਾਲ ਆਧਾਰ ਕਰਕੇ ਉਹ ਮੈਡੀਸਨ ਵੀ ਦੇ ਸਕਦਾ ਸੀ ਵੀ ਕੋਈ ਗੱਲ ਨਹੀਂ ਫੇਰ ਦੇ ਜੀ ਬੰਦੇ ਦੀ ਜਾਨ ਤੋਂ ਵੱਧ ਕੇ ਇਹ ਮੈਡੀਸਨ ਹੈ ਜਿਹੜੀ ਉਹ ਨਹੀਂ ਹੈਗੀ ਤਾਂ ਇਸ ਯੂਨੀਵਰਸਲ ਪ੍ਰਿੰਸੀਪਲ ਤੇ ਹੈ ਜਿਹੜਾ ਵੀ ਇਹ ਸਟੇਜ ਤੇ ਬਹੁਤ ਘੱਟ ਬੰਦੇ ਪਹੁੰਚਦੇ ਨੇ ਸਾਧ ਬੰਦੇ ਹੀ ਬਣ ਜਾਂਦੇ ਨੇ ਲੋਕ ਇੱਥੇ ਜਾ ਕੇ ਇਸ ਸਟੇਜ ਤੇ ਜਾ ਕੇ ਹੁਣ ਇਹਦੇ ਵਿੱਚ ਚੀਜ਼ ਹੋਰ ਪੁੱਛੀ ਜਾਂਦੀ ਹੈ ਵੀ ਇਹਦੇ 'ਚ ਜਿਹੜੇ ਕਈ ਵਾਰ ਇਸ ਚੀਜ਼ ਦੇ ਵਿੱਚ ਕਨਫਿਊਜ਼ ਕਰ ਲਿਆ ਜਾਂਦਾ ਕਿ ਇਸ ਥਿਊਰੀ ਦੇ ਲੈਵਲ ਕਿੰਨੇ ਨੇ ਤੇ ਸਟੇਜਸ ਕਿੰਨੀਆਂ ਨੇ ਮੈਂ ਉੱਪਰ ਤਾਂ ਹੀ ਲਿਖਿਆ ਹੋਇਆ ਇੱਥੇ 1 2 ਐਂਡ 3 ਤਾਂ ਜਿਹੜੇ ਤੋਂ ਉੱਪਰ ਲਿਖੇ ਹੋਏ ਨੇ ਇਹ ਹੈਗੇ ਨੇ ਲੈਵਲ ਆਹ ਕੀ ਨੇ ਲੈਵਲ ਤਾਂ ਲੈਵਲ ਕਿੰਨੇ ਨੇ ਇਹਦੇ 3 ਤੇ ਜੇਕਰ ਸਟੇਜਾਂ ਦੀ ਗੱਲ ਕਰੇ ਤੁਹਾਨੂੰ ਕੋਈ ਸਟੇਜਸ ਪੁੱਛੇ ਤਾਂ ਸਟੇਜਸ ਕਿੰਨੀਆਂ ਨੇ ਇਹਦੀਆਂ 6 1 2 3 4 5 6 ਜੇਕਰ ਸਾਨੂੰ ਇਸ ਥਿਊਰੀ ਦੇ ਲੈਵਲ ਪੁੱਛ ਲਏ ਜਾਂਦੇ ਨੇ ਤਾਂ ਆਨਸਰ ਆਊਗਾ 3 ਤੇ ਜੇਕਰ ਸਾਨੂੰ ਇਸ ਥਿਊਰੀ ਦੇ ਸਟੇਜਸ ਪੁੱਛ ਲਈਆਂ ਜਾਂਦੀਆਂ ਨੇ ਤਾਂ ਆਨਸਰ ਆਊਗਾ 6 ਤੇ ਮੋਸਟ ਇਹ ਰਿਪੀਟ ਕੁਐਸਚਨ ਹੋ ਰਿਹਾ ਹੋਰ ਕੋਈ ਜ਼ਿਆਦਾ ਕੁਐਸਚਨ ਇਹਦੇ ਚੋਂ ਨਹੀਂ ਆ ਰਿਹਾ ਅਗਲੀ ਗੱਲ ਸਾਡੇ ਕੋਲ ਆਉਂਦੀ ਹੈ ਕ੍ਰਿਟਿਸਿਜ਼ਮ ਦੀ ਇਹ ਥਿਊਰੀ ਦੀ ਕ੍ਰਿਟਿਸਿਜ਼ਮ ਬਹੁਤ ਹੋਈ ਪਹਿਲੀ ਚੀਜ਼ ਜਿਹੜੀ ਉਹ ਐਗਜ਼ਾਮਪਲ ਲਈ ਉਹਨੇ ਜਿਹੜਾ ਉਹ ਕੁਐਸਚਨੀਅਰ ਭਰਵਾਇਆ ਜਿਹੜੀ ਉਹਨੇ ਹਾਈਨਸ ਵਾਲੀ ਲੋਕਾਂ ਨੂੰ ਸਥਿਤੀ ਦਿੱਤੀ ਕਿ ਉਹਦੀ ਵਾਈਫ ਮਰਨ ਵਾਲੀ ਹੈ ਪਹਿਲੀ ਗੱਲ ਕਿ ਉਹ ਸਹੀ ਨਹੀਂ ਸੀ ਹਾਈਪੋਥੈਟੀਕਲ ਸੀਗੀ ਹੈ ਨਾ ਕਲਪਨਾ ਕੀਤੀ ਗਈ ਸੀ ਇੱਕ ਉਹ ਕੋਈ ਸਹੀ ਸਿਚੁਏਸ਼ਨ ਅਸਲੀ ਸਿਚੁਏਸ਼ਨ ਨਹੀਂ ਹੈਗੀ ਸੀ ਤਾਂ ਹਾਈਪੋਥੈਟੀਕਲ ਕਨਸੈਪਟ ਦੇ ਉੱਪਰ ਉਹਨੇ ਥਿਊਰੀ ਬਿਲਡ ਕੀਤੀ ਹੈ ਦੂਸਰਾ ਕੀ ਹੈ ਜਿਹੜੇ ਸੈਂਪਲ ਲਏ ਨੇ ਉਹਨੇ ਉਹ ਵੀ ਬਾਇਸਡ ਨੇ ਸਾਰੇ ਜਿੰਨੇ ਉਹਨੇ ਸੈਂਪਲ ਲਏ ਸੀਗੇ ਪਹਿਲੀ ਗੱਲ ਮੇਲ ਸੈਂਪਲ ਸੀ ਸਾਰੇ ਕੁੜੀਆਂ ਨਹੀਂ ਸੀ ਕੋਈ ਵੀ ਇਨਕਲੂਡ ਕੀਤੀਆਂ ਤਾਂ ਕੁੜੀਆਂ ਦੀ ਵੀ ਕੋਈ ਰਾਏ ਹੋਣੀ ਚਾਹੀਦੀ ਸੀ ਹੈ ਨਾ ਉੱਥੇ ਜੇਕਰ ਅਸੀਂ ਦੋਨਾਂ ਦੀ ਇਹ ਥਿਊਰੀ ਲਾਗੂ ਕਰਨੀ ਹੈ ਮੁੰਡਿਆਂ ਦੀ ਵੀ ਕੁੜੀਆਂ ਦੀ ਵੀ ਤਾਂ ਕਿਹੜੇ ਸੈਂਪਲ ਲੈਣੇ ਪੈਣਗੇ ਸਾਨੂੰ ਮੁੰਡੇ ਵੀ ਲੈਣੇ ਪੈਣਗੇ ਤੇ ਕੁੜੀਆਂ ਵੀ ਲੈਣੀਆਂ ਪੈਣਗੀਆਂ ਅਗਲੀ ਗੱਲ ਨਾਟ ਐਪਲੀਕੇਬਲ ਇਨ ਆਲ ਕਲਚਰਸ ਜਾਨੀ ਕਿ ਹੁਣ ਇੱਕੋ ਉਹਨੇ ਕੌਮ ਦੇ ਬੰਦੇ ਲੈ ਲਏ ਹਨਾ ਹੁਣ ਹੋ ਸਕਦਾ ਕਿਸੇ ਹੋਰ ਕੌਮ ਦੇ ਬੰਦੇ ਨੇ ਜਿਹੜੇ ਜਿਵੇਂ ਅਸੀਂ ਪੜ੍ਹਦੇ ਹਾਂ ਕਿ ਇੱਧਰ ਜਿਹੜੇ ਬਰਫ਼ ਦੇ ਉੱਪਰ ਐਸਕੀਮੋ ਲੋਕ ਰਹਿੰਦੇ ਨੇ ਕਿ ਉਹਨਾਂ ਕੋਲ ਜਾ ਕੇ ਜੇ ਤੁਸੀਂ ਇੱਕ ਵਾਰ ਇਹ ਕਹਿ ਦਿਓ ਕਿ ਇਹ ਚੀਜ਼ ਤੇਰੇ ਭਾਈ ਬਹੁਤ ਸੋਹਣੀ ਲੱਗ ਰਹੀ ਹੈ ਉਹ ਕਹਿੰਦੇ ਉਹ ਉਤਾਰ ਕੇ ਉਹ ਚੀਜ਼ ਨਾਲ ਦੀ ਨਾਲ ਦੂਜੇ ਬੰਦੇ ਨੂੰ ਦੇ ਦਿੰਦੇ ਨੇ ਹੁਣ ਉਸ ਕਲਚਰ ਦੇ ਵਿੱਚ ਕੀ ਪਤਾ ਇਹ ਥਿਊਰੀ ਫਿੱਟ ਬੈਠਦੀ ਜਾਂ
ਨਹੀਂ ਬੈਠਦੀ ਹੈ ਨਾ। ਤਾਂ ਉਹ ਇੱਕੋ ਕਲਚਰ ਦੇ ਵਿੱਚ ਬਾਉਂਡ ਹੋ ਕੇ ਰਹੇਗੀ ਥਿਊਰੀ, ਐਸ ਵੈਲ ਐਸ ਸੈਂਪਲ ਵਾਈਜ਼ ਹੈਗੀ ਹੈ ਕਿਉਂਕਿ ਇਕੱਲੇ ਮੇਲ ਲੈਤੇ ਗਏ ਨੇ। ਦੂਸਰਾ ਜਿਹੜੀ ਸਿਚੁਏਸ਼ਨ ਲੈਤੀ ਗਈ ਹੈ ਉਹ ਰੀਅਲ ਨਹੀਂ ਹੈਗੀ, ਉਹ ਕੀ ਹੈ ਕਿ ਇਮੈਜੀਨੇਸ਼ਨਲ ਸਿਚੁਏਸ਼ਨ ਹੈ, ਇੱਕ ਕਲਪਨਾ ਕੀਤੀ ਗਈ ਹੈ। ਪਰ ਫਿਰ ਵੀ ਇਹ ਥਿਊਰੀ ਇੰਪੋਰਟੈਂਸ ਰੱਖਦੀ ਹੈ। ਇਹ ਵੀ ਗੱਲ ਦੇਖੋ ਸਹੀ ਹੈ, ਸਾਡੇ ਨਾਲ ਹੁੰਦੀ ਹੈ। ਸਾਡੇ ਬੱਚੇ ਕਹਿਣਾ ਕਾਹਤੋਂ ਮੰਨਦੇ ਨੇ, ਉਹਨਾਂ ਨੂੰ ਕੁਝ ਨਹੀਂ ਪਤਾ, ਉਹਨੂੰ ਇੰਨਾ ਕੀ ਪਤਾ ਵੀ ਬਾਅਦ ਕੁੱਟ ਪਊਗੀ ਹੈ ਨਾ। ਵੀ ਜੇ ਅਸੀਂ ਨੇ ਕੁਝ ਕਰਤਾ, ਬੱਚੇ ਨੂੰ ਪਤਾ ਕਿ ਪਾਣੀ ਦਾ ਗਲਾਸ ਵੀ ਡੁੱਲ ਗਿਆ ਤਾਂ ਉਹਨੂੰ ਪਤਾ ਹੈ, ਉਹ ਡੋਲ ਕੇ ਨਾਲ ਦੀ ਨਾਲ ਜੇ ਡੁੱਲ ਕੇ ਦੇਖਦਾ ਵੀ ਕਿੱਧਰੋਂ ਥੱਪੜ ਆਊਗਾ ਹੈ ਨਾ। ਤਾਂ ਇਹ ਕੀ ਹੈ, ਯਾਨੀ ਕਿ ਉਹ ਪਨਿਸ਼ਮੈਂਟ ਤੋਂ ਡਰਦਾ ਕੀ ਕਰ ਰਿਹਾ, ਸਾਨੂੰ ਫੋਲੋ ਕਰ ਰਿਹਾ ਰੂਲਸ ਐਂਡ ਰੈਗੂਲੇਸ਼ਨ। ਤੇ ਇਹ ਵੀ ਗੱਲ ਸਹੀ ਹੈ, ਬੱਚਾ ਕੁਝ ਮੰਗਦਾ ਵੀ ਹੈ, ਸਭ ਤੋਂ ਚਾਹੁੰਦਾ ਵੀ ਹੈ। ਤੁਸੀਂ ਘਰੋਂ ਬਾਹਰ ਜਾਂਦੇ ਹੋ ਤਾਂ ਬੱਚਾ ਚਾਹੁੰਦਾ ਕਿ ਕੁਝ ਲੈ ਕੇ ਆਓ, ਤਾਂ ਉਹ ਕੀ ਕਰ ਰਿਹਾ, ਮਿਊਚੁਅਲ ਐਕਸਚੇਂਜ ਕਰ ਰਿਹਾ ਕਿਤੇ ਨਾ ਕਿਤੇ। ਉਹ ਤੁਹਾਡੀ ਗੱਲ ਕਹੂਗਾ, ਮੈਂ ਗੱਲ ਤੁਹਾਡੀ ਮੰਨੂਗਾ, ਮੈਂ ਕੰਮ ਕਰ ਦੂੰ, ਪਰ ਮੈਨੂੰ ਆਹ ਚੀਜ਼ ਚਾਹੀਦੀ ਹੈ। ਤਾਂ ਜਾਣੀ ਕਿ ਥਿਊਰੀ ਕਿਤੇ ਨਾ ਕਿਤੇ ਫਿੱਟ ਵੀ ਬੈਠ ਰਹੀ ਹੈ। ਪਰ ਮੋਸਟਲੀ ਕੀ ਹੈ ਕਿ ਇਹ ਤਿੰਨ ਚੀਜ਼ਾਂ ਕਰਕੇ ਕ੍ਰਿਟਿਸਾਈਜ਼ ਵੀ ਹੈ ਕਿ ਜਿਹੜੀ ਉਹਨੇ ਇਹ ਐਗਜ਼ਾਮਪਲ ਲਈ ਸੀ ਹਾਈਨ ਵਾਲੀ, ਤਾਂ ਇਹ ਇੱਕ ਇਮੇਜਿਨੇਸ਼ਨਲ ਸੀ, ਇੱਕੋ ਕਲਚਰ ਦੀ ਸੀ, ਤੇ ਇਹਦੇ ਚ ਜੈਂਡਰ ਬਾਇਸ ਵੀ ਹੈਗਾ ਕਿ ਫੀਮੇਲ ਨੂੰ ਇਨਕਲੂਡ ਨਹੀਂ ਕੀਤਾ ਗਿਆ, ਕਿਹਨੂੰ ਇਨਕਲੂਡ ਕੀਤਾ ਗਿਆ, ਇਕੱਲੇ ਮੇਲਸ ਨੂੰ। ਕਰ ਲਿਓ ਜਰੂਰ। ਹਾਂਜੀ, ਆਪਣਾ ਨੈਕਸਟ ਜਿਹੜਾ ਟੌਪਿਕ ਹੈ, ਨੈਕਸਟ ਟੌਪਿਕ ਸਾਡਾ ਹੈਗਾ ਜੇਰਮ ਬਰੂਨਰ ਦੇ ਨਾਲ ਸੰਬੰਧਿਤ। ਜੇਰਮ ਬਰੂਨਰ ਸੀਗਾ ਜਿਹੜਾ, ਇਹ ਹੈਗਾ ਕਿੱਥੋਂ ਦਾ ਸੀਗਾ, ਬੇਸਿਕਲੀ ਅਮਰੀਕਨ ਕੰਸਟਰਕਟਿਵਿਸਟ ਸੀਗਾ। ਕੰਸਟਰਕਟਿਵਿਸਟ ਇਹਨੂੰ ਅਸੀਂ ਕੀ ਕਹਿੰਦੇ ਆ, ਜਿਹੜੇ ਰਚਨਾਤਮਕ ਨਹੀਂ ਗੱਲ ਕਰਦੇ, ਜਿਹੜੇ ਰਚਨਾਵਾਦੀ ਨੇ। ਪਹਿਲਾਂ ਵੀ ਅਸੀਂ ਨੇ ਗੱਲ ਕੀਤੀ ਸੀ ਜੀਨ ਪਿਆਜੇ ਦੀ। ਜੀਨ ਪਿਆਜੇ ਕੀ ਸੀਗਾ, ਉਹ ਰੈਡੀਕਲ ਸੀਗਾ। ਇਹ ਕੀ ਹੈ, ਇਹ ਇਕੱਲਾ ਕੰਸਟਰਕਟਿਵਿਸਟ ਹੈ। ਇਹ ਵੀ ਕਾਹਦੀ ਗੱਲ ਕਰਦਾ ਹੈ, ਰਚਨਾਤਮਕਤਾ ਦੀ ਗੱਲ ਕਰਦਾ ਹੈ। ਯਾਨੀ ਕਿ ਬੱਚਾ ਜਿਹੜਾ, ਇਹ ਕਹਿੰਦਾ ਉਹ ਆਪਣੇ ਤਜਰਬੇ ਦੇ ਨਾਲ ਆਪਣੇ ਗਿਆਨ ਨੂੰ ਮੋਡੀਫਾਈ ਕਰਦਾ ਰਹਿੰਦਾ ਹੈ। ਜਿਵੇਂ ਜਿਵੇਂ ਉਹਨੂੰ ਨਵੀਂ ਲਰਨਿੰਗ ਹੁੰਦੀ ਹੈ, ਨਵੀਂ ਲਰਨਿੰਗ ਦੇ ਨਾਲ ਮੋਡੀਫਿਕੇਸ਼ਨਸ ਨੇ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ। ਤਾਂ ਜੇਰਮ ਬਰੂਨਰ ਹੈ ਜਿਹੜਾ, ਜੇਰਮ ਬਰੂਨਰ ਨੇ ਥਿਊਰੀ ਦਿੱਤੀ ਹੈ ਕੋਗਨੈਟਿਵ ਡਿਵੈਲਪਮੈਂਟ ਦੀ। ਕੋਗਨੈਟਿਵ ਡਿਵੈਲਪਮੈਂਟ ਦੀ ਜਿਹੜੀ ਇਹਨਾਂ ਨੇ ਥਿਊਰੀ ਦਿੱਤੀ ਹੈ, ਉਹਦੀਆਂ ਬੇਸਿਕਲੀ 3 ਸਟੇਜਸ ਦਿੱਤੀਆਂ ਨੇ। ਬਹੁਤ ਸਿੰਪਲ ਜੀ ਹੈ ਜਿਹੜੀ ਇਹਨਾਂ ਨੇ ਹੈਗੀ ਹੈ ਕਹਾਣੀ, ਬਹੁਤ ਲੰਬੀ ਚੌੜੀ ਨਹੀਂ। ਤਾਂ ਇਹਨਾਂ ਨੇ 3 ਸਟੇਜਾਂ ਦੇ ਵਿੱਚ ਡਿਵਾਈਡ ਕੀਤਾ ਹੈ ਬੱਚੇ ਦੀ ਕੋਗਨੈਟਿਵ ਡਿਵੈਲਪਮੈਂਟ ਨੂੰ। ਪਹਿਲੀ ਜਿਹੜੀ ਸਟੇਜ ਹੈਗੀ ਹੈ ਉਹ ਹੈਗੀ ਹੈ 0 ਤੋਂ 3 ਸਾਲ ਦੀ। ਇਹਨੂੰ ਇਹਨਾਂ ਨੇ ਬੋਲਿਆ ਐਨ ਐਕਟਿਵ ਰਿਪਰੈਜ਼ੈਂਟੇਸ਼ਨ, ਪੰਜਾਬੀ 'ਚ ਇਹਨੂੰ ਬੋਲਦੇ ਨੇ ਕਿਰਿਆਤਮਕ ਪ੍ਰਸਤੁਤੀਕਰਨ। 0 ਤੋਂ 3 ਸਾਲ ਦੀ ਹੈ। ਇਸ ਦੇ ਵਿੱਚ ਇਹਨਾਂ ਨੇ ਸਿੰਪਲੀ ਆਖਿਆ ਕਿ ਬੱਚਾ ਸਿੱਖਦਾ ਕਿਵੇਂ ਆ, ਕਿਰਿਆਵਾਂ ਦੇ ਰਾਹੀਂ। ਪਹਿਲਾਂ ਵੀ ਅਸੀਂ ਇਹ ਗੱਲ ਕਰਕੇ ਗਏ ਹਾਂ ਕਿ ਐਜੂਕੇਸ਼ਨ ਥਰੂ ਮੂਵਮੈਂਟਸ, ਯਾਨੀ ਕਿ ਬੱਚਾ ਜਿਹੜਾ ਕਿਰਿਆਵਾਂ ਦੇ ਰਾਹੀਂ ਸਿੱਖਦਾ। ਸਾਡਾ ਫਿਜ਼ੀਕਲ ਐਜੂਕੇਸ਼ਨ ਵੀ ਮੇਨ ਇਸੇ ਚੀਜ਼ ਦੀ ਖੜਾ ਹੈ ਨਾ, ਕਿ ਬੱਚਾ ਸਿੱਖਦਾ ਕਿਵੇਂ ਹੈ, ਕਿਰਿਆਵਾਂ ਦੇ ਰਾਹੀਂ ਸਿੱਖਦਾ। ਇਹ ਕੀ ਕਹਿੰਦਾ ਕਿ 0 ਤੋਂ 3 ਸਾਲ ਤੱਕ ਬੱਚਾ ਕਾਹਦੇ ਰਾਹੀਂ ਸਿੱਖਦਾ, ਪਿਓਰਲੀ ਕਿਰਿਆਵਾਂ ਦੇ ਰਾਹੀਂ ਸਿੱਖਦਾ। ਜਿਵੇਂ ਜਿਵੇਂ ਬੱਚਾ ਕਿਰਿਆ ਕਰਦਾ ਰਹਿੰਦਾ, ਉਵੇਂ ਉਵੇਂ ਬੱਚਾ ਸਿੱਖਦਾ ਰਹਿੰਦਾ। ਫਿਰ ਦੂਸਰੀ ਸਟੇਜ ਦੇ ਵਿੱਚ ਇਹ ਜਾਂਦੇ ਨੇ ਆਈਕੋਨਿਕ। ਆਈਕੋਨਿਕ ਦੇ ਵਿੱਚ ਇਹ ਕਾਹਦੀ ਗੱਲ ਕਰਦੇ ਨੇ ਕਿ ਬੱਚਾ ਇਮੇਜਸ ਦੇ ਰਾਹੀਂ ਸਿੱਖਦਾ। ਬੱਚਾ ਤਸਵੀਰਾਂ ਦੇ ਰਾਹੀਂ ਸਿੱਖਣਾ ਸ਼ੁਰੂ ਕਰ ਦਿੰਦਾ, ਜਿਹਨੂੰ ਇਹ ਬੋਲਦਾ ਕਿ ਮੂਰਤਾਂ ਅਤੇ ਮਾਨਸਿਕ ਤਸਵੀਰਾਂ ਦੇ ਰਾਹੀਂ ਬੱਚਾ ਸਿੱਖਦਾ। ਕਦੋਂ ਤੱਕ ਸਿੱਖਦਾ, 3 ਤੋਂ 7 ਸਾਲ ਦੀ ਉਮਰ ਦੇ ਤੱਕ। 3 ਤੋਂ ਲੈ ਕੇ 7 ਸਾਲ ਦੀ ਉਮਰ ਤੱਕ ਬੱਚਾ ਕਾਹਦੇ ਰਾਹੀਂ ਸਿੱਖਦਾ, ਤਸਵੀਰਾਂ ਦੇ ਰਾਹੀਂ। ਅਗਲੀ ਸਟੇਜ ਇਹਨਾਂ ਨੇ ਕੀ ਦਿੱਤੀ ਹੈ, ਸਿੰਬੋਲਿਕ। ਸਿੰਬੋਲਿਕ ਰਿਪਰੈਜ਼ੈਂਟੇਸ਼ਨ ਦੇ ਵਿੱਚ ਇਹ ਕੀ ਕਹਿੰਦੇ ਨੇ ਕਿ ਬੱਚਾ ਸ਼ਬਦਾਂ ਦੇ ਰਾਹੀਂ ਸਿੱਖਦਾ ਤੇ ਚਿੰਨ੍ਹਾਂ ਦੇ ਰਾਹੀਂ ਸਿੱਖਦਾ। ਯਾਨੀ ਕਿ ਬੇਸਿਕਲੀ ਅਸੀਂ ਕਹਿ ਸਕਦੇ ਹਾਂ ਕਿ ਬੱਚਾ ਭਾਸ਼ਾ ਦੇ ਰਾਹੀਂ ਸਿੱਖਣਾ ਸ਼ੁਰੂ ਕਰ ਦਿੰਦਾ। ਤਾਂ 8 ਸਾਲ ਤੋਂ ਉੱਪਰ ਜਾ ਕੇ ਬੱਚਾ ਕਾਹਦੇ ਰਾਹੀਂ ਸਿੱਖਦਾ, ਭਾਸ਼ਾ ਦੇ ਰਾਹੀਂ। ਤਾਂ ਬੇਸਿਕ ਜਿਹੀਆਂ 3 ਸਟੇਜਾਂ ਦਿੱਤੀਆਂ ਨੇ, ਕੋਈ ਬਾਹਲੀ ਲੰਬੀ ਚੌੜੀ ਗੱਲ ਇਹਦੇ 'ਚ ਹੈ ਨਹੀਂ। ਪਰ ਇਹਨਾਂ ਦਾ ਜਿਹੜਾ ਇੰਪੋਰਟੈਂਟ ਟੌਪਿਕ ਹੈਗੇ ਨੇ ਉਹ ਹੈਗੇ ਨੇ, ਇੱਕ ਤਾਂ ਹੈਗਾ ਡਿਸਕਵਰੀ ਲਰਨਿੰਗ। ਡਿਸਕਵਰੀ ਲਰਨਿੰਗ ਦਾ ਦੂਸਰਾ ਨਾਮ ਕੀ ਹੈ, ਇਨਕੁਆਇਰੀ ਬੇਸਡ ਲਰਨਿੰਗ। ਇਹ ਅਸੀਂ ਨੇ ਜਦੋਂ ਟੀਚਿੰਗ ਮੈਥਡਸ ਪੜ੍ਹੇ ਸੀ, ਟੀਚਿੰਗ ਮੈਥਡ ਦੇ ਵਿੱਚ ਅਸੀਂ ਇਹ ਪੜ੍ਹਿਆ ਸੀਗਾ ਕਿ ਡਿਸਕਵਰੀ ਲਰਨਿੰਗ। ਤਾਂ ਡਿਸਕਵਰੀ ਲਰਨਿੰਗ ਦੀ ਖੋਜ ਕਿਹਨੇ ਕੀਤੀ ਹੈ, ਇਹ ਕੁਐਸਚਨ ਪੁੱਛ ਲਿਆ ਜਾਂਦਾ। ਤਾਂ ਜੇਰਮ ਬਰੂਨਰ ਨੇ ਕੀਤੀ ਸੀ। ਕਦੋਂ ਕੀਤੀ ਸੀ, 1960 ਦੇ ਵਿੱਚ, 1960 ਦੇ ਵਿੱਚ ਕੀਤੀ ਸੀ। ਸੈਕਿੰਡ ਇਹਨਾਂ ਦੀ ਇੰਪੋਰਟੈਂਟ ਜਿਹੜੀ ਟਰਮ ਹੈਗੀ ਹੈ ਉਹ ਹੈਗੀ ਹੈ ਸਪਾਇਰਲ ਕਰਿਕੂਲਮ। ਤਾਂ ਇਹਨਾਂ ਨੇ ਇੱਕ ਕਰਿਕੂਲਮ ਦੀ ਗੱਲ ਕੀਤੀ ਕਿ ਜਿਹੜਾ ਬੱਚਿਆਂ ਦਾ ਪਾਠਕ੍ਰਮ ਤਿਆਰ ਕੀਤਾ ਜਾਣਾ ਚਾਹੀਦਾ ਉਹ ਸਪਾਇਰਲ ਹੋਣਾ ਚਾਹੀਦਾ। ਸਪਾਇਰਲ ਇਨ ਦਾ ਸੈਂਸ ਹੈ ਕਿ ਕਹਿੰਦੇ ਨੇ ਕਿ ਬੱਚੇ ਨੇ ਪਹਿਲੀ ਕਲਾਸ ਕਰ ਲਈ, ਦੂਜੀ 'ਚ ਵਗ ਗਿਆ, ਤਾਂ ਉਹਦਾ ਪਹਿਲੀ ਨਾਲੋਂ ਕਨੈਕਸ਼ਨ ਨਹੀਂ ਟੁੱਟਣਾ ਚਾਹੀਦਾ, ਉਹ ਪਹਿਲੀ ਨਾਲ ਜੁੜਿਆ ਰਹਿਣਾ ਚਾਹੀਦਾ। ਇੱਥੋਂ ਮੈਂ ਕੋਈ ਅਗਲੀ ਚੀਜ਼ ਸਿੱਖ ਲਈ ਪਰ ਪਿਛਲੀ ਮੈਂ ਭੁੱਲਣੀ ਨਹੀਂ, ਪਿਛਲੀ ਵੀ ਨਾਲ ਲੈ ਕੇ ਚੱਲਣੀ ਹੈ। ਤਾਂ ਕਰਿਕੂਲਮ ਸਾਡਾ ਕੀ ਹੈ, ਇੱਕ ਦੂਸਰੇ ਨਾਲ ਇੰਟਰਲਿੰਕਡ ਚਾਹੀਦਾ, ਇੱਕ ਦੂਸਰੇ ਦੇ ਨਾਲ ਜੁੜਿਆ ਹੋਣਾ ਚਾਹੀਦਾ। ਜਦੋਂ ਅਸੀਂ ਬੱਚੇ ਨੂੰ ਸਿਖਾਉਣਾ ਤਾਂ ਇਸ ਤਰੀਕੇ ਨਾਲ ਸਿਖਾਉਣਾ ਕਿ ਪੁਰਾਣਾ ਗਿਆਨ ਹੈ ਜਿਹੜਾ ਉਹਦਾ ਹਿੱਸਾ ਬਣਿਆ ਰਹੇ, ਉਹਨੂੰ ਭੁੱਲ ਨਾ ਜਾਵੇ।
ਤੇ ਪੁਰਾਣਾ ਗਿਆਨ ਨੂੰ ਨਵਾਂ ਗਿਆਨ ਸਿੱਖਣ ਦੇ ਵਿੱਚ ਸਹਾਈ ਹੋਵੇ। ਇਹ ਕੀ ਹੈ ਬੇਸਿਕਲੀ ਸਪਾਈਰਲ ਕਰਿਕੂਲਮ ਦੀ ਗੱਲ ਕਿਹਨੇ ਕੀਤੀ ਹੈ ਸਾਡੀ, ਇਹ ਕੀਤੀ ਹੈ ਜੇਰਮ ਬਰੂਨਰ ਨੇ। ਅਗਲੀ ਇੱਕ ਇਹਨਾਂ ਨੇ ਇੰਪੋਰਟੈਂਟ ਟਰਮ ਦਿੱਤੀ ਸੀ ਸਕੈਫੋਲਡਿੰਗ। ਸਕੈਫੋਲਡਿੰਗ ਦਾ ਮਤਲਬ ਹੁੰਦਾ ਕਿ ਅਸੀਂ ਸਾਰੇ ਕੀ ਹੈ ਕਿਸੇ ਨਾ ਕਿਸੇ ਚੀਜ਼ ਦੇ ਰਾਹੀਂ ਸਿੱਖਦੇ ਹਾਂ, ਕਿਸੇ ਨਾ ਕਿਸੇ ਡਿਵਾਈਸ ਦੇ ਰਾਹੀਂ ਸਿੱਖਦੇ ਹਾਂ। ਜਿਵੇਂ ਇੱਥੇ ਸਕੈਫੋਲਡਿੰਗ ਅਸੀਂ ਕਾਹਦੇ ਰਾਹੀਂ ਕਰ ਰਹੇ ਹਾਂ, ਸਾਡੇ ਕੋਲ ਚੌਕ ਹੈਗਾ, ਸਾਡੇ ਕੋਲ ਬਲੈਕ ਬੋਰਡ ਹੈਗਾ ਨਾ, ਜਾਂ ਗ੍ਰੀਨ ਬੋਰਡ ਹੈਗਾ, ਇਹ ਸਾਡੀਆਂ ਕੀ ਨੇ ਸਕੈਫੋਲਡਿੰਗ ਹੈ, ਯਾਨੀ ਕਿ ਸਾਡੇ ਸਿੱਖਣ ਦੇ ਵਿੱਚ ਸਹਾਇਤਾ ਕਰਨ ਵਾਲੀ ਡਿਵਾਈਸ ਹੈ ਜਿਹਦੇ ਰਾਹੀਂ ਅਸੀਂ ਸਿੱਖ ਰਹੇ ਹਾਂ। ਤਾਂ ਇਹ ਟਰਮ ਕੁਆਇਨ ਕਿਹਨੇ ਕੀਤੀ ਸੀ, ਸਕੈਫੋਲਡਿੰਗ ਟਰਮ ਦਿੱਤੀ ਕਿਹਨੇ ਸੀ, ਬਰੂਨਰ ਨੇ। ਅਗਲੀ ਅਸੀਂ ਥਿਊਰੀ ਦੇ ਵਿੱਚ ਪੜਾਂਗੇ ਇਹ ਟਰਮ ਵਰਤੀ ਕਿਹਨੇ ਆ, ਵਾਈਗੋਸਕੀ ਨੇ ਵਰਤੀ ਹੈ, ਉਹ ਰਸ਼ੀਆ ਦੇ ਸੀਗੇ। ਤਾਂ ਯੂਜ਼ ਕਿਹਨੇ ਕੀਤੀ ਆ, ਵਾਈਗੋਸਕੀ ਨੇ ਕੀਤੀ ਆ, ਪਰ ਟਰਮ ਦਿੱਤੀ ਕਿਹਨੇ ਹੈ, ਜੇਰਮ ਬਰੂਨਰ ਨੇ। ਕਈ ਵਾਰ ਇਹ ਵਾਲਾ ਸਵਾਲ ਵੀ ਕੰਫਿਊਜ਼ ਕਰ ਦਿੰਦਾ ਕਿ ਥਿਊਰੀ ਚ ਯੂਜ਼ ਉਹਨਾਂ ਨੇ ਕੀਤਾ ਹੋਇਆ ਵਾਈਗੋਸਕੀ ਨੇ, ਪਰ ਟਰਮ ਦਿੱਤੀ ਕਿਹਨੇ ਹੋਈ ਹੈ, ਇਹ ਬਰੂਨਰ ਨੇ ਦਿੱਤੀ ਹੋਈ ਹੈ। ਤਾਂ ਇਹ ਤਿੰਨ ਸਟੇਜਾਂ ਸੀਗੀਆਂ। ਉਸ ਤੋਂ ਬਾਅਦ ਇਹਨਾਂ ਨੇ ਇੱਕ ਚੀਜ਼ ਹੋਰ ਇੰਪੋਰਟੈਂਟ ਦਿੱਤੀ ਹੈ ਵੀ ਉਹ ਹੈਗਾ ਇਹਨਾਂ ਦਾ ਕਨਸੈਪਟ ਅਟੇਨਮੈਂਟ ਟੀਚਿੰਗ ਮਾਡਲ। ਇੱਕ ਚੀਜ਼ ਇਹਨਾਂ ਨੇ ਹੋਰ ਦਿੱਤੀ ਹੈ ਕਨਸੈਪਟ ਅਟੇਨਮੈਂਟ ਟੀਚਿੰਗ ਮਾਡਲ। ਤਾਂ ਬਰੂਨਰ ਮਾਡਲ ਆਫ ਟੀਚਿੰਗ ਲਰਨਿੰਗ ਪ੍ਰੋਸੈਸ ਵੀ ਬੋਲਿਆ ਜਾਂਦਾ ਇਹਨੂੰ। ਤਾਂ ਇਹਦੇ 'ਚ ਇਹ ਇਕੱਲੇ ਨਹੀਂ ਸੀ, ਇਹਦੇ ਨਾਲ ਦੋ ਬੰਦੇ ਹੋਰ ਸੀਗੇ। ਇੱਕ ਦਾ ਨਾਮ ਹੈਗਾ ਸੀ ਜੈਕੁਲਿਨ ਗੁਡਰੋ, ਦੂਸਰੇ ਦਾ ਨਾਮ ਹੈਗਾ ਸੀ ਜਾਰਜ ਆਸਟਿਨ। ਤੇ ਇਹ ਕਦੋਂ ਕੁਆਇਨ ਹੋਈ ਹੈ, 1960 ਦੇ ਵਿੱਚ, 1960 ਦੇ ਵਿੱਚ। ਤਾਂ ਇਸ ਦੇ ਵਿੱਚ ਇਹਨਾਂ ਨੇ ਜਿਹੜਾ ਕਨਸੈਪਟ ਦਾ ਇਹਨਾਂ ਨੇ ਦਿੱਤਾ ਕਨਸੈਪਟ ਅਟੇਨਮੈਂਟ ਮਾਡਲ। ਤਾਂ ਇਹਨਾਂ ਨੇ ਦੱਸਿਆ ਕਿ ਜਦੋਂ ਤੁਸੀਂ ਕਿਸੇ ਕਨਸੈਪਟ ਨੂੰ ਕਲੀਅਰ ਕਰਨਾ ਹੈ, ਕਿਸੇ ਚੀਜ਼ ਦਾ ਕਨਸੈਪਟ ਕਲੀਅਰ ਕਰਨਾ, ਤਾਂ ਕਿਸ ਤਰੀਕੇ ਨਾਲ ਕਰਨਾ ਹੋਊਗਾ। ਤਾਂ ਉਹਦੀਆਂ ਇਹਨਾਂ ਨੇ 4 ਸਟੇजेस ਦੱਸੀਆਂ। ਤਾਂ ਇਹ 4 ਸਟੇजेस ਵੀ ਪੁੱਛੀਆਂ ਜਾ ਸਕਦੀਆਂ ਨੇ। ਤਾਂ ਪਹਿਲੀ ਸਟੇਜ ਦੇ ਵਿੱਚੋਂ ਸਾਨੂੰ ਕੀ ਕਹਿੰਦੇ ਨੇ ਕਿ ਅਸੀਂ ਬੇਸਿਕਲੀ ਕਿਸੇ ਚੀਜ਼ ਦਾ ਪਹਿਲਾਂ ਨਾਮ ਦੇਖਦੇ ਹਾਂ। ਸਪੋਜ਼ ਕਰੋ ਕਿ ਅਸੀਂ ਕੁੱਤਿਆਂ ਬਾਰੇ ਜਾਣਨਾ ਚਾਹੁੰਦੇ ਹਾਂ, ਤਾਂ ਉਹ ਕਹਿੰਦਾ ਕਿ ਪਹਿਲਾਂ ਤੁਸੀਂ ਕੀ ਕਰੋ, ਕਿਹੜੀ ਚੀਜ਼ ਬਾਰੇ ਜਾਣਨਾ ਚਾਹੁੰਦੇ ਹੋ, ਉਹਨੂੰ ਨੇਮ ਦਿਓ। ਕੀ ਚੀਜ਼ ਹੈ, ਡੌਗ। ਹੁਣ ਡੌਗ ਦੀਆਂ ਬਹੁਤ ਸਾਰੀਆਂ ਵੈਰਾਈਟੀਜ਼ ਨੇ ਹਨਾ। ਉਸ ਤੋਂ ਬਾਅਦ ਫੋਰ ਐਗਜ਼ਾਮਪਲ ਜਿਹੜਾ ਡੌਗ ਹੈ ਉਹ ਪਮੇਰੀਅਨ ਹੋ ਸਕਦਾ ਹੈ, ਜਰਮਨ ਸ਼ੈਪਰਡ ਹੋ ਸਕਦਾ ਹੈ, ਲੈਬਰੇ ਹੋ ਸਕਦਾ ਹੈ ਹਨਾ, ਜਾਂ ਹੋਰ ਅਮਰੀਕਨ ਬੁਲੀ ਹੋ ਸਕਦਾ ਹੈ, ਪਾਕਿਸਤਾਨ ਕੋਈ ਵੀ ਹੋ ਸਕਦਾ ਹੈ। ਨੈਕਸਟ ਉਹਦੇ ਐਟਰੀਬਿਊਟ ਕਿਹੜੇ ਨੇ। ਹੁਣ ਪਮੇਰੀਅਨ ਹੈ ਉਹ ਗੱਦੀ ਕੁੱਤਾ ਹੈ ਨਾ, ਜਾਂ ਇਹ ਦਾ ਜਰਮਨ ਸ਼ੈਪਰਡ ਹੈ ਉਹ ਬਰਾਊਨ ਕਲਰ ਦਾ ਹੈ ਹਨਾ, ਉਹਦੇ ਜਾਂ ਫਿਰ ਉਹ ਕੀ ਨੇ, ਵੱਡੇ ਵੱਡੇ ਬਾਲ ਨੇ, ਟੌਲ ਹੈ, 4 ਪੈਰ ਲੱਗੇ ਹੋਏ ਨੇ। ਹੁਣ ਉਹਦੀਆਂ ਐਟਰੀਬਿਊਟ ਵੈਲਿਊਜ਼ ਕੀ ਕੀ ਨੇ, ਕਿ ਉਹ ਮਨੁੱਖ ਪ੍ਰਤੀ ਵਫਾਦਾਰ ਹੈ ਨਾ, ਉਹਦੇ ਗੁਣ ਕਿਹੜੇ ਕਿਹੜੇ ਨੇ ਕੁੱਤੇ ਦੇ ਵਿੱਚ, ਜਿਹੜੀ ਅਸੀਂ ਉਹਦੇ ਇਹ ਜ਼ਿਕਰ ਕੀਤਾ ਹੈ ਉਹਦੇ ਐਟਰੀਬਿਊਟਸ ਦਾ, ਉਹਦੇ ਵਿੱਚ ਗੁਣ ਕਿਹੜੇ ਕਿਹੜੇ ਨੇ ਜਿਹੜੇ ਸਾਡੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਨਾ। ਤਾਂ ਉਹ ਕੀ ਕਹਿੰਦਾ ਉਹਦੇ ਚ ਸਭ ਤੋਂ ਪਹਿਲੀ ਗੱਲ ਬਾਰਕ ਕਰਦਾ, ਭੌਂਕਦਾ, ਯਾਨੀ ਕਿ ਘਰ ਦੀ ਰਖਵਾਲੀ ਕਰਦਾ, ਸਾਡੇ ਦੇ ਜਰਮਨ ਸ਼ੈਪਰਡ ਹੈ ਦੇਖੋ ਹਨਾ। ਉਸ ਤੋਂ ਬਾਅਦ ਫਰੈਂਡਲੀ ਹੈਗਾ ਕਿ ਨਹੀਂ ਜਿਹੜਾ ਡੌਗ ਅਸਲੀ ਲਿਆ। ਤੇ ਉਹ ਕੀ ਕਹਿੰਦਾ ਕਿ ਤੁਹਾਡਾ ਕਨਸੈਪਟ ਅਟੇਨਮੈਂਟ ਮਾਡਲ ਹੈ ਜਿਹੜਾ ਇਸ ਤਰੀਕੇ ਦਾ ਹੋਣਾ ਚਾਹੀਦਾ ਕਿ ਤੁਹਾਨੂੰ ਉਸ ਚੀਜ਼ ਦਾ ਨਾਮ ਦੱਸੇ, ਉਹਦੀ ਐਗਜ਼ਾਮਪਲ ਵੀ ਦੇਵੇ, ਉਹ 'ਚ ਐਟਰੀਬਿਊਟ ਕਿਹੜੇ ਕਿਹੜੇ ਨੇ, ਤੇ ਉਹ ਐਟਰੀਬਿਊਟਸ ਦੀਆਂ ਵੈਲਿਊ ਜਾਂ ਗੁਣ ਕਿਹੜੇ ਕਿਹੜੇ ਨੇ, ਇਹ ਚਾਰੇ ਚੀਜ਼ਾਂ ਬਾਰੇ ਸਾਨੂੰ ਦੱਸੇ। ਤਾਂ ਹੀ ਅਸੀਂ ਕਾਹਦੇ ਤੱਕ ਪਹੁੰਚ ਸਕਦੇ ਹਾਂ, ਕਨਸੈਪਟ ਦਾ ਨੂੰ ਅਟੇਨ ਕਰ ਸਕਦੇ ਹਾਂ। ਕਨਸੈਪਟ ਅਟੇਨਮੈਂਟ ਮਾਡਲ ਇਹਨੂੰ ਕਿਹਨੇ ਦਿੱਤਾ ਸੀਗਾ, ਜੇਰਮ ਬਰੂਨਰ ਨੇ ਨਾਮ ਦਿੱਤਾ ਸੀਗਾ ਕਿ ਕਿਸੇ ਚੀਜ਼ ਦਾ ਕਨਸੈਪਟ ਕਿਵੇਂ ਸਮਝਣਾ ਹੈ। ਤੇ ਬੇਸਿਕਲੀ ਇਹ 4 ਉਹਨਾਂ ਨੇ ਸਟੇਜਸ ਦਿੱਤੀਆਂ ਸੀ। ਪਰ ਆਹ 3 ਟਰਮਾਂ ਜ਼ਰੂਰ ਯਾਦ ਰੱਖਿਓ। ਡਿਸਕਵਰੀ ਲਰਨਿੰਗ ਬਰੂਨਰ ਨੇ ਦਿੱਤੀ ਹੈ, ਸਪਾਈਰਲ ਕਰਿਕੂਲਮ ਇਹ ਵੀ ਬਰੂਨਰ ਨੇ ਦਿੱਤਾ, ਸਕੈਫੋਲਡਿੰਗ ਦਾ ਮਤਲਬ ਹੁੰਦਾ ਹੈ ਉਹ ਚੀਜ਼ ਜਿਹੜੀ ਸਾਡੀ ਸਿੱਖਣ ਦੇ ਵਿੱਚ ਸਹਾਇਤਾ ਕਰੇ। ਇਹ ਵੀ ਕਿਹਨਾਂ ਨੇ ਦਿੱਤੀ ਸੀ, ਜੇਰਮ ਬਰੂਨਰ ਨੇ। ਕਿੱਥੋਂ ਦੇ ਸੀਗੇ, ਅਮਰੀਕਾ ਦੇ ਸੀਗੇ। ਥਿਊਰੀ ਕਿਹੜੀ ਸੀਗੀ, ਕੋਗਨੀਟਿਵ ਡਿਵੈਲਪਮੈਂਟ ਦੀ ਥਿਊਰੀ ਹੈ ਇਹਨਾਂ ਦੀ। ਕਨਸੈਪਟ ਅਟੇਨਮੈਂਟ ਮਾਡਲ ਦਿੱਤਾ, 4 ਸਟੈਪ ਨੇ ਉਹਦੇ, ਬਸ ਥੋੜੀ ਜਿਹੀ ਇੱਕ ਥਿਊਰੀ ਹੈ। ਹਾਂਜੀ, ਨੈਕਸਟ ਅਸੀਂ ਥਿਊਰੀ ਕਰਾਂਗੇ ਵਾਈਗੋਸਕੀ ਦੀ, ਲੈਵ ਵਾਈਗੋਸਕੀ। ਇਹਨਾਂ ਨੇ ਵੀ ਚਾਈਲਡ ਡਿਵੈਲਪਮੈਂਟ ਦੇ ਨਾਲ ਰਿਲੇਟਡ ਇੱਕ ਥਿਊਰੀ ਦਿੱਤੀ ਸੀਗੀ। ਤੇ ਆਪਣੀ ਥਿਊਰੀ ਦਾ ਨਾਮ ਇਹਨਾਂ ਨੇ ਦਿੱਤਾ ਸੀਗਾ ਥਿਊਰੀ ਆਫ ਸੋਸ਼ਲ ਡਿਵੈਲਪਮੈਂਟ। ਤਾਂ ਬੇਸਿਕਲੀ ਜਿਹੜੇ ਵਾਈਗੋਸਕੀ ਸੀਗੇ ਇਹ ਹੈਗੇ ਰਸ਼ੀਆ ਤੋਂ ਸੀਗੇ। ਜਿੰਨੇ ਵੀ ਇਹੋ ਜਿਹੇ ਨਾਮ ਆਉਂਦੇ ਨੇ ਇਹ ਮੋਸਟਲੀ ਸਾਰੇ ਦੇ ਸਾਰੇ ਰਸ਼ੀਅਨ ਸਾਈਡ ਦੇ ਨੇ। ਆਪਾਂ ਪਾਵਲੋ ਪੜ੍ਹਿਆ ਸੀ ਪਹਿਲਾਂ, ਇਵਾਨ ਪਾਵਲੋ ਵੀ ਰਸ਼ੀਆ ਦੇ ਸੀ, ਆਪਾਂ ਫਿਜ਼ੀਕਲ ਦੇ ਵਿੱਚ ਆਉਂਦੇ ਸੀਗੇ। ਲੈਵ ਵਾਈਗੋਸਕੀ ਤਾਂ ਇਹ ਵੀ ਰਚਨਾਵਾਦੀ ਸੀ। ਆਪਾਂ ਪਹਿਲਾਂ ਗੱਲ ਕੀਤੀ ਸੀ ਕੰਸਟਰਕਟਿਵਿਸਟ ਦੀ ਹੈ ਨਾ, ਤਾਂ ਇਹ ਵੀ ਰਚਨਾਵਾਦੀ ਨੇ, ਵੀ ਇਹ ਯਕੀਨ ਕਰਦੇ ਨੇ ਕਿ ਬੱਚਾ ਜਿਹੜਾ ਉਹ ਸਿੱਖਦਾ, ਆਪਣੇ ਤਜਰਬਿਆਂ ਨੂੰ ਅਪਡੇਟ ਕਰਦਾ ਰਹਿੰਦਾ। ਤਾਂ ਕੋਗਨੀਟਿਵ ਡਿਵੈਲਪਮੈਂਟ ਦੀ ਵੀ ਇਹ ਗੱਲ ਕਰਦੇ ਨੇ ਵਾਈਗੋਸਕੀ। ਇਹਨਾਂ ਨੇ ਆਪਣੀ ਕਿਤਾਬ ਦਿੱਤੀ ਸੀ ਸਾਈਕੋਲੋਜੀ ਆਫ ਆਰਟ, ਥਾਟ ਐਂਡ ਲੈਂਗੁਏਜ। ਤਾਂ ਉਹਦੇ ਵਿੱਚ ਇਹਨਾਂ ਨੇ ਕਾਫੀ ਸਾਰੀਆਂ ਗੱਲਾਂ ਕੀਤੀਆਂ ਸੀਗੀਆਂ। ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਬਾਰੇ ਦੇਖਦੇ ਹਾਂ। ਤਾਂ ਇਹਨਾਂ ਦੀ ਏਜ ਸੀ ਜਿਹੜੀ ਬਹੁਤ ਛੋਟੀ ਸੀ, ਪਰ ਇਹਨਾਂ ਨੇ ਬਹੁਤ ਸਾਰੀਆਂ ਥਿਊਰੀਆਂ ਡਿਵੈਲਪ ਕੀਤੀਆਂ। ਇਹਨਾਂ ਦੀ ਜਸਟ ਏਜ ਸੀ ਜਿਹੜੀ ਸਿਰਫ 36 37 ਸਾਲ ਦੀ ਸੀ, 36 37 ਦੀ ਇੰਨੀ ਏਜ ਸੀ, ਪਰ ਇਹਨਾਂ ਨੇ ਥਿਊਰੀ ਸੀ ਜਿਹੜੀ ਉਹ ਬਹੁਤ ਵੱਡੀ ਥਿਊਰੀ ਸੀ।
ਤਾਂ ਇਹਨਾਂ ਦੀ ਜਿਹੜੀ ਪਹਿਲੀ ਥਿਊਰੀ ਸੀ, ਥਿਊਰੀ ਦੀ ਪਹਿਲੀ ਮੇਨ ਗੱਲ ਕੀ ਸੀ, ਕਹਿੰਦੇ ਰੋਲ ਆਫ ਸੋਸ਼ਲ ਡਿਵੈਲਪਮੈਂਟ ਇਨ ਡਿਵੈਲਪਿੰਗ ਚਾਈਲਡਸ ਕੋਗਨੀਸ਼ਨ, ਕਿ ਜਿਹੜਾ ਸਮਾਜਿਕ ਵਿਕਾਸ ਹੈ ਕਿਸੇ ਦਾ, ਸਮਾਜਿਕ ਵਿਕਾਸ ਬੱਚੇ ਦੇ ਮਾਨਸਿਕ ਵਿਕਾਸ ਤੇ ਕੀ ਪ੍ਰਭਾਵ ਪਾਉਂਦਾ ਹੈ ਨਾ। ਇਹਨਾਂ ਦੀ ਥਿਊਰੀ ਐਕਸਪਲੇਨ ਕਰ ਰਹੀ ਹੈ ਕਿ ਸਮਾਜਿਕ ਵਿਕਾਸ ਦਾ ਕਿਹਦੇ ਤੇ ਪ੍ਰਭਾਵ ਪੈ ਰਿਹਾ ਹੈ, ਬੱਚੇ ਦੇ ਮਾਨਸਿਕ ਵਿਕਾਸ ਦੇ ਉੱਪਰ ਕਿਵੇਂ ਪ੍ਰਭਾਵ ਪੈ ਰਿਹਾ ਹੈ। ਅਗਲਾ ਕੀ ਕਹਿ ਰਹੇ ਨੇ, ਸੋਸ਼ਲ ਲਰਨਿੰਗ ਲੀਡਸ ਟੂ ਡਿਵੈਲਪਮੈਂਟ। ਅਸੀਂ ਨੇ ਪਹਿਲਾਂ ਗੱਲ ਕੀਤੀ ਸੀਗੀ, ਪਿਆਜੇ ਕੀ ਕਹਿ ਰਿਹਾ ਸੀਗਾ ਕਿ ਡਿਵੈਲਪਮੈਂਟ ਲਰਨਿੰਗ ਕਰ ਰਹੀ ਹੈ, ਪਰ ਇਹ ਕੀ ਕਹਿ ਰਿਹਾ, ਸੋਸ਼ਲ ਲਰਨਿੰਗ ਡਿਵੈਲਪਮੈਂਟ ਕਰ ਰਹੀ ਹੈ ਨਾ, ਉਲਟ ਹੋ ਗਿਆ ਕੰਮ ਇੱਥੇ। ਤਾਂ ਹੁਣ ਪਿਆਜੇ ਕਹਿ ਰਿਹਾ ਸੀ ਡਿਵੈਲਪਮੈਂਟ ਲੀਡਸ ਟੂ ਲਰਨਿੰਗ, ਇੱਧਰ ਵਾਈਗੋਸਕੀ ਕੀ ਕਹਿ ਰਿਹਾ ਹੈ, ਲਰਨਿੰਗ ਲੀਡਸ ਟੂ ਡਿਵੈਲਪਮੈਂਟ। ਉਸ ਤੋਂ ਬਾਅਦ ਇਹਨਾਂ ਨੇ ਇਹ ਤਿੰਨ ਟੂਲਸ ਦਿੱਤੇ ਬੇਸਿਕਲੀ ਕਿ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਇੱਕ ਬੱਚਾ ਜਿਹੜਾ ਉਹ ਸਮਾਜ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਦਾ ਹੈ। ਸਭ ਤੋਂ ਪਹਿਲਾਂ ਹੈਗੀ ਹੈ ਬੱਚੇ ਦੀ ਸੋਸ਼ਲ ਇੰਟਰੈਕਸ਼ਨ। ਜਦੋਂ ਬੱਚਾ ਜਨਮ ਲੈਂਦਾ ਹੈ ਉਸ ਤੋਂ ਬਾਅਦ ਕੀ ਹੈ, ਉਹ ਲੋਕਾਂ ਦੇ ਨਾਲ ਆਪਣੇ ਇੰਟਰੈਕਸ਼ਨ ਬਣਾਉਣਾ ਸ਼ੁਰੂ ਕਰਦਾ ਹੈ, ਮੇਲ ਮਿਲਾਪ ਸ਼ੁਰੂ ਕਰਦਾ ਹੈ। ਬੇਸ਼ੱਕ ਉਹ ਆਪਣੇ ਪੇਰੈਂਟਸ ਨਾਲ ਹੋਵੇ, ਚਾਹੇ ਆਪਣੇ ਘਰ ਤੋਂ ਬਾਹਰ ਦੇ ਲੋਕਾਂ ਨਾਲ ਹੋਵੇ, ਤਾਂ ਉਹਦਾ ਸੋਸ਼ਲ ਇੰਟਰੈਕਸ਼ਨ ਹੁੰਦੀ ਹੈ। ਫਿਰ ਡਿਪੈਂਡ ਕਰਦਾ ਕਿ ਕਲਚਰ ਕਿਹੜੀ ਹੈ, ਕਿਹੜਾ ਜਿਹਦੇ ਵਿੱਚ ਬੱਚਾ ਪੈਦਾ ਹੁੰਦਾ ਹੈ। ਲਾਸਟ ਫਿਰ ਬੱਚਾ ਜਿਹੜਾ ਕੁਝ ਸਿੱਖਦਾ, ਉਹ ਸਿੱਖਣ ਦੇ ਲਈ ਉਹਨੂੰ ਉਹ ਚੀਜ਼ ਨੂੰ ਐਕਸਪ੍ਰੈਸ ਕਰਨ ਦੇ ਲਈ ਉਹਨੂੰ ਇੱਕ ਭਾਸ਼ਾ ਵੀ ਚਾਹੀਦੀ ਹੈ, ਤਾਂ ਭਾਸ਼ਾ ਦਾ ਵਿਕਾਸ ਹੁੰਦਾ ਹੈ। ਹੁਣ ਅਗਲੀ ਲੈਂਗੁਏਜ ਡਿਵੈਲਪਸ ਫਰੋਮ ਸੋਸ਼ਲ ਇੰਟਰੈਕਸ਼ਨ। ਹੁਣ ਇਹਨਾਂ ਨੇ ਤੀਜੇ ਨੰਬਰ ਦੇ ਲੈਂਗੁਏਜ ਨੂੰ ਰੱਖਿਆ ਹੀ ਕਿਉਂ ਹੈ ਵਾਈਗੋਸਕੀ ਨੇ, ਤਾਂ ਉਹ ਕਹਿੰਦਾ ਕਿ ਲੈਂਗੁਏਜ ਕਿੱਥੋਂ ਸਿੱਖਦੇ ਹਾਂ, ਅਸੀਂ ਕਲਚਰ ਤੋਂ ਸਿੱਖਦੇ ਹਾਂ। ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਪੈਦਾ ਹੋਏ ਹਾਂ, ਤਾਂ ਸਾਡੇ ਕਲਚਰ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ, ਪੰਜਾਬੀ ਬੋਲੀ ਜਾਂਦੀ ਹੈ। ਤਾਂ ਅਸੀਂ ਕਲਚਰ ਤੋਂ ਲੈਂਗੁਏਜ ਕਿਹੜੀ ਅਡਾਪਟ ਕਰ ਲਈ, ਪੰਜਾਬੀ ਕਰ ਲਈ। ਜੇਕਰ ਅਸੀਂ ਕਿਤੇ ਹੋਰ ਹੁੰਦੇ ਤਾਂ ਉਸ ਕਲਚਰ ਦੀ ਲੈਂਗੁਏਜ ਅਸੀਂ ਨੇ ਕੀ ਕਰਨੀ ਸੀ, ਅਡਾਪਟ ਕਰਨੀ ਸੀ। ਤਾਂ ਜਿਹੜੇ ਤੁਸੀਂ ਕਲਚਰ ਦੇ ਵਿੱਚ ਹੋਵੋਗੇ ਉੱਥੋਂ ਦੀ ਲੈਂਗੁਏਜ ਨੂੰ ਅਡਾਪਟ ਕਰੋਗੇ ਹੀ ਕਰੋਗੇ, ਨੈਚੁਰਲੀ ਹੈ। ਉਸ ਤੋਂ ਬਾਅਦ ਇਹਨਾਂ ਨੇ ਇੱਕ ਇੰਪੋਰਟੈਂਟ ਟਰਮ ਦਿੱਤੀ ਕਿ ਲੈਂਗੁਏਜ ਐਂਡ ਥਾਟ ਮਰਜ ਐਟ ਦਾ ਏਜ ਆਫ 3। ਜਿਹੜੀ ਲੈਂਗੁਏਜ ਤੇ ਥਾਟ ਹੈ ਇਹ ਕੀ ਕਹਿੰਦਾ ਕਿ ਮਰਜ ਹੋ ਜਾਂਦੇ ਨੇ। ਜਿਵੇਂ ਪਹਿਲਾਂ ਉਹਨੇ ਕੀ ਕਿਹਾ ਸੀਗਾ, ਉਹਨੇ ਆਖਿਆ ਸੀਗਾ ਕਿ ਆਪਣੇ ਜੀਨ ਪਿਆਜੇ ਨੇ ਪਹਿਲਾਂ ਵਿਚਾਰ ਆਉਂਦਾ, ਫਿਰ ਉਸ ਵਿਚਾਰ ਦਾ ਨੇਮ ਕਰਕੇ ਅਸੀਂ ਉਹਨੂੰ ਕੋਈ ਭਾਸ਼ਾ ਦਿੰਦੇ ਹਾਂ, ਪਹਿਲਾ ਵਿਚਾਰ ਆਊਗਾ, ਉਹ ਇਹੀ ਮੰਨਦਾ। ਪਰ ਇੱਥੇ ਨੇ ਕੀ ਕਹਿਤਾ ਕਿ ਦੋਨੇ ਚੀਜ਼ਾਂ ਕੀ ਹੋ ਜਾਂਦੀਆਂ ਨੇ, ਮਰਜ ਹੋ ਜਾਂਦੀਆਂ ਨੇ 3 ਸਾਲ ਦੀ ਉਮਰ ਤੱਕ, ਕਿ ਉਹ ਵਿਚਾਰ ਦੇ ਨਾਲ ਇੱਕਦਮ ਉਹਦੀ ਭਾਸ਼ਾ ਜਿਹੜੀ ਦੋਨੇ ਚੀਜ਼ਾਂ ਮਿਕਸ ਹੋਣਗੀਆਂ, ਕਿ ਵਿਚਾਰ ਆਇਆ ਨਾਲ ਦੀ ਨਾਲ ਉਹਨੇ ਦੱਸਤਾ ਕਿ ਇਹ ਆਹ ਚੀਜ਼ ਆ। ਕਿ 3 ਸਾਲ ਦੀ ਉਮਰ ਤੱਕ ਕੀ ਹੋ ਜਾਂਦੀਆਂ ਨੇ, ਇਹ ਮਰਜ ਹੋ ਜਾਂਦੀਆਂ ਨੇ, ਵਿਚਾਰ ਵੀ ਭਾਸ਼ਾ ਵੀ। ਪਰ ਉਹਦਾ ਮੰਨਣਾ ਉਲਟ ਸੀਗਾ ਪਿਆਜੇ ਦਾ, ਉਹ ਕਹਿੰਦਾ ਪਹਿਲਾਂ ਵਿਚਾਰ ਹੀ ਆਊਗਾ, ਭਾਸ਼ਾ ਬਾਅਦ ਦੇ ਵਿੱਚ ਹੋਊਗੀ। ਉਸ ਤੋਂ ਬਾਅਦ ਇਹਨਾਂ ਨੇ 3 ਤਰ੍ਹਾਂ ਦੀ ਸਪੀਚ ਦੀ ਗੱਲ ਕੀਤੀ ਹੈ ਵਾਈਗੋਸਕੀ ਨੇ, ਕਿ ਸਪੀਚ ਹੈ ਜਿਹੜੀ ਉਹ 3 ਤਰ੍ਹਾਂ ਦੀ ਹੁੰਦੀ ਹੈ। ਕਿਉਂ ਇਹਨਾਂ ਨੇ ਸਪੀਚ ਦੀ ਗੱਲ ਕਿਉਂ ਕੀਤੀ ਹੈ, ਸਪੀਚ ਦੇ ਨਾਲ ਹੀ ਬੱਚਾ ਇੰਟਰੈਕਟ ਕਰੂਗਾ ਕਿਸੇ ਦੂਸਰੇ ਦੇ ਨਾਲ, ਹਨਾ। ਤਾਂ ਇਹਨਾਂ ਦੀ ਥਿਊਰੀ ਉਹ ਸਾਰੀ ਕਾਹਦੀ ਖੜੀ ਹੈ, ਸੋਸ਼ਲ ਤੇ, ਸਮਾਜ ਤੇ, ਸੁਸਾਇਟੀ ਤੇ ਖੜੀ ਹੈ। ਜੇ ਸੁਸਾਇਟੀ ਨਾਲ ਬੰਦਾ ਗੱਲਬਾਤ ਕਰੂਗਾ ਤਾਂ ਹੀ ਬੰਦਾ ਕੁਝ ਸਿੱਖੂਗਾ, ਕੁਝ ਲਰਨ ਕਰੂਗਾ। ਤਾਂ ਪਹਿਲੀ ਸਪੀਚ ਦੀ ਇਹ ਗੱਲ ਕਰਦੇ ਨੇ ਸੋਸ਼ਲ ਸਪੀਚ, ਯਾਨੀ ਕਿ ਸਮਾਜ ਦੇ ਨਾਲ ਗੱਲਬਾਤ ਕਰਨੀ, ਲੋਕਾਂ ਦੇ ਨਾਲ ਗੱਲਬਾਤ ਕਰਨੀ, ਹੈ ਨਾ। ਤਾਂ ਅਸੀਂ ਸਾਰੇ ਜਦੋਂ ਵੀ ਆਪਣੇ ਘਰੋਂ ਨਿਕਲ ਕੇ ਆਪਦੇ ਮੂੰਹ ਚੋਂ ਇੱਕ ਸ਼ਬਦ ਕਿਸੇ ਦਾ ਕੱਢ ਕੇ ਦੂਜੇ ਬੰਦੇ ਦੇ ਤੱਕ ਪਹੁੰਚਾ ਰਹੇ ਹਾਂ, ਦੂਜਾ ਬੰਦਾ ਸਾਡੇ ਤੱਕ ਗੱਲ ਪਹੁੰਚਾ ਰਿਹਾ, ਇਟ ਮੀਨਸ ਕੀ ਹੋ ਰਹੀ ਹੈ, ਸੋਸ਼ਲ ਸਪੀਚ ਹੋ ਰਹੀ ਹੈ। ਦੂਸਰੀ ਗੱਲ ਇਹ ਕਰਦੇ ਨੇ ਪ੍ਰਾਈਵੇਟ ਸਪੀਚ ਦੀ। ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਸ ਜਿਹੜੀ ਇਹਨਾਂ ਨੇ ਦਿੱਤੀ ਉਹ ਦਿੱਤੀ ਹੈ ਪ੍ਰਾਈਵੇਟ ਸਪੀਚ ਤੇ। ਪ੍ਰਾਈਵੇਟ ਸਪੀਚ ਦੇ ਵਿੱਚ ਕੀ ਹੈ, ਜਦੋਂ ਬੰਦਾ ਬੋਲ ਕੇ ਆਪਦੇ ਨਾਲ ਗੱਲਾਂ ਕਰ ਰਿਹਾ। ਤਾਂ ਇਹਦੀ ਏਜ ਵੀ ਦਿੱਤੀ ਹੋਈ ਹੈ ਇਹਨਾਂ ਨੇ, ਸੋਸ਼ਲ ਸਪੀਚ ਹੈ ਜਿਹੜੀ 0 ਤੋਂ 2 ਸਾਲ ਦੀ, ਕਹਿੰਦੇ ਨੇ ਪ੍ਰਾਈਵੇਟ ਸਪੀਚ 3 ਤੋਂ 7 ਸਾਲ ਦੀ। ਜਿਹੜੀ ਉਹਨੇ ਕਿਹਾ ਸੀਗਾ ਆਪਣੇ ਪਿਆਜੇ ਨੇ ਇਹਦੇ ਬਾਰੇ ਕੀ ਕਿਹਾ ਸੀ, ਈਗੋਸੈਂਟਰਿਕ, ਹਨਾ। ਬੱਚਾ ਵੀ ਈਗੋਸੈਂਟਰਿਕ ਆਪਣੇ ਆਪ ਨਾਲ ਗੱਲਾਂ ਕਰ ਰਿਹਾ, ਪਰ ਉਹਨਾਂ ਨੇ ਆਖਿਆ ਸੀਗਾ ਕਿ ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਨਹੀਂ ਹੈਗੀ। ਪਰ ਇੱਥੇ ਜਿਹੜੇ ਵਾਈਗੋਸਕੀ ਨੇ ਉਹ ਕੀ ਕਹਿ ਰਹੇ ਨੇ, ਉਹ ਕਹਿੰਦੇ ਜਿਹੜੀ ਸਾਡੀ ਪ੍ਰਾਈਵੇਟ ਸਪੀਚ ਹੈ ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਤਾਂ ਉਹ ਕਹਿੰਦੇ ਨੇ ਕਿ ਜਦੋਂ ਤੁਹਾਨੂੰ ਸਭ ਤੋਂ ਜ਼ਿਆਦਾ ਐਕਸਪਰਟ ਐਡਵਾਈਸ ਦੀ ਲੋੜ ਹੁੰਦੀ ਹੈ, ਸਭ ਤੋਂ ਵਧੀਆ ਸਲਾਹ ਦੀ ਲੋੜ ਹੁੰਦੀ ਹੈ, ਤਾਂ ਤੁਹਾਨੂੰ ਆਪਣੇ ਆਪ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਤੁਹਾਡੇ ਤੋਂ ਵਧੀਆ ਸਲਾਹ ਤੁਹਾਨੂੰ ਕੋਈ ਨਹੀਂ ਦੇ ਸਕਦਾ। ਸਾਨੂੰ ਪਤਾ ਹੈ ਕਿ ਸਾਡੇ ਲਈ ਕਿਹੜੀ ਚੀਜ਼ ਸਹੀ ਹੈ, ਕਿਹੜੀ ਚੀਜ਼ ਗਲਤ ਹੈ। ਤਾਂ ਪ੍ਰਾਈਵੇਟ ਸਪੀਚ ਉਸੇ ਤਰੀਕੇ ਨਾਲ ਇੰਪੋਰਟੈਂਟ ਹੈ, ਆਪਣੇ ਆਪ ਨਾਲ ਗੱਲਾਂ ਕਰਨੀਆਂ ਵੀ ਇੰਪੋਰਟੈਂਟ ਨੇ। ਜੇਕਰ ਅਸੀਂ 3 ਤੋਂ 7 ਸਾਲ ਦੇ ਬੱਚੇ ਨੂੰ ਦੇਖਿਆ ਹੋਵੇ ਆਪਣੇ ਘਰਾਂ ਦੇ ਵਿੱਚ, ਤਾਂ ਕਈ ਵਾਰੀ ਉਹ ਜਦੋਂ ਪੜ੍ਹ ਰਿਹਾ ਹੁੰਦਾ ਤਾਂ ਆਪਦੇ ਆਪ ਨਾਲ ਗੱਲਾਂ ਕਰੀ ਜਾਂਦਾ ਹੁੰਦਾ ਵੀ ਆਹ ਹਾਂ ਐ ਹੋਊਗਾ, ਐ ਹੋ ਗਿਆ, ਤਾਂ ਬੋਲ ਕੇ ਪੜ੍ਹਦਾ। ਤਾਂ ਜਦੋਂ 7 ਸਾਲ ਤੋਂ ਉੱਪਰ ਚਲੇ ਜਾਂਦੇ ਆ ਤਾਂ ਫਿਰ ਵਾਈਗੋਸਕੀ ਕੀ ਕਹਿੰਦਾ, ਫਿਰ ਸਾਡੇ 'ਚ ਆਉਂਦੀ ਹੈ ਸਾਈਲੈਂਟ ਇਨਰ ਸਪੀਚ। ਸਾਈਲੈਂਟ ਇਨਰ ਸਪੀਚ ਯਾਨੀ ਕਿ ਫਿਰ ਤੁਸੀਂ ਆਪਣੇ ਬਾਹਰ ਬੋਲ ਕੇ ਨਹੀਂ ਐਕਸਪ੍ਰੈਸ ਕਰਦੇ, ਬਹੁਤ ਸਾਰੀਆਂ ਗੱਲਾਂ ਤੁਸੀਂ ਕੀ ਕਰਨੀਆਂ ਸ਼ੁਰੂ ਕਰ ਦਿੰਦੇ ਹੋ, ਆਪਣੇ ਅੰਦਰ ਹੀ ਸੋਚਦੇ ਹੋ, ਆਪਣੇ ਅੰਦਰ ਹੀ ਸਵਾਲ ਉਠਾਉਣੇ ਹੋ, ਆਪਣੇ ਅੰਦਰ ਹੀ ਉਹਨਾਂ ਦੇ ਜਵਾਬ ਦਿੰਦੇ ਹੋ।
ਤਾਂ ਇਹ ਤਿੰਨ ਤਰ੍ਹਾਂ ਦੀ ਸਪੀਚ ਦੀ ਗੱਲ ਵੀ ਕਿਹਨੇ ਕੀਤੀ ਆ, ਵਾਈਗੋਸਕੀ ਨੇ। ਸੋਸ਼ਲ ਸਪੀਚ ਹੈ, ਉਸ ਤੋਂ ਬਾਅਦ ਸਾਡੇ ਕੋਲ ਪ੍ਰਾਈਵੇਟ ਸਪੀਚ ਹੈ, ਤੇ ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਜਿਹੜੀ ਹੈ ਸਾਇਲੈਂਟ ਇਨਰ ਸਪੀਚ। ਤਿੰਨ ਤਰ੍ਹਾਂ ਦੀ ਸਪੀਚ ਦੀ ਗੱਲ ਕਿਹਨੇ ਕੀਤੀ ਹੈ, ਵਾਈਗੋਸਕੀ ਨੇ ਕੀਤੀ ਹੈ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਜਾਂਦੀ ਹੈ ਜਿਹੜੀ ਮੇਨ ਥਿਊਰੀ ਹੈ ਇਹਨਾਂ ਦੀ, ਅਸਲੀ ਥਿਊਰੀ ਇਹਨਾਂ ਦੀ ਇਹੀ ਹੈ। ਤਾਂ ਇਹਨਾਂ ਨੇ ਇੱਕ ਥਿਊਰੀ ਦਿੱਤੀ ਹੈ, ਇਹ ਥਿਊਰੀ ਦੇ ਵਿੱਚ ਇਹਨਾਂ ਨੇ ਇਹ ਤਿੰਨ ਚੀਜ਼ਾਂ ਯੂਜ਼ ਕੀਤੀਆਂ ਨੇ। ਇੱਕ ਸਾਡੇ ਕੋਲ ਹੈਗਾ ZPD, ਦੂਸਰਾ ਸਾਡੇ ਕੋਲ ਹੈਗਾ ਸਕੈਫੋਲਡਿੰਗ, ਤੀਸਰਾ ਸਾਡੇ ਕੋਲ ਹੈਗਾ MKO। ਇਹਨਾਂ ਦੀ ਕਈ ਵਾਰ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ। ZPD ਕੀ ਹੈ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਪ੍ਰੋਕਸੀਮਲ ਟਰਮ ਅਸੀਂ ਨੇ ਪਹਿਲਾਂ ਪੜ੍ਹੀ ਹੋਈ ਹੈ, ਜਦੋਂ ਅਸੀਂ ਪੜ੍ਹਿਆ ਸੀਗਾ ਕਿ ਸਾਡੇ ਹਾਰਟ ਦੇ ਜਿਹੜੀਆਂ ਚੀਜ਼ਾਂ ਨੇੜੇ ਨੇ ਉਹਨਾਂ ਨੂੰ ਅਸੀਂ ਕੀ ਬੋਲਾਂਗੇ, ਪ੍ਰੋਕਸੀਮਲ। ਜਿਹੜੀਆਂ ਚੀਜ਼ਾਂ ਦੂਰ ਨੇ ਉਹਨੂੰ ਅਸੀਂ ਕੀ ਬੋਲਾਂਗੇ, ਡਿਸਟਲ। ਇਹ ਟਰਮ ਪਹਿਲਾਂ ਵੀ ਆਪਾਂ ਨੇ ਪੜ੍ਹੀ ਸੀਗੀ। ਤਾਂ ਪਹਿਲਾ ਉਹ ਕਹਿੰਦਾ ਬੱਚੇ ਦਾ ਵਿਕਾਸ ਕਿਵੇਂ ਹੋਊਗਾ, ਜ਼ੋਨ ਆਫ ਪ੍ਰੋਕਸੀਮਲ ਡਿਸਟੈਂਸ। ਜ਼ੋਨ ਆਫ ਪ੍ਰੋਕਸੀਮਲ ਡਿਸਟੈਂਸ ਦੇ ਵਿੱਚ ਬੱਚੇ ਦਾ ਵਿਕਾਸ ਹੋਊਗਾ। ਫਿਰ ਦੂਜੀ ਚੀਜ਼ ਆਉਂਦੀ ਹੈ ਸਕੈਫੋਲਡਿੰਗ, ਯਾਨੀ ਕਿ ਸਿੱਖਣ ਦੇ ਵਿੱਚ ਕੋਈ ਨਾ ਕੋਈ ਸਹਾਇਤਾ ਕਰੂਗਾ। ਤੀਜੀ ਸਹਾਇਤਾ ਕੌਣ ਕਰ ਸਕਦਾ ਹੈ, ਹੁਣ ਸਾਨੂੰ ਸਿਖਾ ਕੌਣ ਸਕਦਾ ਹੈ, ਜਿਹਨੂੰ ਸਾਡੇ ਤੋਂ ਵੱਧ ਆਉਂਦਾ ਉਹੀ ਸਿਖਾਊਗਾ ਸਾਨੂੰ। ਤਾਂ ਉਹ ਜਿਹਨੂੰ ਸਾਡੇ ਤੋਂ ਵੱਧ ਆਉਂਦਾ ਉਹਨੂੰ ਕਾਹਦਾ ਨਾਮ ਦਿੰਦਾ ਹੈ, MKO, ਯਾਨੀ ਕਿ ਮੋਰ ਨੌਲੇਜੇਬਲ ਅਦਰ। ਤਾਂ ਸਾਨੂੰ ਸਿਖਾਊਗਾ ਕੌਣ, ਉਹੀ ਬੰਦਾ ਸਿਖਾ ਸਕਦਾ ਹੈ ਜਿਹੜਾ ਬੰਦਾ ਸਾਡੇ ਤੋਂ ਵੱਧ ਜਾਣਦਾ। ਤਾਂ ਇਸ ਚੀਜ਼ ਨੂੰ ਸਮਝਾਉਣ ਦੇ ਲਈ ਉਹਨਾਂ ਨੇ ਇੱਕ ਡਾਇਗਰਾਮ ਯੂਜ਼ ਕੀਤਾ। ਡਾਇਗਰਾਮ ਦੇ ਵਿੱਚ ਉਹਨੇ ਕੀ ਹੈ, ਪਹਿਲਾਂ ਸਭ ਤੋਂ ਇਨਰ ਸਰਕਲ ਲਿਆ, ਸਭ ਤੋਂ ਅੰਦਰ। ਇਹਦੇ ਵਿੱਚ ਉਹਨੇ ਆਪਣੇ ਆਪ ਨੂੰ ਖੜਾ ਕਰ ਲਿਆ, ਜਿਹਦੇ ਵਿੱਚ ਇਨਸਾਨ ਹੈ ਜਿਹੜਾ ਇੱਥੋਂ ਜਿਹੜਾ ਇਹ ਸਰਕਲ ਹੈ, ਇਹਦੇ ਵਿੱਚ ਉਹ ਪੂਰੇ ਦੇ ਵਿੱਚ ਘੁੰਮ ਕੇ ਉਹ ਏਰੀਆ ਜਿੱਥੇ ਉਹ ਕਿਸੇ ਦੂਜੇ ਬੰਦੇ ਦੀ ਲੋੜ ਨਹੀਂ, ਆਪਣੇ ਆਪ ਸਿੱਖ ਸਕਦਾ। ਸਭ ਤੋਂ ਪਹਿਲਾਂ ਜ਼ੋਨ ਆਫ ਪ੍ਰੋਕਸੀਮਲ ਡਿਸਟੈਂਸ ਕੀ ਹੈ ਕਿ ਪਹਿਲੀ ਚੀਜ਼ ਕੀ ਹੈ, ਉਹ ਹੈ ਸਭ ਤੋਂ ਪਹਿਲੀ ਚੀਜ਼, ਸਭ ਤੋਂ ਪਹਿਲਾ ਸਰਕਲ ਜਿੱਥੇ ਬੱਚੇ ਨੂੰ ਕਿਸੇ ਦੂਜੇ ਦੀ ਸਹਾਇਤਾ ਦੀ ਲੋੜ ਨਹੀਂ ਹੈਗੀ, ਬੱਚਾ ਆਪਣੇ ਆਪ ਹੀ ਸਿੱਖ ਰਿਹਾ। ਫਿਰ ਉਸ ਤੋਂ ਬਾਅਦ ਆਉਂਦਾ ਜਿਹੜੀ ਇਹ ਪਹਿਲੀ ਟਰਮ ਯੂਜ਼ ਕਰਦਾ ਜਿਹੜਾ ਇੱਥੋਂ ਤੱਕ ਦਾ ਏਰੀਆ, ਜ਼ੋਨ ਆਫ ਪ੍ਰੋਕਸੀਮਲ ਡਿਸਟੈਂਸ। ਯਾਨੀ ਕਿ ਬੱਚੇ ਦੇ ਕੋਈ ਚੀਜ਼ ਆਸ-ਪਾਸ ਹੀ ਹੈ ਜਿੱਥੋਂ ਉਹ ਸਿੱਖ ਸਕਦਾ ਹੈ। ਹੁਣ ਅਗਲੀ ਅਸੀਂ ਨੇ ਗੱਲ ਕੀਤੀ ਸੀ ਸਿਖਾਉਣ ਦੇ ਲਈ ਕੀ ਜ਼ਰੂਰੀ ਹੈ, ਕਿਸੇ ਨਾ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੈ। ਹੁਣ ਮੰਨ ਲਓ ਜੇਕਰ ਆਪਣੇ ਕੋਲ ਇਹ ਬਲੈਕ ਬੋਰਡ, ਗ੍ਰੀਨ ਬੋਰਡ ਨਾ ਹੁੰਦਾ, ਆਪਾਂ ਐਂ ਲੈਕਚਰ ਦੇ ਜਾਂਦੇ ਹੁੰਦੇ, ਤਾਂ ਬਹੁਤ ਸਾਰੀਆਂ ਚੀਜ਼ਾਂ ਹੋ ਸਕਦਾ ਆਪਾਂ ਲਿਖ ਨਾ ਸਕਦੇ, ਬਹੁਤ ਸਾਰੀਆਂ ਚੀਜ਼ਾਂ ਦੇ ਹੋ ਸਕਦਾ ਸਪੈਲਿੰਗ ਗਲਤ ਹੋ ਜਾਂਦੇ, ਤੇ ਹੋ ਸਕਦਾ ਜਿਵੇਂ ਦੇ ਅਸੀਂ ਡਾਇਗਰਾਮ ਇੱਥੇ ਬਣਾ ਰਹੇ ਹਾਂ ਕਾਪੀ ਦੇ ਡਾਇਰੈਕਟ ਐਵੇਂ ਦੇ ਡਾਇਗਰਾਮ ਨਾ ਬਣਾਏ ਜਾ ਸਕਦੇ, ਹਨਾ। ਤਾਂ ਇਹ ਕੀ ਹੋ ਗਿਆ, ਇੱਥੇ ਸਾਡੇ ਕੋਲੇ ਇੱਕ ਡਿਵਾਈਸ ਹੋ ਗਈ, ਬੋਰਡ ਜਿਹੜਾ ਅਸੀਂ ਯੂਜ਼ ਕੀਤਾ, ਇਹ ਹੈਗਾ ਕਿ ਇਹ ਸਕੈਫੋਲਡਿੰਗ। ਸਕੈਫੋਲਡਿੰਗ ਜਸਟ ਇੱਕ ਟਰਮ ਹੈ ਜਿਹੜੀ ਕਾਹਦੇ ਵਾਸਤੇ ਵਰਤੀ ਹੈ, ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਸਾਨੂੰ ਸਿੱਖਣ ਦੇ ਵਿੱਚ ਸਹਾਇਤਾ ਕਰ ਰਹੀ ਹੈ। ਅਸੀਂ ਬੱਚੇ ਨੂੰ ਮੰਨ ਲਓ ਸਪੋਰਟਸ ਦੇ ਵਿੱਚ ਕੋਈ ਚੀਜ਼ ਸਿਖਾਉਣੀ ਹੈ, ਅਸੀਂ ਨੇ ਉਹਨੂੰ ਲੌਂਗ ਜੰਪ ਸਿਖਾਉਣਾ ਹੈ, ਤਾਂ ਲੌਂਗ ਜੰਪ ਸਿਖਾਉਣ ਵਾਸਤੇ ਅਸੀਂ ਬਹੁਤ ਜ਼ੋਰ ਵਾਲਾ ਬੱਚਾ ਸਿੱਖਿਆ ਨਹੀਂ, ਅਸੀਂ ਉਹਨੂੰ ਫੋਨ ਤੇ ਜਾਂ ਲੈਪਟਾਪ ਤੇ ਸਲੋ ਮੋਸ਼ਨ ਵੀਡੀਓ ਲਾ ਕੇ ਦੇ ਦਿੱਤੀ, ਉਹਨੂੰ ਸਲੋ ਮੋਸ਼ਨ ਦੇ ਵਿੱਚ ਦਿਖਾਤਾ ਕਿ ਪਹਿਲਾਂ ਐ ਹੋਊਗਾ ਜੀ, ਐ ਹੋਊਗਾ, ਬੱਚੇ ਨੇ ਧਿਆਨ ਨਾਲ ਸਾਰਾ ਕੁਝ ਦੇਖ ਲਿਆ। ਤਾਂ ਹੁਣ ਜਿਹੜਾ ਅਸੀਂ ਉਹ ਸਲੋ ਮੋਸ਼ਨ ਵਾਲੀ ਵੀਡੀਓ ਯੂਜ਼ ਕੀਤੀ, ਉਹ ਵੀ ਕੀ ਹੋਗੀ, ਸਕੈਫੋਲਡਿੰਗ। ਕੋਈ ਵੀ ਚੀਜ਼, ਹਰ ਇੱਕ ਚੀਜ਼ ਜਿਹੜੀ ਸਿੱਖਣ ਦੇ ਵਿੱਚ ਸਹਾਇਤਾ ਕਰ ਰਹੀ ਹੈ ਉਹ ਕੀ ਹੈ, ਸਕੈਫੋਲਡਿੰਗ। ਪਰ ਇਹ ਡਿਵਾਈਸ ਨੂੰ ਯੂਜ਼ ਕੌਣ ਕਰੂਗਾ, ਜਿਹੜਾ ਉਹ ਚਲਾਉਣਾ ਜਾਣਦਾ ਹੋਵੇ, ਹਨਾ। ਤਾਂ ਸਾਨੂੰ ਸਿਖਾ ਕੌਣ ਸਕਦਾ ਹੈ, ਉਹੀ ਸਿਖਾ ਸਕਦਾ ਹੈ ਜਿਹਨੂੰ ਸਾਡੇ ਤੋਂ ਵੱਧ ਆਉਂਦਾ ਹੋਊਗਾ। ਜਿਹਨੂੰ ਸਾਡੇ ਤੋਂ ਘੱਟ ਆਉਂਦਾ ਹੈ ਉਹ ਸਾਨੂੰ ਕਿਵੇਂ ਸਿਖਾਊਗਾ, ਕਿਉਂਕਿ ਅਸੀਂ ਪਹਿਲਾਂ ਹੀ ਉਹ ਤੋਂ ਕੀ ਜਾਣਦੇ ਹਾਂ, ਵੱਧ ਜਾਣਦੇ ਹਾਂ। ਤਾਂ ਮੋਰ ਨੌਲੇਜੇਬਲ ਅਦਰ ਕੌਣ ਹੈ, ਉਹ ਪਰਸਨ, ਉਹ ਜਰੀਆ ਜਿਹਦੇ ਰਾਹੀਂ ਅਸੀਂ ਕੀ ਕਰ ਰਹੇ ਹਾਂ, ਸਿੱਖ ਰਹੇ ਹਾਂ, ਜਿਹੜਾ ਸਾਨੂੰ ਸਿਖਾ ਰਿਹਾ। ਤਾਂ ਇਹਨਾਂ ਤਿੰਨਾਂ ਦੀ ਗੱਲ ਕਿਹਨੇ ਕੀਤੀ ਹੈ, ਵਾਈਗੋਸਕੀ ਨੇ। ਉਸ ਤੋਂ ਬਾਅਦ ਉਹਨਾਂ ਨੇ ਇੱਕ ਸਾਨੂੰ ਜ਼ੋਨ ਹੋਰ ਦਿੱਤਾ ਹੈ, ZPD, ਜ਼ੋਨ ਆਫ ਪ੍ਰੋਕਸੀਮਲ ਡਿਸਟੈਂਸ ਤੋਂ ਉੱਪਰ ਇੱਕ ਹੋਰ ਜ਼ੋਨ ਹੈ ਜਿਹਨੂੰ ਉਹਨਾਂ ਨੇ ਕਾਹਦਾ ਨਾਮ ਦਿੱਤਾ ਹੈ, B ਦਾ। ਉਹ ਕਹਿੰਦੇ ਵੀ ਇਹ ਉਹ ਜ਼ੋਨ ਹੈ ਜਿੱਥੇ ਤੁਸੀਂ ਜਾ ਕੇ ਸਿੱਖ ਹੀ ਨਹੀਂ ਸਕਦੇ, ਤੁਹਾਡੀ ਰੇਂਜ ਹੈ ਜਿਹੜੀ ਸਿਰਫ ਇੱਥੇ ਤੱਕ ਹੀ ਹੈ, ਤੁਸੀਂ ਇੱਥੇ ਜਾ ਕੇ ਸਿੱਖ ਨਹੀਂ ਸਕਦੇ। ਕੋਈ ਦੁਨੀਆ ਦਾ ਜ਼ੋਰ ਲਾ ਲੇ, ਜਿਹੜਾ ਮਰਜ਼ੀ ਜ਼ੋਰ ਲਾ ਲੇ, ਕਿ ਜਿਹੜੀ ਚੀਜ਼ ਤੁਸੀਂ ਨਹੀਂ ਸਿੱਖ ਸਕਦੇ ਉਹ ਤੁਹਾਨੂੰ ਨਹੀਂ ਸਿਖਾ ਸਕਦਾ। ਤੇ ਇਹਦੇ 'ਚ ਇੱਕ ਐਗਜ਼ਾਮਪਲ ਦਿੰਦਾ ਮੈਂ, ਇੱਕ ਦੋਸਤ ਸੀਗਾ, ਉਹਨੇ ਆਈਲੈਟਸ ਕਰਨੀ ਸ਼ੁਰੂ ਕਰ ਲਈ, ਠੀਕ ਹੈ। ਆਈਲੈਟਸ ਕਰਨ ਗਿਆ, ਉਹਨੇ 1 ਮਹੀਨਾ ਲਾਇਆ, 2 ਮਹੀਨੇ, 3 ਮਹੀਨੇ। ਤਾਂ ਉਹਦੇ ਅੱਗੇ ਸਾਰੇ ਜਿਹੜਾ ਆਈਲੈਟਸ ਵਾਲਾ ਬੰਦਾ ਸੀਗਾ ਉਹ ਬੜਾ ਜ਼ਿਆਦਾ ਕਮਜ਼ੋਰ ਸੀ ਇੰਗਲਿਸ਼ 'ਚ ਨਜਾਇਜ਼ ਹੀ। ਤਾਂ ਪਹਿਲਾ ਮਹੀਨਾ ਸੀ, ਵਿੱਚ ਟੈਸਟ ਵੀ ਹੁੰਦੇ ਰਹਿੰਦੇ ਨੇ। ਜਸਟ ਉਹਨੂੰ ਪਹਿਲੇ ਮਹੀਨੇ ਦੇ ਵਿੱਚ ਕੀ ਕਰਾਇਆ ਗਿਆ ਕਿ ਇੰਟਰੋਡਕਸ਼ਨ ਦੇਣੀ ਹੈ। ਹੁਣ ਉਹਨੂੰ ਜਸਟ ਇੰਟਰੋਡਕਸ਼ਨ ਕਰਵਾਈ ਗਈ ਹੈ, ਤਾਂ ਇੰਟਰੋਡਕਸ਼ਨ ਦੇ ਵਿੱਚ ਉਹਨੇ ਪਹਿਲੇ ਮਹੀਨੇ ਦੇ ਵਿੱਚ ਇੰਟਰੋਡਕਸ਼ਨ ਉਹ ਤੋਂ ਕਵਰ ਨਹੀਂ ਹੋਈ। ਉਸ ਤੋਂ ਬਾਅਦ ਅਗਲੇ ਮਹੀਨੇ ਉਹਨੇ ਉਹਦਾ ਟਾਈਮ ਹੋਰ ਵਧਾਤਾ, ਬੰਦੇ ਉਹਦੇ ਉੱਪਰ ਹੋਰ ਲਾ ਦੇ, ਦੂਜਾ ਮਹੀਨਾ ਲੱਗ ਗਿਆ, ਫੇਰ ਨਹੀਂ ਸਿੱਖਿਆ। ਤੀਸਰਾ ਮਹੀਨਾ ਸ਼ੁਰੂ ਹੋ ਗਿਆ, ਤੀਸਰਾ ਮਹੀਨਾ ਸਟਾਰਟ ਹੁੰਦਾ, ਤਾਂ ਜਿਹੜਾ ਓਨਰ ਹੈ ਸੈਂਟਰ ਦਾ, ਉਹ ਆਪ ਨੂੰ ਸਿਖਾਉਣਾ ਸ਼ੁਰੂ ਕਰ ਲੈਂਦਾ। ਤਾਂ 3 ਮਹੀਨਿਆਂ ਬਾਅਦ ਵੀ ਕੀ ਹੁੰਦਾ ਕਿ ਉਹ ਇੰਗਲਿਸ਼ ਨਹੀਂ ਸਿੱਖ ਪਾਉਂਦਾ, ਉਹਨੂੰ ਆਪਣੀ ਇੰਟਰੋਡਕਸ਼ਨ ਵੀ ਨਹੀਂ ਦਿੱਤੀ ਜਾ ਰਹੀ ਆਫਟਰ 3 ਮੰਥਸ।
ਤਾਂ ਹੁਣ ਉੱਥੇ ਆ ਕੇ ਫਿਰ ਉਹ ਆਉਂਦਾ ਕਹਿੰਦਾ ਵੀ ਉਹ ਕਹਿੰਦਾ ਭਰਾਵਾ ਹੱਥ ਜੋੜ ਕੇ ਕਹਿ ਦਿੰਦਾ ਉਹਦੇ ਸਾਹਮਣੇ, ਉਹ ਕਹਿੰਦਾ ਕਿ ਜਾਂ ਤਾਂ ਕਹਿੰਦਾ ਤੂੰ ਹੀ ਹਟ ਜਾ ਤੇ ਜਾਂ ਫਿਰ ਮੈਂ ਸੈਂਟਰ ਬੰਦ ਕਰ ਦਿੰਦਾ। ਹੁਣ ਕੀ ਹੈ, ਯਾਨੀ ਕਿ ਉਹ ਕਿੱਥੇ ਜਾਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਉਹ ਜਾ ਹੀ ਨਹੀਂ ਸਕਦਾ, ਹਨਾ। ਤਾਂ ਇਸ ਚੀਜ਼ ਨੂੰ ਵਾਈਗੋਸਕੀ ਕਹਿੰਦਾ ਕਿ ਜਿੱਥੇ ਤੁਸੀਂ ਸਿੱਖ ਸਕਦੇ ਹੋ, ਕਿਸੇ ਵੀ ਚੀਜ਼ ਦੀ ਸਹਾਇਤਾ ਨਾਲ ਸਿੱਖ ਸਕਦੇ ਹੋ, ਉਹ ਤੁਹਾਡਾ ਕੀ ਹੈ, ਪ੍ਰੋਕਸੀਮਲ ਜ਼ੋਨ ਹੈ। ਪਰ ਜਿਹੜੀ ਚੀਜ਼ ਤੁਸੀਂ ਸਿੱਖ ਹੀ ਨਹੀਂ ਸਕਦੇ, ਹਨਾ। ਸਾਡੇ ਸਿੱਖਣ ਦੀ ਵੀ ਇੱਕ ਸੀਮਾ ਹੈ, ਹਰ ਬੰਦੇ ਦੀ ਕੋਗਨੀਟਿਵ ਐਬਿਲਿਟੀ ਅਲੱਗ ਹੈ, ਸਾਰੇ ਬੰਦਿਆਂ ਦੇ ਵਿੱਚ ਵਿਅਕਤੀਗਤ ਭਿੰਨਤਾਵਾਂ ਨੇ। ਤਾਂ ਹਰ ਬੰਦਾ ਐਲਬਰਟ ਆਇਨਸਟਾਈਨ ਨਹੀਂ ਹੋ ਸਕਦਾ, ਹਰ ਕੋਈ ਸਚਿਨ ਤੇਂਦੁਲਕਰ ਨਹੀਂ ਹੋ ਸਕਦਾ, ਹਰ ਇੱਕ ਸਿੱਖਣ ਦੀ ਕਪੈਸਿਟੀ ਹੈ ਜਿਹੜੀ ਅਲੱਗ-ਅਲੱਗ ਹੈ। ਤਾਂ ਇੱਕ ਉਹਨਾਂ ਨੇ ਜ਼ੋਨ ਬਣਦਾ ਕਿ ਇਹ ਉਹ ਜ਼ੋਨ ਹੈ ਜਿੱਥੇ ਤੱਕ ਬੰਦਾ ਜਾ ਹੀ ਨਹੀਂ ਸਕਦਾ, ਹਨਾ। ਸਾਡੀ ਹਰ ਇੱਕ ਦੀ ਕਪੈਸਿਟੀ ਹੈ। ਤਾਂ ਇਹ ਉਹਨਾਂ ਨੇ 3 ਚੀਜ਼ਾਂ ਇੱਥੇ ਦਿੱਤੀਆਂ ਨੇ। ਜ਼ੋਨ ਆਫ ਪ੍ਰੋਕਸੀਮਲ ਡਿਸਟੈਂਸ ਆ ਸਾਡੇ ਕੋਲੇ। ਪਹਿਲਾ ਸਰਕਲ ਉਹ ਹੈ ਜਿੱਥੇ ਤੁਹਾਨੂੰ ਕਾਸੇ ਦੀ ਲੋੜ ਨਹੀਂ, ਤੁਸੀਂ ਖੁਦ ਹੀ ਸਿੱਖ ਲਓਗੇ। ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਆਪਾਂ ਆਹ ਲੈਕਚਰਾਂ ਤੋਂ ਬਿਨਾਂ ਵੀ ਪਹਿਲਾਂ ਜਾਣਦੇ ਸੀਗੇ। ਹੁਣ ਕੁਛ ਕੀ ਹੋ ਗਿਆ, ਉਸ ਤੋਂ ਬਾਅਦ ਜ਼ੋਨ ਆਫ ਪ੍ਰੋਕਸੀਮਲ ਡਿਸਟੈਂਸ ਅਸੀਂ ਕੁਝ ਹੋਰ ਵੀ ਸਿੱਖ ਸਕਦੇ ਸੀ। ਅਸੀਂ ਆਪਣਾ ਦਾਇਰਾ ਛੱਡ ਕੇ ਤੋਂ ਬਾਹਰ ਨਿਕਲੇ, ਜਿਹੜੀਆਂ ਚੀਜ਼ਾਂ ਪਤਾ ਸੀ ਉਹ ਤੋਂ ਛੱਡ ਕੇ ਬਾਹਰ ਉਹ ਚੀਜ਼ਾਂ ਪਤਾ ਕਰਨ ਵਾਸਤੇ ਆਏ ਜਿਹੜੀਆਂ ਸਾਨੂੰ ਨਹੀਂ ਪਤਾ ਸੀ। ਹੁਣ ਅਸੀਂ ਉਹ ਕਾਹਦੇ ਰਾਹੀਂ ਪਤਾ ਕੀਤੀਆਂ, ਸਕੈਫੋਲਡ ਦੇ ਰਾਹੀਂ ਤੇ MQO ਦੇ ਰਾਹੀਂ। ਤਾਂ ਇਹ ਸਾਰੀਆਂ ਚੀਜ਼ਾਂ ਕਿਹਨੇ ਦਿੱਤੀਆਂ ਨੇ ਸਾਨੂੰ, ਵਾਈਗੋਸਕੀ ਨੇ ਇਹ ਸਰਕਲ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ ਇਹ 5 ਤਰੀਕੇ 5 ਮੈਥਡ ਸੁਜੈਸਟ ਕੀਤੇ ਨੇ ਪੜ੍ਹਾਉਣ ਦੇ। ਉਹ ਕੀ ਕਹਿੰਦੇ ਨੇ, ਕਿਸੇ ਨੂੰ ਜਾਂ ਲਰਨ ਕਰਾਉਂਦੇ, ਇੱਕ ਕਹਿੰਦੇ ਨੇ ਉਹ ਕੋਲੈਬੋਰੇਟਿਵ ਪ੍ਰੋਜੈਕਟ, ਕਿ ਅਸੀਂ ਇਕੱਠਿਆਂ ਬੰਦਿਆਂ ਨੂੰ ਕੋਈ ਨਾ ਕੋਈ ਟਾਸਕ ਦੇ ਸਕਦੇ ਹਾਂ। ਜਿਵੇਂ ਆਪਾਂ ਉਸ ਦਿਨ ਐਥਲੈਟਿਕ ਮੀਟ ਦੀ ਗੱਲ ਕੀਤੀ ਸੀ ਨਾ, ਕੋਲੈਬੋਰੇਟਿਵ ਪ੍ਰੋਜੈਕਟ ਦੇ ਦਿਓ, ਇਕੱਠਾ ਪ੍ਰੋਜੈਕਟ ਦੇ ਦਿਓ। ਕੋਆਪਰੇਟਿਵ ਲਰਨਿੰਗ ਹੋ ਸਕਦੀ ਹੈ, ਇੱਕ ਦੂਸਰੇ ਦੇ ਤਾਲਮੇਲ ਦੇ ਨਾਲ ਲਰਨਿੰਗ ਹੋ ਸਕਦੀ ਹੈ। ਰੈਸੀਪ੍ਰੋਕਲ ਲਰਨਿੰਗ, ਜ਼ਰੂਰੀ ਨਹੀਂ ਇਕੱਲਾ ਟੀਚਰ ਹੀ ਬੱਚੇ ਨੂੰ ਸਿਖਾਊਗਾ। ਜਿਹੜਾ ਕੋਈ ਟੀਚਰ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਉਹਨਾਂ ਦੇ ਅਸਰ ਪੈ ਰਿਹਾ ਹੈ, ਤਾਂ ਬੱਚੇ ਦੇ ਸਿੱਖਣ ਦਾ ਰੈਸੀਪ੍ਰੋਕਲ ਅਸਰ ਕਿਤੇ ਪੈਣਾ ਚਾਹੀਦਾ, ਟੀਚਰ ਤੇ ਹੀ ਪੈਣਾ ਚਾਹੀਦਾ। ਟੀਚਰ ਕੋਈ ਕੁਐਸਚਨ ਬੱਚੇ ਨੂੰ ਦਿੰਦਾ, ਬੱਚਾ ਉਹਨੂੰ ਦੁਬਾਰੇ ਵੀ ਕਾਊਂਟਰ ਕੁਐਸਚਨ ਨਹੀਂ ਕਰ ਸਕਦਾ ਨਾ। ਰੈਸੀਪ੍ਰੋਕਲ ਹੋਣਾ ਚਾਹੀਦਾ, ਯਾਨੀ ਕਿ ਜਿਹੜਾ ਟੀਚਿੰਗ ਮੈਥਡ ਹੈ ਤੁਹਾਡਾ। ਪੀਅਰ ਟਿਊਟਰਿੰਗ, ਇਹਦੇ 'ਚ ਕੀ ਹੈ ਕਿ ਇੱਕ ਕਲਾਸ ਦੇ ਵਿੱਚ ਮੰਨ ਲਓ ਬੱਚੇ ਬੈਠੇ ਨੇ, ਹੋ ਸਕਦਾ ਕੋਈ ਬੱਚਾ ਮੈਥ ਦੇ ਵਿੱਚ ਇੰਟੈਲੀਜੈਂਟ ਹੈ, ਕੋਈ ਇੰਗਲਿਸ਼ ਦੇ ਵਿੱਚ ਇੰਟੈਲੀਜੈਂਟ ਹੈ, ਕੋਈ ਹਿੰਦੀ ਦੇ ਵਿੱਚ ਹੈ, ਕੋਈ SST ਦੇ ਵਿੱਚ ਹੈ। ਤਾਂ ਇੱਥੇ ਕੀ ਕੀਤਾ ਜਾ ਸਕਦਾ ਹੈ, ਜੇ ਟੀਚਰ ਹੈ ਨਹੀਂ, ਪੀਅਰ ਦਾ ਮਤਲਬ ਕੀ ਹੈ, ਸਾਥੀ ਜਾਂ ਦੋਸਤ। ਤਾਂ ਜਿਹਨੂੰ ਇੰਗਲਿਸ਼ ਆਉਂਦੀ ਹੈ ਬਸ ਉਹ ਦੂਜਿਆਂ ਨੂੰ ਇੰਗਲਿਸ਼ ਸਿਖਾ ਦੂਗਾ, ਜਿਹੜੇ ਨੂੰ ਮੈਥ ਆਉਂਦਾ ਉਹ ਦੂਜਿਆਂ ਨੂੰ ਮੈਥ ਸਿਖਾ ਦੂਗਾ, ਜਿਹੜੇ ਨੂੰ ਹਿੰਦੀ ਆਉਂਦੀ ਹੈ ਉਹ ਦੂਸਰਿਆਂ ਨੂੰ ਹਿੰਦੀ ਸਿਖਾ ਦੂਗਾ, ਜਿਹਨੂੰ SST ਆਉਂਦੀ ਹੈ ਉਹ ਦੂਸਰਿਆਂ ਨੂੰ SST ਸਿਖਾ ਦੂਗਾ। ਇਹਨੂੰ ਅਸੀਂ ਕੀ ਕਹਿੰਦੇ ਆ, ਪੀਅਰ ਟਿਊਟਰਿੰਗ। ਲਾਸਟ ਸਾਡੇ ਕੋਲ ਹੈਗਾ ਅਸਿਸਟਿਵ ਕੀ ਹੁੰਦਾ ਕਿ ਜਦੋਂ ਬੱਚਾ ਹੈ ਜਿਹੜਾ ਉਹ ਆਪਣੀ ਮਿਹਨਤ ਕਰ ਰਿਹਾ ਪਰ ਉਹ ਸਿੱਖ ਨਹੀਂ ਪਾ ਰਿਹਾ, ਤਾਂ ਅਸੀਂ ਉਹਨੂੰ ਕੀ ਕਰ ਸਕਦੇ ਹਾਂ, ਅਸਿਸਟ ਕਰ ਸਕਦੇ ਹਾਂ, ਤਾਂ ਕਿ ਉਹ ਚੀਜ਼ਾਂ ਹੋਰ ਵਧੀਆ ਤਰੀਕੇ ਨਾਲ ਗ੍ਰਹਿਣ ਕਰ ਸਕੇ। ਤਾਂ ਇਹਦੇ 'ਚ ਜਿਹੜੀ ਇੰਪੋਰਟੈਂਟ ਚੀਜ਼ ਵੀ ਸਾਡੇ ਕੋਲ ਹੈਗੀ, ਇੱਕ ਤਾਂ 3 ਸਪੀਚਾਂ ਨੇ, 3 ਸਪੀਚਾਂ ਯਾਦ ਰੱਖਣੀਆਂ ਨੇ। ਉਸ ਤੋਂ ਬਾਅਦ ਸਾਡੇ ਕੋਲ ਕੀ ਹੈ, ਇਹ ਇਹਨਾਂ ਨੇ ਕੀ ਆਖਿਆ, ਲੈਂਗੁਏਜ ਕਿੱਥੋਂ ਆਉਂਦੀ ਹੈ, ਸੋਸ਼ਲ ਇੰਟਰੈਕਸ਼ਨ ਤੋਂ ਆਉਂਦੀ ਹੈ। ਅਗਲਾ ਇਹਨਾਂ ਨੇ ਕੀ ਆਖਿਆ ਕਿ ਲੈਂਗੁਏਜ ਤੇ ਥਾਟ ਮਰਜ ਕਿੱਥੇ ਹੁੰਦੇ ਨੇ, 3 ਸਾਲ ਦੀ ਉਮਰ 'ਚ। ਇਹਨਾਂ ਤਿੰਨਾਂ ਦੀ ਫੁੱਲ ਫਾਰਮ ਹੈਗੀ ZPD ਕੀ ਹੈ, ਜ਼ੋਨ ਆਫ ਪ੍ਰੋਕਸੀਮਲ ਡਿਸਟੈਂਸ ਹੈ। ਸਕੈਫੋਲਡਿੰਗ, ਕੋਈ ਵੀ ਇਹੋ ਜਿਹੀ ਡਿਵਾਈਸ ਜਿਹੜੀ ਸਾਨੂੰ ਸਿੱਖਣ ਦੇ ਵਿੱਚ ਸਹਾਇਤਾ ਕਰ ਰਹੀ ਹੈ। MKO ਕੀ ਹੈ, ਮੋਰ ਨੌਲੇਜੇਬਲ ਅਦਰ, ਉਹ ਬੰਦਾ ਜਿਹਨੂੰ ਸਾਡੇ ਤੋਂ ਵੱਧ ਜਾਣਕਾਰੀ ਹੋਊਗੀ ਉਹੀ ਸਾਨੂੰ ਸਿਖਾਊਗਾ। ਇਹ ਥਿਊਰੀ ਕਿਹਦੀ ਹੈ, ਵਾਈਗੋਸਕੀ ਦੀ ਥਿਊਰੀ ਹੈ, ਰਸ਼ੀਆ ਦੇ ਸੀਗੇ। ਇਹਨਾਂ ਨੇ ਸੋਸ਼ਲ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਹੈ। ਗੱਲ ਕੀਤੀ ਹੈ ਕਿ ਸੋਸ਼ਲ ਡਿਵੈਲਪਮੈਂਟ ਹੈ ਜਿਹੜੀ ਉਹ ਬੱਚੇ ਦੇ ਕੋਗਨੈਟਿਵ ਡਿਵੈਲਪਮੈਂਟ ਦੇ ਉੱਪਰ, ਕੋਗਨੀਸ਼ਨ ਦੇ ਉੱਪਰ ਕੀ ਪ੍ਰਭਾਵ ਪਾ ਰਹੀ ਹੈ, ਇਹਦੀ ਥਿਊਰੀ ਦਿੱਤੀ ਹੈ। ਉਮਰ ਆਪਾਂ ਨੇ ਪਹਿਲਾਂ ਹੀ ਗੱਲ ਕਰ ਲਈ ਕਿ ਇਹਨਾਂ ਦੀ ਬਹੁਤ ਥੋੜੀ ਸੀ, 36-37 ਸਾਲ ਇਹਨਾਂ ਦੀ ਏਜ ਹੈਗੀ ਸੀ, ਪਰ ਐਡੀ ਛੋਟੀ ਏਜ ਦੇ ਵਿੱਚ ਇਹਨਾਂ ਨੇ ਇਹ ਸਟੱਡੀ ਕਰਕੇ ਸਾਨੂੰ ਇਹ ਥਿਊਰੀ ਦਿੱਤੀ ਹੈ। ਹਾਂਜੀ, ਆਪਾਂ ਕਰ ਰਹੇ ਸੀ ਚਾਈਲਡ ਡਿਵੈਲਪਮੈਂਟ ਦੀਆਂ ਜਿਹੜੀਆਂ ਥਿਊਰੀਜ਼ ਨੇ, ਵੱਖੋ ਵੱਖਰੇ ਮਨੋਵਿਗਿਆਨਿਕਾਂ ਨੇ ਵੱਖੋ ਵੱਖਰੇ ਵਿਚਾਰ ਦਿੱਤੇ ਨੇ ਬੱਚੇ ਦੇ ਸਿੱਖਣ ਬਾਰੇ ਕਿ ਬੱਚਾ ਸਿੱਖਦਾ ਕਿਵੇਂ ਹੈ। ਤਾਂ ਆਪਾਂ ਪਹਿਲਾਂ ਹਾਲੇ ਤੱਕ ਪਿਆਜੇ ਪੜ੍ਹ ਲਿਆ ਸੀਗਾ, ਬਰੂਨਰ ਪੜ੍ਹ ਲਿਆ ਸੀਗਾ, ਤੇ ਉਸ ਤੋਂ ਬਾਅਦ ਕੋਲਰ ਪੜ੍ਹ ਲਿਆ ਸੀਗਾ ਆਪਾਂ ਨੇ, ਤੇ ਹੁਣ ਆਪਾਂ ਪੜ੍ਹਾਂਗੇ ਸਾਡਾ ਐਰਿਕ ਐਰਿਕਸਨ। ਹੁਣ ਅਸੀਂ ਪੜ੍ਹਾਂਗੇ ਐਰਿਕ ਐਰਿਕਸਨ। ਇਹਨਾਂ ਦੀ ਜਿਹੜੀ ਥਿਊਰੀ ਉਹਦਾ ਨਾਮ ਹੈਗਾ ਸਾਈਕੋ ਸੋਸ਼ਲ ਡਿਵੈਲਪਮੈਂਟ। ਇਹਨਾਂ ਨੇ ਜਿਹੜੀ ਥਿਊਰੀ ਦਿੱਤੀ ਉਹ ਦਿੱਤੀ ਹੈ ਸਾਈਕੋ ਸੋਸ਼ਲ ਡਿਵੈਲਪਮੈਂਟ। ਹੈਗੇ ਕਿੱਥੋਂ ਦੇ ਨੇ ਇਹ, ਜਰਮਨ ਅਮਰੀਕਨ ਸਾਈਕੋਲੋਜਿਸਟ ਨੇ। ਤਾਂ ਇਹਨਾਂ ਦੀ ਜਿਹੜੀ ਥਿਊਰੀ ਹੈ, ਇਹਨਾਂ ਦੀ ਥਿਊਰੀ ਦੇ ਵਿੱਚੋਂ ਬੇਸਿਕਲੀ ਇੱਕ ਟਰਮ ਬਹੁਤ ਜ਼ਿਆਦਾ ਮਸ਼ਹੂਰ ਹੈ। ਇਹਨਾਂ ਨੇ ਇੱਕ ਟਰਮ ਦਿੱਤੀ ਸੀ ਆਇਡੈਂਟੀਟੀ ਕ੍ਰਾਈਸਿਸ। ਇਹਨਾਂ ਨੇ ਦਿੱਤਾ ਸੀਗਾ ਕਿ ਜਦੋਂ ਬੱਚਾ ਐਡੋਲਸੈਂਸ ਦੇ ਵਿੱਚ ਐਂਟਰ ਕਰਦਾ ਹੈ, ਜਦੋਂ ਬੱਚਾ ਜਿਹੜਾ ਉਹ ਆਪਣਾ ਲੇਟਰ ਚਾਈਲਡਹੁੱਡ ਨੂੰ ਛੱਡਦਾ, 12 ਸਾਲ ਦੀ ਉਮਰ ਨੂੰ ਛੱਡਦਾ, ਤਾਂ ਫਿਰ ਉਹ ਇੱਕ ਕਨਫਿਊਜ਼ਨ ਦੇ ਵਿੱਚ ਪੈ ਜਾਂਦਾ, ਇੱਕ ਕੌਨਫਲਿਕਟ ਦੇ ਵਿੱਚ ਪੈ ਜਾਂਦਾ, ਇੱਕ ਕ੍ਰਾਈਸਿਸ ਦੇ ਵਿੱਚ ਵੀ ਪੈ ਜਾਂਦਾ ਕਿ ਹੁਣ ਉਹ ਕਰੇ ਕੀ।
ਉਹਦੇ ਕਰਨ ਲਈ ਹੈਗਾ ਕੀ ਹੈ, ਉਹਦਾ ਅਸਲੀ ਰੋਲ ਕੀ ਹੈ, ਸਮਾਜ ਦੇ ਵਿੱਚ ਉਹਨੂੰ ਕੀ ਕੰਮ ਕਰਨਾ ਚਾਹੀਦਾ ਹੈ, ਤਾਂ ਉਹ ਆਪਣੀ ਆਇਡੈਂਟੀਟੀ ਲੱਭਣ ਦੇ ਚੱਕਰ 'ਚ ਪੈ ਜਾਂਦਾ। ਤਾਂ ਇਸੇ ਨੂੰ ਉਹਨੇ ਕੀ ਨਾਮ ਦਿੱਤਾ, ਆਇਡੈਂਟੀਟੀ ਕ੍ਰਾਈਸਿਸ। ਤਾਂ ਇਹ ਟਰਮ ਪੁੱਛ ਲਈ ਜਾਂਦੀ ਹੈ ਕਿ ਆਇਡੈਂਟੀਟੀ ਕ੍ਰਾਈਸਿਸ ਟਰਮ ਹੈ ਜਿਹੜੀ ਕਿਹਨੇ ਦਿੱਤੀ ਹੈ, ਉਹ ਦਿੱਤੀ ਹੈ ਐਰਿਕਸਨ ਨੇ। ਦੂਸਰਾ ਇਹਦਾ ਪੁੱਛ ਲਿਆ ਜਾਂਦਾ ਕਿ ਇਹਦੇ ਸਟੇਜਸ ਕਿੰਨੀਆਂ ਦਿੱਤੀਆਂ ਨੇ, ਟੋਟਲ ਸਟੇਜਸ ਇਹਨਾਂ ਨੇ ਦਿੱਤੀਆਂ ਨੇਗੀਆਂ 8। ਤਾਂ ਇਹਨਾਂ ਨੇ ਸਟੇਜਸ ਦੇ ਵਿੱਚ ਕੀ ਹੈ, ਬੇਸਿਕਲੀ ਸਾਈਕੋਲੋਜੀਕਲ ਕ੍ਰਾਈਸਿਸ ਦਿੱਤੇ ਨੇ ਵੱਖੋ ਵੱਖਰੀ ਏਜ ਦੇ ਵਿੱਚ। ਤਾਂ ਕਿਹੜੀ ਏਜ ਦੇ ਵਿੱਚ ਤੁਹਾਡੇ ਨਾਲ ਕਿਹੜੀ ਦੁਵਿਧਾ ਪੈਦਾ ਹੋ ਸਕਦੀ ਹੈ ਨਾ, ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਦਿੱਤੀਆਂ ਨੇ। ਤੇ 8 ਸਟੇਜਾਂ ਨੇ, ਹਰ ਇੱਕ ਸਟੇਜ ਦੇ ਵਿੱਚ 2 ਕ੍ਰਾਈਸਿਸ ਦਿੱਤੇ ਨੇ ਜਿਹੜੇ ਹੋ ਸਕਦੇ ਨੇ, 2 ਦੁਵਿਧਾਵਾਂ ਦਿੱਤੀਆਂ ਨੇ। ਤੇ ਟੋਟਲ ਕਿੰਨੀਆਂ ਹੋ ਗਈਆਂ, 16 ਹੋ ਗਈਆਂ। 8 ਇੱਧਰਲੀਆਂ ਹੋ ਗਈਆਂ, 8 ਇੱਧਰਲੀਆਂ, ਟੋਟਲ ਸਾਡੇ ਕੋਲੇ 16 ਨੇ। ਇਹਨਾਂ ਦੇ ਵਿੱਚੋਂ ਜਿਹੜੀ ਮੋਸਟ ਇੰਪੋਰਟੈਂਟ ਆਪਾਂ ਗੱਲ ਕਰੀਏ ਤੇ ਉਹ ਕਿਹੜੀ ਹੈ, ਸਾਡੇ ਐਡੋਲਸੈਂਸ। ਇਹ ਜ਼ਿਆਦਾ ਮੋਸਟ ਇੰਪੋਰਟੈਂਟ ਹੈ, ਜਿਹਦੇ ਬਾਰੇ ਕੁਐਸਚਨ ਜਿਹੜਾ ਉਹ ਪੁੱਛ ਲਿਆ ਜਾਂਦਾ। ਪਹਿਲੀ ਜਿਹੜੀ ਇਹਨਾਂ ਨੇ ਏਜ ਦੀ ਡਿਵਾਈਡੇਸ਼ਨ ਕੀਤੀ ਹੈ ਉਹ ਹੈਗੀ ਹੈ, ਜਿਵੇਂ ਅਸੀਂ ਇਨਫੈਂਸੀ ਪੀਰੀਅਡ ਪੜ੍ਹ ਕੇ ਹਟੇ ਹਾਂ, 0 ਤੋਂ ਇਹਨਾਂ ਨੇ ਕਿੰਨਾ ਦਿੱਤਾ ਹੈ, 18 ਮੰਥ। ਇਹਦੇ 'ਚ ਕੀ ਕਹਿੰਦੇ ਨੇ ਉਹ ਕਿ ਬੱਚੇ 'ਚ ਕੀ ਡਿਵੈਲਪ ਹੁੰਦਾ, ਟਰਸਟ ਤੇ ਮਿਸਟਰਸਟ। ਤੁਸੀਂ ਬੱਚੇ ਨੂੰ ਕਿਹੜੇ ਤਰੀਕੇ ਨਾਲ ਸੰਭਾਲ ਰਹੇ ਹੋ, ਤਾਂ ਬੱਚਾ ਜਿਹੜਾ ਤੁਹਾਡੇ ਨਾਲ ਕਿੰਨਾ ਕੁ ਲਗਾਅ ਕਰ ਰਿਹਾ ਹੈ, ਕਿਹੜੀ ਚੀਜ਼ ਤੇ ਉਹ ਟਰਸਟ ਕਰਦਾ ਤੇ ਕਿਹੜੀ ਚੀਜ਼ ਤੇ ਮਿਸਟਰਸਟ ਕਰਦਾ ਹੈ। ਆਪਾਂ ਸਿੰਪਲ ਐਗਜ਼ਾਮਪਲ ਲੈਂਦੇ ਹਾਂ ਕਿ ਜਦੋਂ ਤੁਸੀਂ ਬੱਚੇ ਨੂੰ ਹਵਾ ਦੇ ਵਿੱਚ ਉਛਾਲਦੇ ਆ ਤਾਂ ਬੱਚਾ ਖੁਸ਼ ਹੁੰਦਾ ਬਜਾਏ ਰੋਣ ਦੇ, ਹੈ ਨਾ, ਜਦੋਂ ਅਸੀਂ ਹਵਾ 'ਚ ਉਛਾਲਦੇ ਆ। ਕਿਉਂ? ਕਿਉਂਕਿ ਉਹਨੂੰ ਕੀ ਹੈ, ਟਰਸਟ ਹੈ ਕਿ ਜਦੋਂ ਮੈਂ ਨੀਚੇ ਆਊਂਗਾ ਮੈਨੂੰ ਪਕੜ ਲਿਆ ਜਾਊਗਾ, ਹੈ ਨਾ। ਤਾਂ ਉਹਦੇ 'ਚ ਕੀ ਪੈਦਾ ਹੁੰਦਾ ਹੈ, ਟਰਸਟ ਤੇ ਮਿਸਟਰਸਟ ਇਸ ਏਜ ਦੇ ਵਿੱਚ। ਜਦ ਕਿ ਕਾਹਦੀ ਏਜ ਹੈ ਇਹ, ਹੋਪ ਦੀ, ਉਮੀਦ ਲੈ ਕੇ ਬੱਚਾ ਜਿਹੜਾ ਉਹ ਵੱਡਾ ਹੁੰਦਾ। ਤੇ ਇਹਦੇ ਵਿੱਚ ਬੱਚਾ ਬੇਸਿਕਲੀ ਟਾਸਕ ਕੰਮ ਕੀ ਕਰਦਾ ਹੈ, ਇਕੱਲਾ ਹਾਲੇ ਤੱਕ ਉਹ ਖਾਣ ਪੀਣ ਦਾ ਹੀ ਪਤਾ ਨਹੀਂ, ਬੱਚਾ ਜ਼ਿਆਦਾ ਇਹਦੇ 'ਚ ਖਾਂਦਾ ਪੀਂਦਾ ਹੀ ਆ। ਨੈਕਸਟ ਸਾਡੇ ਕੋਲ ਆਉਂਦੀ ਹੈ 1.5 ਤੋਂ ਲੈ ਕੇ 3 ਸਾਲ ਤੱਕ ਦੀ ਉਮਰ। ਇਹਦੇ 'ਚ ਬੱਚਾ ਜਿਹੜਾ 2 ਚੀਜ਼ਾਂ ਗ੍ਰਹਿਣ ਕਰਦਾ ਹੈ, ਜਾਂ ਤਾਂ ਆਟੋਨੋਮੀ ਤੇ ਜਾਂ ਫਿਰ ਸ਼ੇਮ। ਆਟੋਨੋਮੀ ਦਾ ਮਤਲਬ ਕੀ ਹੈ ਕਿ ਜਦੋਂ ਬੱਚਾ ਇੱਥੇ ਦੇਖੋ 1.5 ਸਾਲ ਕ੍ਰੋਸ ਕਰ ਗਿਆ ਤਾਂ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਵਾਸ਼ਰੂਮ ਹੈ ਜਿਹੜਾ ਵਿੱਚ ਕਰਨਾ ਹੈ ਜਾਂ ਬਾਹਰ ਜਾ ਕੇ ਕਰਨਾ ਹੈ, ਟਾਇਲਟ ਵਿੱਚ ਕਰਨੀ ਹੈ ਕਿ ਬਾਹਰ ਜਾ ਕੇ ਕਰਨੀ ਹੈ। ਹੁਣ ਜੇਕਰ ਉਹ ਵਿੱਚ ਕਰਦਾ ਤਾਂ ਬੱਚਾ ਉਹਦੇ ਸ਼ੇਮ ਹੈ ਜਿਹੜੀ ਸ਼ੇਮ ਮਹਿਸੂਸ ਕਰਦਾ, ਸ਼ਰਮ ਮਹਿਸੂਸ ਕਰਦਾ, ਹੈ ਨਾ। ਤਾਂ ਇੱਥੇ ਬੱਚਾ ਜਿਹੜਾ ਉਹ ਆਟੋਨੋਮੀ ਲਿਆਉਣ ਦੀ ਕੋਸ਼ਿਸ਼ ਕਰਦਾ, ਉਹਦੇ ਉੱਪਰ ਆਪਦੇ ਉੱਪਰ ਕੰਟਰੋਲ ਪਾਉਣ ਦੀ ਕੋਸ਼ਿਸ਼ ਕਰਦਾ। ਇਹ ਉਹਦੀ ਕੀ ਆ, ਬਿੱਲ ਹੈ, ਇੱਛਾ। ਇਹਨੂੰ ਅਸੀਂ ਟਾਸਕ ਕੀ ਕਹਿ ਸਕਦੇ ਹਾਂ ਕਿ ਟਾਇਲਟ ਟ੍ਰੇਨਿੰਗ ਕਰਨੀ ਸ਼ੁਰੂ ਕਰ ਦਿੰਦਾ ਬੱਚਾ। ਉਹਦਾ ਜ਼ਿਆਦਾ ਫੋਕਸ ਕਿੱਥੇ ਰੱਖਦਾ ਕਿ ਮੈਂ ਆਪਣਾ ਯੂਰੀਨੇਸ਼ਨ ਹੈ ਤੇ ਜਾਂ ਫਿਰ ਟਾਇਲਟ ਹੈ ਉਹ ਕਿਸੇ ਸਾਹਮਣੇ ਨਾ ਕਰਾਂ, ਜਿਹੜੀ ਥਾਂ ਉਹਦੇ ਕਰਨ ਲਈ ਬਣੀ ਹੋਈ ਹੈ ਉੱਥੇ ਜਾ ਕੇ ਕਰਕੇ ਮੈਨੂੰ ਟਾਇਲਟ ਟ੍ਰੇਨਿੰਗ ਬੋਲਦੇ ਆ। 3 ਤੋਂ 5 ਸਾਲ ਦੇ ਵਿੱਚ ਬੱਚਾ ਕੀ ਹੈ, ਇਨੀਸ਼ੀਏਟਿਵ ਲੈਂਦਾ ਤੇ ਜਾਂ ਫਿਰ ਗਿਲਟ ਮਹਿਸੂਸ ਕਰਦਾ। ਜਾਣੀ ਕਿ ਜਿਹੜਾ ਵੀ ਉਹਨੂੰ ਟਾਸਕ ਮਿਲਦਾ ਕੋਈ ਜਾਂ ਤਾਂ ਉਹ ਤੇ ਕੰਮ ਕਰਦਾ, ਜੇ ਉਹ ਕੰਮ ਨਹੀਂ ਹੁੰਦਾ ਤਾਂ ਬੱਚਾ ਕੀ ਆਪਣੇ ਆਪ 'ਚ ਸ਼ਰਮ ਮਹਿਸੂਸ ਕਰਦਾ ਕਿ ਇਹ ਕੰਮ ਮੈਥੋਂ ਹੋਇਆ ਨਹੀਂ। ਤਾਂ ਇਹ ਕੀ ਹੈ, ਬੱਚੇ ਨੂੰ ਕੋਈ ਪਰਪਸ ਦਿੱਤਾ ਜਾਂਦਾ। ਬੇਸਿਕਲੀ ਇਹ ਏਜ ਕਿਹੜੀ ਹੈ ਜਿਹਦੇ ਵਿੱਚ ਬੱਚਾ ਖੇਡਣਾ ਸ਼ੁਰੂ ਕਰ ਦਿੰਦਾ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ 5 ਤੋਂ 12 ਸਾਲ ਦੀ ਉਮਰ। ਇਹਨੂੰ ਬੋਲਦੇ ਨੇ ਇੰਡਸਟਰੀ ਦੇ ਜਾਂ ਫਿਰ ਇਨਫੀਰੀਅਰਿਟੀ ਦੀ ਏਜ। ਇੰਡਸਟਰੀ ਦਾ ਇੱਥੇ ਜਿਹੜਾ ਮੀਨਿੰਗ ਲਿਆ ਗਿਆ ਤੇ ਉਹ ਲਿਆ ਗਿਆ ਮਿਹਨਤ ਤੋਂ। ਇੰਡਸਟਰੀ ਦਾ ਮਤਲਬ ਇੱਥੇ ਲਿਆ ਗਿਆ ਮਿਹਨਤ ਤੋਂ ਲਿਆ ਗਿਆ। ਇਨਫੀਰੀਅਰਿਟੀ ਕਿ ਜੇ ਤਾਂ ਮਿਹਨਤ ਕਰੂਗਾ ਉਹ ਅੱਗੇ ਵਧੂਗਾ, ਜੇ ਮਿਹਨਤ ਨਹੀਂ ਕਰੂਗਾ ਤਾਂ ਉਹਦੇ ਵਿੱਚ ਕਾਹਦੀ ਭਾਵਨਾ ਆਊਗੀ, ਇਨਫੀਰੀਅਰਿਟੀ ਪੈਦਾ ਹੋਊਗੀ। ਆਪਣੇ ਆਪ ਨੂੰ ਉਹ ਕੀ ਹੈ, ਦੂਜਿਆਂ ਸਾਹਮਣੇ ਕਮਜ਼ੋਰ ਸਮਝਣਾ ਸ਼ੁਰੂ ਕਰ ਦੂਗਾ। ਤਾਂ ਹੁਣ ਇਹ ਸੰਬੰਧ ਕਾਹਦੇ ਨਾਲ, ਉਹਦੀ ਯੋਗਤਾ ਦੇ ਨਾਲ ਜੁੜੇ ਹੋਏ ਹੈ। ਇਹ ਕਿ ਜੇ ਮਿਹਨਤ ਕਰੂਗਾ ਤਾਂ ਉਹ ਯੋਗ ਬਣ ਜੂ ਤੇ ਜਾਂ ਫਿਰ ਜੇ ਮਿਹਨਤ ਨਹੀਂ ਕਰੂਗਾ ਉਹ ਅਯੋਗ ਬਣ ਜੂਗਾ। ਇਹ ਏਜ ਕਿਹੜੀ ਹੈ ਬੱਚੇ ਦੀ, ਸਕੂਲ ਦੇ ਵਿੱਚ ਪੜ੍ਹਨ ਦੀ ਤੇ ਜਾਂ ਫਿਰ ਸਕੂਲ ਦੇ ਵਿੱਚ ਖੇਡਣ ਦੀ। ਅਗਲੀ ਸਾਡੀ ਜਿਹੜੀ ਇੰਪੋਰਟੈਂਟ ਏਜ ਆ ਉਹ ਹੈਗੀ ਆ 12 ਤੋਂ 18 ਸਾਲ। ਇਹਦੇ ਵਿੱਚ ਕੀ ਹੈ, ਹੁਣ ਬੱਚਾ ਹੈ ਜਿਹੜਾ ਉਹ ਇੱਥੇ ਆ ਕੇ ਅਸਲ ਦੇ ਵਿੱਚ ਕ੍ਰਾਈਸਿਸ ਦੇ ਵਿੱਚ ਫਸਦਾ ਕਿ ਉਹਦੀ ਅਸਲ ਆਈਡੈਂਟੀਟੀ ਕੀ ਹੈ ਨਾ, ਉਸ ਦਾ ਰੋਲ ਕੀ ਹੈ। ਰੋਲ ਕਨਫਿਊਜ਼ਨ ਅਸਲ ਦੇ ਵਿੱਚ ਇੱਥੇ ਉਹ ਸਮਾਜ ਦੇ ਵਿੱਚ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸਲ ਦੇ ਵਿੱਚ ਮੈਂ ਕੀ ਕਰਨਾ ਚਾਹੁੰਦਾ। ਅਸੀਂ ਬੱਚਿਆਂ ਨੂੰ ਕਿਸੇ ਨੂੰ ਇਸ ਏਜ ਦੇ ਨੂੰ ਪੁੱਛਦੇ ਕਿ ਤੁਹਾਡਾ ਏਮ ਕੀ ਹੈ, ਤਾਂ 99% ਬੱਚੇ ਨੂੰ ਦੱਸ ਨਹੀਂ ਸਕਦੇ ਕਿ ਏਮ ਕੀ ਹੈ। ਯਾਨੀ ਕਿ ਹਾਲੇ ਤੱਕ ਉਹਨਾਂ ਨੂੰ ਕੀ ਹੈ, ਆਇਡੈਂਟੀਟੀ ਕ੍ਰਾਈਸਿਸ ਹੈ, ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਨੇ ਹਾਲੇ ਕੀ ਬਣਨਾ। ਫਾਈਨੈਲਿਟੀ ਆਉਂਦੀ ਹੈ ਉਹਨਾਂ 'ਚ, ਉਹੀ ਆਇਡੈਂਟੀਟੀ ਜਾਂ ਸੋਸ਼ਲ ਰਿਲੇਸ਼ਨਸ਼ਿਪ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਅਗਲੀ ਸਾਲ ਸਾਡੀ ਮੈਰਿਜ ਦੀ ਆ ਜਾਂਦੀ ਹੈ ਜਿਸ 'ਚ ਅਸੀਂ ਇੰਟੀਮੇਸੀ ਕਰਦੇ ਹਾਂ, ਪਿਆਰ ਕਰਦੇ ਹਾਂ, ਆਪਣੇ ਰਿਲੇਸ਼ਨਸ਼ਿਪ ਵਧਾਉਣੇ ਆ। 40 ਤੋਂ 65 ਸਾਲ ਇਹਦੇ 'ਚ ਵੀ ਕੀ ਅਸੀਂ ਆਪਣੇ ਮਾਤਾ ਪਿਤਾ ਬਣ ਕੇ ਬੱਚਿਆਂ ਦੀ ਦੇਖਭਾਲ ਕਰਦੇ ਹਾਂ। 65+ ਸਾਲ ਹੈ ਜਦੋਂ ਅਸੀਂ ਬਹੁਤ ਜ਼ਿਆਦਾ ਸਿਆਣੇ ਹੋ ਜਾਂਦੇ ਹਾਂ, ਸਾਰੇ ਦੂਜੇ ਬੱਚਿਆਂ ਨੂੰ ਵੀ ਆਪਣੇ ਬੱਚਿਆਂ ਵਰਗਾ ਸਮਝ ਕੇ ਉਹਨਾਂ ਵਿੱਚ ਦੂਸਰਾ ਵਰਤਾਅ ਕਰਨਾ ਸ਼ੁਰੂ ਕਰ ਦਿੰਦੇ ਹਾਂ, ਸਾਰਿਆਂ ਨਾਲ ਪਿਆਰ ਦੀ ਭਾਵਨਾ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਪਰ ਸਾਡਾ ਜਿਹੜਾ ਮਕਸਦ ਹੈ, ਕਿਉਂਕਿ ਅਸੀਂ ਚਾਈਲਡ ਡਿਵੈਲਪਮੈਂਟ ਪੜ੍ਹਦੀ ਹਾਂ ਤਾਂ ਉੱਪਰਲੀਆਂ ਸਟੇਜਾਂ ਦੇ ਨਾਲ ਜਾਂ ਨੀਚੇ ਵਾਲੀਆਂ ਸਟੇਜਾਂ ਦੇ ਵਿੱਚੋਂ ਕੁਐਸਚਨ ਨਹੀਂ ਪੁੱਛਿਆ ਜਾਊਗਾ। ਅਸੀਂ ਫੋਕਸ ਕਰਦੇ ਕਰਾਂਗੇ, ਇੱਕ ਤਾਂ ਇਹਦੀ 8 ਸਟੇਜਾਂ ਨੇ। 8 ਸਟੇਜਾਂ ਦੇ ਵਿੱਚ ਕ੍ਰਾਈਸਿਸ ਕਿੰਨੇ ਨੇ ਸਾਡੇ ਕੋਲ, 16 ਨੇ। ਤੇ ਜਿਹੜੀ ਐਡੋਲਸੈਂਸ ਹੈ ਇਹਦੇ ਵਿੱਚ ਉਹ ਬੇਸਿਕਲੀ ਕਾਹਦੇ ਨਾਲ ਰਿਲੇਟਡ ਹੈ, ਆਇਡੈਂਟੀਟੀ ਕ੍ਰਾਈਸਿਸ ਦੇ ਨਾਲ। ਆਇਡੈਂਟੀਟੀ ਕ੍ਰਾਈਸਿਸ ਟਰਮ ਕਿਹਨੇ ਕੁਆਇਨ ਕੀਤੀ ਹੈ, ਐਰਿਕਸਨ। ਬਸ ਇਹਦੇ 'ਚੋਂ ਇੱਕ ਚੀਜ਼ ਪੁੱਛੀ ਜਾ ਸਕਦੀ ਹੈ।
ਅਗਲੀ ਸਾਡੀ ਜਿਹੜੀ ਥਿਊਰੀ ਹੈਗੀ ਹੈ, ਇਹਦੇ ਚੋਂ ਵੀ ਕੁਐਸਚਨ ਵੈਸੇ ਬਹੁਤ ਘੱਟ ਪੁੱਛੇ ਜਾਂਦੇ ਨੇ, ਪਰ ਜਿਹੜਾ ਇਹ ਬੰਦਾ ਬਹੁਤ ਇੰਪੋਰਟੈਂਟ ਹੈ। ਇਹ ਬੰਦਾ ਹੈਗਾ ਸਿਗਮੰਡ ਫਰੂਇਡ। ਇਹ ਹੈਗਾ ਸੀਗਾ ਆਸਟਰੀਆ ਦਾ, ਬੇਸਿਕਲੀ ਇਹ ਨਿਊਰੋਲੋਜਿਸਟ ਸੀਗਾ। ਇਹ ਬੰਦੇ ਨੇ ਜਿਹੜੀਆਂ ਥਿਊਰੀਆਂ ਡਿਵੈਲਪ ਕੀਤੀਆਂ ਨੇ, ਬਹੁਤ ਜ਼ਿਆਦਾ ਤਕੜੀਆਂ ਥਿਊਰੀਆਂ ਡਿਵੈਲਪ ਕੀਤੀਆਂ ਨੇ, ਤੇ ਇਹ ਉਹ ਬੰਦਾ ਹੈ ਜਿਹੜੇ ਨੇ ਬਹੁਤ ਘੱਟ ਸੈਂਪਲ ਲੈ ਕੇ ਇਹੋ ਜਿਹੀਆਂ ਥਿਊਰੀਆਂ ਦੇਤੀਆਂ ਜਿਹੜੀਆਂ ਹਜੇ ਤੱਕ ਮਾਨਤ ਨੇ, ਜਿਹੜੀਆਂ ਹਲੇ ਤੱਕ ਮੰਨੀਆਂ ਜਾਂਦੀਆਂ ਨੇ। ਤਾਂ ਇਸ ਬੰਦੇ ਨੂੰ ਫਾਦਰ ਆਫ ਸਾਈਕੋ ਐਨਾਲਾਈਸਿਸ ਬੋਲਿਆ ਜਾਂਦਾ, ਸਾਈਕੋ ਐਨਾਲਾਈਸਿਸ ਦਾ ਫਾਦਰ ਹੈ। ਇਸ ਬੰਦੇ ਨੇ ਜਿਹੜੀ ਕਿਤਾਬ ਲਿਖੀ ਬੇਸਿਕਲੀ ਸਾਈਕੋ ਐਨਾਲਿਸਿਸ, ਉਹਦੇ 'ਚ ਇਹਨੇ ਦਿੱਤਾ ਹੈ ਕਿ ਡ੍ਰੀਮਸ ਨੂੰ ਇੰਟਰਪ੍ਰੀਟ ਕੀਤਾ ਹੈ ਕਿ ਸਾਨੂੰ ਡ੍ਰੀਮਸ ਕਿਉਂ ਆਉਂਦੇ ਨੇ। ਇਹਨੇ ਅਨਕੌਂਸ਼ੀਅਸ ਟਰਮ ਦਿੱਤੀ ਹੈ ਕਿ ਸਾਡਾ ਜਿਹੜਾ ਬ੍ਰੇਨ ਦਾ ਜ਼ਿਆਦਾਤਰ ਭਾਗ ਹੈ ਉਹ ਕੀ ਹੈ, ਅਚੇਤਨ ਹੈ। ਅਸੀਂ ਚੇਤਨ ਭਾਗ ਤਾਂ ਸਾਡੇ ਦਿਮਾਗ ਦਾ ਬਹੁਤ ਜ਼ਿਆਦਾ ਥੋੜਾ ਜਿਹਾ, ਜ਼ਿਆਦਾਤਰ ਭਾਗ ਹੈ ਜਿਹੜਾ ਸਾਡਾ ਉਹ ਕਿਹੜਾ ਬ੍ਰੇਨ ਦਾ ਅਚੇਤਨ ਅਨਕੌਂਸ਼ੀਅਸ ਟਰਮ ਹੈ ਜਿਹੜੀ ਉਹ ਵੀ ਕਿਹਨੇ ਦਿੱਤੀ ਸੀ, ਸਿਗਮੰਡ ਫਰੂਇਡ ਨੇ। ਤਾਂ ਇੱਕ ਨਿਊਰੋਲੋਜਿਸਟ ਸੀਗਾ, ਬਹੁਤ ਜ਼ਿਆਦਾ ਇਹਦੀਆਂ ਜਿਹੜੀਆਂ ਥਿਊਰੀਆਂ ਨੇ, ਇਸ ਬੰਦੇ ਨੇ ਕੈਥਾਰਸਿਸ ਜਿਹੜੀ ਐਰਿਸਟੋਟਲ ਨੇ ਪਹਿਲਾਂ ਥਿਊਰੀ ਦਿੱਤੀ ਸੀ ਉਹਦੇ ਉੱਪਰ ਕੰਮ ਕੀਤਾ ਕਿ ਤੁਸੀਂ ਆਪਣੇ ਜਿਹੜੇ ਤੁਹਾਡੇ ਮਨ ਦੇ ਅੰਦਰ ਕੋਈ ਚੀਜ਼ ਛੁਪਾ ਲੈਂਦੇ ਹੋ, ਕੋਈ ਚੀਜ਼ ਵਿਚਾਰ ਨੂੰ ਅੰਦਰ ਦੱਬ ਲੈਂਦੇ ਹੋ, ਤਾਂ ਉਹ ਬਹੁਤ ਜ਼ਿਆਦਾ ਖਤਰਨਾਕ ਤਰੀਕੇ ਨਾਲ ਬਾਹਰ ਆਉਂਦਾ। ਤਾਂ ਜਿਹੜੇ ਸਟ੍ਰੈਸ ਦਾ ਕਾਰਨ ਕੀ ਹੈ, ਟੈਨਸ਼ਨ ਦਾ ਕਾਰਨ ਕੀ ਹੈ, ਉਹਨੂੰ ਕਿਵੇਂ ਠੀਕ ਕਰਨਾ, ਉਹ ਸਾਰਾ ਕੁਝ ਇਸ ਬੰਦੇ ਨੇ ਦਿੱਤਾ ਸੀ। ਤਾਂ ਉਹਦੇ ਨਾਲ ਇਹਨੇ ਬੰਦੇ ਨੇ ਜਿਹੜੀਆਂ ਸਟੇਜਸ ਸੀ, ਕਿਉਂਕਿ ਇਹ ਬੰਦਾ ਸੀਗਾ ਜਿਹੜਾ ਇਹ ਜ਼ਿਆਦਾ ਗੱਲ ਕਰਦਾ ਸੀਗਾ ਲਿਬਡੋ એનર્ਜੀ ਦੀ, ਇਹ ਜ਼ਿਆਦਾਤਰ ਲਿਬਡੋ એનર્ਜੀ ਦੀ ਗੱਲ ਕਰਦਾ ਸੀ। ਲਿਬਡੋ ਕੀ ਹੈ, ਇੱਕ ਤਰ੍ਹਾਂ ਦੀ ਸੈਕਸ਼ੂਅਲ એનર્ਜੀ। ਹੁਣ ਸੈਕਸ਼ੂਅਲ ਇਹ ਜਿਹੜੀ ਵੀ ਚੀਜ਼ ਨੂੰ ਦੇਖ ਰਿਹਾ ਇੱਕ ਐਜ ਏ ਸੈਕਸ਼ੂਅਲ એનર્ਜੀ ਦੇ ਰੂਪ ਦੇਖ ਰਿਹਾ ਹਰ ਇੱਕ ਚੀਜ਼ ਨੂੰ। ਇਹਦੀ ਆਲੋਚਨਾ ਜ਼ਿਆਦਾ ਕਿਉਂ ਹੋਈ, ਸਾਡੇ ਇੱਧਰਲੇ ਸਾਈਡ ਤੇ ਇੱਕ ਜ਼ਿਆਦਾ ਅਸੈਪਟ ਕਿਉਂ ਨਹੀਂ ਹੋਇਆ, ਕਿਉਂਕਿ ਇਹਨੇ ਹਰ ਕਿਤੇ ਗੱਲ ਕਾਹਦੀ ਕੀਤੀ ਸੀਗੀ, ਇੱਕ ਸੈਕਸ਼ੂਅਲ એનર્ਜੀ ਦੀ ਗੱਲ ਕੀਤੀ, ਜਿਵੇਂ ਓਸ਼ੋ ਗੱਲ ਕਰਦਾ ਹੈ ਨਾ। ਤਾਂ ਸੈਕਸ਼ੂਅਲ એનર્ਜੀ ਦੀ ਗੱਲ ਕਰਦਾ, ਜਿਹੜੀਆਂ ਨੇ ਇਹ ਸਟੇਜਸ ਦਿੱਤੀਆਂ ਨੇ, ਇਹਨਾਂ ਸਟੇਜਸ ਦੇ ਵਿੱਚ ਵੀ ਕਾਹਦੀ ਗੱਲ ਕੀਤੀ ਗਈ ਹੈ, ਇਹਨਾਂ ਨੂੰ ਐਜ ਏ ਸੈਕਸ਼ੂਅਲ એનર્ਜੀ ਰਿਪਰੈਜ਼ੈਂਟ ਕੀਤਾ ਇਹਨਾਂ ਨੇ ਕਿ ਇਹ ਸਾਰਾ ਕੁਝ ਕਾਹਦਾ, ਇੱਕ ਲਿਬਡੋ ਦੀ ਰਿਪਰੈਜ਼ੈਂਟੇਸ਼ਨ ਹੈ। ਤਾਂ ਇਹਦੇ ਵਿੱਚ ਵੀ ਇਹਨਾਂ ਨੇ ਕੀ ਕੀਤਾ, 5 ਸਟੇਜਸ ਦਿੱਤੀਆਂ ਨੇ, ਜਿਵੇਂ ਦੂਜਿਆਂ ਨੇ ਸਟੇਜਸ ਦਿੱਤੀਆਂ ਸੀ, ਇਹਨਾਂ ਨੇ ਵੀ ਸਟੇਜਸ ਦਿੱਤੀਆਂ ਨੇ, ਪਰ ਇਹਨਾਂ ਦੀ ਥਿਊਰੀ ਕੀ ਹੈ, ਸਾਈਕੋ ਸੈਕਸ਼ੂਅਲ। ਤਾਂ ਇਹਨਾਂ ਦਾ ਜ਼ਿਆਦਾ ਜ਼ੋਰ ਹੈ ਜਿਹੜਾ ਕਿਹੜੇ ਵਰਡ ਤੇ ਹੈ, ਸੈਕਸ਼ੂਅਲ ਤੇ। ਤਾਂ ਸਾਈਕੋ ਨੂੰ ਕਿਹਦੇ ਨਾਲ ਇਹਨਾਂ ਨੇ ਜੋੜਤਾ, ਕਾਹਦੇ ਨਾਲ ਐਸਟੀਮੇਟ ਕੀਤਾ, ਸੈਕਸ਼ੂਅਲ એનર્ਜੀ ਦੇ ਨਾਲ। ਤਾਂ ਪਹਿਲੀ ਸਟੇਜ ਇਹ ਕੀ ਕਹਿੰਦੇ ਨੇ ਕਿ ਪਹਿਲੀ ਸਟੇਜ ਆਉਂਦੀ ਹੈ ਸਾਡੀ ਔਰਲ ਸਟੇਜ। ਔਰਲ ਸਟੇਜ ਦਾ ਟਾਈਮ ਕੀ ਦਿੱਤਾ, 0 ਤੋਂ ਲੈ ਕੇ 1.5 ਸਾਲ ਤੱਕ। ਤਾਂ ਇਹਦੇ 'ਚ ਬੱਚਾ ਕੀ ਕਰ ਰਿਹਾ, ਬ੍ਰੈਸਟ ਫੀਡਿੰਗ ਕਰ ਰਿਹਾ, ਕੁਝ ਚੱਬ ਰਿਹਾ, ਇਹੋ ਜਿਹੀਆਂ ਐਕਟੀਵਿਟੀਆਂ ਕਰ ਰਿਹਾ ਜਿਹੜੀਆਂ ਮੂੰਹ ਦੇ ਨਾਲ ਜ਼ਿਆਦਾ ਸੰਬੰਧਿਤ ਨੇ। ਯਾਨੀ ਕਿ ਬੱਚਾ ਕਿਸੇ ਵੀ ਚੀਜ਼ ਦਾ ਰਸ ਕਾਹਦੇ ਤੋਂ ਲੈ ਰਿਹਾ, ਮੂੰਹ ਤੋਂ ਜ਼ਿਆਦਾ ਲੈ ਰਿਹਾ, 0 ਤੋਂ ਲੈ ਕੇ 1.5 ਸਾਲ ਤੱਕ। ਇਹਨੂੰ ਕਿਹੜੀ ਸਟੇਜ ਮਿਲ ਰਿਹਾ, ਔਰਲ। ਇਹਦੇ ਮਨੀਮੋਨਿਕ ਨੇ, ਯਾਨੀ ਕਿ ਸ਼ਾਰਟਕਟ ਤੁਸੀਂ ਯਾਦ ਰੱਖਣ ਵਾਸਤੇ ਲਾਈ ਹੈ, ਪਹਿਲਾਂ ਉਹ ਅੱਖਰ ਆਉਂਦਾ, ਫਿਰ A, ਫਿਰ B, ਫਿਰ L, ਫਿਰ G। ਦੂਸਰੀ ਸਟੇਜ ਸਾਡੇ ਕੋਲ ਆਉਂਦੀ ਹੈ ਐਨਲ। ਐਨਲ ਸਟੇਜ ਕੀ ਹੈ ਕਿ 1.5 ਤੋਂ ਲੈ ਕੇ 3 ਸਾਲ ਤੱਕ ਦੀ ਸਟੇਜ ਹੈ। ਪਹਿਲਾਂ ਵੀ ਅਸੀਂ ਲਾਭ 'ਚ ਗੱਲ ਕਰਕੇ ਗਏ ਹਾਂ ਕਿ ਟਵਾਇਲਟ ਟ੍ਰੇਨਿੰਗ ਦੀ ਏਜ ਹੈ ਇਹ, ਪਰ ਇੱਥੇ ਇਹ ਵੀ ਕਹਿੰਦੇ ਕਿ ਟਵਾਇਲਟ ਟ੍ਰੇਨਿੰਗ ਦੇ ਵਿੱਚੋਂ ਵੀ ਬੱਚਾ ਕੀ ਕਰ ਰਿਹਾ, ਉਹਨੂੰ ਆਨੰਦ ਆ ਰਿਹਾ ਉਸ ਚੀਜ਼ ਦੇ ਵਿੱਚੋਂ। ਇਹਨੂੰ ਵੀ ਉਹ ਐਜ ਹੀ ਕੀ ਕਰ ਰਿਹਾ, ਇੱਕ ਸੈਕਸ਼ੂਅਲ એનર્ਜੀ ਜਾਂ ਸੈਕਸ਼ੂਅਲ ਐਕਟੀਵਿਟੀ ਦੇਖ ਰਿਹਾ। ਤਾਂ ਐਨਸ ਐਕਟੀਵਿਟੀ ਯੂਰੀਨੇਸ਼ਨ ਹੋ ਗਈ, ਟਵਾਇਲਟ ਟ੍ਰੇਨਿੰਗ ਹੋ ਗਈ, ਇਹ ਕਿੱਥੋਂ ਦਾ 1.5 ਤੋਂ ਲੈ ਕੇ 3 ਸਾਲ ਤੱਕ ਦੀ। ਫਿਰ ਫੈਲਿਕ ਸਟੇਜ ਆਉਂਦੀ ਹੈ, ਇੱਕ ਹੀ ਕਰੈਕਟ ਕਰ ਲਿਓ ਵੀ ਜਦੋਂ ਆਪਾਂ ਪਹਿਲੇ ਦਿਨ ਚਾਈਲਡ ਡਿਵੈਲਪਮੈਂਟ ਦੀਆਂ ਸਟੇਜਸ ਕੀਤੀਆਂ ਸੀ, ਉਹਦੇ 'ਚ ਅਸੀਂ ਲੇਟਰ ਚਾਈਲਡਹੁੱਡ ਦੇ ਵਿੱਚ 2 ਸ਼ਬਦ ਲਿਖੇ ਸੀ, ਇਹਨਾਂ ਨੂੰ ਕੱਟ ਕੇ ਅਰਲੀ ਚਾਈਲਡਹੁੱਡ ਦੇ ਵਿੱਚ ਲਿਖ ਲਿਓ। ਤਾਂ ਇਹ ਅਸੀਂ ਨੇ 6 ਤੋਂ 12 ਸਾਲ ਵਾਲੇ 'ਚ ਲਿਖੇ ਸੀ ਸ਼ਾਇਦ। ਤਾਂ ਇਹ 3 ਤੋਂ 6 ਸਾਲ ਦੀ ਉਮਰ ਦੇ ਵਿੱਚ ਆਉਣਗੇ, ਜਦੋਂ ਪਹਿਲਾਂ ਅਸੀਂ ਨੇ ਚਾਈਲਡ ਡਿਵੈਲਪਮੈਂਟ ਦੀਆਂ ਸਟੇਜਸ ਲਿਖੀਆਂ ਸੀ। ਤਾਂ ਫੈਲਿਕ ਸਟੇਜ ਦੇ ਵਿੱਚੋਂ ਕੀ ਕਹਿੰਦੇ ਨੇ, ਫੈਲਿਕ ਸਟੇਜ ਦੇ ਵਿੱਚੋਂ ਕਹਿੰਦੇ ਨੇ ਕਿ ਸਾਡੇ ਅੰਦਰ 2 ਤਰ੍ਹਾਂ ਦੀਆਂ ਗ੍ਰੰਥੀਆਂ ਪੈਦਾ ਹੁੰਦੀਆਂ ਨੇ। ਇੱਕ ਸਾਡੇ 'ਚ ਹੈਗੀ ਹੈ ਔਡੀਪਸ, ਦੂਸਰੀ ਹੈਗੀ ਹੈ ਇਲੈਕਟਰਾ। ਔਡੀਪਸ ਦੇ ਵਿੱਚ ਕੀ ਹੁੰਦਾ ਹੈ, ਉਹ ਕਹਿੰਦੇ ਇੱਕ ਜਿਹੜਾ ਬੋਆਏ ਹੈ ਉਹ ਆਪਣੀ ਮਦਰ ਦੇ ਵੱਲ ਜ਼ਿਆਦਾ ਅਟਰੈਕਟ ਹੁੰਦਾ ਹੈ, ਸਿੰਪਲੀ ਕਿ ਆਪੋਜੀਟ ਸੈਕਸ ਦੇ ਵੱਲ ਅਟਰੈਕਸ਼ਨ ਹੋਣਾ ਇਸ ਦੇ ਵਿੱਚ ਸ਼ੁਰੂ ਹੋ ਜਾਂਦਾ। ਤਾਂ ਦੂਸਰਾ ਇਲੈਕਟਰਾ ਗ੍ਰੰਥੀ ਹੈ ਜਿਹੜੀ ਉਹ ਕੁੜੀਆਂ ਦੇ ਵਿੱਚ ਪੈਦਾ ਹੁੰਦੀ ਹੈ। ਜਿਹੜੀ ਕੁੜੀ ਹੈ ਉਹ ਕਿਹਦੇ ਵੱਲ ਅਟਰੈਕਟ ਹੁੰਦੀ ਹੈ, ਜ਼ਿਆਦਾ ਫਾਦਰ ਦੇ ਵੱਲ, ਕਿਉਂਕਿ ਆਪੋਜੀਟ ਸੈਕਸ ਦੇ ਪ੍ਰਤੀ ਤੁਹਾਡੀ ਅਟਰੈਕਸ਼ਨ ਹੈ ਜਿਹੜੀ ਉਹ ਇਸ ਏਜ ਦੇ ਵਿੱਚ ਆ ਕੇ ਵਧਣੀ ਸ਼ੁਰੂ ਹੋ ਜਾਂਦੀ ਹੈ। 3 ਤੋਂ 6 ਸਾਲ ਦੀ ਏਜ ਜਿਹੜੀ ਹੈ ਸਾਡੀ ਅਰਲੀ ਚਾਈਲਡਹੁੱਡ। ਬਾਕੀ ਸਾਰੀਆਂ ਸਟੇਜਸ ਇਹਨੂੰ ਜੇ ਮੈਚ ਕਰਕੇ ਦੇਖੀਏ ਤਾਂ 3 ਤੋਂ 6 ਸਾਲ ਦੀ ਉਮਰ ਸਾਡੀ ਬਣਦੀ ਹੈ ਅਰਲੀ ਚਾਈਲਡਹੁੱਡ। ਉਸ ਤੋਂ ਬਾਅਦ ਆਉਂਦੀ ਹੈ ਲੇਟੈਂਸੀ ਸਟੇਜ। ਲੇਟੈਂਸੀ ਸਟੇਜ ਹੈਗੀ ਹੈ ਸਾਡੀ ਜਿਹਨੂੰ ਅਸੀਂ ਲੇਟਰ ਚਾਈਲਡਹੁੱਡ ਕਹਿੰਦੇ ਹਾਂ, ਇਹ ਸਾਡੀ ਸਕੂਲ ਏਜ ਹੈਗੀ ਹੈ, ਤੇ ਇਹਨੂੰ ਅਸੀਂ ਕੀ ਕਹਿੰਦੇ ਆ, ਲੇਟਰ ਚਾਈਲਡਹੁੱਡ। ਲਾਸਟ ਜਨਾਈਟਲ ਸਟੇਜ ਹੈਗੀ ਹੈ ਜਿਹਦੀ ਸਾਡੀ ਗ੍ਰੈਸਟੀ ਜੀਵਨ ਵਾਲੀ ਹੈਗੀ। ਇਹ ਕੀ ਹੈ, ਪਿਊਬਰਟੀ ਤੋਂ ਡੈਥ ਤੱਕ ਚੱਲਦੀ ਹੈ, 12 ਸਾਲ ਤੋਂ ਉੱਪਰ ਦੀ ਏਜ ਨੂੰ ਇਹਨਾਂ ਨੇ ਜਨਾਈਟਲ ਸਟੇਜ ਕਿਹਾ ਹੈ। ਇਸ ਤੋਂ ਇਲਾਵਾ 3 ਟਰਮਾਂ ਜਿਹੜੀਆਂ ਸਿਗਮੰਡ ਫਰੂਇਡ ਨੇ ਹੋਰ ਦਿੱਤੀਆਂ ਨੇ, ਇੱਕ ਹੈਗੀ ਹੈ ਇਹਨੂੰ ਈਡ ਵੀ ਕਹਿੰਦੇ ਨੇ, ਇੱਕ ਵੀ ਕਹਿੰਦੇ ਨੇ, ਇੱਕ ਈਗੋ ਐਂਡ ਸੁਪਰ ਈਗੋ।
ਤਾਂ ਇੱਦਾਂ ਜਿਹੜੀ ਉਹ ਕਹਿੰਦੇ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਉਹਦੇ 'ਚ ਇੱਦਾਂ ਜਿਹੜੀ ਉਦੋਂ ਤੋਂ ਹੀ ਪ੍ਰੈਜ਼ੈਂਟ ਹੁੰਦੀ ਹੈ। ਇਹ ਕੀ ਹੈ, ਇੱਦਾਂ ਇੱਕ ਪ੍ਰਿੰਸੀਪਲ ਦੇ ਕੰਮ ਕਰਦੀ ਹੈ ਜਿਹਨੂੰ ਕਿਹਾ ਜਾਂਦਾ ਹੈ ਪ੍ਰਿੰਸੀਪਲ ਆਫ ਪਲੇਜ਼ਰ, ਯਾਨੀ ਕਿ ਇਹ ਡਾਇਰੈਕਟਲੀ ਬੱਚੇ ਦੀਆਂ ਫਿਜ਼ੀਓਲੋਜੀਕਲ ਨੀਡਸ ਦੇ ਨਾਲ ਸੰਬੰਧਿਤ ਹੈ। ਬੱਚਾ ਹਾਲੇ ਛੋਟਾ, ਮੰਨ ਲਓ 10 ਮਹੀਨੇ ਦਾ, ਉਹ ਰੋ ਰਿਹਾ, ਉਹਨੂੰ ਭੁੱਖ ਲੱਗੀ ਹੈ, ਜਿਵੇਂ ਉਹਨੂੰ ਕੁਝ ਖਾਣ ਨੂੰ ਮਿਲੂਗਾ ਬੱਚਾ ਕੀ ਹੋ ਜਾਊਗਾ, ਚੁੱਪ ਹੋ ਜਾਊਗਾ। ਤਾਂ ਬੱਚਾ ਕੀ ਹੈ, ਪਲੇਜ਼ਰ ਦੇ ਪ੍ਰਿੰਸੀਪਲ, ਖੁਸ਼ੀ ਦੇ ਸਿਧਾਂਤ ਉੱਪਰ ਕੰਮ ਕਰ ਰਿਹਾ ਹੈ। ਤੇ ਖੁਸ਼ੀ ਕਾਹਦੇ ਨਾਲ ਸੰਬੰਧਿਤ ਹੈ ਉਹਦੀ, ਪਲੇਜ਼ਰ ਦੇ ਨਾਲ। ਪਲੇਜ਼ਰ ਕਾਹਦੇ ਨਾਲ ਸੰਬੰਧਿਤ ਹੈ, ਉਹਦੀ ਫਿਜ਼ੀਓਲੋਜੀਕਲ ਨੀਡਸ ਦੇ ਨਾਲ, ਜਿਹੜੀਆਂ ਉਹਦੀਆਂ ਸਰੀਰਕ ਲੋੜਾਂ ਨੇ ਉਹਦੇ ਨਾਲ ਸੰਬੰਧਿਤ ਹੈ। ਦੂਸਰੀ ਆ ਜਾਂਦੀ ਹੈ ਈਗੋ। ਈਗੋ 3 ਸਾਲ ਦੀ ਉਮਰ 'ਚ ਪੈਦਾ ਹੁੰਦੀ ਹੈ। ਤਾਂ ਈਗੋ ਕੀ ਕਹਿੰਦਾ ਉਹ ਕਿ ਬੱਚਾ ਜਦੋਂ ਰਿਐਲਿਟੀ ਥੋੜੀ ਸਮਝਣੀ ਸ਼ੁਰੂ ਕਰ ਦਿੰਦਾ ਕਿ ਅਸਲ ਦੇ ਵਿੱਚ ਰੀਅਲ ਚੀਜ਼ਾਂ ਕੀ ਨੇ, ਇਹਨੂੰ ਬੋਲਿਆ ਜਾਂਦਾ ਪ੍ਰਿੰਸੀਪਲ ਆਫ ਰਿਐਲਿਟੀ। ਤੀਜਾ ਹੈਗਾ ਸੁਪਰ ਈਗੋ। ਸੁਪਰ ਈਗੋ ਕੰਮ ਕਰਦੀ ਹੈ ਪ੍ਰਿੰਸੀਪਲ ਆਫ ਮੋਰੈਲਿਟੀ ਦੇ ਉੱਪਰ। ਇਹ ਹੈ ਜਿਹੜੀ 3 ਤੋਂ 6 ਸਾਲ ਦੇ ਵਿੱਚ ਵਿਕਸਿਤ ਹੋ ਜਾਂਦੀ ਹੈ। ਤਾਂ ਇਹ ਤਿੰਨੋਂ ਟਰਮਾਂ ਕਿਹਨੇ ਦਿੱਤੀਆਂ ਨੇ, ਇਹਦੀ ਈਗੋ ਤੇ ਸੁਪਰ ਈਗੋ ਸਿਗਮੰਡ ਫਰੂਡ ਨੇ। ਉਸ ਤੋਂ ਇਲਾਵਾ ਜਿਹੜੀ ਸਾਈਕੋ ਸੈਕਸੁਅਲ ਡਿਵੈਲਪਮੈਂਟ ਉਹ ਵੀ ਇਹਨਾਂ ਨੇ ਦਿੱਤੀਆਂ ਨੇ। 5 ਸਟੇਜਸ ਨੇ, ਔਰਲ ਹੈ, ਐਨਾਲ ਹੈ, ਫੈਲਿਕ ਹੈ ਤੇ ਲੇਟੈਂਸੀ ਐਂਡ ਜੈਨਾਈਟਲ ਹੈ। ਇਹ 5 ਸਟੇਜਸ ਸਿਗਮੰਡ ਫਰੂਡ ਦੀਆਂ ਨੇ। ਇਹ ਸਾਡੀਆਂ ਸਾਰੀਆਂ ਹੁਣ ਤੱਕ ਦੀਆਂ ਜਿਹੜੀਆਂ ਚਾਈਲਡ ਡਿਵੈਲਪਮੈਂਟ ਦੀਆਂ ਥਿਊਰੀਆਂ ਸੀ ਉਹ ਕੰਪਲੀਟ